ਤੇ ਜਿਹੜਾ ਵਿਸ਼ਾ ਤੇ ਮੈਂ ਲਿਖਿਆ ਆਲਰੇਡੀ ਹੈਗਾ ਅੱਜ ਦਾ, ਉਹ ਇਹੋ ਹੀ ਆ ਵੀ ਜਿਹੜਾ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਬਿਆਨ ਹੈ ਉਹ ਪਹਿਲੀ ਵਾਰ ਨਹੀਂ ਆਇਆ, ਪਹਿਲਾਂ ਵੀ ਇਹ ਬਿਆਨ ਆ ਚੁੱਕਾ ਭਗਤ ਸਿੰਘ ਦੇ ਬਾਰੇ। ਤੇ ਉਹਦੇ ਤੇ ਬੜੀ ਜਿਹੜੇ ਸਮਾਧੀ ਚਲ ਗਏ ਸੀ MLA ਆਪ ਦੇ, ਦੂਜੇ ਤੀਜੇ ਸਿੰਗਰ, ਕਲਾਕਾਰ, ਇੰਨਾ ਕੁਛ ਪੰਜਾਬ ਦੇ ਵਿੱਚ ਹੋਇਆ, ਬੋਲੇ ਨਹੀਂ। ਪਰ ਹੁਣ ਉਹਨਾਂ ਨੂੰ ਹੋਸ਼ ਆਈ ਆ ਵੀ ਅਸੀਂ ਇਸ ਬਿਆਨ ਦਾ ਵਿਰੋਧ ਜ਼ਰੂਰ ਕਰਨਾ। ਸੋ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ। ਅਸੀਂ ਇਹ ਚਾਹੁੰਦੇ ਨਹੀਂ ਸੀ ਵੀ ਅਸੀਂ ਭਗਤ ਸਿੰਘ ਦੀ ਜਿਹੜੀ ਸੱਚਾਈ ਆ ਉਹ ਦੁਨੀਆ ਸਾਹਮਣੇ ਰੱਖੀਏ, ਪਰ ਇਹਨਾਂ ਫਿਰ ਮਜਬੂਰ ਕੀਤਾ। ਹੁਣ ਆਪਾਂ ਉਹਦੇ ਸਿਲਸਿਲੇ 'ਚ ਗੱਲਬਾਤ ਕਰਾਂਗੇ। ਤੇ ਜਿਹੜਾ ਥੱਲਿਓਂ ਜੇ ਕਿਸੇ ਦਾ ਕੋਈ ਸਵਾਲ ਹੋਵੇ ਤਾਂ DM ਕਰ ਦਿਓ, ਉੱਪਰ ਸਪੀਕਰ ਭਾਵੇਂ ਨਾ ਹੀ ਲਿਓ, ਤੇ DM ਕਰ ਦੇਣ ਤੇ ਉਹ ਆਪਾਂ ਉਹਦੇ ਤੇ ਡਿਸਕਸ਼ਨ ਕਰ ਲਾਂਗੇ। ਹਾਂਜੀ, ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ। ਦੇਖੋ, ਜਿਹੜਾ ਬਿਆਨ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਆਇਆ, ਉਹਨਾਂ ਨੇ ਕਿਹਾ ਵੀ ਭਗਤ ਸਿੰਘ ਜਿਹੜਾ ਉਹ ਟੈਰਰਿਸਟ ਹੈ। ਇਹ ਬਿਆਨ, ਇਹਦੇ ਤੇ ਕੋਈ ਇਤਰਾਜ਼ ਹੋ ਸਕਦਾ ਕਈਆਂ ਬੰਦਿਆਂ ਨੂੰ, ਪਰ ਰੌਲਾ ਤੇ ਹੈ ਵੀ ਉਹਨਾਂ ਬੰਦਿਆਂ ਨੂੰ ਇਤਰਾਜ਼ ਹੋ ਰਿਹਾ ਜਿਹੜੇ ਬੰਦੇ ਸਿੱਖ ਮੂਵਮੈਂਟ ਦੇ ਸਾਰੇ ਹੀ ਜੁਝਾਰੂਆਂ ਨੂੰ ਟੈਰਰਿਸਟ ਕਹਿੰਦੇ ਨੇ, ਜਿਹੜੇ ਬੰਦਿਆਂ ਨੇ ਪਿਛਲੇ 47 ਤੋਂ ਬਾਅਦ ਜਿੰਨੇ ਵੀ ਸ਼ਹੀਦ ਹੋਏ ਨੇ ਪੰਜਾਬ ਦੀ ਖਾਤਰ, ਉਹਨਾਂ ਨੂੰ ਟੈਰਰਿਸਟ ਆਖਿਆ ਹੈ। ਸੋ ਇਹਨਾਂ ਦੀ ਫਿਤਰਤ ਕੀ ਹੈ, ਇਹ ਜਾਣਨੀ ਚਾਹੀਦੀ ਆਪਾਂ ਨੂੰ ਪਹਿਲਾਂ। ਇਹ ਬੰਦੇ ਵਿਰੋਧ ਕਿਉਂ ਕਰਦੇ ਨੇ, ਇਹਨਾਂ ਦੇ ਵਿਰੋਧ ਕਰਨ ਦਾ ਮਕਸਦ ਕੀ ਹੈ? ਪਹਿਲਾਂ ਤੇ ਇਹ ਹੈ ਵੀ ਇਹ ਉਹ ਬੰਦੇ ਨੇ ਜਿਹੜੇ 47 ਤੋਂ ਪਹਿਲਾਂ ਜਿਹੜੇ ਸੀ ਅੰਗਰੇਜ਼ਾਂ ਦੇ ਪਿੱਠੂ ਸੀ, ਤੇ ਜਦੋਂ 47 ਤੋਂ ਬਾਅਦ ਇਹਨਾਂ ਨੇ, ਜਦੋਂ ਕਿਉਂਕਿ ਉਦੋਂ ਦੁਨੀਆ ਦੇ ਹਾਲਾਤ ਇਦਾਂ ਦੇ ਬਣ ਗਏ ਵੀ ਅੰਗਰੇਜ਼ਾਂ ਨੂੰ ਇਹ ਛੱਡ ਕੇ ਜਾਣਾ ਪਿਆ ਮੁਲਕ, ਤੇ ਇੱਥੇ ਦੋ ਉਹਨਾਂ ਨੇ ਕੰਟਰੀਆਂ ਬਣਾ ਦਿੱਤੀਆਂ, ਇੱਕ ਹਿੰਦੂਆਂ ਦੀ, ਇੱਕ ਮੁਸਲਮਾਨਾਂ ਦੀ। ਹੁਣ ਉੱਥੇ ਇਹਨਾਂ ਨੇ ਜਿਹੜਾ ਸੀ ਉਹ, ਕਿਉਂਕਿ ਆਜ਼ਾਦੀ ਨੂੰ ਏਦਾਂ ਮਿਲੀ ਨਹੀਂ, ਤੇ ਆਜ਼ਾਦੀ ਇਹਨਾਂ ਨੇ ਸੋਚਿਆ ਵੀ ਅਸੀਂ ਬੜੀ ਲੜਕੇ ਲਈ ਆ, ਜਿਹੜਾ ਕੋਈ ਸੱਚਾਈ ਨਹੀਂ ਹੈਗੀ ਜਿਹੜੀ ਗੱਲ ਦੇ ਵਿੱਚ। ਫਿਰ ਇਹਨਾਂ ਨੂੰ ਇਹ ਸੀ ਵੀ ਕੋਈ ਨਾ ਕੋਈ ਆਈਡਲ ਜਿਹੜਾ ਵਾ 1931 ਚ ਜਿਹੜੇ ਬੰਦੇ ਨੂੰ ਫਾਂਸੀ ਹੋ ਗਈ ਹੈ, ਉਹਨੂੰ 1947 ਦੀ ਆਜ਼ਾਦੀ ਦਾ ਨਾਇਕ ਬਣਾ ਕੇ ਪੇਸ਼ ਕਰਤਾ। ਹੁਣ ਨਾਇਕ ਜਦੋਂ ਹੁਕੂਮਤ ਕਿਸੇ ਨੂੰ ਬਣਾਉਂਦੀ ਹੈ, ਉਹ ਇਹ ਨਹੀਂ ਵੀ ਸਾਡੇ ਮੂੰਹ ਉੱਠਦੇ ਨੇ ਤੇ ਜਿਹੜਾ ਮਰਜ਼ੀ ਬੰਦਾ ਹੋਇਆ ਤੁਹਾਨੂੰ ਨਾਇਕ ਬਣਾ ਦਿੰਦੇ ਨੇ। ਉਹ ਵੇਖਦੇ ਨੇ ਵੀ ਜਿਹੜਾ ਅੱਜ ਦਾ ਰਾਜ ਹੈ, ਜਿਹੜਾ ਹਕੂਮਤ ਹਿੰਦੂਆਂ ਦਾ ਰਾਜ ਹੈ, ਇਹਨੂੰ ਕਿਹੜਾ ਬੰਦਾ ਸੂਟ ਕਰਦਾ। ਉਹਨਾਂ ਨੇ ਫਿਰ ਸਾਰਾ ਕੁਝ ਵੇਖਣਾ ਹੈ। ਗਾਂਧੀ ਵੀ ਇਹਨੂੰ ਸੂਟ ਕਰਦਾ ਸੀ, ਭਗਤ ਸਿੰਘ ਵੀ ਸੂਟ ਕਰਦਾ ਸੀ। ਉਹ ਬੱਬਰ ਅਕਾਲੀ ਨਹੀਂ ਸੀ ਸੂਟ ਕਰਦੇ, ਨਾ ਕਰਤਾਰ ਸਿੰਘ ਸਰਾਭਾ ਸੂਟ ਕਰਦਾ ਸੀ, ਨਾ ਹੋਰ ਬੰਦੇ ਇਹਨੂੰ ਉਹਨਾਂ ਨੂੰ ਜੱਚਦੇ ਸੀ। ਕਿਉਂਕਿ ਉਹਦਾ ਕਾਰਨ ਇਹ ਹੈ ਵੀ ਜਿਹੜਾ ਨੈਸ਼ਨਲਿਜ਼ਮ ਦਾ ਆਈਡੀਆ ਹੈ ਵੀ ਇੱਕ ਨੇਸ਼ਨ ਬਣਾਉਣਾ, ਇੱਕ ਲੈਂਗੁਏਜ, ਇੱਕ ਧਰਮ ਸਥਾਪਿਤ ਕਰਨਾ, ਉਹਦੇ ਲਈ ਜਿਹੜੇ ਬੰਦੇ ਸੂਟ ਕਰਦੇ ਸੀ ਉਹਨਾਂ ਨੇ ਉਹ ਚੁਣੇ ਤੇ ਉਹਨਾਂ ਨੂੰ ਪ੍ਰਮੋਟ ਕੀਤਾ। ਹੁਣ ਰੌਲਾ ਕੀ ਹੈ ਵੀ ਇਸ ਆਈਡੀਆ ਨੂੰ ਰੈਜ਼ਿਸਟੈਂਸ ਬਹੁਤ ਲੇਟ ਮਿਲੀ ਹੈ ਵੀ ਭਗਤ ਸਿੰਘ ਜਿਹੜਾ ਉਹ ਨਾਇਕ ਹੈ। ਕੁਛ ਕੁ ਸਿੱਖ ਲੇਖਕਾਂ ਨੇ, ਹੋਰਨਾਂ ਨੇ ਵੀ ਇਹ ਗੱਲ ਚੱਕੀ ਸੀ ਵੀ ਭਗਤ ਸਿੰਘ ਨੂੰ ਜਾਣਬੁੱਝ ਕੇ ਪ੍ਰਮੋਟ ਕੀਤਾ ਜਾ ਰਿਹਾ। ਉਹਦੀ ਵਜ੍ਹਾ ਕੇਵਲ ਇਹ ਆ ਵੀ ਉਹ ਇੱਕ ਤੇ ਲੈਫਟਿਸਟ ਸੀ, ਤੇ ਲੈਫਟਿਸਟ ਧਿਰਾਂ ਨੇ ਉਹਨੂੰ ਬਹੁਤ ਪ੍ਰਮੋਟ ਕੀਤਾ। ਲੈਫਟਿਸਟ ਧਿਰਾਂ ਨੇ ਯੂਨੀਵਰਸਿਟੀਆਂ ਦੇ ਵਿੱਚ ਡੋਮੀਨੇਟ ਵੀ ਕੀਤਾ ਪਿਛਲੇ 40-50 ਸਾਲ, ਤੇ ਉਹਨਾਂ ਨੂੰ ਇੱਕ ਮੌਕਾ ਮਿਲ ਗਿਆ ਵੀ ਲੈਫਟ ਦਾ ਆਈਡਲ ਬਣਾ ਕੇ ਪੇਸ਼ ਕੀਤਾ ਗਿਆ ਭਗਤ ਸਿੰਘ ਨੂੰ ਇੰਡੀਆ ਦੇ ਵਿੱਚ ਪੂਰੇ 'ਚ। ਹੁਣ ਜਿਹੜਾ ਆਈਡਲ ਜਦੋਂ ਹੁਣ ਆਪਾਂ ਨੂੰ ਕਈ ਵਾਰ ਲੱਗਦਾ ਹੈ ਵੀ ਫਿਰ ਕੀ ਹੈ ਵੀ ਜੇ ਆਪਾਂ ਉਹਨੂੰ ਵੀ ਨਾਇਕ ਮੰਨ ਲਈਏ ਤੇ ਆਪਾਂ ਆਪਣਿਆਂ ਨੂੰ ਵੀ ਨਾਇਕ ਮੰਨੀ ਜਾਈਏ। ਕਈ ਬੰਦਿਆਂ ਦੀ ਇਹ ਸਟੇਟਮੈਂਟ ਹੁੰਦੀ ਹੈ ਵੀ ਆਪਾਂ ਭਗਤ ਸਿੰਘ ਨੂੰ ਵੀ ਮੰਨ ਲੈਂਦੇ ਹਾਂ ਤੇ ਅਸੀਂ ਆਪਣੇ ਸਿੱਖ ਨਾਇਕਾਂ ਨੂੰ ਵੀ ਮੰਨ ਲੈਂਦੇ ਹਾਂ। ਇਹ 'ਚ ਰਿਐਲਿਟੀ ਇਹ ਹੈ ਵੀ ਤੁਸੀਂ ਦੋ ਕੰਟਰਾਡਿਕਟਰੀ ਬੰਦਿਆਂ ਨੂੰ ਆਪਣੇ ਨਾਇਕ ਨਹੀਂ ਬਣਾ ਸਕਦੇ। ਜੇ ਤੁਸੀਂ ਬਣਾਓਗੇ ਤੁਹਾਡਾ ਆਪ ਸਾਰਾ ਕੁਝ ਕੰਟਰਾਡਿਕਟਰੀ ਬਣ ਜਾਊ। ਤੁਸੀਂ ਕਲੀਅਰ ਥਿੰਕਿੰਗ ਜਿਹੜੀ ਹੈ, ਕਲੀਅਰ ਵਿਜ਼ਨ ਤੁਹਾਡਾ ਰਹੂਗਾ ਨਹੀਂ। ਜਿਵੇਂ ਭਗਤ ਸਿੰਘ ਇੱਕ ਆਈਡੀਆ ਪ੍ਰਮੋਟ ਕਰਦਾ ਜਿਹਦੇ 'ਚੋਂ ਡਾਇਵਰਸਿਟੀ ਦਾ ਦੁਸ਼ਮਣ ਹੈ, ਜਿਹਦੇ 'ਚ ਉਹ ਕਹਿੰਦਾ ਹੈ ਵੀ ਇੱਥੇ ਇੱਕ ਰਾਜ ਹੋਣਾ ਚਾਹੀਦਾ, ਜਿਹੜਾ ਲੈਫਟ ਦਾ ਸਾਰੀ ਆਈਡੀਓਲੋਜੀ ਹੈ, ਜਿਹਦੇ 'ਚ ਉਹ ਡਾਇਵਰਸਿਟੀ ਨੂੰ ਖਤਮ ਕਰਕੇ ਇੱਕ ਪਾਵਰਫੁਲ ਗਵਰਨਮੈਂਟ ਐਸਟੈਬਲਿਸ਼ ਕਰਨ ਦੀ ਗੱਲ ਕਰਦੇ ਆ। ਲੈਫਟ ਵੀ ਕਰਦਾ ਵਾ ਤੇ ਇੰਡੀਅਨ ਨੇਸ਼ਨ ਵੀ ਕਰਦਾ ਵੀ ਜਿਹੜਾ ਜ਼ਿਆਦਾ ਕੰਟਰੋਲ ਗਵਰਨਮੈਂਟ ਦੇ ਕੋਲ ਹੋਵੇ। ਉਸੇ ਆਈਡੀਆ ਦੇ ਤਹਿਤ ਭਗਤ ਸਿੰਘ ਨੇ ਪੰਜਾਬੀ ਬੋਲੀ ਦਾ ਵਿਰੋਧ ਕੀਤਾ। ਉਹਨੂੰ ਐਂ ਲੱਗਦਾ ਸੀ ਵੀ ਜਿਹੜਾ ਸਿੱਖਾਂ ਨੂੰ ਅਸਿਮੀਲੇਟ ਕਰਨਾ ਹੈ ਇੰਡੀਅਨ ਨੇਸ਼ਨ ਦੇ ਕੰਸੈਪਟ, ਕਿਉਂਕਿ ਸਿੱਖ 47 ਤੋਂ ਬਾਅਦ ਜਿਹੜੇ ਸਿੱਖ ਆਪਣੇ ਆਪ ਨੂੰ ਇੰਡੀਅਨ ਕਹਿਣ ਲੱਗ ਪਏ। ਨਹੀਂ ਤਾਂ ਪਹਿਲਾਂ ਤਾਂ ਸਿੱਖ ਇੱਕ ਸੋਵਰਨ ਕੰਟਰੀ ਪੰਜਾਬ ਜਿਹੜੀ ਸੀ ਉਹ ਵੱਖਰੀ ਹੈ, ਉਹਦਾ ਕਲਚਰ ਵੱਖਰਾ, ਉਹਦਾ ਧਰਮ ਵੱਖਰਾ, ਸਿਧਾਂਤ ਵੱਖਰਾ, ਬੋਲੀ ਵੱਖਰੀ ਹੈ, ਖਾਣ ਪੀਣ ਪਹਿਨਣ ਬਹੁਤ ਕੁਛ ਵੱਖਰਾ। ਹੁਣ ਉਹ ਸਾਰਾ ਕੁਝ ਜਿਹੜਾ ਸੀ, ਜਿਹੜਾ ਸੋਵਰਨਟੀ ਜਿਹੜੀ ਸਿੱਖਾਂ ਦੀ ਸੀ, ਪੰਜਾਬ ਦੇ ਲੋਕਾਂ ਦੀ, ਉਹਨੂੰ ਅਸਿਮੀਲੇਟ ਕਰਨ ਵਾਸਤੇ ਭਗਤ ਸਿੰਘ ਨੂੰ ਐਂ ਲੱਗਦਾ ਸੀ ਵੀ ਇਹਨਾਂ ਬੰਦਿਆਂ ਨੂੰ ਲੈਂਗੁਏਜ ਤੋਂ ਤੋੜਨਾ ਚਾਹੀਦਾ। ਕਿਉਂਕਿ ਜੇ ਇਹ ਪੰਜਾਬੀ ਬੋਲੀ ਨਾਲ ਜੁੜਦੇ ਆ, ਗੁਰਮੁਖੀ ਨਾਲ, ਖਾਸ ਕਰਕੇ ਸਕ੍ਰਿਪਟ ਨਾਲ ਜੁੜੇ ਰਹਿਣਗੇ
ਤੇ ਇਹ ਬੰਦੇ ਅਸਿਮੀਲੇਟ ਨਹੀਂ ਹੋਣਗੇ ਇੰਡੀਅਨ ਜਿਹੜੀ ਆ ਆਪਣੀ ਆਇਡੈਂਟੀਟੀ ਦੇ ਵਿੱਚ। ਸੋ ਉਹਨੇ ਇਸ ਮੌਕੇ ਦੇ ਉੱਤੇ ਬੜੀਆਂ ਕੱਚੀਆਂ ਜਿਹੀਆਂ ਦਲੀਲਾਂ ਦੇ ਕੇ ਕਿਹਾ ਵੀ ਪੰਜਾਬੀ ਬੋਲੀ ਜਿਹੜੀ ਆ ਗੁਰਮੁਖੀ ਪੂਰੀ ਨਹੀਂ ਹੈਗੀ, ਅਧੂਰੀ ਹੈ। ਉਹਦੇ 'ਚ ਵੀ ਉਹ ਗਲਤੀ ਸਾਬਤ ਹੋਇਆ। ਕੁਛ ਬੰਦੇ ਦਲੀਲਾਂ ਦਿੰਦੇ ਨੇ ਉਦੋਂ ਦੀ ਉਮਰ ਘੱਟ ਸੀ, ਉਹਨੂੰ ਅਕਲ ਨਹੀਂ ਸੀ ਵੀ ਜਦੋਂ ਉਹਨੇ ਇਹ ਆਰਟੀਕਲ ਲਿਖਿਆ। ਪਰ ਜੇ ਆਪਾਂ ਉਹਦੇ ਜੀਵਨ 'ਚ ਪੂਰੀ ਝਾਤ ਮਾਰੀਏ ਤੇ ਮੈਂ ਕਈ ਵਾਰ ਬੰਦੇ ਨੂੰ ਪੁੱਛਦਾ ਨਾ ਵੀ ਭਗਤ ਸਿੰਘ ਦੀ ਕਿਹੜਾ ਐਸਾ ਐਕਸ਼ਨ ਹੈ ਭਗਤ ਸਿੰਘ ਦਾ ਜਿਹੜਾ ਤੁਸੀਂ ਉਹਨੂੰ ਇੱਕ ਨੈਸ਼ਨਲ ਹੀਰੋ ਜਾਂ ਇੱਕ ਸ਼ਹੀਦ ਆਜ਼ਮ ਦੀ ਜਿਹੜੀ ਗੱਲ ਚੱਲੀ ਸੀ ਨਾ, ਸ਼ਹੀਦ ਆਜ਼ਮ ਦਾ ਅਰਥ ਹੁੰਦਾ ਵੀ ਸ਼ਹੀਦ ਜਿੱਥੋਂ ਸ਼ਹੀਦ ਸ਼ੁਰੂ ਹੁੰਦੇ ਆ, ਆਜ਼ਮ ਆਗਾਜ਼ ਜਿੱਥੋਂ ਹੁੰਦਾ ਸ਼ਹੀਦਾਂ ਦਾ। ਹੁਣ ਇਹ ਸਿੱਖ ਬੇਵਕੂਫਾਂ ਨੂੰ ਕਈਆਂ ਨੂੰ ਇਹ ਨਹੀਂ ਪਤਾ, ਸਾਡੇ ਬੰਦਿਆਂ ਨੂੰ ਜਿਹੜੇ ਉਹਨੂੰ ਸ਼ਹੀਦ ਆਜ਼ਮ ਲਿਖਣ ਲੱਗ ਪੈਂਦੇ। ਕੱਲ ਸੁਖਬੀਰ ਬਾਦਲ ਨੇ ਲਿਖਤਾ, ਹੋਰ ਕਈ ਬੰਦੇ ਲਿਖੀ ਜਾਂਦੇ ਨੇ। ਜਦੋਂ ਸਿੱਖਾਂ ਨੇ ਸ਼ਹੀਦਾਂ ਦੇ ਸਰਤਾਜ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਨੂੰ, ਤੇ ਉਹਦੇ ਜਿਹੜਾ ਸੀ ਨਾ ਆਪੋਜ਼ਿਟ ਕਾਮਰੇਡਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਕਹਿਣਾ ਸ਼ੁਰੂ ਕਰਤਾ ਵੀ ਸਾਡਾ ਤਾਂ ਪਹਿਲਾ ਸ਼ਹੀਦ ਇਹ ਆ। ਸਿੱਖਾਂ ਦਾ ਬਲੀਵ ਇਹ ਆ ਵੀ ਜਿਹੜੀ ਸ਼ਹਾਦਤ ਹੈ ਉਹਦਾ ਅਸਲ ਸੰਕਲਪ ਜਿਹੜਾ ਈਵਨ ਸਕਰਾਤ ਵੀ ਸ਼ਹੀਦ ਹੋਇਆ, ਉਸ ਤੋਂ ਪਹਿਲਾਂ ਹੋਰ ਹੀ ਸ਼ਹੀਦ ਹੋਏ ਨੇ, ਜਿਹੜੇ ਮਨਸੂਰ ਵੀ ਸੂਲੀ ਚੜਿਆ। ਪਰ ਜਿਹੜੀ ਅਸਲ ਸ਼ਹਾਦਤ ਦੇ ਮਾਇਨੇ ਸੀ ਉਹ ਜਿੱਥੇ ਸਾਰਾ ਕੁਝ ਮਨੁੱਖ ਕੋਲ ਸਾਰੀਆਂ ਚੋਇਸਿਸ ਹੋਣ, ਪਰ ਸੁਕਰਾਤ ਨੂੰ ਵੀ ਜ਼ਹਿਰ ਦਾ ਪਿਆਲਾ ਧੱਕੇ ਨਾਲ ਪਿਆ ਦਿੱਤਾ ਗਿਆ ਵੀ ਉਹ ਪੀਣਾ ਨਹੀਂ ਸੀ ਚਾਹੁੰਦਾ। ਮਨਸੂਰ ਨੂੰ ਵੀ ਸੂਲੀ ਚੜਾ ਦਿੱਤਾ ਗਿਆ। ਉਹਨਾਂ ਨੂੰ ਆਪਸ਼ਨਸ ਨਹੀਂ ਦਿੱਤੀਆਂ ਉਹਨਾਂ ਨੇ। ਇੱਥੇ ਗੁਰੂ ਸਾਹਿਬ ਕੋਲ ਸਾਰੇ ਰਾਹ ਸਨ, ਸਾਰੇ ਰਸਤੇ ਸਨ। ਆਪ ਅੰਮ੍ਰਿਤਸਰ ਸਾਹਿਬ ਤੋਂ ਚਾਲੇ ਪਾ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਇਸ ਕਰਕੇ ਗੁਰੂ ਸਾਹਿਬ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਗਿਆ। ਹੁਣ ਸ਼ਹੀਦਾਂ ਦੇ ਜਦੋਂ ਸਿੱਖਾਂ ਦੀ ਸੁਰਤ ਸ਼ਹੀਦ ਸ਼ਬਦ ਆਉਂਦਾ ਸੀ, ਉਹਨਾਂ ਦੀ ਸੁਰਤ ਗੁਰੂ ਅਰਜਨ ਪਾਤਸ਼ਾਹ ਤੇ ਟਿਕਦੀ ਸੀ। ਉਸ ਤੋਂ ਬਾਅਦ ਆਪਣੇ ਸਾਹਿਬਜ਼ਾਦੇ ਸ਼ਹੀਦ ਨੇ, ਉਸ ਤੋਂ ਬਾਅਦ ਚ ਸਾਡੇ ਕਿੰਨੇ ਸਿੱਖ ਜਿਹੜੇ ਯੋਧੇ ਸ਼ਹੀਦ ਹੋਏ ਆ। ਉਸ ਤੋਂ ਬਾਅਦ ਜਿਹੜੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਫਿਰ ਜਿਹੜੀ ਅਕਾਲੀ ਫੂਲਾ ਸਿੰਘ, ਫਿਰ ਜਿਹੜੀ ਸ਼ਹੀਦ ਦੀ ਇੱਕ ਪਰਿਭਾਸ਼ਾ ਹੈ। ਕਿਉਂਕਿ ਸ਼ਹੀਦ ਜਦੋਂ ਤੁਸੀਂ ਕਿਸੇ ਨੂੰ ਮੰਨਦੇ ਜੋ, ਤੁਸੀਂ ਇਕੱਲਾ ਉਹ ਬੰਦੇ ਦੀ ਪਰਸਨੈਲਿਟੀ ਨਹੀਂ ਮਾਇਨੇ ਰੱਖਦੀ ਵੀ ਉਹ ਬੰਦੇ ਨੇ ਕੀ ਕੀਤਾ ਜਾਂ ਕੀ ਨਹੀਂ ਕੀਤਾ, ਉਹ ਇੱਕ ਐਕਸਪੈਕਟ ਹੈਗਾ ਉਹਦਾ। ਪਰ ਜ਼ਿਆਦਾ ਜਿਹੜੀ ਮਾਇਨੇ ਰੱਖਦੀ ਚੀਜ਼ ਉਹ ਇਹ ਹੈ ਵੀ ਉਸ ਬੰਦੇ ਨੇ ਕਿਹੜੇ ਸਿਧਾਂਤ ਤੇ ਖੜ ਕੇ ਸ਼ਹਾਦਤ ਦਿੱਤੀ ਹੈ। ਸ਼ਹਾਦਤ ਦਾ ਸ਼ਬਦੀ ਅਰਥ ਹੈ ਵੀ ਗਵਾਹੀ ਦੇਣੀ, ਵੀ ਜਿੱਦਾਂ ਕਿਸੇ ਥਾਟ ਦੇ ਪ੍ਰਤੀ ਤੁਸੀਂ ਉਹਨੂੰ ਸੱਚਾ, ਕਿਉਂਕਿ ਸੱਚ ਤੇ ਝੂਠ ਦੀ ਜਿਹੜੀ ਡੈਫੀਨੇਸ਼ਨ ਉਹ ਬੜੀ ਵੇਗ ਹੈ ਸੰਸਾਰ ਦੇ ਵਿੱਚ। ਕਿਸੇ ਵੇਲੇ ਸੱਚ ਨੂੰ ਝੂਠ, ਝੂਠ ਨੂੰ ਸੱਚ ਬਣਾਇਆ ਜਾ ਸਕਦਾ। ਸੋ ਇਸ ਕਰਕੇ ਸੱਚੇ ਲੋਕਾਂ ਨੇ, ਸੱਚੇ ਧਰਮੀਆਂ ਨੇ, ਉਹਨਾਂ ਨੇ ਆਪਣੇ ਸੱਚ ਨੂੰ ਸੱਚਾ ਰੱਖਣ ਲਈ, ਉੱਚਾ ਰੱਖਣ ਲਈ ਆਪਣੀ ਜਾਨ ਦੀ ਜਿਹੜੀ ਸੀ ਇੱਕ, ਕਿਉਂਕਿ ਸਰਵਾਈਵਲ ਇੰਸਟਿੰਕਟ ਜਿਹੜੀ ਉਹ ਇਹ ਕਹਿੰਦੀ ਆ ਵੀ ਮਨੁੱਖ ਸਰਵਾਈਵਲ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ। ਭਾਵ ਉਹਦੀ ਪ੍ਰਾਇਮਰੀ ਇੰਸਟਿੰਕਟ ਇਹ ਆ ਵੀ ਸਰਵਾਈਵ ਕਰਨਾ। ਸੋ ਸਰਵਾਈਵ ਲਈ ਉਹ ਆਪਣੀ ਜਾਨ ਬਚਾਉਣ ਲਈ ਮਨੁੱਖ ਕਿਸੇ ਵੀ ਕੀਮਤ ਤੱਕ ਉਤਰ ਸਕਦਾ। ਉਹ ਲੋਕਾਂ ਨੂੰ ਮਾਰ ਸਕਦਾ ਹੈ, ਹਨਾ, ਉਹ ਅਨਐਥੀਕਲ ਹੋ ਸਕਦਾ ਹੈ। ਜਿਹੜੀ ਸ਼ਹਾਦਤ ਇਸ ਕਰਕੇ ਇੰਨੀ ਪਵਿੱਤਰ ਹੈ, ਸ਼ਹਾਦਤ ਦਾ ਸ਼ਬਦ ਇੰਨਾ ਪਵਿੱਤਰ ਇਸ ਕਰਕੇ ਹੈ ਵੀ ਉਹਦੇ 'ਚ ਮਨੁੱਖ ਜਿਹੜੀ ਇੱਕ ਵਾਹਿਦ ਚੀਜ਼ ਹੈ, ਜਿਹੜੀ ਉਹਦੀ ਬੇਸਿਕ ਇੰਸਟਿੰਕਟ ਵੀ ਹੈ, ਉਹਦੇ ਖਿਲਾਫ ਜਾ ਕੇ ਆਪਣੀ ਜਾਨ ਨੂੰ ਕੁਰਬਾਨ ਕਰਦਾ ਇੱਕ ਸਿਧਾਂਤ ਦੀ ਖਾਤਰ, ਇੱਕ ਜਿਹੜਾ ਵਾ ਥਾਟ ਦੀ ਖਾਤਰ, ਇੱਕ ਸੱਚ ਦੀ ਖਾਤਰ। ਉਹ ਸੱਚ ਤਾਂ ਹੀ ਸੱਚ ਰਹਿੰਦਾ ਜੇ ਸਿੱਖਾਂ 'ਚ ਕਿਸੇ ਨੇ ਸ਼ਹਾਦਤ ਨਾ ਦਿੱਤੀ ਹੁੰਦੀ। ਜੇ ਗੁਰੂ ਅਰਜਨ ਪਾਤਸ਼ਾਹ ਸੋਚਦੇ ਮੈਂ ਸ਼ਹਾਦਤ ਨਹੀਂ ਦੇਣੀ, ਤੇ ਸਿੱਖੀ ਜਿਹੜੀ ਸੀ ਉਹ ਸਰਵਾਈਵ ਨਹੀਂ ਸੀ ਕਰ ਸਕਦੀ ਉਹ ਤੋਂ ਬਾਅਦ। ਕਿਉਂਕਿ ਸਰਵਾਈਵਲ ਲਈ ਇਹ ਜ਼ਰੂਰੀ ਹੈ ਵੀ ਤੁਸੀਂ ਆਪਣੀ ਹੋਂਦ ਜਿਹੜੀ ਹੈ ਉਹਦਾ ਸਬੂਤ ਦਿਓ, ਆਪਣੇ ਸੱਚੇ ਹੋਣ ਦਾ ਸਬੂਤ। ਕਈ ਵਾਰ ਤੁਹਾਨੂੰ ਆਪਣੇ ਪ੍ਰਾਣ ਕੀ, ਇਹ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਜਦੋਂ ਤੋਂ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਹੜੀ ਸੱਚ ਦੀ ਖੇਡ ਹੈ ਉਹਦੇ ਵਿੱਚ ਤੁਹਾਨੂੰ ਆਪਣੀ ਜਿਹੜਾ ਸਰੀਰ ਇਹਨੂੰ ਸੈਕੰਡਰੀ ਕਰਨਾ ਪੈਂਦਾ। ਭਗਤ ਸਿੰਘ ਕੋਲ ਐਸਾ ਕੋਈ ਆਈਡੀਆ ਨਹੀਂ ਹੈਗਾ, ਉਹਦੀ ਸਾਰੇ ਜੀਵਨ ਦੇ ਵਿੱਚ ਕੋਈ ਐਸਾ ਆਈਡੀਆ ਨਹੀਂ ਹੈਗਾ ਜਿਹੜਾ ਆਈਡੀਆ ਨੂੰ ਲੱਗਦਾ ਹੋਵੇ ਮੇਰੇ ਸਰੀਰ ਤੋਂ ਜ਼ਰੂਰੀ ਹੈ। ਜਿਵੇਂ ਸਿੱਖਾਂ ਕੋਲ ਇਹਦੀ ਇੱਕ ਬੜੀ ਵੱਡੀ ਐਗਜ਼ਾਮਪਲ ਆ ਵੀ ਭਗਤ ਸਿੰਘ ਨੇ ਬਚਣ ਲਈ ਕੇਸ ਕਟਾਤੇ। ਇਹ ਨਹੀਂ ਵੀ ਉਹ ਪਹਿਲਾ ਮੋਨਾ ਸੀ, ਤੇ ਇੱਥੇ ਕਈ ਬੰਦੇ ਐਗਜ਼ਾਮਪਲ ਦੇਣਗੇ ਵੀ ਭਗਤ ਸਿੰਘ ਪਹਿਲਾਂ ਮੋਨਾ, ਇੱਥੇ ਹੋਰ ਵੀ ਮੋਨੇ ਆਪਣੇ ਹੈਗੇ ਆ ਨੌਜਵਾਨ ਜਿਹੜੇ ਸੁੱਖੇ ਭਾਈ ਜਿੰਦੇ ਹੋਣੀ, ਉਹਨਾਂ ਨੇ ਬਚਣ ਲਈ ਕੇਸ ਨਹੀਂ ਕਟਾਏ। ਉਹਨਾਂ ਦੇ ਪਹਿਲਾਂ ਕੇਸ ਕਤਲ ਸੀ, ਉਹਨਾਂ ਸਗੋਂ ਫਾਂਸੀ ਦੇ ਨੇੜੇ ਆਣ ਕੇ ਕੇਸ ਰੱਖੇ ਵੀ। ਉਹ ਕਹਿੰਦੇ ਭਗਤ ਸਿੰਘ ਨੇ ਵੀ ਰੱਖੇ ਆ। ਪਰ ਮਸਲਾ ਇਹ ਹੈ ਉਹ ਭਗੌੜੇ ਸੀ, ਤੇ ਭਗੌੜੇ ਹੋਣ ਕਰਕੇ ਉਹਨਾਂ ਨੂੰ ਕਿਤੇ ਲੱਗਾ ਤਾਂ ਉਹਨਾਂ ਨੇ ਕੇਸ ਕਤਲ ਕਰਾ ਕੇ ਆਪਣੇ ਨੂੰ ਬਚਾਇਆ। ਏਦਾਂ ਦਾ ਕੰਮ ਨਹੀਂ ਉਹਨਾਂ ਨੇ ਕੀਤਾ ਕਦੇ ਵੀ। ਇਹ ਉਸ ਬੰਦੇ ਦੀ ਨਿਸ਼ਾਨੀ ਹੈ ਜੋ ਕੰਮ ਭਗਤ ਸਿੰਘ ਨੇ ਕੀਤਾ ਹੈ, ਵੀ ਉਸ ਬੰਦੇ ਦੀ ਕੋਈ ਸਿਧਾਂਤਕ ਅਪਰੋਚ ਨਹੀਂ ਹੈਗੀ ਚੀਜ਼ਾਂ ਪ੍ਰਤੀ। ਉਹ ਕਿਸੇ ਵੀ ਚੀਜ਼ ਨੂੰ ਆਪਣੀ ਜੀਵਨ ਤੋਂ ਕੀਮਤੀ ਨਹੀਂ ਸਮਝਦਾ।
ਜੇ ਉਹ ਕੀਮਤੀ ਸਮਝਦਾ ਹੁੰਦਾ, ਕੇਸਾਂ ਜਿੱਦਾਂ ਆਪਾਂ ਅਰਦਾਸ ਕਰਦੇ ਹਾਂ ਸਿੱਖੀ ਕੇਸਾਂ ਸਵਾਸਾ ਸੰਗ ਨਿਭਾਈ, ਹੁਣ ਭਾਈ ਤਾਰੂ ਸਿੰਘ ਦੀ ਜਾਨ ਜਿਹੜੀ ਹੈ, ਕੋਈ ਬੰਦੇ ਦਾਅਵਾ ਕਰ ਸਕਦੇ ਆ ਕਾਮਰੇਡ ਕਿਸਮ ਦੇ ਲੋਕ ਵੀ ਜਾਨ ਕੇਸਾਂ ਨੂੰ ਕਿਹੜੀ ਕੇਸ ਦੁਬਾਰਾ ਉੱਗ ਜਾਣਗੇ ਜੀ, ਜਾਨ ਕਿੱਡੀ ਕੀਮਤੀ ਹੁੰਦੀ ਹੈ। ਪਰ ਭਾਈ ਤਾਰੂ ਸਿੰਘ ਨੇ ਇਹ ਸਾਬਤ ਕੀਤਾ ਵੀ ਸਿੱਖ ਵਾਸਤੇ ਕੇਸ ਉਹਦੀ ਜਾਨ ਤੋਂ ਕਿਤੇ ਜ਼ਰੂਰੀ ਹੈ। ਸਾਨੂੰ ਜਿਹੜਾ ਨਾ ਇਹ ਸਾਰੀ ਜਿਹੜੀ ਅੰਡਰਸਟੈਂਡਿੰਗ ਹੈ, ਕਈ ਜਿਹੜਾ ਇੱਕ ਮੇਨ ਆਈਡੀਆ ਇਹਦੇ ਪਿੱਛੇ ਕੰਮ ਕਰਦਾ ਹੈ ਵੀ ਉਹਨਾਂ ਨੇ ਕਿਉਂ ਇਹਨੂੰ ਨੇਸ਼ਨ ਦਾ ਹੀਰੋ ਬਣਾ ਕੇ ਪ੍ਰੋਜੈਕਟ ਕੀਤਾ। ਉਹ ਇਸ ਕਰਕੇ ਕੀਤਾ ਵੀ ਜਦੋਂ ਪਾਵਰ ਸ਼ਿਫਟ ਹੁੰਦੀ ਹੈ ਨਾ, ਤੇ ਜਦੋਂ ਪਾਵਰ ਸ਼ਿਫਟ ਹੁੰਦੀ ਹੈ ਤਾਂ ਉਦੋਂ ਨਵੇਂ ਆਈਡਲਸ ਵੀ ਖੜੇ ਹੁੰਦੇ ਆ, ਨਵੇਂ ਜਿਹੜੇ ਆ ਨਾਇਕ ਵੀ ਖੜੇ ਹੁੰਦੇ ਆ, ਖੜੇ ਕੀਤੇ ਵੀ ਜਾਂਦੇ ਆ। ਉਹਦਾ ਕਾਰਨ ਇਹ ਹੁੰਦਾ ਹੈ ਵੀ ਉਹ ਨਾਇਕਾਂ ਨੇ ਜਿਹੜੀ ਲੋਕਾਂ ਨੂੰ ਇੱਕ ਇਲੂਜਨ 'ਚ ਰੱਖਣਾ ਹੈ ਵੀ ਇਹ ਉਹਨਾਂ ਲੋਕਾਂ ਦੀ ਦਿੱਤੀ ਹੋਈ ਪਾਵਰ ਹੈ। ਹੁਣ ਭਗਤ ਸਿੰਘ ਜਿਹੜਾ ਸੀ, ਉਹ 1931 'ਚ ਉਹਨੂੰ ਫਾਂਸੀ ਹੋ ਗਈ। ਉਹ ਤੋਂ ਬਾਅਦ 47 ਤੱਕ ਬਹੁਤ ਕੁਛ ਦੁਨੀਆ ਦੇ ਵਿੱਚ ਵਰਲਡ ਵਾਰ ਹੋ ਗਈਆਂ। ਜਦੋਂ ਵਰਲਡ ਵਾਰ ਹੋਈ, ਸੈਕਿੰਡ ਵਰਲਡ ਵਾਰ ਹੋਈ ਹੈ, ਉਹ ਤੋਂ ਬਾਅਦ 'ਚ ਬਹੁਤ ਕੁਛ ਜਿਹੜਾ ਡਿਸਾਈਡਿੰਗ ਫੈਕਟਰਸ ਆਏ ਵੀ ਬ੍ਰਿਟਿਸ਼ਰਸ ਕਿਉਂ ਇੱਥੋਂ ਛੱਡ ਕੇ, ਇਕੱਲੇ ਇੱਥੋਂ ਨਹੀਂ, ਦੁਨੀਆ ਦੇ ਬਹੁਤ ਏਰੀਆ 'ਚੋਂ ਬਸਤੀਵਾਦ ਜਿਹੜਾ ਖਤਮ ਹੋ ਗਿਆ। ਜਿਹੜੀ ਵਰਲਡ ਵਾਰ 2 ਜਰਮਨੀ ਦੀ ਨਾਲ ਜਿਹੜੀ ਵਾਰ ਹੋਈ ਹੈ, ਜਪਾਨ ਜਰਮਨੀ ਨਾਲ, ਉਹ ਮੇਨ ਵਜ੍ਹਾ ਬਣੀ ਆ ਵੀ ਦੁਨੀਆ ਵਿੱਚੋਂ ਬਸਤੀਵਾਦ ਜਿਹੜਾ ਸੀ, ਕਲੋਨੀਅਲਿਜ਼ਮ ਜਿਹੜਾ ਸੀ, ਉਹ ਦੁਨੀਆ 'ਚ ਚੱਕਿਆ ਗਿਆ। ਹੁਣ ਸਾਨੂੰ ਇਹ ਗੱਲ ਅੰਡਰਸਟੈਂਡ ਕਰਨੀ ਚਾਹੀਦੀ ਹੈ ਵੀ ਫਿਰ ਜਦੋਂ ਆਜ਼ਾਦੀ ਬਿਨਾਂ ਕਿਸੇ ਐਫਰਟ ਤੋਂ ਮਿਲ ਗਈ, ਜਿਹੜੀ ਹਿੰਦੂਆਂ ਦੇ ਹੱਥ 'ਚ ਰਾਜ ਆ ਗਿਆ ਬਿਨਾਂ ਕਿਸੇ ਐਫਰਟ ਤੋਂ, ਉਹਨਾਂ ਨੇ ਫਿਰ ਵੀ ਨਾਇਕ ਤੇ ਐਸਟੈਬਲਿਸ਼ ਕਰਨੇ ਸੀ ਆਪਣੇ, ਕਿਉਂਕਿ ਲੋਕਾਂ ਨੂੰ ਇੱਕ ਸੈਂਸ ਆਫ ਵਿਕਟਰੀ ਵੀ ਦੇਣੀ ਹੁੰਦੀ ਹੈ ਵੀ ਹਾਂਜੀ ਵੀ ਅਸੀਂ ਜਿੱਤੇ ਹਾਂ ਜੀ, ਅਸੀਂ ਲੜ ਕੇ ਲਿਆ। ਉਹਨਾਂ ਨੇ ਕਿਹਾ ਭਗਤ ਸਿੰਘ ਨੇ ਜੀ, ਗਾਂਧੀ ਨੇ ਚਰਖਾ ਚਲਾ ਕੇ ਅੰਗਰੇਜ਼ ਭਜਾਤੇ, ਭਗਤ ਸਿੰਘ ਨੇ ਅਸੈਂਬਲੀ 'ਚ ਬੰਬ ਸੁੱਟ ਗਿਆ ਕਰ ਦਿੱਤਾ। ਸੋ ਉਹਨਾਂ ਨੇ, ਪਰ ਜਿਹੜੀ ਰਿਐਲਿਟੀ ਹੈ ਉਹ ਆਪਾਂ ਵੇਖੀਏ ਵੀ ਐਕਸ਼ਨਸ ਜਿਹੜੇ ਆ ਉਹ ਉਹਨਾਂ ਦਾ ਮਾਇਨਾ ਕੀ ਸੀ। ਲਾਲਾ ਲਾਜਪਤ ਰਾਏ ਜਿਹੜਾ ਸੀ, ਉਹ ਧਰਨੇ ਮੋਰਚੇ ਦੇ ਵਿੱਚ ਉਹਦੇ ਡਾਂਗ ਵੱਜੀ, ਬਾਅਦ ਚੋਂ ਹਾਰਟ ਅਟੈਕ ਨਾਲ ਮਾਰਿਆ ਗਿਆ। ਹੁਣ ਉਹਦਾ ਬਦਲਾ ਲੈਣ ਵਾਸਤੇ ਭਗਤ ਸਿੰਘ ਨੇ ਸਹੁੰ ਖਾਧੀ ਵੀ ਮੈਂ ਲਾਲਾ ਲਾਜਪਤ ਰਾਏ ਦਾ ਬਦਲਾ ਲੈਣਾ। ਪਹਿਲੀ ਗੱਲ, ਲਾਲਾ ਲਾਜਪਤ ਰਾਏ ਕੋਈ ਇਹੋ ਜਿਹਾ ਬੰਦਾ ਨਹੀਂ ਸੀ ਵੀ ਜਿਹਦਾ ਬਦਲਾ ਲਿਆ ਜਾਂਦਾ। ਫਿਰ ਵੀ ਚਲੋ ਉਹਨੇ ਸੋਚਿਆ, ਉਹਨੇ ਇੱਕ ਉਸ ਅਫਸਰ ਨੂੰ ਜਿਹੜਾ ਮਾਰ ਦਿੱਤਾ, ਜਿਹੜੇ ਬੰਦੇ ਨੂੰ ਮਾਰਨਾ ਸੀ ਉਹਨੂੰ ਨਹੀਂ ਮਾਰਿਆ, ਗਲਤ ਬੰਦੇ ਨੂੰ ਮਾਰਤਾ। ਜਦੋਂ ਉਹਨੂੰ ਪਤਾ ਲੱਗਾ ਵੀ ਗਲਤ ਬੰਦਾ ਹੈ, ਉਹ ਆਂਦੇ ਵੀ ਉਹਨੂੰ ਮਾਰਨ ਤੋਂ ਪਹਿਲਾਂ ਪਤਾ ਲੱਗ ਗਿਆ, ਤਾਂ ਉਹਨੇ ਇਹ ਲੌਜਿਕ ਦਿੱਤਾ ਵੀ ਕੋਈ ਨਹੀਂ, ਹੈ ਤੇ ਇਹ ਵੀ ਗੋਰਾ ਹੀ ਆ, ਇਹ ਵੀ ਗੋਰਾ। ਹੁਣ ਇੱਥੇ ਜਿਹੜਾ ਵਾ ਸਿੱਖੀ ਦਾ ਸਿਧਾਂਤ ਇਸ ਗੱਲ ਨੂੰ ਕਿੰਨਾ ਕਾਊਂਟਰ ਕਰਦਾ। ਗੋਰਾ ਹੈਗਾ, ਪਰ ਕੀ ਉਹ ਗੋਰਾ ਦੋਸ਼ੀ ਹੈ? ਕਿ ਸਾਰੇ ਗੋਰੇ ਦੋਸ਼ੀ ਨੇ? ਮਤਲਬ ਜੇ ਇਸ ਤਰਕ ਦੇ ਨਾਲ ਜਾਇਆ ਜਾਵੇ ਵੀ ਜਿਹੜਾ ਵਾ ਜਿੰਨੇ ਗੋਰੇ ਉਸ ਮੌਕੇ ਤੇ ਹੈਗੇ ਸੀ ਉਹ ਸਾਰੇ ਦੋਸ਼ੀ ਆ ਹਿੰਦੁਸਤਾਨ ਦੇ ਜਿਹੜੇ ਇਸ ਇਲਾਕੇ ਦੇ ਲੋਕਾਂ ਦੇ, ਤੇ ਫਿਰ ਤੇ ਉਹਨਾਂ ਦਾ ਕਤਲੇਆਮ ਕਰ ਦੇਣਾ ਕੋਈ ਮਤਲਬ ਮੈਨੂੰ ਲੱਗਦਾ ਨਹੀਂ ਕੋਈ ਵੱਡੀ ਗੱਲ ਹੈ। ਇਸ ਤਰਕ ਦੇ ਨਾਲ ਖਾੜਕੂਆਂ ਦੇ ਉੱਤੇ ਸਵਾਲ ਕੀਤਾ ਜਾਂਦਾ ਵੀ ਜਿਹੜੇ ਜਦੋਂ ਬੇਅੰਤ ਸਿੰਘ ਦਾ ਸੌਦਾ ਲੱਗਾ ਤੇ ਉਹਦੇ ਨਾਲ ਕੁਝ ਪੁਲਿਸ ਵਾਲੇ ਮਾਰੇ ਗਏ, ਈਵਨ ਦੋ ਉਹਨਾਂ ਨੇ ਰਿਗਰੈਟ ਕੀਤਾ ਵੀ ਸਾਡਾ ਇਹ ਮਕਸਦ ਨਹੀਂ ਸੀ ਉਹਨਾਂ ਨੂੰ ਮਾਰਨਾ, ਉਹ ਆਪਣੀ ਡਿਊਟੀ ਕਰਦੇ ਸੀ, ਪਰ ਸਾਡੇ ਕੋਲ ਰਾਹ ਕੋਈ ਨਹੀਂ ਬਚਿਆ, ਅਸੀਂ ਜੋ ਕਰਨਾ ਸੀ ਉਹ ਅਸੀਂ ਕਰਨਾ ਹੀ ਸੀ, ਕਿਉਂਕਿ ਉਹਨੇ ਲੱਖਾਂ ਲੋਕਾਂ ਦਾ ਕਤਲ ਕੀਤਾ। ਹੁਣ ਉਹਨੂੰ ਕੋਈ ਪ੍ਰੋਟੈਕਸ਼ਨ ਦੇ ਰਿਹਾ ਬੰਦਾ ਤੇ ਉਹ ਦੋਸ਼ੀ ਹੈ, ਪਰ ਫਿਰ ਵੀ ਅਸੀਂ ਇਹ ਨਹੀਂ ਸੀ ਚਾਹੁੰਦੇ ਵੀ ਉਹ ਮਰਨ। ਉਹਨਾਂ ਨੇ ਉਹਨਾਂ ਦੀ ਫੈਮਿਲੀਜ਼ ਦੇ ਨਾਲ ਵੀ ਕਿਹਾ ਵੀ ਸਾਨੂੰ ਜਿਹੜਾ ਵਾ ਇਸ ਗੱਲ ਦਾ ਖੇਦ ਹੈ, ਦੁੱਖ ਹੈ। ਭਗਤ ਸਿੰਘ ਨੇ ਇੱਕ ਅਨਆਰਮਡ ਪੁਲਿਸ ਵਾਲਾ ਉਹਦੇ ਪਿੱਛੇ ਪਿਆ ਤੇ ਉਹਨੂੰ ਵੀ ਮਾਰ ਦਿੱਤਾ, ਚੰਨਣ ਸਿੰਘ ਨੂੰ ਗੋਲੀ ਮਾਰ ਕੇ। ਹਾਲਾਂਕਿ ਚੰਨਣ ਸਿੰਘ ਕੋਲ ਕੋਈ ਹਥਿਆਰ ਨਹੀਂ ਸੀ, ਭਗਤ ਸਿੰਘ ਕੋਲ ਹਥਿਆਰ ਸੀਗਾ। ਚੰਨਣ ਸਿੰਘ ਜਿਹੜਾ ਸੀ ਉਹ ਪੁਲਿਸ ਵਾਲਾ ਸੀ। ਮੈਂ ਨਹੀਂ ਉਹਨੂੰ ਕਹਿੰਦਾ ਵੀ ਚੰਨਣ ਸਿੰਘ ਨੂੰ ਹੀਰੋ ਦੀ ਤਰ੍ਹਾਂ ਪ੍ਰੋਜੈਕਟ ਕਰਨਾ ਚਾਹੀਦਾ, ਪਰ ਚੰਨਣ ਸਿੰਘ ਵਿਕਟਮ ਹੈ ਭਗਤ ਸਿੰਘ ਦੀ ਵਾਇਲੈਂਸ ਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਕਿਉਂਕਿ ਭਗਤ ਸਿੰਘ ਕੋਲ ਪਿਸਟਲ ਹੋਣ ਦੇ ਬਾਵਜੂਦ ਉਹਦੇ ਕੋਲ ਆਪਸ਼ਨ ਸੀ ਵੀ ਉਹਨੂੰ ਡਰਾ ਧਮਕਾ ਕੇ ਭੱਜ ਜਾਂਦਾ, ਪਰ ਉਹਨੇ ਓਵਰ ਦਾ ਲਾਈਨ ਜਾ ਕੇ ਉਹਨੂੰ ਵੀ ਗੋਲੀ ਮਾਰ ਦਿੱਤੀ। ਹੁਣ ਉਸ ਤੋਂ ਬਾਅਦ 'ਚ ਜਦੋਂ ਉਹਦੇ ਗਾੜੀ ਇਹ ਸਵਾਲ ਆਇਆ ਵੀ ਮੈਂ ਗਲਤ ਬੰਦੇ ਨੂੰ ਮਾਰਤਾ, ਤੇ ਉਹਨੇ ਤਰਕ ਦਿੱਤਾ ਵੀ ਗੋਰਾ ਤੇ ਗੋਰਾ। ਹੁਣ ਏਦਾਂ ਤੁਸੀਂ ਦੱਸੋ ਵੀ ਖਾੜਕੂਆਂ ਨੇ ਕਿਸੇ ਵੀ ਰਾਹ ਤੁਰੇ ਜਾਂਦੇ ਪੁਲਿਸ ਵਾਲੇ ਨੂੰ ਗੋਲੀ ਮਾਰ ਦਿੱਤੀ? ਏਡਾ ਵੱਡਾ ਖਾੜਕੂ ਸੰਘਰਸ਼ ਚੱਲਿਆ 10 ਸਾਲ, ਉਹ ਬੰਦੇ ਮਾਰੇ ਆ ਜਿਹੜੇ ਦੋਸ਼ੀ ਸੀ, ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਸਿੱਖਾਂ ਨੂੰ ਖਤਮ ਕਰਨ 'ਚ, ਸਿੱਖ ਪਰਿਵਾਰਾਂ ਨੂੰ, ਸਿੱਖ ਧੀਆਂ ਭੈਣਾਂ ਦੀ ਬੇਪਤੀ ਕਰਨ 'ਚ। ਸਪੈਸੀਫਿਕਲੀ ਚੁਣ ਚੁਣ ਕੇ ਉਹ ਬੰਦੇ ਮਾਰੇ, ਨਾ ਕਿ ਕਿਸੇ ਸਿਪਾਹੀ ਤੁਰੇ ਜਾਂਦੇ ਨੂੰ ਗੋਲੀ ਮਾਰ ਦਿੱਤੀ, ਕੋਈ ਜੇ ਪੁਲਿਸ ਦਾ ਕੋਈ ਪਰਿਵਾਰ ਵਾਲਾ ਦੇਖਿਆ ਉਹਨੂੰ ਗੋਲੀ ਮਾਰ ਦਿੱਤੀ। ਏਦਾਂ ਦੀਆਂ ਘਟਨਾਵਾਂ ਨਹੀਂ ਵਾਪਰੀਆਂ। ਸੋ ਇਹਦਾ ਮਤਲਬ ਇਹ ਆ ਵੀ ਜਿਹੜੇ ਖਾੜਕੂਆਂ ਦੀ ਲੜਾਈ ਆ, ਉਹਨਾਂ ਦਾ ਵਿਜ਼ਨ ਹੈ ਜਿਹੜਾ ਉਹ ਬੜਾ ਕਲੀਅਰ ਹੈ। ਭਗਤ ਸਿੰਘ ਤੋਂ ਜੇ ਆਪਾਂ ਉੱਪਰ ਜਾਈਏ ਤੇ ਉਹਨਾਂ ਦਾ ਬਹੁਤ ਕਲੀਅਰ ਵਿਜ਼ਨ ਹੈ ਸਾਰਾ ਕੁਛ। ਫਿਰ ਵੀ ਸਾਡੇ ਸਿਰ ਤੇ ਨਾਇਕ ਕਿਉਂ ਮੜਿਆ ਜਾਂਦਾ? ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਆਪਣਾ ਨਾਇਕ ਮੰਨਦੇ ਜੋ, ਤੁਸੀਂ ਉਹਨੂੰ ਰਿਪਲੇਸ ਕਰਦੇ ਜੋ। ਨਾਇਕ ਜਦੋਂ ਤੁਸੀਂ ਇੰਡੀਅਨ ਸਿਸਟਮ 'ਚ ਅਸੀਂ ਰਹਿੰਦੇ ਹਾਂ, ਇੰਡੀਅਨ ਸਿਸਟਮ 'ਚ ਰਹਿੰਦੇ ਹਾਂ
ਸਾਡੇ ਤੇ ਇਹ ਕੌਨਸਟੈਂਟ ਪ੍ਰੈਸ਼ਰ ਆ ਵੀ ਅਸੀਂ ਜਿਹੜੇ ਉਹਨਾਂ ਦੇ ਨਾਇਕ ਐਸਟੈਬਲਿਸ਼ ਕੀਤੇ ਉਹਨਾਂ ਨੂੰ ਆਪਣਾ ਮੰਨੀਏ। ਅਸੀਂ ਜਦੋਂ ਸਕੂਲ 'ਚ ਜਾਂਦੇ ਹਾਂ ਸਾਨੂੰ ਕਿਸੇ ਨੇ ਇਹ ਨਹੀਂ ਪੜ੍ਹਾਉਣਾ ਵੀ ਭਗਤ ਸਿੰਘ ਗਲਤ ਸੀ, ਉਹਨਾਂ ਕਹਿਣਾ ਭਗਤ ਸਿੰਘ ਹੀਰੋ ਹੈ ਸਾਡਾ, ਗਾਂਧੀ ਸਾਡਾ ਹੀਰੋ ਹੈ, ਹਨਾ। ਅਸੀਂ ਜਦੋਂ ਯੂਨੀਵਰਸਿਟੀਆਂ ਦੀਆਂ ਕਿਤਾਬਾਂ ਵੇਖਣੀਆਂ ਨੇ ਉਹਦੇ 'ਚ ਇਹ ਚੀਜ਼ ਅਲਾਓ ਨਹੀਂ ਹੋਣੀ ਵੀ ਤੁਸੀਂ ਕੰਟਰਾਡਿਕਟਰੀ ਕੋਈ ਗੱਲ ਲਿਖ ਦਿਓ ਭਗਤ ਸਿੰਘ ਦੇ ਖਿਲਾਫ, ਕਿਉਂਕਿ ਉਹ ਉਹਨਾਂ ਦੇ ਨੇਸ਼ਨ ਦੇ ਜਿਹੜੀ ਸਟੈਬਲਿਸ਼ਮੈਂਟ ਹੈ, ਜਿਹੜੀ ਗਲਤ ਸਟੈਬਲਿਸ਼ਮੈਂਟ ਹੈ, ਜਿਹੜੀ ਮਨੋਰਿਟੀ ਦੇ ਉੱਤੇ, ਉਹਨਾਂ ਦੇ ਲਹੂ ਦੇ ਉੱਤੇ, ਉਹਨਾਂ ਦੀਆਂ ਮਤਲਬ ਲਾਸ਼ਾਂ ਦੇ ਉੱਤੇ ਐਸਟੈਬਲਿਸ਼ ਹੋਇਆ ਜਿਹੜਾ ਇਹ ਮੁਲਕ ਹੈ, ਉਹਨਾਂ ਦੀ ਸਾਰੀ ਐਸਟੈਬਲਿਸ਼ਮੈਂਟ ਦੇ ਉਲਟ ਜਾਂਦੀ ਹੈ। ਸੋ ਜੇ ਉਹ ਇਹ ਗੱਲ ਮੰਨ ਲੈਣ ਕਿ ਭਗਤ ਸਿੰਘ ਨੇ ਗਲਤ ਕੀਤਾ ਹੈ, ਗਾਂਧੀ ਨੇ ਗਲਤ ਕੀਤਾ, ਨਹਿਰੂ ਨੇ ਗਲਤ ਕੀਤਾ, ਜਾਂ ਇਹਨਾਂ ਦੇ ਹੋਰ ਜਿਹੜੇ ਨਾਇਕ ਉਹਨਾਂ ਨੇ ਗਲਤ ਕੀਤਾ, ਫਿਰ ਇਸ ਮੁਲਕ ਦੀ ਜਿਹੜੀ ਐਸਟੈਬਲਿਸ਼ਮੈਂਟ ਹੈ ਇਹਦੇ ਤੇ ਕੁਐਸਚਨ ਖੜਾ ਹੋ ਜਾਂਦਾ ਵੀ ਜਿਹੜੇ ਲੋਕਾਂ ਨੇ ਇਹ ਸਭ ਕੁਝ ਕੀਤਾ ਹੈ, ਜੇ ਉਹੀ ਲੋਕ ਗਲਤ ਨੇ ਤੇ ਇਹ ਮੁਲਕ ਕਿੱਦਾਂ ਸਹੀ ਹੋ ਗਿਆ। ਸੋ ਉਹਨਾਂ ਨੂੰ ਈਵਨ ਸੱਤਾਧਾਰੀ ਲੋਕਾਂ ਨੂੰ ਇਹ ਨਹੀਂ ਫਰਕ ਪੈਂਦਾ ਵੀ ਭਗਤ ਸਿੰਘ ਨੂੰ ਸਹੀ ਕਹਿੰਦੇ ਜਾਂ ਗਲਤ ਕਹਿੰਦੇ। ਉਹ ਜਦੋਂ ਚੀਖਦੇ ਨੇ ਨਾ ਵੀ ਭਗਤ ਸਿੰਘ ਨੂੰ ਗਲਤ ਨਾ ਕਹੋ, ਉਹ ਇਹ ਕਹਿ ਰਿਹਾ ਵੀ ਤੁਸੀਂ ਇੰਡੀਆ ਨੂੰ ਗਲਤ ਨਾ ਕਹੋ। ਤੁਸੀਂ ਇਸ ਮੁਲਕ ਨੂੰ ਜਿਹਨੇ ਤੁਹਾਨੂੰ ਪ੍ਰੈਸ ਕੀਤਾ, ਜਿਹਨੇ ਤੁਹਾਡਾ ਜੈਨੋਸਾਈਡ ਕੀਤਾ, ਜਿਹਨੇ ਤੁਹਾਡੀਆਂ ਨਸਲਾਂ ਦੀ ਨਸਲਾਂ ਤਬਾਹ ਕਰ ਦਿੱਤੀਆਂ ਨੇ, ਤੁਸੀਂ ਇਸ ਮੁਲਕ ਨੂੰ ਗਲਤ ਨਾ ਕਹੋ। ਹੁਣ ਆਪਾਂ ਨੂੰ ਕਿਉਂ ਹੈਰਾਨੀਜਨਕ ਲੱਗਦਾ, ਕਿਉਂਕਿ ਬਹੁਤ ਘੱਟ ਬੰਦਿਆਂ ਨੇ ਜੁਰਤ ਕੀਤੀ ਹੈ ਪੰਜਾਬ ਦੇ ਵਿੱਚ ਜਿਹੜਾ ਇਹ ਭਗਤ ਸਿੰਘ ਦਾ ਫੇਕ ਜਿਹੜਾ ਇੱਕ ਨਾਇਕ ਦੇ ਰੂਪ 'ਚ ਉਹਨੂੰ ਐਸਟੈਬਲਿਸ਼ ਕੀਤਾ ਪੰਜਾਬ ਦੇ ਲੋਕਾਂ ਦੇ ਉੱਪਰ, ਤੇ ਉਹਨੂੰ ਰਿਪਲੇਸ ਕਰਨ ਦੀ ਕੋਸ਼ਿਸ਼ ਕੀਤੀ ਵੀ ਜਿਵੇਂ ਕਈ ਥਾਵਾਂ ਦੇ ਉੱਤੇ ਇਹ ਵੀ ਕਿਹਾ ਗਿਆ ਵੀ ਨਹੀਂ ਜੀ ਸਾਡਾ ਨਾਇਕ ਭਿੰਡਰਾਂਵਾਲਾ ਨਹੀਂ, ਸਾਡਾ ਨਾਇਕ ਭਗਤ ਸਿੰਘ ਹੋਣਾ ਚਾਹੀਦਾ। ਇਹ ਪਿੱਛੇ ਜੇ ਇੱਕ ਇੰਟਰਵਿਊ ਆਈ ਸੀ, ਮੈਨੂੰ ਨਾਂ ਨਹੀਂ ਉਹਦਾ ਚੇਤਾ, ਕਾਮਰੇਡ ਦਾ, ਉਹਨੇ ਇਹ ਗੱਲ ਕਹੀ ਸੀ। ਹੁਣ ਉਹ ਇਹ ਗੱਲ ਕਿਉਂ ਕਹਿੰਦਾ ਵੀ ਸਾਡਾ ਨਾਇਕ ਭਗਤ ਸਿੰਘ ਨਹੀਂ ਹੋਣਾ ਚਾਹੀਦਾ, ਸੌਰੀ ਭਿੰਡਰਾਂਵਾਲਾ ਨਹੀਂ ਹੋਣਾ ਚਾਹੀਦਾ? ਕਿਉਂਕਿ ਸੰਤ ਭਿੰਡਰਾਂਵਾਲਿਆਂ ਨੂੰ ਗੁਲਾਮੀ ਦੀ ਅਸਲ ਵਜ੍ਹਾ ਪਤਾ ਹੈ ਤੇ ਉਹਦਾ ਸੋਲਿਊਸ਼ਨ ਪਤਾ ਹੈ। ਹੁਣ ਕਾਮਰੇਡ ਨਹੀਂ ਚਾਹੁੰਦੇ ਵੀ ਤੁਸੀਂ ਸੋਲਿਊਸ਼ਨ ਵੱਲ ਵਧੋ, ਕਿਉਂਕਿ ਜੇ ਸੋਲਿਊਸ਼ਨ ਵੱਲ ਵਧ ਗਏ ਉਹਨਾਂ ਦਾ ਰੈਵੋਲੂਸ਼ਨ ਦਾ ਕੀ ਹੋਊਗਾ? ਉਹਨਾਂ ਦਾ ਰੈਵੋਲੂਸ਼ਨ ਇਸ ਗੱਲ ਤੇ ਖੜਾ ਵੀ ਕੌਮਾਂ ਵਿਕਟਮ ਰਹਿਣ, ਵਿਕਟਮ ਰਹਿ ਕੇ ਤੇ ਉਹ ਜ਼ੁਲਮ ਸਹਿੰਦੀਆਂ ਰਹਿਣ, ਤੇ ਉਹ ਜ਼ਾਲਮ ਜਿਹੜਾ ਵਾ ਉਹਦੇ ਖਿਲਾਫ ਕਲੀਅਰ ਵਿਜ਼ਨ ਰੱਖ ਹੀ ਨਾ ਪਾਉਣ ਵੀ ਸਾਡਾ ਅਸਲ ਦੁਸ਼ਮਣ ਕੌਣ ਹੈ। ਇਹ ਕਾਮਰੇਡ ਚਾਹੁੰਦਾ ਹੈ, ਇਹ ਦੁਨੀਆ ਭਰ ਦਾ ਕਾਮਰੇਡ ਚਾਹੁੰਦਾ ਹੈ, ਕਿਉਂਕਿ ਉਹਦੀ ਲੜਾਈ ਸਿਰਫ ਲੈਫਟ ਵਰਸਸ ਰਾਈਟ ਹੈ। ਉਹਦੀ ਲੜਾਈ ਦੇ ਵਿੱਚ ਮਿਨੋਰਿਟੀ ਦੀ ਕੀ ਪ੍ਰੋਬਲਮ ਆ, ਸਿੱਖਾਂ ਦੀ ਸਪੈਸੀਫਿਕ ਕੀ ਪ੍ਰੋਬਲਮ ਹੈ, ਉਹਨੂੰ ਕੋਈ ਲੈਣਾ ਦੇਣਾ ਨਹੀਂ। ਉਹ ਕਹਿੰਦੇ ਵੀ ਸਿੱਖਾਂ ਨੂੰ ਪਹਿਲਾਂ ਅਸੀਂ ਮਜ਼ਦੂਰ ਬਣਾਵਾਂਗੇ, ਫਿਰ ਮਜ਼ਦੂਰ ਬਣ ਕੇ ਜਦੋਂ ਇਹ ਨਿਮਾਣੇ ਨਤਾਣੇ ਹੋ ਗਏ, ਜਦੋਂ ਇਹਨਾਂ ਦੇ ਪੱਲੇ ਕੁਛ ਨਾ ਰਿਹਾ, ਤੇ ਫਿਰ ਅਸੀਂ ਇਹਨਾਂ ਨੂੰ ਕਵਾਂਗੇ ਵੀ ਦੇਖੋ ਜੀ ਹੁਣ ਤੁਹਾਡੇ ਅਸੀਂ ਸੇਵੀਅਰ ਹਾਂ, ਅਸੀਂ ਤੁਹਾਨੂੰ ਬਚਾਵਾਂਗੇ ਇਸ ਜਿਹੜੀ ਕੈਪੀਟਲਿਜ਼ਮ, ਇਸ ਜਿਹੜਾ ਜਿਹੜਾ ਇਹ ਸਾਰਾ ਕੈਪੀਟਲਿਸਟਿਕ ਸੋਸਾਇਟੀ ਹੈ ਜਿਹੜਾ ਸਿਧਾਂਤ, ਇਹ ਤੋਂ ਅਸੀਂ ਤੁਹਾਨੂੰ ਬਚਾਵਾਂਗੇ। ਪ੍ਰੋਬਲਮ ਇਹ ਹੈ ਵੀ ਲੈਫਟ ਦੀ ਹਮੇਸ਼ਾ ਤੋਂ ਇੱਕ ਲਿਮਿਟੇਸ਼ਨ ਰਹੀ ਹੈ, ਉਹ ਇਹ ਹੈ ਵੀ ਉਹ ਕਦੇ ਵੀ ਸਪੈਸੀਫਿਕਲੀ ਤੁਹਾਡੀਆਂ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਦੇ। ਉਹ ਕਹਿੰਦੇ ਆ ਵੀ ਤੁਸੀਂ ਪਹਿਲਾਂ ਇੱਕ ਨਵੀਂ ਪ੍ਰੋਬਲਮ ਡਿਵੈਲਪ ਕਰੋ, ਅਸੀਂ ਉਹਦਾ ਤੁਹਾਨੂੰ ਸੋਲਿਊਸ਼ਨ ਦੇਵਾਂਗੇ। ਹੁਣ ਸਿੱਖਾਂ ਦੇ ਕੋਲ ਨਾ ਤੇ ਪ੍ਰੋਬਲਮ ਸੀ ਵੀ ਸਿੱਖ ਬਹੁਤ ਗਰੀਬ ਆ, ਸਿੱਖ ਸ਼ੁਰੂ ਤੋਂ ਹੀ ਬੜੇ ਵੈਲਦੀ ਰਹੇ ਆ, ਤੇ ਉਹਨਾਂ ਨੇ ਜਿੱਥੇ ਵੀ ਗਏ ਆ ਤੇ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ, ਆਪਣੇ ਸਿਦਕ ਦੇ ਨਾਲ, ਆਪਣੇ ਉਹਨਾਂ ਦੇ ਜਿਹੜੇ ਔਗਣਾਂ ਦੀ ਘਾਟ ਹੈ, ਕਿਉਂਕਿ ਮਹਾਰਾਜ ਨੇ ਇੱਕ ਡਿਸਿਪਲਿਨ ਦਿੱਤਾ ਹੈ, ਉਹਦਾ ਕਰਕੇ ਉਹਨਾਂ ਨੇ ਬੜੀ ਛੇਤੀ ਤਰੱਕੀ ਕੀਤੀ, ਤੇ ਜਿਹੜੀ ਵੈਲਥ ਸੀ ਉਹ ਉਹਨਾਂ ਦੀ ਕਦੀ ਵੀ ਪ੍ਰੋਬਲਮ ਨਹੀਂ ਰਹੀ, ਉਹ ਹਮੇਸ਼ਾ ਉਹਨਾਂ ਦੇ ਫੇਵਰ 'ਚ ਹੀ ਰਹੀ ਹੈ। ਸਿੱਖਾਂ ਦੀ ਪ੍ਰੋਬਲਮ ਜਦੋਂ ਦਿੱਲੀ 'ਚ ਸਿੱਖਾਂ ਦਾ ਜੈਨੋਸਾਈਡ ਹੋਇਆ ਬੜੇ ਵੱਡੇ ਪੱਧਰ ਤੇ, ਜਿਹੜਾ ਜੇ ਲੈਫਟ ਨੂੰ ਪੁੱਛੋ ਤੇ ਉਹ ਕਹਿੰਦੇ ਵੀ ਅਮੀਰ ਗਰੀਬ ਨੂੰ ਮਾਰਦਾ, ਇਹ ਸੋਸਾਇਟੀ ਦਾ ਇੱਕ ਰੂਲ ਹੈ। ਪਰ ਰਿਐਲਿਟੀ ਇਹ ਸੀ ਵੀ ਦਿੱਲੀ 'ਚ ਅਮੀਰ ਸਭ ਤੋਂ ਸਿੱਖ ਸੀ, ਪਰ ਜੈਨੋਸਾਈਡ ਵੀ ਉਹਨਾਂ ਦਾ ਹੋਇਆ। ਰੇਹੜੀ ਵਾਲੇ ਬੰਦਿਆਂ ਨੇ ਸਿੱਖ ਜਿਹੜੇ ਜੱਜ ਸੀ, ਜਿਹੜੇ ਸਿੱਖ ਆਰਮੀ ਦੇ ਰਿਟਾਇਰਡ ਅਫਸਰ ਸੀ, ਉਹਨਾਂ ਦੇ ਘਰਾਂ ਤੇ ਹਮਲੇ ਕੀਤੇ ਆ। ਸੋ ਇਹਦਾ ਮਤਲਬ ਇਹ ਵੀ ਇੱਕ ਅਮੀਰ ਬੰਦਾ ਜਿਹੜਾ ਸੀ ਉਹ ਵਿਕਟਮ ਬਣ ਰਿਹਾ ਸੀ। ਸਿੱਖਾਂ ਦੀ ਪੋਜੀਸ਼ਨ ਹਿੰਦੁਸਤਾਨ ਦੇ ਵਿੱਚ ਅਮੀਰੀ ਗਰੀਬੀ ਦੇ ਤੋਂ ਬਾਹਰ ਦੀ ਹੀ, ਉਹ ਰਿਲੀਜੀਅਸ ਜਿਹੜਾ ਡਿਸਕ੍ਰਿਮੀਨੇਸ਼ਨ ਹੈ ਸਿੱਖਾਂ ਦੇ ਨਾਲ, ਧਾਰਮਿਕ ਵਿਤਕਰਾ ਹੈ, ਉਹਦੇ ਚੋਂ ਪੈਦਾ ਹੋਈ ਹੈ। ਹੁਣ ਲੈਫਟ ਆਇਡੈਂਟੀਫਾਈ ਨਹੀਂ ਕਰਦਾ ਧਰਮ ਨੂੰ, ਉਹ ਕਹਿੰਦੇ ਵੀ ਧਰਮ ਨਾਂ ਦੀ ਕੋਈ ਚੀਜ਼ ਨਹੀਂ ਹੈਗੀ, ਤੇ ਨਾ ਧਰਮ ਚੀਜ਼ ਹੈ, ਨਾ ਇਹਦਾ ਡਿਸਕ੍ਰਿਮੀਨੇਸ਼ਨ ਹੈ, ਨਾ ਲੈਫਟ ਜਾਤ ਦੇ ਡਿਸਕ੍ਰਿਮੀਨੇਸ਼ਨ ਨੂੰ ਆਇਡੈਂਟੀਫਾਈ ਕਰਦਾ ਹੈ, ਕਿਉਂਕਿ ਜਿੱਥੋਂ ਇਹ ਸ਼ੁਰੂ ਹੋਈ ਹੈ ਸਾਰੀ ਆਈਡੀਓਲੋਜੀ, ਉਸ ਜਗ੍ਹਾ ਦੇ ਉੱਤੇ ਪ੍ਰੋਬਲਮ ਨਹੀਂ। ਉੱਥੇ ਚਰਚ ਵਰਸਸ ਜਿਹੜਾ ਸੀ ਲੋਕਾਂ ਦਾ ਰੌਲਾ ਪੈ ਗਿਆ, ਚਰਚ ਕਰਪਟ ਹੋਇਆ, ਉਹਨਾਂ ਨੇ ਕਿਹਾ ਵੀ ਧਰਮ ਮਾੜਾ ਹੈ। ਨਾ ਤੇ ਉਹਨਾਂ ਨੇ ਅੰਡਰਸਟੈਂਡ ਕੀਤਾ ਵੀ ਹਰ ਧਰਮ ਡਿਫਰੈਂਟ ਹੈ, ਹਰ ਧਰਮ ਵੱਖਰਾ ਹੈ, ਉਹਦਾ ਸਿਧਾਂਤ ਵੱਖਰਾ ਹੈ, ਹਨਾ। ਸੋ ਤੁਸੀਂ ਆਮ ਵੇਖੋਗੇ, ਆਮ ਧਾਰਨਾ ਵੇਖੋਗੇ ਵੀ ਜਿਹੜੇ ਬੰਦੇ ਵੀ ਭਗਤ ਸਿੰਘ ਦੇ ਬਹੁਤ ਵੱਡੇ ਉਪਾਸ਼ਕ ਹੋਣਗੇ, ਉਹ ਐਂਟੀ ਰਿਲੀਜੀਅਸ ਵੀ ਹੋਣਗੇ। ਉਹ ਕਹਿਣਗੇ ਵੀ ਧਰਮ ਨੇ ਬੰਦੇ ਨੂੰ ਬੜਾ ਜਕੜਿਆ ਹੈ, ਧਰਮ ਰੂੜੀਵਾਦੀ, ਇਹਦੀ ਸੋਚ ਪੁਰਾਣੀ ਹੈ, ਇਹ ਬਹੁਤ ਕੁਛ ਏਦਾਂ ਕਰ ਦੇਣਗੇ। ਤੇ ਸਾਡਾ ਸਾਰਾ ਕੁਝ ਹੀ ਧਰਮ ਹੈ। ਜੇ ਸਾਡੀ ਅਸੀਂ ਲੜਾਈ ਦੀ ਗੱਲ ਕਰੀਏ, ਸਿੱਖਾਂ ਦੀ ਲੜਾਈ ਹਿੰਦੁਸਤਾਨ ਦੇ ਨਾਲ ਸਿਰਫ ਆਇਡੈਂਟਿਟੀ ਦੀ ਲੜਾਈ ਹੈ। ਉਹ ਰਿਸੋਰਸਿਸ ਵੀ ਤਾਂ ਲੁੱਟੇ ਜਾ ਰਹੇ ਆ ਕਿਉਂਕਿ ਸਾਡੀ ਆਇਡੈਂਟਿਟੀ ਜਿਹੜੀ ਆ ਉਹਨੂੰ ਖਤਮ ਕਰਨਾ ਹੈ, ਤੇ ਉਹਨਾਂ ਨੇ ਸਾਰਾ ਕੁਝ ਹੀ ਸਾਡਾ ਤਬਾਹ ਕਰਨਾ ਹੈ। ਸੋ ਇਸ ਕਰਕੇ ਉਹ ਜਿਹੜੇ ਸਾਡੇ ਤੇ ਬਾਕੀ ਹਮਲੇ ਆ, ਉਹ ਸਾਰੇ ਇਸ ਕਰਕੇ ਆ ਵੀ ਸਾਡੀ ਆਇਡੈਂਟਿਟੀ ਸੈਂਟਰ ਦੇ ਵਿੱਚ ਆ। ਹੁਣ ਉਹ ਕੀ ਚਾਹੁੰਦੇ ਨੇ ਵੀ ਉਹ ਸਿੱਖਾਂ ਨੂੰ ਚਾਹੁੰਦੇ ਨੇ ਵੀ ਤੁਸੀਂ ਆਇਡੈਂਟਿਟੀ ਦੀ ਗੱਲ ਨਾ ਕਰੋ, ਤੁਸੀਂ ਸਾਰੀ ਗੱਲ ਲਿਆ ਕੇ ਘੁਮਾ ਕੇ ਜਿਹੜੀ ਹੈ ਉਹ ਰਿਸੋਰਸਿਸ ਦੇ ਉੱਤੇ,
ਉਹ ਤੁਸੀਂ ਪਾਣੀਆਂ ਦੇ ਮੁੱਦੇ, ਦੂਜੇ ਤੀਜੇ ਮੁੱਦੇ, ਇਹਨਾਂ ਤੇ ਗੱਲ ਕਰੋ, ਪਰ ਇਹ ਨਾ ਗੱਲ ਕਰੋ ਵੀ ਹੋ ਕਿਉਂ ਰਿਹਾ। ਜਿਹੜੀ ਗੱਲ ਮੈਂ ਬਹੁਤੀ ਲੰਮੀ ਨਹੀਂ ਕਰਨੀ ਹੁਣ, ਇਹ ਤੋਂ ਬਾਅਦ ਆਪਾਂ ਜਿਹੜੇ DM 'ਚ ਕੋਈ ਕੁਐਸਚਨ ਵਗੈਰਾ ਆਉਣਗੇ ਉਹਨਾਂ ਤੇ ਵੀ ਗੱਲ ਕਰਾਂਗੇ, ਜੇ ਕੋਈ ਕਿਸੇ ਦਾ ਆਰਗੂਮੈਂਟ ਹੋਊਗਾ। ਮੇਨ ਇੱਥੇ ਮਸਲਾ ਇਹ ਹੈ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹ ਗੱਲ ਕਹੀ ਹੈ ਜਿਹੜੀ ਗੱਲ ਪੰਜਾਬ ਦੇ ਵਿੱਚ ਪਹਿਲਾਂ ਤੋਂ ਸ਼ੁਰੂ ਹੋਣੀ ਚਾਹੀਦੀ ਸੀ, ਕਿ ਸਾਡੇ ਸਿਰ ਤੇ ਨਕਲੀ ਨਾਇਕ ਕਿਉਂ ਥੋਪੇ ਜਾਂਦੇ ਆ। ਸਾਡੇ ਸਿਰ ਦੇ ਉੱਤੇ ਉਹ ਨਾਇਕ ਕਿਉਂ ਥੋਪੇ ਜਾਂਦੇ ਆ ਜਿਹੜੇ ਪੰਜਾਬ ਦੀ ਯੂਨੀਕ ਆਇਡੈਂਟੀਟੀ ਤੇ ਯੂਨੀਕ ਪ੍ਰੋਬਲਮ ਨੂੰ ਸਮਝਦੇ ਨਹੀਂ, ਉਹ ਸਗੋਂ ਇਹ ਪੰਜਾਬ ਨੂੰ ਇੰਡੀਆ ਦੇ ਵਿੱਚ ਅਸਿਮੀਲੇਟ ਕਰਨ ਨੂੰ ਕਾਲੇ ਨੇ। ਉਹ ਨਾਇਕ ਸਾਡੇ ਤੇ ਕਿਉਂ ਥੋਪੇ ਜਾਂਦੇ ਆ। ਇਹ ਹਮੇਸ਼ਾ ਹੀ ਹੋ ਰਿਹਾ, ਕਿਉਂਕਿ ਜਿਹੜਾ ਬੰਦਾ ਤੁਹਾਡੇ ਜਿਹਦੇ ਤੁਸੀਂ ਗੁਲਾਮ ਜੋ, ਉਹ ਜਦੋਂ ਤੁਹਾਨੂੰ ਕੋਈ ਨਾਇਕ ਦਊਗਾ ਵੀ ਆਹ ਤੁਸੀਂ ਆਪਣਾ ਨਾਇਕ ਮੰਨੋ, ਉਹ ਜਦੋਂ ਦਫ਼ਤਰਾਂ 'ਚ ਫੋਟੋ ਲਾਊਗਾ ਕਦੀ ਸੰਤ ਭਿੰਡਰਾਣੇ ਦੀ ਫੋਟੋ ਨਹੀਂ ਲਾਊਗਾ। ਉਹ ਤੇ ਲਾਉਣ ਦੇ ਹੁਕਮ ਦੇਣਗੇ ਵੀ ਤੁਹਾਨੂੰ ਲਾਉਣ ਨਹੀਂ ਦੇਣੀ ਫੋਟੋ, ਤੁਹਾਨੂੰ ਜੇਲ੍ਹ 'ਚ ਭੇਜਣਗੇ ਫੋਟੋਆਂ ਲਾਉਣ ਤੋਂ, ਤੁਹਾਨੂੰ ਉਹਨਾਂ ਦੇ ਨਾਂ ਲੈਣ ਤੇ ਉੱਤੇ ਸਜ਼ਾ ਹੋਊਗੀ, ਤੁਹਾਨੂੰ ਉਹਨਾਂ ਦੀ ਕਿਤਾਬਾਂ ਰੱਖਣ ਤੇ ਉਮਰ ਕੈਦ ਹੋਊਗੀ। ਜਿਹੜੀ ਹਕੂਮਤ ਦੇ ਤੁਸੀਂ ਗੁਲਾਮ ਜੋ, ਉਹ ਤੁਹਾਨੂੰ ਉਹ ਆਈਡਲ ਦਊਗੀ ਉਹ ਆਈਡਲ ਜਿਹੜੇ ਤੁਹਾਨੂੰ ਰਜਿਸਟ ਕਰਨਾ ਹੀ ਭੁਲਾ ਦੇਣਗੇ। ਹੁਣ ਭਗਤ ਸਿੰਘ ਦੇ ਫਰਜ਼ ਕਰੋ, ਜੇ ਤੁਸੀਂ ਉਪਾਸ਼ਕ ਬਣ ਜਾਓ, ਤੁਹਾਡੀ ਇੰਡੀਆ ਨੇ ਕਾਹਦੀ ਲੜਾਈ ਹੈ। ਫਿਰ ਅਮਿਤ ਸ਼ਾਹ ਦੇ ਬਿਆਨ ਤੇ ਤੁਸੀਂ ਕਾਹਤੋਂ ਵਿਰੋਧ 'ਚ, ਅਮਿਤ ਸ਼ਾਹ ਨੇ ਪਿੱਛੇ ਜੇ ਬਿਆਨ ਦਿੱਤਾ ਸੀ ਵੀ ਇਹ ਹਿੰਦੀ ਦੇਸ਼ ਦੀ ਜਿਹੜੀ ਹੈ ਨਾ ਉਹ ਨੈਸ਼ਨਲ ਲੈਂਗੁਏਜ ਹੋਣੀ ਚਾਹੀਦੀ ਹੈ। ਇਹਦੇ ਵਿਰੋਧ 'ਚ ਬੜੇ ਬੰਦੇ ਖੜੇ ਹੋ ਗਏ, ਪਰ ਇਹ ਆਈਡੀਆ ਆਇਆ ਕਿੱਥੋਂ ਅਮਿਤ ਸ਼ਾਹ ਦੇ ਕੋਲ। ਅਮਿਤ ਸ਼ਾਹ ਇਹ ਕਲੇਮ ਕਰ ਸਕਦਾ ਵੀ ਆਈਡੀਆ ਮੈਨੂੰ ਭਗਤ ਸਿੰਘ ਕੋਲ ਮਿਲਿਆ, ਤੇ ਭਗਤ ਸਿੰਘ ਵਾਕਿਆ ਫੇਵਰ 'ਚ ਸੀ ਵੀ ਵਨ ਨੈਸ਼ਨ ਵਨ ਲੈਂਗੁਏਜ ਹੋਣੀ ਚਾਹੀਦੀ ਹੈ, ਵਨ ਆਇਡੈਂਟੀਟੀ ਕ੍ਰੀਏਟ ਕਰਨੀ ਚਾਹੀਦੀ ਹੈ। ਕਿਉਂਕਿ ਉਹਨੂੰ ਲੱਗਦਾ ਸੀ ਵੀ ਜਿਹੜੀਆਂ ਡਿਫਰੈਂਟ ਡਿਵਰਸ ਆਇਡੈਂਟੀਟੀਆਂ ਨੇ, ਇਹ ਜਿਹੜਾ ਲੈਫਟ ਦਾ ਆਈਡੀਆ ਵਾ ਸਾਰਾ, ਲੈਫਟ ਵਰਸਸ ਰਾਈਟ ਦਾ, ਉਹਦੇ ਰਾਹ 'ਚ ਰੋੜਾ ਬਣਦੀਆਂ ਨੇ, ਮਾਰਕਸਿਸਟ ਦੇ ਆਈਡੀਆ ਦੇ ਰਾਹ 'ਚ ਰੋੜਾ ਬਣਦੀਆਂ ਨੇ। ਸੋ ਉਹਨੇ ਇਸ ਗੱਲ ਤੋਂ ਵਿਰੋਧ ਕੀਤਾ। ਅਮਿਤ ਸ਼ਾਹ ਜਾਂ ਦੂਜੇ ਮੋਦੀ ਵਰਗੇ ਬੰਦੇ ਜਿਹੜੇ ਆ, ਜਾਂ ਜਿਹੜੀ RSS ਆ, ਉਹਨੂੰ ਐ ਲੱਗਦਾ ਵੀ ਜਿਹੜੀ ਇਹ ਯੂਨੀਕ ਲੈਂਗੁਏਜ ਆ, ਵੱਖਰੇ ਆਇਡੈਂਟੀਟੀਜ਼ ਆ, ਡਿਵਰਸਿਟੀ ਆ, ਇਹ ਸਾਡੇ ਹਿੰਦੂ ਰਾਸ਼ਟਰ ਦੇ ਰਾਹ 'ਚ ਰੋੜਾ ਬਣਦੀ ਹੈ। ਸੋ ਦੋਵਾਂ ਦਾ ਆਈਡੀਆ ਅਸਿਮੀਲੇਟ ਕਰਨਾ ਹੀ ਹੈ ਸਿੱਖਾਂ ਨੂੰ। ਭਗਤ ਸਿੰਘ ਵੀ ਸਿੱਖਾਂ ਨੂੰ ਅਸਿਮੀਲੇਟ ਕਰਨਾ ਚਾਹੁੰਦਾ ਸੀ, ਮੋਦੀ ਤੇ ਅਮਿਤ ਸ਼ਾਹ ਵੀ ਕਰਨਾ ਚਾਹੁੰਦੇ ਆ ਆਪਣੇ ਆਪਣੇ ਵੱਖਰੇ ਮਕਸਦ ਵਾਸਤੇ। ਹੁਣ ਤੁਸੀਂ ਵੇਖ ਲਓ ਵੀ ਜੇ ਮੋਦੀ ਤੇ ਅਮਿਤ ਸ਼ਾਹ ਦੀ ਜਿਹੜੀ ਅਪਰੋਚ ਹੈ ਸਿੱਖਾਂ ਨੂੰ ਅਸਿਮੀਲੇਟ ਕਰਦੀ, ਉਹ ਗਲਤ ਹੈ, ਭਗਤ ਸਿੰਘ ਦੀ ਸਹੀ ਕਿਵੇਂ ਹੋਗੀ। ਦੋਵਾਂ ਜਿਹੜੇ ਰਾਹਾਂ ਦੇ ਵਿੱਚ ਨੁਕਸਾਨ ਤੇ ਸਿੱਖਾਂ ਦਾ ਹੋ ਰਿਹਾ। ਸੋ ਅਸੀਂ ਕਦੇ ਵੀ ਇਹ ਐਕਸੈਪਟ ਨਹੀਂ ਕਰਨਾ ਚਾਹੀਦਾ ਸਾਨੂੰ। ਬੇਸ਼ੱਕ ਸਾਨੂੰ ਇਹ ਲੋਕ ਕਈ ਕਹਿਣਗੇ ਵੀ ਭਾਈ ਤੁਸੀਂ ਜਿਹੜਾ ਵਾ ਕੱਟੜ ਜੋ ਤੁਸੀਂ ਭਗਤ ਸਿੰਘ ਨੂੰ, ਕਿਉਂਕਿ ਭਗਤ ਸਿੰਘ ਨੂੰ ਚੈਲੰਜ ਕਰਨਾ ਸਟੇਟ ਦੇ ਜਿਹੜੇ ਸਾਰੇ ਸਟਰਕਚਰ ਨੂੰ ਚੈਲੰਜ ਕਰਨ ਦੇ ਬਰਾਬਰ ਹੈ। ਉਹਨਾਂ ਨੇ ਸਾਰੇ ਥਾਂ ਤੇ ਭਗਤ ਸਿੰਘ ਵਾੜਿਆ ਹੋਇਆ ਹੈ। ਭਗਤ ਸਿੰਘ ਤੇ ਕਿੰਨੀਆਂ ਫਿਲਮਾਂ ਬਣੀਆਂ ਤੁਸੀਂ ਵੇਖੋ, ਕਿਹੜਾ ਕਲਾਕਾਰ ਸੀ, ਕਿਹੜਾ ਜਿਹੜਾ ਲੀਡਰ ਸੀ, ਕਿਹੜਾ ਕਲਾਕਾਰ ਸੀ ਨੇ ਭਗਤ ਸਿੰਘ ਤੇ ਫੋਟੋ ਵੀਡੀਓ ਫਿਲਮ ਨਹੀਂ ਬਣਾਈ। ਫਿਰ ਉਹ ਤੋਂ ਬਾਅਦ ਕੀ ਹੋਇਆ, ਭਗਤ ਸਿੰਘ ਤੇ ਗਾਣੇ ਗਾਏ ਗਏ। ਫਿਰ ਉਹ ਤੋਂ ਬਾਅਦ ਚ ਜਿਹੜਾ ਮੁੱਖ ਮੰਤਰੀਆਂ ਨੇ ਟ੍ਰੈਂਡ ਸ਼ੁਰੂ ਕੀਤਾ, ਭਗਤ ਸਿੰਘ ਤੇ ਮੈਂ ਜਾ ਕੇ ਸਹੁੰ ਖਾਣੀ ਹੈ, ਹਨਾ। ਈਵਨ ਤੋਂ ਉਹਦਾ ਜਿਹੜਾ ਸਾਰਾ ਮਤਲਬ ਜੀਵਨ ਹੈ ਭਗਤ ਸਿੰਘ ਦਾ, ਉਹਦੇ ਵਿੱਚ ਵੀ ਕੋਈ ਐਸੀ ਘਟਨਾ ਨਹੀਂ ਹੈਗੀ ਜਿਹਦੇ ਕਰਕੇ ਉਹਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ। ਜਦੋਂ ਉਹਨੇ ਅਸੈਂਬਲੀ 'ਚ ਬੰਬ ਸੁੱਟਿਆ ਤੇ ਉਹਨਾਂ ਨੇ ਕਿਹਾ ਵੀ ਉਹਨੇ ਖਾਲੀ ਬੰਬ ਸੀ ਚਲਾਇਆ, ਪਰ ਰਿਐਲਿਟੀ ਉਹ 6 ਬੰਦੇ ਜ਼ਖਮੀ ਹੋਏ ਆ। ਹੁਣ ਜੇ ਕੋਈ ਭਗਤ ਸਿੰਘ ਤੋਂ ਇੰਸਪਾਇਰ ਹੋ ਕੇ ਅੱਜ ਅਸੈਂਬਲੀ 'ਚ ਬੰਬ ਸੁੱਟਦੇ, ਜਦੋਂ ਅਫਜ਼ਲ ਗੁਰੂ ਨੇ ਉੱਥੇ ਪਾਰਲੀਮੈਂਟ ਦੇ ਉੱਤੇ ਹਮਲਾ ਕਰਨ ਦੀ ਪਲੈਨਿੰਗ ਕੀਤੀ, ਸਾਰਾ ਕੁਝ ਹੋਇਆ ਤੇ ਅਫਜ਼ਲ ਗੁਰੂ ਨੂੰ ਫਾਂਸੀ ਦਿੱਤੀ, ਇਹਦਾ ਮਤਲਬ ਭਗਤ ਸਿੰਘ ਨੂੰ ਜਿਹੜੀ ਫਾਂਸੀ ਸਟੇਟ ਨੇ ਦਿੱਤੀ ਉਹ ਜਾਇਜ਼ ਸੀ। ਸੋ ਇਹ ਜਾਂ ਤੇ ਤੁਸੀਂ ਅੰਡਰਸਟੈਂਡ ਕਰ ਲਓ ਵੀ ਜਿਹੜੀ ਵੀ ਧਿਰ ਪਾਵਰ 'ਚ ਹੈ, ਉਹ ਰੈਜ਼ਿਸਟੈਂਸ ਨੂੰ ਬਰਦਾਸ਼ਤ ਨਹੀਂ ਕਰਦੀ, ਚਾਹੇ ਭਗਤ ਸਿੰਘ ਕਰੇ, ਚਾਹੇ ਅਫਜ਼ਲ ਗੁਰੂ ਕਰੇ, ਚਾਹੇ ਸਿੱਖ ਕਾੜਕੂ ਕਰਨ, ਪਰ ਫਰਕ ਤਿੰਨਾਂ 'ਚ ਤਾਂ ਵੀ ਹੈ। ਹੁਣ ਇਹ ਤੇ ਵੇਖਣਾ ਪਊਗਾ ਨਾ ਵੀ ਜਿਹੜਾ ਭਗਤ ਸਿੰਘ ਆ ਉਹ ਕਿਹੜੇ ਆਈਡੀਆ ਨੂੰ ਲੈ ਕੇ ਲੜ ਰਿਹਾ, ਖਾੜਕੂ ਕਿਹੜੇ ਆਈਡੀਆ ਨੂੰ ਲੈ ਕੇ ਲੜ ਰਿਹਾ। ਜੇ ਭਗਤ ਸਿੰਘ ਜਿਹੜੇ ਆਈਡੀਆ ਨੂੰ ਲੈ ਕੇ ਲੜ ਰਿਹਾ, ਉਹ ਸਿਰਫ ਇਹ ਆ ਵੀ ਜਿਹੜੀ ਬ੍ਰਿਟਿਸ਼ਰਸ ਕਲੋਨੀਅਲਿਜ਼ਮ ਹੈ ਇਹਦੇ ਖਿਲਾਫ ਲੜਨਾ ਹੈ ਤੇ ਲੈਫਟ ਨੂੰ ਪਾਵਰ 'ਚ ਲੈ ਕੇ ਆਉਣਾ, ਭਾਵ ਲੈਫਟਿਸਟ ਆਈਡੀਓਲੋਜੀ ਜਿਹੜੀ ਆ ਉਹਨੂੰ ਪਾਵਰ 'ਚ ਲੈ ਕੇ ਆਉਣਾ। ਜਿਹਦੇ 'ਚ ਪ੍ਰੋਬਲਮ ਸੇਮ ਹੀ ਨੇ, ਸਿੱਖਾਂ ਦੀ ਪ੍ਰੋਬਲਮ ਉਹ 'ਚ ਹੱਲ ਹੁੰਦੀ ਨਹੀਂ। ਸਿੱਖਾਂ ਨੂੰ ਜਿਹੜੀ ਇਹ ਆਇਡੈਂਟੀਟੀ ਆ, ਇੰਡੀਅਨ ਆਇਡੈਂਟੀਟੀ ਆ, ਇੰਡੀਆ ਸ਼ਬਦ ਜਿਹੜਾ ਹੈ ਇਹ ਤੇ ਗੋਰਿਆਂ ਦੀ ਦੇਣ ਹੈ, ਇੰਡੀਅਨ ਆਇਡੈਂਟੀਟੀ ਗੋਰਿਆਂ ਦੀ ਦੇਣ ਹੈ। ਸੋ ਜੇ ਭਗਤ ਸਿੰਘ ਦਾ ਵੀ ਮਕਸਦ ਇਹ ਹੈ ਵੀ ਸਿਰਫ ਪਾਵਰ ਸਾਡੇ ਕੋਲ ਆ ਜੇ, ਆਇਡੈਂਟੀਟੀ ਉਹੀ ਰਹਿਣ, ਸਿੱਖਾਂ ਦੇ ਰੌਲੇ ਉਹੀ ਰਹਿਣ, ਸਿੱਖਾਂ ਨਾਲ ਡਿਸਕ੍ਰਿਮੀਨੇਸ਼ਨ ਉਦਾਂ ਹੀ ਰਵੇ, ਹਨਾ, ਤੇ ਫਿਰ ਉਹ ਆਰੀਆ ਸਮਾਜੀਆਂ ਦੀ ਜਿਹੜੀ ਮੂਵਮੈਂਟ ਹੈ ਉਦਾਂ ਹੀ ਚੱਲਦੀ ਰਵੇ, ਤੇ ਫਿਰ ਇਹ ਸਿੱਖਾਂ ਨੂੰ ਭਗਤ ਸਿੰਘ ਨੂੰ ਸੈਲੀਬ੍ਰੇਟ ਕਰਨ ਦੀ ਕੀ ਲੋੜ ਹੈ। ਅਸੀਂ ਉਹਨਾਂ ਲੋਕਾਂ ਨੂੰ ਸੈਲੀਬ੍ਰੇਟ ਕਰੀਏ ਜਿਨ੍ਹਾਂ ਨੇ ਯੂਨੀਕਲੀ ਸਾਡੇ ਲਈ ਸੰਘਰਸ਼ ਕੀਤਾ, ਜਿਨ੍ਹਾਂ ਨੇ ਮਤਲਬ ਆਪਣੀ ਬੱਬਰ ਅਕਾਲੀ ਮੂਵਮੈਂਟ ਚੱਲੀ ਹੈ। ਉਹ ਤੋਂ ਬਾਅਦ ਭਾਈ ਕਰਤਾਰ ਸਿੰਘ ਸਰਾਭੇ ਹੋਣੀ ਹੈ, ਉਹਨਾਂ ਨੇ ਇੰਸਪੀਰੇਸ਼ਨ ਕਿੱਥੋਂ ਲਈ ਹੈ? ਉਹਨਾਂ ਸਾਰੀ ਇੰਸਪੀਰੇਸ਼ਨ ਧਰਮ ਤੋਂ ਲਈ ਹੈ। ਧਰਮ ਤੋਂ ਇੰਸਪੀਰੇਸ਼ਨ ਲੈ ਕੇ ਉਹਨਾਂ ਬਹੁਤ ਵੱਡੇ ਕਾਰਨਾਮੇ ਕੀਤੇ ਆ। ਤੁਸੀਂ ਕੰਪੈਰੀਜ਼ਨ ਕਰ ਲਓ, ਇੱਥੇ ਅਸੀਂ ਚੈਲੰਜ ਕਰਦੇ ਹਾਂ ਵੀ ਤੁਸੀਂ ਭਗਤ ਸਿੰਘ ਦੇ ਕਾਰਨਾਮੇ ਦੱਸੋ ਸਾਨੂੰ ਕਿਹੜੇ ਆ। ਅਸੈਂਬਲੀ 'ਚ ਬੰਬ ਸੁੱਟਣਾ ਤੇ ਗੋਰੇ ਨੂੰ ਮਾਰਨਾ, ਉਹ ਵੀ ਗੋਰਾ ਵੀ ਜਿਹੜਾ ਗਲਤ ਬੰਦਾ ਸੀ, ਜਿਹਨੂੰ ਮਾਰਨ ਨੂੰ ਨਹੀਂ ਮਾਰਨ, ਦੂਜੇ ਨੂੰ ਇੱਕ ਚੰਨਣ ਸਿੰਘ ਨੂੰ ਮਾਰ ਦੇਣਾ ਜਿਹੜਾ ਨਿਹੱਥਾ ਤੁਰਿਆ ਫਿਰਦਾ ਹੈ। ਇਹ 3-4 ਕਾਰਨਾਮੇ ਭਗਤ ਸਿੰਘ ਹੋਣਾ ਦੇ ਆ।
ਤੁਸੀਂ ਕਰਤਾਰ ਸਿੰਘ ਸਰਾਭੇ ਦੇ, ਸ਼ਹੀਦ ਭਾਈ ਕਰਤਾਰ ਸਿੰਘ ਸਰਾਭੇ ਦੇ ਕਾਰਨਾਮੇ ਵੇਖੋ ਵੀ ਉਹਨੇ ਕਿੱਡੀ ਵੱਡੀ ਮੂਵਮੈਂਟ ਲੜੀ ਤੇ ਮੂਵਮੈਂਟ ਖੜੀ ਕੀਤੀ ਆ, ਜਿਹੜੀ ਗੋਰਿਆਂ ਦੇ ਖਿਲਾਫ, ਜਿਹੜੀ ਉਹ ਬਸਤੀਵਾਦ ਦੀ ਜਿਹੜਾ ਢਾਂਚਾ ਸੀ ਉਹਦੇ ਖਿਲਾਫ। ਉਸ ਤੋਂ ਬਾਅਦ ਤੁਸੀਂ ਆ ਜਾਓ ਹੈ। ਸੋ ਇਹਨਾਂ ਲੋਕਾਂ ਦੀ ਪਰਵਾਹ ਨਾ ਕਰੋ ਜਿਹੜੇ ਲੋਕ ਅੱਜ ਤੁਹਾਨੂੰ ਚੈਲੰਜ ਕਰ ਰਹੇ ਆ। ਉਹਨਾਂ ਦਾ ਕੀ ਹੈ, ਜਦੋਂ ਪੰਜਾਬੀ ਸੂਬੇ ਦੀ ਗੱਲ ਪਹਿਲੀ ਵਾਰ ਚੱਲੀ ਨਾ 47 ਤੋਂ ਬਾਅਦ, ਪੰਜਾਬੀ ਸੂਬੇ ਦੀ ਗੱਲ ਪਹਿਲੀ ਵਾਰ ਚੱਲੀ ਤੇ ਉਦੋਂ ਲੋਕਾਂ ਨੇ ਨਾ ਪੰਜਾਬੀ ਸੂਬਾ ਜਿੰਦਾਬਾਦ ਕਹਿਣਾ ਸ਼ੁਰੂ ਕੀਤਾ, ਕਿਸੇ ਜਿੱਦਾਂ ਅੱਜ ਖਾਲਿਸਤਾਨ ਜਿੰਦਾਬਾਦ ਕਹਿੰਦੇ। ਇਹ ਉਹ ਲੋਕ ਨੇ ਜਿਹੜੇ ਉਦੋਂ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਵਾਲੇ ਨੂੰ ਕਹਿੰਦੇ ਵੀ ਤੁਸੀਂ ਭਗਤ ਸਿੰਘ ਦੇ ਖਿਲਾਫ, ਜੋ ਭਗਤ ਸਿੰਘ ਨੇ ਤੇ ਇੱਕ ਮੁਲਕ ਲਈ ਸ਼ਹਾਦਤ ਦਿੱਤੀ ਸੀ, ਫਲਾਣ ਹੋ ਗਿਆ, ਢੀਂਗ ਹੋ ਗਿਆ। ਉਸ ਤੋਂ ਬਾਅਦ ਚ ਇਹਨਾਂ ਬੰਦਿਆਂ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਵਾਲੇ ਬੱਚਿਆਂ ਨੂੰ ਫੜ ਕੇ ਕਤਲ ਤੱਕ ਕਰਤਾ। ਅੱਜ ਇਹ ਸਾਰੇ ਕਹਿੰਦੇ ਵੀ ਪੰਜਾਬ ਜਿਹੜਾ ਵਾ ਉਹ ਮਾਣ ਮਹਿਸੂਸ ਕਰਦਾ ਭਗਤ ਸਿੰਘ ਤੇ। ਜਿਹੜੇ ਪੰਜਾਬ ਦੀ ਜਿਹੜੀ ਐਸਟੈਬਲਿਸ਼ਮੈਂਟ ਦੇ ਉੱਤੇ ਲੋਕ ਜਿਹੜੇ ਸੀ ਖਿਲਾਫ ਸੀ ਉਹਦੇ, ਅੱਜ ਇਹ ਕਹਿੰਦੇ ਵੀ ਉਹ ਅਸੀਂ ਸਾਰੇ ਮਾਣ ਕਰਦੇ। ਸਾਨੂੰ ਇਹਨਾਂ ਬੰਦਿਆਂ ਦੀ ਬਿਲਕੁਲ ਪਰਵਾਹ ਨਹੀਂ ਕਰਨੀ ਚਾਹੀਦੀ। ਇਹ ਜੋ ਬੋਲਦੇ ਆ ਉਹਨੂੰ ਬੋਲੀ ਜਾਣ ਦੇਣਾ ਚਾਹੀਦਾ। ਸਾਡਾ ਮਕਸਦ ਇਹ ਹੈ, ਜਿਹੜਾ ਵੀ ਨਾਇਕ ਪੰਜਾਬ ਦੀ ਪ੍ਰੋਬਲਮ ਨੂੰ ਅੰਡਰਸਟੈਂਡ ਨਹੀਂ ਕਰਦਾ, ਇਕੱਲੇ ਪੰਜਾਬ ਨੂੰ ਮੈਂ ਗੱਲ ਕਰਦਾ, ਸਾਨੂੰ ਨਹੀਂ ਫਰਕ ਪੈਂਦਾ ਵੀ ਯੂਪੀ ਦੇ ਲੋਕਾਂ ਦੀ ਪ੍ਰੋਬਲਮ ਕੀ ਹੈ, ਉਹ ਆਪਣੇ ਨਾਇਕ ਖੜੇ ਕਰਨ, ਅਸੀਂ ਆਪਣੇ ਕਰਨੇ ਆ। ਸਾਡੀ ਲੜਾਈ ਵੱਖਰੀ ਹੈ। ਸਾਡੇ ਕੋਲ ਰਾਜ ਜਦੋਂ ਖੋਇਆ ਗਿਆ ਉਦੋਂ ਸਾਡਾ ਨਾਇਕ ਕੋਈ ਨਹੀਂ ਸੀ ਹੈਗਾ ਦਿੰਦਾ ਜਿਹੜਾ ਇਹ ਸੋਚਦਾ ਹੋਵੇ ਵੀ ਆਹ ਖਾਸ ਕਰਕੇ ਇੰਡੀਅਨ ਨੇਸ਼ਨ, ਕਿਉਂਕਿ ਨੇਸ਼ਨ ਐਗਜ਼ਿਸਟ ਨਹੀਂ ਸੀ ਕਰਦਾ। ਵੱਖ ਵੱਖ ਰਾਜ ਸੀ, ਰਾਜਿਆਂ ਦੇ ਰਾਜ ਸੀ, ਜਾਂ ਕੋਈ ਉੱਦਾਂ ਜਿਹੜੀਆਂ ਜਿੱਥੇ ਵੱਖ ਵੱਖ ਜਿਹੜੇ ਘਰਾਣੇ ਸੀ ਜਿਹੜੇ ਰਾਜ ਕਰਦੇ ਸੀ, ਉਹਨਾਂ ਕੋਲੋਂ ਬ੍ਰਿਟਿਸ਼ਰਸ ਨੇ ਸਾਰਿਆਂ ਕੋਲ ਪਾਵਰ ਲਈ, ਪਾਵਰ ਖੋਹ ਕੇ ਤੇ ਉਹ ਇੱਕ ਉਹਨਾਂ ਨੇ ਆਪਣੀ ਇੱਕ ਵੱਡੀ ਕਲੋਨੀ ਸਥਾਪਿਤ ਕੀਤੀ। ਜਿਹੜੀ ਸੀ ਉਹਨਾਂ ਨੇ ਇਕੱਲਾ ਇੱਥੇ ਨਹੀਂ ਕੀਤਾ, ਉਹਨਾਂ ਨੇ ਦੁਨੀਆ ਭਰ ਚ ਐਕਸਪੈਰੀਮੈਂਟ ਕੀਤਾ ਸਾਰੀ ਥਾਂ ਦੇ ਉੱਤੇ। ਸੋ ਸਾਨੂੰ ਉਸ ਜਿਹੜਾ ਐਸਟੈਬਲਿਸ਼ਮੈਂਟ ਜਿਹੜੀ ਗੋਰਿਆਂ ਨੇ ਆਪਣੀ ਸਹੂਲਤ ਲਈ ਕੀਤੀ ਹੈ, ਉਹਨੂੰ ਅੱਗੇ ਪ੍ਰਮੋਟ ਕਰਨ ਵਾਲੇ ਭਗਤ ਸਿੰਘ, ਗਾਂਧੀ ਜਾਂ ਦੂਜੇ ਤੀਜੇ ਬੰਦੇ ਦੀ ਕੀ ਲੋੜ ਹੈ? ਸਾਨੂੰ ਤੇ ਲੋੜ ਹੈ ਜਿਹੜੇ ਬੰਦੇ ਪੰਜਾਬ ਨੂੰ ਉਹ ਪੰਜਾਬ ਬਣਾਉਣ ਜਿਹੜਾ 1849 ਤੋਂ ਪਹਿਲਾਂ ਪੰਜਾਬ ਸੀ। ਭਗਤ ਸਿੰਘ ਨੇ ਗੱਲ ਕੀਤੀ ਹੈ ਵੀ ਸਿੱਖਾਂ ਨੂੰ ਰਾਜ ਚਾਹੀਦਾ ਨਾ, ਉਹਨੇ ਇਹ ਨਹੀਂ ਗੱਲ ਕੀਤੀ। ਉਹਨੇ ਤਾਂ ਸਗੋਂ ਉਲਟਾ ਇਹ ਗੱਲ ਕੀਤੀ ਹੈ ਵੀ ਸਿੱਖਾਂ ਨੂੰ ਰਾਜ ਦੀ ਲੋੜ ਹੈ, ਸਿੱਖ ਤੇ ਹੈ ਹੀ ਹਿੰਦੂ ਨੇ। ਸੋ ਇਹ ਜਿਹੜੇ ਬੰਦੇ ਨੇ ਬਾਅਦ ਚ, ਠੀਕ ਹੈ, ਉਹਦੇ ਜੀਵਨ ਦੇ ਵਿੱਚ ਬਹੁਤ ਮਿਲਦੇ ਆ ਵੀ ਉਹਨੇ ਆਪਣੀ ਲਾਸਟ ਸਟੇਜ ਤੇ ਜਾ ਕੇ ਸਿੱਖੀ ਦੇ ਵਿੱਚ ਆਇਆ ਵੀ ਆ। ਪਰ ਪ੍ਰੋਬਲਮ ਇਹ ਹੈ ਵੀ ਜੇ ਅੱਜ ਵੀ ਉਹਦਾ ਉਹ ਰੂਪ ਛੱਡ ਕੇ ਤੇ ਸਾਡੇ ਅੱਗੇ ਭਗਤ ਸਿੰਘ ਦਾ ਨੈਸ਼ਨਲਿਸਟਿਕ ਰੂਪ ਜਿਹੜਾ ਵਾ, ਜਿਹਦੇ ਤੋਂ ਮੋਦੀ ਵੀ ਇੰਸਪਾਇਰਡ ਆ, ਜਿਹਦੇ ਤੋਂ ਆਪਣਾ ਨਹਿਰੂ ਵੀ ਇੰਸਪਾਇਰਡ ਸੀ, ਇੰਦਰਾ ਵੀ ਇੰਸਪਾਇਰਡ ਸੀ, ਸਾਰੇ ਬੰਦੇ ਉਹ ਤੋਂ ਇੰਸਪਾਇਰਡ ਆ, ਉਹ ਰੂਪ ਸਾਡੇ ਅੱਗੇ ਪੇਸ਼ ਕਰਨਾ ਹੈ ਤੇ ਫਿਰ ਸਾਨੂੰ ਉਹਦੀ ਲੋੜ ਨਹੀਂ ਹੈਗੀ। ਸਾਡੇ ਕੋਲ ਉਹੋ ਜਿਹੇ ਹਜ਼ਾਰਾਂ ਨਾਇਕ, ਉਹ 1000 ਗੁਣਾ ਵੱਡੇ ਨਾਇਕ ਨੇ। ਕਰਤਾਰ ਸਿੰਘ ਸਰਾਭਾ ਹੈ, ਸ਼ਹੀਦ ਊਧਮ ਸਿੰਘ ਹੈ, ਉਹ ਤੋਂ ਲਹਿਦਾ ਜਿਹੜੇ ਆ ਬਹੁਤ ਐਸੇ ਨਾਇਕ ਆ ਜਿਹੜੇ ਬਾਬਾ ਅਕਾਲੀ ਦਲ ਚ ਕਰਤਾਰ ਸਿੰਘ ਝੱਬਰ ਹੋਣੀ, ਜਿਨ੍ਹਾਂ ਨੇ ਮੂਵਮੈਂਟ ਐਕਚੁਅਲ ਦੇ ਵਿੱਚ ਲੜੀ ਹੈ, ਜਿਨ੍ਹਾਂ ਨੇ ਇਹ ਨਹੀਂ ਵੀ ਉੱਠੇ ਤੇ ਪਿਸਤੌਲ ਚੁੱਕਿਆ ਤੇ ਬੰਦਾ ਮਾਰ ਦਿੱਤਾ ਤੇ ਗੱਲ ਖਤਮ ਹੋ ਗਈ। ਜਿਨ੍ਹਾਂ ਨੇ ਪਲਾਨ ਕੀਤਾ, ਟਾਰਗੇਟ ਕੀਤਾ ਤੇ ਉਹਨਾਂ ਲੋਕਾਂ ਨੂੰ ਸੋਧਿਆ ਜਿਹੜੇ ਲੋਕ ਐਕਚੁਅਲ ਦੇ ਵਿੱਚ ਸਮਾਜ ਦੇ ਵਿੱਚ ਜਿਹੜੇ ਸੀ, ਜਿਨ੍ਹਾਂ ਨੇ ਸਮਾਜ ਦੇ ਨਾਲ ਘਾਣ ਕੀਤਾ ਸੀ, ਜਿਨ੍ਹਾਂ ਲੋਕਾਂ ਦਾ ਘਾਣ ਕੀਤਾ ਸੀ, ਜਿਨ੍ਹਾਂ ਨੇ ਪੰਜਾਬੀਆਂ ਦਾ ਘਾਣ ਕੀਤਾ ਸੀ। ਸੋ ਹਾਂਜੀ, ਇੰਨੀ ਕੁ ਗੱਲਬਾਤ। ਇਹ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ। ਤੇ ਬੇਨਤੀ ਸੀ ਕਿ ਅੱਜ ਆਪਾਂ ਸਪੀਕਰ ਕੋਈ ਨਹੀਂ ਲੈਣਾ, ਤੇ ਜੇ ਕਿਸੇ ਦਾ ਸਵਾਲ ਹੈਗਾ ਤਾਂ ਪਲੀਜ਼ ਮੇਰੀ ਓਪਨ DM ਤੇ ਉਹਦੇ ਚ ਆਪਣਾ ਸਵਾਲ ਜ਼ਰੂਰ ਭੇਜ ਦਿਓ ਤੇ ਮੈਂ ਭਾਈ ਸਾਹਿਬ ਨੂੰ ਪੁੱਛ ਲੈਣਾ। ਹਾਂਜੀ ਅਮਰਪਾਲ ਭਾਜੀ, ਇੱਕ ਜਸਵਿੰਦਰ ਹੇਅਰ ਦਾ ਮੈਸੇਜ ਆਇਆ ਵੀ ਕਨਿਸ਼ਕ ਕਾਂਡ ਚ ਜਿਹੜਾ ਰਿਪੁਦਮਨ ਮਲਿਕ ਦਾ ਜਿਹੜਾ ਸੌਦਾ ਲੱਗਾ ਉਹਦੇ ਬਾਰੇ ਕੋਈ ਜਾਣਕਾਰੀ ਜਾਂ ਫਿਰ ਉਹਦੇ ਬਾਰੇ ਬਿਆਨ ਦਿਓ ਕੋਈ। ਦੇਖੋ, ਵਿਸ਼ਾ ਵੱਖਰਾ ਵਾ, ਉਹਦੇ ਚ ਸਾਨੂੰ ਮੇਰੇ ਖਿਆਲ ਨਾਲ ਅੱਜ ਦੀ ਗੱਲ ਕਰਨੀ ਚਾਹੀਦੀ, ਉਹ ਭੜਕ ਜਾਣੀ ਗੱਲ। ਅੱਜ ਫੋਕਸ ਇੱਥੇ ਰੱਖਾਂਗੇ, ਉਹਦੇ ਬਾਰੇ ਕਿਸੇ ਵੱਖਰੀ ਸਪੇਸ ਬਣਾ ਕੇ ਗੱਲਬਾਤ ਕਰਾਂਗੇ। ਉਹ ਗੱਲ ਲੰਮੀ ਹੋ ਜਾਣੀ ਹੈ। ਉਹ ਜਿਹੜਾ ਵਾ ਉਹ ਮੈਨੂੰ ਲੱਗਦਾ ਵੀ ਇੱਥੇ ਅੱਜ ਉਹ ਸੂਟੇਬਲ ਨਹੀਂ ਹੈਗੀ ਗੱਲਬਾਤ। ਹੋਰ ਕਈ ਸਵਾਲ ਹੈਗਾ ਤੇ ਉੱਤੇ ਆਪਾਂ ਕਰ ਲਾਂਗੇ ਡਿਸਕਸ਼ਨ। ਹਾਂਜੀ, ਇੱਕ ਹੋਰ ਸਵਾਲ ਹੈ ਜੀ ਵੀਰ ਜਸਪ੍ਰੀਤ ਸਿੰਘ ਜੀ ਦਾ। ਉਹਨਾਂ ਦਾ ਸਵਾਲ ਹੈ ਪਿੰਡ ਲੈਵਲ ਤੇ ਭਾਜੀ ਇਸ ਗੱਲਾਂ ਨੂੰ ਕਿਵੇਂ ਲੋਕਾਂ ਵੱਲ ਐਜੂਕੇਟ ਕਰੀਏ? ਨਹੀਂ, ਇਹਦੇ ਚ ਦੇਖੋ, ਤੁਸੀਂ ਇੱਕ ਗੱਲ ਸਮਝੋ ਵੀ ਪਿੰਡ ਲੈਵਲ ਦੇ ਉੱਤੇ ਤੁਹਾਨੂੰ ਆਪ ਕਰਨਾ ਪੈਣਾ ਹੈ। ਹੁਣ ਜੇ ਜਿਹੜਾ ਸਿਸਟਮ ਹੈ, ਸਿਸਟਮ ਨੈਚੁਰਲੀ ਜਿਵੇਂ ਕੰਮ ਕਰਦਾ ਹੈ, ਇੱਕ ਕੋਈ ਵੀ ਜਿਹੜਾ ਸਟੇਟ ਦਾ ਢਾਂਚਾ ਹੁੰਦਾ, ਇੱਕ ਨੈਚੁਰਲੀ
ਉਹ ਕੰਮ ਕਰਨਾ ਸ਼ੁਰੂ ਕਰ ਦਿੰਦਾ, ਉੱਪਰ ਤੋਂ ਲੈ ਕੇ ਥੱਲੇ ਤੱਕ ਇਨਫੋਰਮੇਸ਼ਨ ਕਿਵੇਂ ਟਰੈਵਲ ਕਰਦੀ, ਉਹ ਸਾਰਾ ਕੁਝ ਸੈੱਟ ਹੁੰਦਾ। ਸੋ ਉਹ ਸਿਸਟਮ ਦੇ ਵਿੱਚ ਤੇ ਭਗਤ ਸਿੰਘ ਜਿਹੜਾ ਵਾ ਉਹ ਨਾਇਕ ਹੀ ਰਹਿਣਾ ਹੈ। ਅਸੀਂ ਏਦਾਂ ਦਾ ਕੋਈ ਨਹੀਂ ਉਹਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ ਚਾਹੁੰਦੇ ਹਾਂ। ਸਾਡੇ ਲਈ ਉਹ ਕੋਈ ਖਲਨਾਇਕ ਨਹੀਂ ਹੈਗਾ, ਨਾ ਏਡੀ ਕੋਈ ਉਹਦੀ ਹਸਤੀ ਆ ਵੀ ਉਹਨੂੰ ਖਲਨਾਇਕ ਬਣਾਇਆ ਜਾਵੇ। ਪਰ ਅਸੀਂ ਕੁਐਸਚਨ ਇਹ ਕਰ ਰਹੇ ਹਾਂ ਵੀ ਉਹਦੀ ਹਸਤੀ ਨਹੀਂ ਹੈਗੀ ਵੀ ਉਹਨੂੰ ਨਾਇਕ ਵੀ ਬਣਾਇਆ ਜਾਵੇ। ਕਿਉਂ ਸਾਡੇ ਤੇ ਥੋਪਿਆ ਜਾ ਰਿਹਾ? ਕਿਉਂ ਪੰਜਾਬ ਦੇ ਦਫ਼ਤਰਾਂ 'ਚ ਉਹਦੀ ਫੋਟੋ ਲਾਈ ਜਾ ਰਹੀ ਹੈ, ਨਾਲ ਅੰਬੇਦਕਰ ਦੀ ਫੋਟੋ ਲਾਈ ਜਾ ਰਹੀ? ਪੰਜਾਬ ਦੀ ਜਿਹੜੀ ਪ੍ਰੋਬਲਮ ਹੈ, ਜੇ ਉਹਦੇ 'ਚ ਭਗਤ ਸਿੰਘ ਉਹਦਾ ਸਲਿਊਸ਼ਨ ਨਹੀਂ ਦੇ ਸਕਦਾ। ਅੱਜ ਜਦੋਂ ਅਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹਾਂ, ਪੰਜਾਬ ਦੀ ਬੋਲੀ ਦੀ ਸੰਘਰਸ਼ ਦੀ ਗੱਲ ਕਰਦੇ ਹਾਂ, ਹੁਣ ਜਿਹੜੇ ਬੰਦੇ ਦੀ ਅਪਰੋਚ ਇਹ ਆ ਵੀ ਪੰਜਾਬੀ ਜਿਹੜੀ ਗੁਰਮੁਖੀ ਬੋਲੀ ਹੈ ਇਹਨੂੰ ਖਤਮ ਕਰਕੇ ਤੇ ਦੇਵਨਾਗਰੀ ਜਿਹੜੀ ਹਿੰਦੀ ਲਿਪੀ ਹੈ ਉਹਨੂੰ ਲਾਗੂ ਕਰ ਦੇਣਾ ਚਾਹੀਦਾ ਹੈ, ਉਹਦੀ ਗੱਲ ਅਸੀਂ ਪੰਜਾਬ ਦੇ ਵਿੱਚ ਕਿਉਂ ਕਰੀਏ? ਸਗੋਂ ਉਹਦਾ ਤੇ ਵਿਰੋਧ ਹੋਣਾ ਚਾਹੀਦਾ। ਤੁਸੀਂ ਇਮੈਜਿਨ ਕਰੋ ਵੀ ਤਾਮਿਲਾਂ ਨੂੰ ਕੋਈ ਇਹ ਬੰਦਾ ਕਹੇ ਵੀ ਜਿਹੜਾ ਬੰਦਾ ਤਾਮਿਲਾਂ ਦਾ ਬਹੁਤ ਵੱਡਾ ਵਿਰੋਧੀ ਰਿਹਾ ਹੋਵੇ, ਤਾਮਿਲ ਬੋਲੀ ਦਾ, ਉਹਦੀ ਫੋਟੋ ਅਸੀਂ ਤੁਹਾਡੇ ਦਫ਼ਤਰਾਂ 'ਚ ਲਾਉਣੀ ਚਾਹੁੰਦੇ ਹਾਂ, ਉਹ ਬੰਦੇ ਤੇ ਸੜਕਾਂ ਤੇ ਆਉਣਗੇ। ਮਹਾਰਾਜੇ ਰਣਜੀਤ ਸਿੰਘ ਨੂੰ ਰਿਪਲੇਸ ਕਰਕੇ ਫੋਟੋ ਲਾਈ ਗਈ ਯਾਰ ਭਗਤ ਸਿੰਘ ਦੀ। ਹੁਣ ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੈ ਵੀ ਇੱਕ ਬੰਦਾ ਰਿਪਰੈਜ਼ੈਂਟ ਕਰਦਾ ਹੈ ਮਹਾਰਾਜਾ ਰਣਜੀਤ ਸਿੰਘ, ਸਿੱਖ ਰਾਜ ਨੂੰ, ਖਾਲਸੇ ਦੇ ਰਾਜ ਨੂੰ, ਜਿਹੜਾ ਰਾਜ ਸਿੱਖਾਂ ਨੇ ਚਲਾਇਆ ਤੇ ਜਿਹੜਾ ਬਹੁਤ ਖੂਬਸੂਰਤ ਤਰੀਕੇ ਨਾਲ ਉਹਨਾਂ ਰਾਜ ਕੀਤਾ। ਦੂਜਾ ਬੰਦਾ ਰਿਪਰੈਜ਼ੈਂਟ ਕਰਦਾ ਇੱਕ ਨੇਸ਼ਨ ਦੇ ਆਈਡੀਆ ਨੂੰ, ਜਿਹਦੇ ਚ ਵੱਖ-ਵੱਖ ਕੌਮਾਂ ਦੀਆਂ ਵੱਖ-ਵੱਖ ਆਇਡੈਂਟੀਟੀਆਂ ਨੂੰ ਖਤਮ ਕਰਕੇ ਇੱਕੋ ਯੂਨੀਕ ਆਇਡੈਂਟੀਟੀ ਖੜੀ ਕੀਤੀ ਜਾਵੇ, ਜਿਹੜੀ ਆਇਡੈਂਟੀਟੀ ਦੀ ਕੀਮਤ ਇਹ ਆ ਵੀ ਸਿੱਖ ਸਿੱਖੀ ਛੱਡਣ ਤੇ ਹਿੰਦੂ ਬਣ ਜਾਣ। ਹਨਾ, ਚਾਹੇ ਉਹ ਇੰਡੀਅਨ ਬਣੇ ਜਾਂ ਕੋਈ ਹਿੰਦੂ ਕਵੇ, ਹਿੰਦੂ ਰਾਸ਼ਟਰ ਜਾਂ ਇੰਡੀਅਨ, ਇਹ ਬਹੁਤ ਮੈਨੂੰ ਲੱਗਦਾ ਵੀ ਪੁਰਾਣੀ ਡਿਬੇਟ ਹੈ, ਕਿਉਂਕਿ ਇਹ ਗੱਲ ਦਾ ਤਾਂ ਕੋਈ ਮਾਇਨਾ ਨਹੀਂ ਹੈਗਾ। ਹਿੰਦੂ ਰਾਸ਼ਟਰ ਹੋਣਾ ਜਾਂ ਇੰਡੀਅਨ ਕਹਾਉਣਾ ਆਪਣੇ ਆਪ ਨੂੰ, ਦੋਵੇਂ ਸੇਮ ਗੱਲਾਂ। ਦੋਵਾਂ ਲਈ ਜਦੋਂ ਤੁਸੀਂ ਆਪਣੀ ਸਿੱਖ ਆਇਡੈਂਟੀਟੀ ਤੇ ਪੰਜਾਬੀ ਆਇਡੈਂਟੀਟੀ ਜਿਹੜੀ ਹੈ ਤੁਹਾਡੀ, ਹਨਾ, ਉਹਨਾਂ ਦੇ ਉੱਪਰ ਜਾ ਕੇ ਜਾਂ ਉਹਨਾਂ ਦੇ ਬਰਾਬਰ ਵੀ ਇਕਵਲੀ ਆਪਣੀ ਇੰਡੀਅਨ ਆਇਡੈਂਟੀਟੀ ਨੂੰ ਰੱਖਦੇ ਜੋ, ਤੇ ਮੈਨੂੰ ਲੱਗਦਾ ਵੀ ਤੁਸੀਂ ਆਲਰੇਡੀ ਪੰਜਾਬ ਦੇ ਦੁਸ਼ਮਣ ਬਣ ਜਾਂਦੇ। ਸੋ ਇਸ ਕਰਕੇ ਜਿਹੜਾ ਇਹ ਗੱਲ ਆ ਨਾ ਵੀ ਇਹਨੂੰ ਗਰਾਊਂਡ ਲੈਵਲ ਤੱਕ ਕਿੱਦਾਂ ਲੈ ਕੇ ਜਾਣਾ, ਇਹਨੂੰ ਪਹਿਲੀ ਗੱਲ ਤਾਂ ਚੈਲੰਜ ਹੋਣਾ ਚਾਹੀਦਾ। ਜਿਹੜਾ ਕੀਤਾ ਹੈ, ਮਾਨ ਸਾਹਿਬ ਨੇ ਪਹਿਲਾਂ ਵੀ ਬਿਆਨ ਦਿੱਤਾ ਸੀ, ਹੋਰ ਵੀ ਕਈ ਸਿਰਤ ਬੰਦਿਆਂ ਨੇ ਬਿਆਨ ਦਿੱਤੇ, ਸਰਦਾਰ ਕਪੂਰ ਸਿੰਘ ਨੇ ਲਿਖੀ ਸੀ ਇਹ ਗੱਲ, ਆਪਣਾ ਹੋਰ ਵੀ ਬਹੁਤ ਬੰਦੇ ਐਸੇ ਸੀ ਜਿਨ੍ਹਾਂ ਨੇ ਭਗਤ ਸਿੰਘ ਦੀ ਜਿਹੜੀ ਇਹ ਫੇਕ ਨਾਇਕ ਜਿਹੜਾ ਉਹਨੂੰ ਬਣਾ ਕੇ ਸਾਡੇ ਤੇ ਥੋਪਿਆ ਗਿਆ, ਉਹਦੀ ਗੱਲ ਨੂੰ ਡੀਬੰਕ ਕੀਤਾ ਹੋਇਆ। ਸਾਨੂੰ ਇਹ ਹੋਣਾ ਚਾਹੀਦਾ ਵੀ ਅਸੀਂ ਕੁਐਸਚਨ ਇਸ ਚੀਜ਼ ਨੂੰ ਕਰੀਏ ਵੀ ਜਦੋਂ ਸਾਡੇ ਕੋਲ ਆਪਣੇ ਨਾਇਕ ਹੈਗੇ ਆ ਪੰਜਾਬ ਦੇ, ਫਿਰ ਸਾਨੂੰ ਉਹ ਭਗਤ ਸਿੰਘ ਨਾਇਕ ਕਿਉਂ ਦਿੱਤਾ ਜਾ ਰਿਹਾ? ਕਿਉਂ ਸਪੈਸੀਫਿਕਲੀ ਚੁਣ ਕੇ ਸਿੱਖਾਂ ਨੂੰ ਕੰਟਰੋਲ ਕਰਕੇ ਉਸ ਵਾੜੇ 'ਚ ਵਾੜਨ ਲਈ ਉਹੋ ਜਿਹਾ ਬੰਦਾ ਸਾਡੇ ਅੱਗੇ ਪੇਸ਼ ਕੀਤਾ ਜਾ ਰਿਹਾ, ਜਿਹਨੇ ਲੋੜ ਪੈਣ ਤੇ ਕੇਸ ਕਤਲ ਕਰਾ ਲਏ, ਤੇ ਉਹ ਵੀ ਬਚਣ ਦਾ ਕਰਕੇ, ਕੋਈ ਬਹੁਤ ਵੱਡਾ ਮਕਸਦ ਸੀ ਉਹਦੇ ਕੋਲ, ਕੀ ਆਪਣੀ ਜਾਨ ਬਚਾਉਣ ਦਾ ਕਰਕੇ ਉਹਨੇ ਕੇਸ ਕਤਲ ਕਰਾ ਲਏ। ਹਨਾ, ਫਿਰ ਫਾਂਸੀ ਲੱਗਣ ਤੋਂ ਪਹਿਲਾਂ ਉਹਨੇ ਅਪੀਲਾਂ ਕੀਤੀਆਂ, ਮਰਸੀ ਪਟੀਸ਼ਨਸ ਉਹਦੀਆਂ ਮੌਜੂਦ ਹੈ ਅੱਜ ਵੀ। ਉਹ ਕਈ ਕਹਿੰਦੇ ਨੇ ਕਿਸੇ ਹੋਰ ਨੇ ਕੀਤੀ ਉਹਦੇ ਨਾਂ ਤੇ, ਹੋਰ ਨੇ ਕਿੱਦਾਂ ਕਰ ਦਿੱਤੀ ਉਹਦੀ ਇਜਾਜ਼ਤ ਤੋਂ ਬਿਨਾਂ। ਸੋ ਮਰਸੀ ਪਟੀਸ਼ਨ ਜਿਹੜੀਆਂ ਭਗਤ ਸਿੰਘ ਨੇ ਕੀਤੀਆਂ, ਉਹ ਵੀ ਉਹਦੀਆਂ ਵੀ ਹੈਗੀਆਂ। ਸੋ ਆਪਾਂ ਜੇ ਕੰਪੈਰੀਜ਼ਨ ਕਰਨਾ ਹੋਵੇ ਸੁਖੇ ਜ਼ਿੰਦੇ ਦਾ ਭਗਤ ਸਿੰਘ ਦੇ ਨਾਲ, ਤੇ ਤੁਸੀਂ ਦੇਖੋ ਕੀ ਕੰਪੈਰੀਜ਼ਨ ਹੈ। ਮਤਲਬ ਐਕਸ਼ਨਸ ਤੋਂ ਲੈ ਕੇ ਉਹਨਾਂ ਦਾ ਸ਼ਹਾਦਤ ਵੱਲ ਨੂੰ ਜਾਣਾ ਬਹੁਤ ਵੱਡਾ ਫਨੋਮੀਨਾ ਵਾ। ਇੱਧਰ ਇੱਕ ਬੰਦਾ ਜਿਹੜਾ ਵਾ ਉਹ ਕਨਫਿਊਜ਼ਡ ਹੈ, ਕਨਫਿਊਜ਼ ਸਟੇਟ ਦੇ ਵਿੱਚੋਂ ਕੁਛ ਐਸਾ ਕਾਰਨਾਮੇ ਕਰਦਾ ਜਿਸ ਤੋਂ ਬਾਅਦ ਚ ਉਹਨੂੰ ਸਰਕਾਰ ਫੜ ਕੇ ਦਫਾਏ ਢੰਗ ਦਿੰਦੀ ਹੈ। ਹੁਣ ਉਸ ਬੰਦੇ ਨੂੰ ਠੀਕ ਹੈ ਸ਼ਹੀਦ ਕਹਿਣਾ, ਕਹੀ ਜਾਓ, ਇੰਡੀਅਨ ਸਟੇਟ ਲਈ ਉਹ ਸੂਟ ਕਰਦਾ ਕਹੀ ਜਾਣ, ਪਰ ਜਿਹੜੇ ਲੋਕ ਇੰਡੀਅਨ ਸਟੇਟ ਦੇ ਖਿਲਾਫ ਜੰਗ ਵਿੱਚ ਕੇ ਬੈਠੇ ਨੇ, ਜਿਹੜੇ ਲੋਕ ਲੜਾਈ ਲੜ ਰਹੇ ਨੇ ਇੰਡੀਅਨ ਸਟੇਟ ਦੇ ਖਿਲਾਫ, ਉਹ ਬੰਦੇ ਕਿਉਂ ਉਸ ਬੰਦੇ ਨੂੰ ਆਪਣਾ ਨਾਇਕ ਮੰਨਣ? ਮਤਲਬ ਇਹ ਸਾਡੇ ਤੇ ਇਹ ਤਾਂ ਧੱਕਾ ਹੀ ਆ ਨਾ ਵੀ ਤੁਸੀਂ ਸਾਨੂੰ ਆਪਣੇ ਨਾਇਕ ਵੀ ਨਹੀਂ ਚੁਣਨ ਦੇ ਰਹੇ, ਇੰਨੀ ਫਰੀਡਮ ਨਹੀਂ ਤੁਸੀਂ ਦਿੰਦੇ ਵੀ ਅਸੀਂ ਆਪਣੇ ਨਾਇਕ ਚੁਣੀਏ। ਤੁਸੀਂ ਸਾਡੇ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾਉਂਦੇ ਜੋ। ਹੁਣ ਉਹਨਾਂ ਨੇ ਬੜੀ ਨਾ ਭੈੜੀ ਜੀ ਇੱਕ ਖੇਡ ਸ਼ੁਰੂ ਕਰਤੀ ਹੈ। ਗਾਂਧੀ ਜਿਹੜਾ ਸੀ ਉਹਨਾਂ ਨੂੰ ਪਤਾ ਸੀ ਪ੍ਰਵਾਨਿਤ ਨਹੀਂ ਹੋਣਾ, ਉਹਨਾਂ ਨੇ ਗਾਂਧੀ ਦੇ ਉਲਟੇ ਇੱਕ ਨਾਇਕ ਖੜਾ ਕੀਤਾ, ਭਗਤ ਸਿੰਘ ਦਾ ਪ੍ਰਚਾਰ ਕੀਤਾ। ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਦੇ ਹੱਕ 'ਚ ਵੋਟ ਪਾਤੀ ਜੀ, ਗਾਂਧੀ ਮਾੜਾ ਹੈ ਜੀ, ਭਗਤ ਸਿੰਘ ਚੰਗਾ। ਪ੍ਰੋਬਲਮ ਇਹ ਆ ਵੀ ਗਾਂਧੀ ਜਿਹੜਾ ਹੈ ਤੇ ਭਗਤ ਸਿੰਘ ਜਿਹੜਾ, ਤੁਹਾਨੂੰ ਦੋਵੇਂ ਇੱਕੋ ਹੀ ਰਾਹ ਤੇ ਲੈ ਕੇ ਜਾ ਰਹੇ ਨੇ। ਇੱਕ ਆਪਣੇ ਆਪ ਨੂੰ ਅਹਿੰਸਾਵਾਦੀ ਹੋਣ ਦਾ ਦਾਅਵਾ ਕਰ ਰਿਹਾ, ਇੱਕ ਹਿੰਸਾਵਾਦੀ ਹੈ। ਫਰਕ ਦੋਵਾਂ 'ਚ ਕੋਈ ਫਰਕ ਨਹੀਂ। ਦੋਵੇਂ ਹੀ ਬੰਦੇ ਜਿਹੜੇ ਆ ਉਹ ਸਿੱਖਾਂ ਨੂੰ ਇਹੋ ਹੀ ਸਿੱਖਾਂ ਕੋਲ ਮੰਗ ਕਰ ਰਹੇ ਨੇ ਵੀ ਸਿੱਖੀ ਛੱਡੋ, ਸਿੱਖੀ ਜਿਹੜੀ ਯੂਨੀਕ ਆਇਡੈਂਟੀਟੀ ਹੈ ਇਹਨੂੰ ਛੱਡੋ ਆਪਣੀ ਨੂੰ। ਉਹ ਵੀ ਉਹਦੀਆਂ ਵੀ ਹੈਗੀਆਂ। ਸੋ ਆਪਾਂ ਜੇ ਕੰਪੈਰੀਜ਼ਨ ਕਰਨਾ ਹੋਵੇ ਸੁਖੇ ਜ਼ਿੰਦੇ ਦਾ ਭਗਤ ਸਿੰਘ ਦੇ ਨਾਲ, ਤੇ ਤੁਸੀਂ ਦੇਖੋ ਕੀ ਕੰਪੈਰੀਜ਼ਨ ਹੈ। ਮਤਲਬ ਐਕਸ਼ਨਸ ਤੋਂ ਲੈ ਕੇ ਉਹਨਾਂ ਦਾ ਸ਼ਹਾਦਤ ਵੱਲ ਨੂੰ ਜਾਣਾ ਬਹੁਤ ਵੱਡਾ ਫਨੋਮੀਨਾ ਵਾ। ਇੱਧਰ ਇੱਕ ਬੰਦਾ ਜਿਹੜਾ ਵਾ ਉਹ ਕਨਫਿਊਜ਼ਡ ਹੈ, ਕਨਫਿਊਜ਼ ਸਟੇਟ ਦੇ ਵਿੱਚੋਂ ਕੁਛ ਐਸਾ ਕਾਰਨਾਮੇ ਕਰਦਾ ਜਿਸ ਤੋਂ ਬਾਅਦ ਚ ਉਹਨੂੰ ਸਰਕਾਰ ਫੜ ਕੇ ਦਫਾਏ ਢੰਗ ਦਿੰਦੀ ਹੈ। ਹੁਣ ਉਸ ਬੰਦੇ ਨੂੰ ਠੀਕ ਹੈ ਸ਼ਹੀਦ ਕਹਿਣਾ, ਕਹੀ ਜਾਓ, ਇੰਡੀਅਨ ਸਟੇਟ ਲਈ ਉਹ ਸੂਟ ਕਰਦਾ ਕਹੀ ਜਾਣ, ਪਰ ਜਿਹੜੇ ਲੋਕ ਇੰਡੀਅਨ ਸਟੇਟ ਦੇ ਖਿਲਾਫ ਜੰਗ ਵਿੱਚ
ਕੇ ਬੈਠੇ ਨੇ, ਜਿਹੜੇ ਲੋਕ ਲੜਾਈ ਲੜ ਰਹੇ ਨੇ ਇੰਡੀਅਨ ਸਟੇਟ ਦੇ ਖਿਲਾਫ, ਉਹ ਬੰਦੇ ਕਿਉਂ ਉਸ ਬੰਦੇ ਨੂੰ ਆਪਣਾ ਨਾਇਕ ਮੰਨਣ? ਮਤਲਬ ਇਹ ਸਾਡੇ ਤੇ ਇਹ ਤਾਂ ਧੱਕਾ ਹੀ ਆ ਨਾ ਵੀ ਤੁਸੀਂ ਸਾਨੂੰ ਆਪਣੇ ਨਾਇਕ ਵੀ ਨਹੀਂ ਚੁਣਨ ਦੇ ਰਹੇ, ਇੰਨੀ ਫਰੀਡਮ ਨਹੀਂ ਤੁਸੀਂ ਦਿੰਦੇ ਵੀ ਅਸੀਂ ਆਪਣੇ ਨਾਇਕ ਚੁਣੀਏ। ਤੁਸੀਂ ਸਾਡੇ ਬੱਚਿਆਂ ਨੂੰ ਸਕੂਲਾਂ 'ਚ ਪੜ੍ਹਾਉਂਦੇ ਜੋ। ਹੁਣ ਉਹਨਾਂ ਨੇ ਬੜੀ ਨਾ ਭੈੜੀ ਜੀ ਇੱਕ ਖੇਡ ਸ਼ੁਰੂ ਕਰਤੀ ਹੈ। ਗਾਂਧੀ ਜਿਹੜਾ ਸੀ ਉਹਨਾਂ ਨੂੰ ਪਤਾ ਸੀ ਪ੍ਰਮਾਣਿਤ ਨਹੀਂ ਹੋਣਾ, ਉਹਨਾਂ ਨੇ ਗਾਂਧੀ ਦੇ ਉਲਟੇ ਇੱਕ ਨਾਇਕ ਖੜਾ ਕੀਤਾ, ਭਗਤ ਸਿੰਘ ਦਾ ਪ੍ਰਚਾਰ ਕੀਤਾ। ਗਾਂਧੀ ਨੇ ਭਗਤ ਸਿੰਘ ਦੀ ਫਾਂਸੀ ਦੇ ਹੱਕ 'ਚ ਵੋਟ ਪਾਤੀ ਜੀ, ਗਾਂਧੀ ਮਾੜਾ ਹੈ ਤੇ ਭਗਤ ਸਿੰਘ ਚੰਗਾ ਹੈ। ਪ੍ਰੋਬਲਮ ਇਹ ਆ ਵੀ ਗਾਂਧੀ ਜਿਹੜਾ ਹੈ ਤੇ ਭਗਤ ਸਿੰਘ ਜਿਹੜਾ, ਤੁਹਾਨੂੰ ਦੋਵੇਂ ਇੱਕੋ ਹੀ ਰਾਹ ਤੇ ਲੈ ਕੇ ਜਾ ਰਹੇ ਨੇ। ਇੱਕ ਆਪਣੇ ਆਪ ਨੂੰ ਅਹਿੰਸਾਵਾਦੀ ਹੋਣ ਦਾ ਦਾਅਵਾ ਕਰ ਰਿਹਾ, ਇੱਕ ਹਿੰਸਾਵਾਦੀ ਹੈ। ਫਰਕ ਦੋਵਾਂ 'ਚ ਕੋਈ ਨਹੀਂ, ਦੋਵਾਂ ਦੀ ਆਈਡੀਓਲੋਜੀ 'ਚ ਕੋਈ ਫਰਕ ਨਹੀਂ, ਦੋਵਾਂ ਦੇ ਸਿਧਾਂਤਾਂ 'ਚ ਕੋਈ ਫਰਕ ਨਹੀਂ। ਦੋਵੇਂ ਹੀ ਬੰਦੇ ਜਿਹੜੇ ਆ ਉਹ ਸਿੱਖਾਂ ਨੂੰ ਇਹੋ ਹੀ ਸਿੱਖਾਂ ਕੋਲ ਮੰਗ ਕਰ ਰਹੇ ਨੇ ਵੀ ਸਿੱਖੀ ਛੱਡੋ, ਸਿੱਖੀ ਜਿਹੜੀ ਯੂਨੀਕ ਆਇਡੈਂਟੀਟੀ ਹੈ ਇਹਨੂੰ ਛੱਡੋ, ਆਪਣੀ ਨੂੰ ਇੰਡੀਅਨ ਜਿਹੜੀ ਐਸਟੈਬਲਿਸ਼ਮੈਂਟ ਦੇ ਵਿੱਚ ਅਸਿਮੀਲੇਟ ਹੋ ਜਾਓ। ਤੇ ਉਹਨਾਂ ਨੇ ਸਾਡੇ ਲੋਕਾਂ ਨੇ ਬੇਵਕੂਫਾਂ ਵਾਂਗੂ ਚੱਕ ਕੇ ਤੇ ਲੜਾਈ ਦੇ ਵਿੱਚ ਜੀ ਭਗਤ ਸਿੰਘ ਵਾਲੀ ਸਾਈਡ ਤੇ ਸਿਰਫ ਇਹ ਕਰਕੇ ਵੀ ਉਹ ਵਾਇਲੈਂਟ ਸੀ। ਠੀਕ ਹੈ, ਸਾਡੀ ਇੱਕ ਅਸੀਂ ਵਾਇਲੈਂਸ ਨੂੰ ਮਾੜਾ ਨਹੀਂ ਮੰਨਦੇ, ਅਸੀਂ ਹਿੰਸਾਵਾਦੀ ਨਹੀਂ ਹੈਗੇ। ਜਿਹੜਾ ਵਾ ਵਾਇਲੈਂਸ ਨੂੰ ਵੇਖਣ ਦੀ ਸਾਡੀ ਵੱਖਰੀ ਅਪਰੋਚ ਹੈ। ਪਰ ਕੀ ਉਸ ਭਗਤ ਸਿੰਘ ਦੀ ਵਾਇਲੈਂਸ ਨੂੰ ਜਸਟੀਫਾਈ ਕੀਤਾ ਜਾ ਸਕਦਾ? ਨਹੀਂ ਕੀਤਾ ਜਾ ਸਕਦਾ। ਅਨਨੈਸੈਸਰੀ ਵਾਇਲੈਂਸ ਸੀ ਨਾ ਭਗਤ ਸਿੰਘ ਦੀ। ਤੇ ਜਿਹੜੀ ਫਰਜ਼ ਕਰੋ ਵੀ ਇਹ ਇੱਥੇ ਤੇ ਕਹਿੰਦੇ ਆ ਵੀ ਅੱਜ ਉਹ ਜਿਹੜਾ ਕੀ ਨਾ ਲਈਦਾ ਵਾ, ਅੱਜ ਮੈਂ ਕਹਿੰਦਾ ਵੀ ਜੇ ਤੁਸੀਂ ਭਗਤ ਸਿੰਘ ਨੂੰ ਹੀਰੋ ਬਣਾ ਕੇ ਪੇਸ਼ ਕਰਦੇ ਹੋ, ਅੱਜ ਕੋਈ ਬੰਦਾ ਉੱਠੇ ਤੇ ਅਸੈਂਬਲੀ 'ਚ ਬੰਬ ਸੁੱਟੇ, ਤੁਸੀਂ ਉਹਨੂੰ ਕੀ ਕਹੋਗੇ? ਤੁਸੀਂ ਕੀ ਕਰੋਗੇ? ਮਤਲਬ ਉਹਦੇ ਨਾਲ ਕਿਹੋ ਜਿਹਾ ਵਤੀਰਾ ਰੱਖੋਗੇ? ਸੋ ਜਿਹੜੀ ਪਾਵਰਫੁਲ ਜਿਹੜੀ ਧਿਰ ਹੈ ਜਿਹੜੀ ਰਾਜ ਕਰ ਰਹੀ, ਉਹਨੇ ਤੇ ਉਹ ਵਤੀਰਾ ਕੀਤਾ ਭਗਤ ਸਿੰਘ ਨਾਲ, ਜਿਹੜਾ ਉਹਨਾਂ ਨੂੰ ਕਰਨ ਲੱਗਦਾ ਸੀ ਵੀ ਅਸੀਂ ਕਰਨਾ ਚਾਹੀਦਾ। ਅਸੀਂ ਉਹਨੂੰ ਵੀ ਜਸਟੀਫਾਈ ਨਹੀਂ ਕਰਦੇ ਕਿਉਂਕਿ ਉਹਨਾਂ ਨੇ ਆਪਣਾ ਰਾਜ ਬਚਾਉਣਾ ਸੀ। ਪਰ ਕੀ ਜਿਹੜੇ ਬੰਦੇ ਉਹਨਾਂ ਦੇ ਖਿਲਾਫ ਲੜ ਰਹੇ ਸੀ, ਸੋ ਕਾਲਡ ਫਰੀਡਮ ਫਾਈਟਰਸ, ਉਹਨਾਂ ਦਾ ਮਕਸਦ ਲੋਕਾਂ ਨੂੰ ਫਰੀ ਕਰਨਾ ਸੀ ਜਾਂ ਉਹਨਾਂ ਦਾ ਮਕਸਦ ਲੋਕਾਂ ਨੂੰ ਅੰਗਰੇਜ਼ਾਂ ਦੇ ਜੰਗਲ 'ਚ ਕੱਢ ਕੇ ਆਪਣੇ ਜੰਗਲ 'ਚ ਲੈ ਕੇ ਆਉਣਾ? ਸੋ ਇੱਥੇ ਗੱਲ ਡਿਬੇਟ ਇੱਥੇ ਖੜੀ ਹੈ, ਨਾ ਕਿ ਇੱਥੇ ਵੀ ਅਸੀਂ ਗਾਂਧੀ ਭਗਤ ਸਿੰਘ ਚੋਂ ਨਹੀਂ ਚੁਣਨਾ ਕੁਛ ਵੀ। ਅਸੀਂ ਭਗਤ ਸਿੰਘ ਤੇ ਗਾਂਧੀ ਨੂੰ ਇੱਕ ਕੈਟੇਗਰੀ 'ਚ ਰੱਖਦੇ ਹਾਂ। ਉਹਦੇ ਕੀ ਮਤਲਬ ਫਰਕ ਪੈਂਦਾ ਵੀ ਇੱਕ ਬੰਦਾ ਵਾਇਲੈਂਟ, ਇੱਕ ਨੋਨ ਵਾਇਲੈਂਟ, ਦੋਵਾਂ ਦਾ ਮਕਸਦ ਤੇ ਇੱਕ ਹੀ ਆ ਨਾ। ਸਿੱਖ ਮੂਵਮੈਂਟ 'ਚ ਵੀ ਐਸੇ ਬਹੁਤ ਨਾਇਕ ਹੋਏ ਆ ਜਿਨ੍ਹਾਂ ਨੇ ਇੱਕ ਪਾਸੇ ਜਿਹੜੇ ਸੀ, ਫੋਰ ਐਗਜ਼ਾਮਪਲ ਆਪਾਂ ਗੱਲ ਕਰਨੀ ਹੈ ਤੇ ਸਿੱਖ ਖਾੜਕੂ ਸੰਘਰਸ਼ ਖਾੜਕੂ ਵੀ ਹੋਏ ਆ, ਜਸਵੰਤ ਸਿੰਘ ਖਾਲੜਾ ਵਰਗੇ ਵੀ ਸ਼ਹੀਦ ਹੋਏ ਆ ਜਿਨ੍ਹਾਂ ਨੇ ਵਾਇਲੈਂਸ ਨਹੀਂ ਚੁਣੀ, ਜਿਨ੍ਹਾਂ ਨੇ ਮਤਲਬ ਹਥਿਆਰ ਨਹੀਂ ਚੱਕਿਆ, ਪਰ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਖਾੜਕੂ ਮੂਵਮੈਂਟ ਦੇ ਵਿੱਚ। ਸੋ ਹੁਣ ਜੇ ਕੱਲ ਨੂੰ ਬੰਦਾ ਕਹੇ ਦੋਵਾਂ 'ਚ ਇੱਕ ਚੁਣੋ, ਏਦਾਂ ਨਹੀਂ ਹੁੰਦਾ। ਦੋਵੇਂ ਇੱਕ ਆਈਡੀਓਲੋਜੀ ਤੇ ਲੜੇ ਆ, ਇਸ ਕਰਕੇ ਸਾਡੇ ਦੋਵੇਂ ਹੀ ਆ। ਇਹ ਦੋਵੇਂ ਹੀ ਭਗਤ ਸਿੰਘ ਤੇ ਜਿਹੜੇ ਗਾਂਧੀ, ਦੋਵੇਂ ਇੰਡੀਆ ਦੇ ਆ, ਸਾਡਾ ਦੋਵਾਂ 'ਚ ਕੋਈ ਨਹੀਂ। ਸਾਨੂੰ ਆਪਣੀ ਇਹ ਜਿਹੜੀ ਆ ਨਾ, ਇਹਦੇ ਤੇ ਸਾਨੂੰ ਕਲੀਅਰ ਹੋਣਾ ਪੈਣਾ। ਜੇ ਨਹੀਂ ਹੁੰਦੇ, ਪਿੰਡਾਂ ਤੱਕ ਵੀ ਕੀ ਆ ਵੀ ਜਦੋਂ ਗੱਲ ਕਰਨੀ ਆ ਆਪਾਂ, ਹੁਣ ਜਦੋਂ ਉਹਨਾਂ ਨੇ ਆਪਣੇ ਅੱਗੇ ਸਿਚੁਏਸ਼ਨ ਰੱਖ ਦਿੱਤੀ ਆ ਵੀ ਇੱਕ ਪਾਸੇ ਸਰਕਾਰੀ ਫਰਮਾਨ ਜਾਰੀ ਹੁੰਦਾ ਵੀ ਸੰਤ ਭਿੰਡਰਾਣੇ ਦੀਆਂ ਫੋਟੋਆਂ ਲਾਓ ਬੱਸਾਂ ਦੇ ਉੱਤੋਂ ਲਾਉਣ ਦਾ, ਚਲੋ ਉਹਨਾਂ ਨੇ ਵਾਪਸ ਲਿਆ, ਪ੍ਰੈਸ਼ਰ 'ਚ ਆਣ ਕੇ ਵੱਖਰੀ ਗੱਲ ਹੈ। ਪਰ ਦੂਜੇ ਪਾਸੇ ਨਾਲ ਦੀ ਨਾਲ ਭਗਤ ਸਿੰਘ ਦੀਆਂ ਫੋਟੋਆਂ ਦਫ਼ਤਰਾਂ 'ਚ ਲੱਗ ਰਹੀਆਂ ਨੇ। ਸੋ ਇਹਦਾ ਮਤਲਬ ਇਹ ਆ ਵੀ ਜੇ ਅੱਜ ਤੁਸੀਂ ਹਕੂਮਤ ਦੇ ਖਿਲਾਫ ਲੜਨਾ ਤੇ ਤੁਹਾਨੂੰ ਕਿਹੜਾ ਨਾਇਕ ਚਾਹੀਦਾ, ਕਿਹੜਾ ਬਾਗੀ ਚਾਹੀਦਾ, ਕਿਹੜਾ ਬੰਦਾ ਤੁਹਾਨੂੰ ਬਾਗੀ ਬਣਾਉਂਦਾ, ਕਿਹੜਾ ਬੰਦਾ ਤੁਹਾਨੂੰ ਪ੍ਰੋ ਸਟੇਟ ਬਣਾਉਂਦਾ। ਭਗਤ ਸਿੰਘ ਤੁਹਾਨੂੰ ਬਾਗੀ ਨਹੀਂ ਬਣਾ ਸਕਦਾ। ਕੋਈ ਤੁਸੀਂ ਕਦੀ ਸੁਣੋਗੇ ਵੀ ਭਗਤ ਸਿੰਘ ਦੀ ਫੋਟੋ ਲਾ ਕੇ ਕੋਈ ਇੰਡੀਅਨ ਸਟੇਟ ਦੇ ਖਿਲਾਫ ਲੜੇ? ਉਹ ਗਾੜੀ ਕਹਿਣਗੇ ਭਗਤ ਸਿੰਘ ਨੇ ਤੇ ਸਟੇਟ ਖੜੀ ਕੀਤੀ ਹੈ, ਤੁਸੀਂ ਇਹਦੇ ਖਿਲਾਫ ਕੀ ਲੜਦੇ ਜੋ? ਉਹਨਾਂ ਦੇ ਵੀ ਤਰਕ ਸਹੀ ਹੈ ਕਿਉਂਕਿ ਉਹਨਾਂ ਨੇ ਨਾਇਕ ਉਹਨੂੰ ਤਾਂ ਬਣਾਇਆ। ਤੇ ਜੇ ਤੁਸੀਂ ਅੱਜ ਲੜਨਾ ਹੈ ਤੇ ਤੁਸੀਂ ਕਿਹੜਾ ਨਾਇਕ ਨੂੰ ਚੁਣੋਗੇ? ਉਹਨਾਂ ਨੂੰ ਜਿਨ੍ਹਾਂ ਨੇ ਸਲੇਵਰੀ ਨੂੰ ਆਇਡੈਂਟੀਫਾਈ ਕੀਤਾ, ਉਹਦੇ ਖਿਲਾਫ ਲੜੇ ਤੇ ਉਹਦੇ ਖਿਲਾਫ ਲੜਦਿਆਂ ਸ਼ਹਾਦਤ ਦਿੱਤੀ ਹੈ। ਸਾਡੇ ਕੋਲ ਬਹੁਤ ਵੱਡੇ ਨਾਇਕ ਨੇ, ਸਾਨੂੰ ਕੋਈ ਛੋਟੇ ਮੋਟੇ ਨਾਇਕਾਂ ਦੀ ਲੋੜ ਹੀ ਨਹੀਂ। ਹਾਂਜੀ ਅੰਮ੍ਰਿਤਪਾਲ ਵੀਰੇ, ਮੇਰਾ ਨਾ ਵੀਰੇ ਤੇ ਬਸ ਇਹ ਪੁੱਛਣਾ, ਮੈਂ ਕਿਹਾ ਵੀ ਇਸ ਤਰ੍ਹਾਂ ਸਿਆਸਤ ਤੋਂ ਬਾਅਦ ਇਹਦੀ ਆਪਾਂ ਪੰਜਾਬ ਪੋਲੀਟਿਕਸ ਗੱਲ ਕਰਦਾ ਵੀ ਹੁਣ ਜਿੱਦਾਂ ਮਹਿੰਦਰਪਾਲ ਸਿੰਘ ਨੇ ਦੱਸਿਆ 2005 ਦੇ ਵਿੱਚ ਇਹਨਾਂ ਨੇ ਕੇਸ ਕੀਤਾ ਤੇ ਚਲੋ ਬਰੀ ਵੀ ਹੋਏ ਆ। ਇਹਨਾਂ ਦੀ ਅਦਾਲਤ ਆਪਾਂ ਨਹੀਂ ਮੰਨਦੇ, ਇਹਨਾਂ ਦੀ ਅਦਾਲਤ ਨੇ ਇਹਨਾਂ ਨੇ ਕੇਸ ਬਰੀ ਹੋ ਕੇ ਜਿਹੜਾ ਆਲਰੇਡੀ ਪੁਰਾਣੀ ਗੱਲ ਆ ਤੇ ਹੁਣ ਜਿਹੜਾ ਬਿਆਨ ਵੀ 2 ਮਹੀਨੇ ਪੁਰਾਣਾ ਚੱਕਿਆ ਇਹਨਾਂ ਨੇ, ਹਨਾ। ਹੁਣ ਮਤਲਬ ਕਹਿਣ ਦਾ ਵੀ ਇਹ ਜਿਵੇਂ ਆਮ ਪਾਰਟੀ ਵੱਲੋਂ ਜਿਹੜੇ ਇਹਨਾਂ ਨੇ ਬਣਾਇਆ ਗਿਆ ਕਿ ਪ੍ਰੋਪੋਗੈਂਡਾ ਵੀ ਚਲ ਉਹਦੇ ਵਿੱਚ ਭਾਵੇਂ ਰਾਘਵ ਚੱਡਾ ਦੀ ਨਿਯੁਕਤੀ ਨੂੰ ਉਹਨੇ ਕਰਤਾ ਵੀ ਲੋਕਾਂ ਦਾ ਧਿਆਨ ਨਾ ਜਾਵੇ, ਤੇ ਜਿਹੜੇ ਤਰੀਕੇ ਨਾਲ ਜਿੰਨੇ ਐਮਐਲਏ ਆ ਤੇ ਜਿਨ੍ਹਾਂ ਨੇ ਉਹਨਾਂ ਨੇ ਆਪਦਾ ਜਲੂਸ ਕੱਢਿਆ ਤੇ ਇੱਕੋ ਗੱਲ ਦੇ ਉੱਤੇ ਅੜ ਗਏ ਆ। ਈਵਨ ਮਤਲਬ ਇਹਨਾਂ ਦੀ ਕੋਰਟ ਨੇ ਆਲਰੇਡੀ ਇਹ ਚੀਜ਼ ਤੇ ਬਰੀ ਕੀਤਾ ਵਾ ਤੇ ਗੱਲ ਮੀਡੀਆ ਨੂੰ ਵੀ ਪਤਾ ਵਾ। ਤੇ ਗੱਲ ਤੇ ਇਹ ਵੀ ਹੁਣ ਆਪਣੇ ਬੰਦਿਆਂ ਤੱਕ ਵੀ, ਫਿਰ ਸੋਸ਼ਲ ਮੀਡੀਆ ਤੱਕ ਤੇ ਆਪਣੇ ਕੋਲ ਤੇ ਫਿਰ ਜਿੰਨੇ ਕੁ ਸੀਮਤ ਜਿਹੇ ਸਾਧਨ ਆ ਤੇ ਆਪਾਂ ਤਾਂ ਉੱਥੋਂ ਤੱਕ ਇਹਨਾਂ ਨੂੰ ਦੱਸ ਸਕਦੇ ਆ ਨਾ। ਬਾਕੀ ਤੇ ਜਿਹੜੇ ਤਰੀਕੇ ਨਾਲ ਭਾਵੇਂ ਆਮ ਪਾਰਟੀ ਦੇ ਐਮਐਲਏ ਆ, ਜਿਹੜੀ ਇਹਨਾਂ ਦੀ ਕੋਰਟ ਵੱਲੋਂ ਚੀਜ਼ ਆ ਚੁੱਕੀ ਉਹਨੂੰ ਵੀ ਨਹੀਂ ਮੰਨਦੇ ਪਏ। ਜਦੋਂ ਮਾਨ ਸਾਹਿਬ ਉਹਨਾਂ ਨੂੰ ਬਰੀ ਕੀਤਾ ਗਿਆ ਵਾ 2005 ਚ ਹੋਇਆ ਤੇ 5 ਸਾਲ ਬਾਅਦ ਮਤਲਬ ਬਰੀ ਹੋਏ ਪੂਰੇ ਕੇਸ ਚ, ਹਨਾ। ਉਹਨਾਂ ਨੂੰ ਨਹੀਂ ਮੰਨ ਕੇ ਉਹਨੂੰ ਵੀ ਰਿਜੈਕਟ ਕਰਕੇ ਤੇ ਇੱਕ ਪ੍ਰੋਪੋਗੈਂਡਾ ਹੀ ਏਦਾਂ ਫੇਕ ਚਲਾਇਆ ਜਾ ਰਿਹਾ ਜਾਣ ਬੁੱਝ ਕੇ, ਜਿਹੜੀ 2 ਮਹੀਨੇ ਪੁਰਾਣੀ ਗੱਲ ਆ ਉਹਨੂੰ ਬਣਾ ਕੇ, ਹਨਾ।
ਤੇ ਮੈਂ ਤਾਂ ਬਸ ਇਹ ਹੈ ਵੀ ਆਪਣੇ ਕੋਲੇ ਤਾਂ ਫਿਰ ਇਹੀ ਹੈ ਵੀ ਸੀਮਤ ਸਾਜੇ ਨੇ ਤੇ ਆਪਦੇ ਤੱਕ ਹੀ ਆਪਾਂ ਗੱਲ ਕਰ ਸਕਦੇ, ਆਪਦੇ ਬੰਦੇ ਤੱਕ ਗੱਲ ਪਹੁੰਚਾ ਸਕਦੇ ਹਾਂ। ਕਿ ਮੀਡੀਆ ਵੀ ਜਿਹੜੇ ਤਰੀਕੇ ਨਾਲ ਪੰਜਾਬੀ ਮੀਡੀਆ ਜੋ ਇੱਥੇ ਬਣਿਆ ਸੀਗਾ, ਜਿਹੜਾ ਆਪਣਾ ਕਿਸਾਨੀ ਟਾਈਮ ਵੇਲੇ ਜੋ ਵੀ, ਉਹ ਵੀ ਸਾਰੇ ਇਹਨਾਂ ਦੇ ਇੰਡਾਇਰੈਕਟਲੀ ਹੱਕ 'ਚ ਭੁਗਤਦਾ ਨਾ। ਤੇ ਮੇਰੇ ਹਿਸਾਬ ਨਾਲ ਤੇ ਇਹ ਵੀ ਬਹੁਤ ਸੀਮਤ ਸਾਧਨ ਆ ਤੇ ਉਹਨਾਂ ਤੱਕ ਹੀ ਆਪਾਂ ਉਹਦੇ ਲੈਵਲ ਤੱਕ ਪ੍ਰਚਾਰ ਕਰ ਸਕਦੇ ਜਿੱਦ ਤੱਕ ਲੋਕਾਂ ਨੂੰ ਪਤਾ ਲੱਗੇ। ਮੋਸਟਲੀ ਜਵਾਬ ਤੇ ਆਪਣੇ ਬੰਦਿਆਂ ਨੇ ਦਿੱਤਾ ਬਹੁਤ ਟਿਕਾ ਕੇ, ਪਰ ਹੁਣ MLA ਸਾਰੇ ਵੀ ਜਿਵੇਂ ਇੱਕਦਮ ਦੇ ਨੇ, ਜਿਵੇਂ ਸੰਗਲੀ ਖੋਲੀ ਹੁੰਦੀ, ਜਿੰਨਾ MLA ਦਾ ਆਪਾਂ ਨਹੀਂ ਪਤਾ ਉਹ ਵੀ ਟਵੀਟ ਕਰ ਰਿਹਾ। ਜਿੱਥੇ ਬੋਲਣਾ ਸੀ ਜਦੋਂ ਪੰਜਾਬ ਦਾ ਮੁੱਦਾ, ਯੂਨੀਵਰਸਿਟੀ ਦਾ ਮੁੱਦਾ, ਕੋਈ ਉੱਥੇ ਇੱਕ ਆਵਾਜ਼ ਤੱਕ ਨਹੀਂ ਆਈ ਕਿਸੇ ਦੀ, ਹਨਾ। ਇਹਦੇ ਬਾਰੇ ਕੋਈ ਮਤਲਬ ਕਹਿਣਾ ਚਾਹੁੰਦੇ ਤੁਸੀਂ? ਉਹ ਤੇ ਦੇਖੋ, ਜਦੋਂ ਤੁਸੀਂ ਸਟੇਟ ਦੀ ਰਗ ਨੂੰ ਫੜ ਲਓਗੇ ਨਾ, ਸਟੇਟ ਦੀ ਜਦੋਂ ਤੁਸੀਂ ਢਾਂਚੇ ਨੂੰ ਜਿਹੜਾ ਹੱਥ ਪਾ ਲਓਗੇ, ਉਦੋਂ ਫਿਰ ਜਿਹੜੇ ਸਟੇਟ ਤੇ ਪਾਲਤੂ ਉਹਨਾਂ ਦੇ ਬੋਲਣਾ ਹੁੰਦਾ, ਉਹਨਾਂ ਦਾ ਤੇ ਮਕਸਦ, ਕਿਉਂਕਿ ਉਹਨਾਂ ਦੇ ਤੁਸੀਂ ਘਰ ਨੂੰ ਢਾਉਣ ਤੁਰ ਪਏ ਜੋ। ਹੁਣ ਇਹ ਸੱਚਾਈ ਹੈ ਵੀ ਜਿੰਨਾ ਚਿਰ ਭਗਤ ਸਿੰਘ ਦਾ ਨਾਇਕ ਨਹੀਂ ਟੁੱਟਦਾ, ਉਹਨਾਂ ਚਿਰ ਤੁਹਾਡੇ ਨਾਇਕ ਜਿਹੜੇ ਉਹਦੀ ਜਗ੍ਹਾ ਨਹੀਂ ਲੈ ਸਕਦੇ। ਤੇ ਹੁਣ ਨਾਇਕ ਤੋੜਨਾ ਕਿੰਨੇ ਆ? ਉਹਦਾ ਜਿਹੜਾ ਉਹਦਾ ਇੱਕ ਇਲੂਜਨ ਆ ਵੀ ਭਗਤ ਸਿੰਘ ਨੇ ਸਾਡੀ ਖਾਤਰ ਕੋਈ ਸਾਡੀ ਖਾਤਰ ਕੁਰਬਾਨੀ ਨਹੀਂ ਕੀਤੀ। ਸਾਡੀ ਖਾਤਰ ਕੁਰਬਾਨੀ ਉਹਨਾਂ ਨੇ ਕੀਤੀ ਹੈ ਜਿਨ੍ਹਾਂ ਨੇ ਸਾਡੀ ਮਾਂ ਬੋਲੀ ਲਈ, ਸਾਡੇ ਖਿੱਤੇ ਲਈ, ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੀ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਨੇ ਰਾਜ ਦੀ ਖਾਤਰ ਕੁਰਬਾਨੀਆਂ ਕੀਤੀਆਂ। ਨਾ ਭਗਤ ਸਿੰਘ ਨੇ ਕੋਈ ਦੁਨੀਆ ਦੇ ਉੱਤੇ ਕੋਈ ਹਿਊਮੈਨਿਟੀ ਵਾਸਤੇ ਕੋਈ ਕੰਮ ਕੀਤਾ ਜਿਹੜਾ ਇਹ ਕੋਈ ਸੋਚਿਆ ਜਾਵੇ। ਭਗਤ ਸਿੰਘ ਦੀ ਕਈ ਕਹਿੰਦੇ ਵੀ ਸੋਚ ਬੜੀ ਵਿਸ਼ਾਲ ਹੈ। ਫਿਰ ਮੈਂ ਕਈ ਬੰਦੇ ਕਹਿੰਦੇ ਵੀ ਤੁਸੀਂ ਮੁਲਕ ਛੋਟੇ ਛੋਟੇ ਮੁਲਕਾਂ 'ਚ ਵੰਡਣ ਦੀ ਗੱਲ ਖਤਮ ਕਰੋ ਤੇ ਵੱਡੀ ਸੋਚੋ। ਮੈਂ ਤਾਂ ਕਹਿੰਦਾ ਠੀਕ ਆ, ਵੱਡਾ ਸੋਚੋ, ਤੁਸੀਂ ਇੱਦਾਂ ਕਰੋ, ਇੰਡੀਆ ਦੇ ਬਾਰਡਰ ਡਿਸੋਲਵ ਕਰ ਦਿਓ, ਚੀਨ ਦੇ ਨਾਲ ਵੀ ਕਹੋ ਵੀ ਚਾਹੇ ਚੀਨ ਆਣ ਕੇ ਕਬਜ਼ਾ ਕਰ ਲਏ ਜਾਂ ਤੁਸੀਂ ਵੀ ਨਾ ਕਰੋ। ਮਤਲਬ ਇਹ ਆ ਵੀ ਤੁਸੀਂ ਇਸ ਬਾਰਡਰਸ ਵਾਲੀ ਦੁਨੀਆ ਦੇ ਵਿੱਚ ਆਪਣੀ ਸਪੇਸ ਮੱਲ ਕੇ ਬੈਠੇ ਜੋ, ਤੁਸੀਂ ਉਹਨੂੰ ਇੰਜੋਏ ਕਰ ਰਹੇ ਜੋ, ਤੁਸੀਂ ਰਾਜ ਭਾਗ ਮਾਣ ਰਹੇ ਜੋ, ਤੇ ਤੁਸੀਂ ਇੱਕ ਕੌਮ ਨੂੰ ਸਪੈਸੀਫਿਕਲੀ ਇਹ ਕਹਿ ਰਹੇ ਜੋ ਵੀ ਤੁਸੀਂ ਇਹ ਛੋਟੀ ਮੋਟੀ ਗੱਲ ਨਾ ਕਰੋ ਰਾਜ ਲੈਣ ਵਾਲੀ, ਤੁਸੀਂ ਕੋਈ ਦੁਨੀਆ ਹਿਊਮੈਨਿਟੀ ਬਾਰੇ ਸੋਚੋ। ਪਰ ਸਾਡੀ ਵਾਰੀ ਤੁਹਾਨੂੰ ਚੇਤਾ ਆਉਂਦਾ ਵੀ ਹਿਊਮੈਨਿਟੀ ਕੀ ਹੈ, ਫਲਾਣ ਕੀ ਹੈ, ਟੀਮ ਕੀ ਹੈ। ਮਤਲਬ ਜਿੱਦਣ ਕੋਈ ਨਹੀਂ ਦੁਨੀਆ ਬਾਰਡਰਲੈਸ ਹੋ ਜਾਊਗੀ, ਅਸੀਂ ਕਿਹੜਾ ਜਿੱਦ ਕਰਨੀ ਉਦਣ ਵੀ ਨਹੀਂ ਸਾਨੂੰ ਬਾਰਡਰ ਚਾਹੀਦੇ ਤੇ ਉਦੋਂ ਅਸੀਂ ਵੀ ਕਰ ਲਿਆਂਗੇ। ਸੋ ਇੱਕ ਤੇ ਜਿਹੜੇ ਅੱਜ ਇਹ ਬੋਲੇ ਆ MLA, ਇਹਨਾਂ ਕੋਲ ਪ੍ਰੋਬਲਮ ਇਹ ਆ ਵੀ ਇਹਨਾਂ ਬੰਦਿਆਂ ਦੇ ਕੋਲ ਕੋਈ ਵਿਜ਼ਨ ਹੀ ਹੈ ਨੀਗਾ। ਇਹ ਬੰਦਿਆਂ ਦੇ ਤੁਸੀਂ ਪਾਵਰ ਤੇ ਦੇਖ ਹੀ ਲਈ ਆਪਾਂ ਵੀ ਇਹਨਾਂ ਕੋਲ ਕਿੰਨੀ ਕੁ ਪਾਵਰ ਹੈ ਵੀ ਇੱਕ ਦਿੱਲੀ ਤੋਂ ਆਣ ਕੇ ਬੰਦਾ ਇਹਨਾਂ ਨੂੰ ਹੁਕਮ ਜਾਰੀ ਕਰਦਾ ਹੈ ਤੇ ਕੁੱਤੇ ਵਾਂਗੂ ਪੂਛਾਂ ਲਾਉਂਦੇ ਫਿਰਦੇ ਨੇ ਉਹਦੇ ਅੱਗੇ ਪਿੱਛੇ। ਸੋ ਔਕਾਤ ਤੇ ਇਹਨਾਂ ਦੀ ਇਹ ਹੈ ਜਿਹੜੇ ਪੰਜਾਬ ਦੇ 92-93 MLA ਤੁਰੇ ਫਿਰਦੇ। ਪਰ ਇਹ ਹੁਣ ਕਿਉਂ ਬੋਲੇ ਆ, ਕਿਉਂ ਇਸ ਕਰਕੇ ਬੋਲੇ ਆ ਵੀ ਜਿਹੜਾ ਇਹਨਾਂ ਦੇ ਕੋਲ ਜਿਹੜੀ ਪਾਵਰ ਹੈ ਉਹ ਸਿੱਖਾਂ ਨੂੰ ਸਦੀਵੀ ਤੌਰ ਤੇ ਗੁਲਾਮ ਬਣਾ ਕੇ ਰੱਖਣ ਕਰਕੇ ਹੀ ਬਚੀ ਹੋਈ ਹੈ। ਜੇ ਫਰਜ਼ ਕਰੋ ਅਸੀਂ ਆਪਣੇ ਨਾਇਕ ਬਦਲ ਦਿਆਂਗੇ, ਫਿਰ ਅਸੀਂ ਉਹਨਾਂ ਲੋਕਾਂ ਨੂੰ ਚੁਣ ਕੇ ਲੈ ਆਵਾਂਗੇ ਅੱਗੇ ਜਿਹੜੇ ਬੰਦੇ ਭਗਤ ਸਿੰਘ ਨੂੰ ਆਪਣਾ ਨਾਇਕ ਨਹੀਂ ਮੰਨਦੇ। ਹੁਣ ਜਿਹੜੇ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦੇ ਉਹਨਾਂ ਦੇ ਪੰਜਾਬ ਦੇ ਪਾਣੀਆਂ ਤੇ ਬੋਲਣਗੇ। ਤੁਸੀਂ ਦੱਸੋ ਮੈਨੂੰ ਵੀ ਜਿਹੜਾ ਬੰਦਾ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦਾ ਹੋਵੇ, ਪੰਜਾਬ ਦੇ ਪਾਣੀਆਂ ਤੇ ਬੋਲਿਆ ਹੋਵੇ, ਪੰਜਾਬੀ ਬੋਲੀ ਤੇ ਬੋਲਿਆ ਹੋਵੇ, ਪੰਜਾਬ ਦੇ ਰਾਜ ਤੇ ਬੋਲਿਆ ਹੋਵੇ, ਜਾਂ ਖਾਲਸੇ ਰਾਜ ਦੀਆਂ ਖਾਲਿਸਤਾਨੀਆਂ ਨੇ ਗੱਲ ਕੀਤੀ ਹੋਵੇ, ਕਿਉਂ ਨਹੀਂ ਕਰਦੇ? ਸੋ ਇਹਦਾ ਅਰਥ ਇਹੋ ਹੀ ਹੈ ਵੀ ਜਦੋਂ ਤੁਸੀਂ ਕਿਸੇ ਨੂੰ ਨਾਇਕ ਮੰਨ ਲੈਂਦੇ ਜੋ ਆਪਣਾ, ਭਾਵੇਂ ਉਹ ਤੁਸੀਂ ਝੂਠ ਜਾਂ ਭਾਵੇਂ ਇੱਕ ਅਹੁਦੇ ਦਾ ਕਰਕੇ ਮੰਨੋ, ਇੱਕ ਜਿਹੜਾ ਪਾਰਲੀਮੈਂਟ ਦਾ ਮੈਂਬਰ ਪਾਰਲੀਮੈਂਟ ਦਾ ਅਹੁਦਾ ਹੈ ਜਾਂ MLA ਦਾ ਅਹੁਦਾ ਹੈ, ਉਹਦੇ ਕਰਕੇ ਮੰਨ ਲਓ, ਪ੍ਰੈਸ਼ਰ ਤੇ ਤੁਹਾਡੇ ਤੇ ਹੈਗਾ ਨਾ ਵੀ ਤੁਸੀਂ ਆਪਣੇ ਨਾਇਕਾਂ ਤੋਂ ਕਿਨਾਰਾ ਕਰਕੇ ਤੇ ਆਪਣੀਆਂ ਅਸਲ ਮੁਸ਼ਕਲਾਂ ਨੂੰ ਤੁਸੀਂ ਇਗਨੋਰ ਕਰੋ। ਹੁਣ ਜੇ ਕੋਈ ਬੰਦਾ ਇਸ ਪਾਵਰ ਸਟਰਕਚਰ ਦੇ ਇਸ ਢਾਂਚੇ ਦੇ ਵਿੱਚ ਜਾ ਕੇ ਵੀ ਇਹ ਕਹਿੰਦਾ ਵੀ ਭਗਤ ਸਿੰਘ ਜਿਹੜਾ ਵਾ ਉਹ ਸਾਡਾ ਨਾਇਕ ਨਹੀਂ, ਤੇ ਸਾਨੂੰ ਐ ਲੱਗਦਾ ਵੀ ਇਹੋ ਹੀ ਅਸਲ 'ਚ ਸੰਤ ਭਿੰਡਰਾਂਵਾਲੇ ਸਾਡੇ ਨਾਇਕ ਆ। ਉਹ ਸਰਦਾਰ ਮਾਨ ਨੇ ਜਿੱਦਣ ਆਪਣੀ ਬਣੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਮੈਂ ਜਿੱਤ ਆਪਣੀ ਸੰਤ ਭਿੰਡਰਾਂਵਾਲੇ ਨੂੰ ਸਮਰਪਿਤ ਕਰਨੀ ਚਾਹੁੰਦਾ। ਇਹੋ ਹੀ ਪ੍ਰੋਬਲਮ ਹੈ ਇਹਨਾਂ ਦੀ। ਉਹਨਾਂ ਨੇ ਸਾਰੇ ਇਗਨੋਰ ਕਰਤਾ ਵੀ ਇੱਕ ਬੰਦਾ ਹੈ ਮੈਂਬਰ ਪਾਰਲੀਮੈਂਟ, ਇਹ ਨਹੀਂ ਕੋਈ ਹੈਗਾ ਵੀ ਪੰਜਾਬ ਹਿੰਦੁਸਤਾਨ 'ਚ 542 MP ਨੇ ਟੋਟਲ, ਹੁਣ ਸ਼ਾਇਦ ਵੱਧ ਕੇ ਵੀ ਆਉਣਾ। 542 'ਚ ਇੱਕ ਬੰਦਾ ਉੱਠ ਕੇ ਕਹਿ ਰਿਹਾ ਵੀ ਅਸੀਂ ਭਗਤ ਸਿੰਘ ਨੂੰ ਕੁਛ ਨਹੀਂ ਮੰਨਦੇ, ਸੰਤ ਭਿੰਡਰਾਂਵਾਲੇ ਨੂੰ ਮੰਨਦੇ। ਤੇ 541 ਜਿਹੜੇ ਆ ਉਹਨਾਂ ਨੂੰ ਅੱਗ ਲੱਗੀ ਇਹ ਗੱਲ ਦੀ। ਕਿਉਂ ਲੱਗੀ ਹੈ? ਕਿਉਂਕਿ ਉਹਨਾਂ ਦੇ ਕੋਲ ਜਿਹੜੀ ਪਾਵਰ ਹੈ ਉਹ ਆਈ ਇਸ ਕਰਕੇ ਹੈ ਸਾਰੀ ਦੀ ਸਾਰੀ ਵੀ ਉਹਨਾਂ ਨੇ ਆਪਣੇ ਲੋਕਾਂ ਦਾ ਘਾਣ ਕਰਨ ਦੇ ਬਾਵਜੂਦ, ਸਾਰਾ ਕੁਝ ਕਰਨ ਦੇ ਬਾਵਜੂਦ ਇੱਕ ਝੂਠੇ ਨਾਇਕ ਨੂੰ ਆਪਣਾ ਨਾਇਕ ਮੰਨਿਆ। ਸੋ ਇਹ ਪੁਲਿਸ ਵੀ, ਜਿਹੜੀ ਪੁਲਿਸ ਮੁਕਾਬਲੇ ਬਣਾਉਂਦੀ ਹੈ, ਉਹ ਵੀ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦੀ ਹੈ। ਤੁਸੀਂ ਹੈਰਾਨੀ ਵੇਖੋ। ਹੁਣ ਉਹ ਕਹਿੰਦੇ ਵੀ ਭਗਤ ਸਿੰਘ ਜਿਹੜਾ ਵਾ, ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਜੀ, ਭਗਤ ਸਿੰਘ ਦਾ ਫਲਾਣ ਜੀ, ਭਗਤ ਸਿੰਘ ਦਾ ਢੀਂਗ, ਭਗਤ ਸਿੰਘ ਨੇ ਆਹ ਕਰ ਦਿੱਤਾ। ਕਿ ਮਤਲਬ ਅੱਜ ਤੱਕ ਤੁਸੀਂ ਸੁਣਿਆ ਵੀ ਭਗਤ ਸਿੰਘ ਦੇ ਐਕਸ਼ਨਸ ਬਾਰੇ ਕਿਸੇ ਨੇ ਡਿਟੇਲਡ ਗੱਲਬਾਤ ਕੀਤੀ ਹੋਵੇ? ਉਹ ਇਹਦੇ ਤੇ ਵੀ ਹਿਪੋਕ੍ਰੇਸੀ ਹੈ। ਇੱਕ ਇਹਦੀ ਹਿਪੋਕ੍ਰੇਸੀ ਵੀ ਸੁਣ ਲਓ ਵੀ ਭਗਤ ਸਿੰਘ ਤੇ ਸਾਰੀ ਉਮਰ ਵਾਇਲੈਂਟ ਰਿਹਾ। ਉਹਨੇ ਤੇ ਇਹ ਨਹੀਂ ਕਿਹਾ ਵੀ ਮੈਂ ਗਾਂਧੀ ਵਾਂਗੂ ਮਤਲਬ ਨੋਨ ਵਾਇਲੈਂਟ ਤਰੀਕਾ ਅਪਣਾਉਣਾ। ਹੁਣ ਸਟੇਟ ਕੀ ਕਰਦੀ ਹੈ ਵੀ ਅਫੀਸ਼ੀਅਲ ਸਟੇਟ ਨੇ ਗਾਂਧੀ ਨੂੰ ਰੱਖਿਆ ਹੋਇਆ ਨਾਇਕ। ਕਿਉਂ ਰੱਖਿਆ? ਵੀ ਦੇਸ਼ ਨੋਨ ਵਾਇਲੈਂਟ ਹੈ ਜੀ ਇੱਥੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜੇ ਅਫੀਸ਼ੀਅਲੀ ਭਗਤ ਸਿੰਘ ਨੂੰ ਬਣਾਵਾਂਗੇ ਤੇ ਕੱਲ ਨੂੰ ਕੋਈ ਬੰਦਾ ਕਹਿ ਸਕਦਾ ਭਗਤ ਸਿੰਘ ਨੇ ਤਾਂ ਹਥਿਆਰ ਚੁੱਕੇ, ਮੈਂ ਵੀ ਚੱਕੂਗਾ। ਅਫੀਸ਼ੀਅਲੀ ਸਟੇਟ ਕਦੇ ਵੀ ਭਗਤ ਸਿੰਘ ਨੂੰ ਨਹੀਂ ਕਰਦੀ ਆਪਣਾ ਨਾਇਕ ਅਨਾਊਂਸ।
ਅਫੀਸ਼ੀਅਲੀ ਸਟੇਟ ਕਰੇ ਵੀ ਸ਼ਹੀਦ ਆ ਭਗਤ ਸਿੰਘ ਜੀ। ਜੇ ਹੁਣ ਕਰ ਵੀ ਦਊਗੀ ਤਾਂ ਕੋਈ ਫਰਕ ਨਹੀਂ ਪੈਂਦਾ। ਪਰ ਇਹ ਆ ਵੀ ਉਹਨਾਂ ਨੇ ਦੋ ਪ੍ਰੋਬਲਮ ਖੜੀਆਂ ਕਰਤੀਆਂ। ਉਹਨਾਂ ਨੇ ਭਗਤ ਸਿੰਘ ਜਿਹੜਾ ਵਾ ਉਹਨੂੰ ਜਿਹੜਾ ਪੁਲਿਸ ਫੌਜ ਦਾ ਮੋਰਾਲ ਚੁੱਕਣ ਨੂੰ ਭਗਤ ਸਿੰਘ ਨੇ ਕੁਰਬਾਨੀ ਦਿੱਤੀ ਜੀ, ਕਿਉਂਕਿ ਮੋਰਾਲ ਤੇ ਏਦਾਂ ਹੀ ਚੁਕਾਉਣਾ ਵੀ ਝੂਠੇ ਪ੍ਰਾਪੋਗੰਡੇ ਕਰਕੇ। ਇਹਦੇ ਲਈ ਜਿਹੜਾ ਬ੍ਰਾਹਮਣ ਹੈ ਉਹ ਬੜਾ ਮਾਹਰ ਹੈ ਇਹਨਾਂ ਕੰਮਾਂ ਦੇ ਵਿੱਚ। ਉਹਨਾਂ ਨੇ ਮੋਰਾਲ ਚੁੱਕਣ ਲਈ ਸਾਰਾ ਮਿਥਿਹਾਸ ਸਿਰਜਿਆ। ਮਿਥਿਹਾਸ ਦਾ ਅਰਥ ਇਹ ਹੁੰਦਾ ਵੀ ਜਿਹੜਾ ਕੋਈ ਸੱਚ ਨਾ ਹੋਵੇ, ਜਿਹਨੂੰ ਸਿਰਜਿਆ ਜਾਵੇ ਲੋਕਾਂ ਨੂੰ, ਮਤਲਬ ਕਹਾਣੀਆਂ ਦੇ ਰੂਪ ਦੇ ਵਿੱਚ ਫਿਕਸ਼ਨ ਘੜੀ ਜਾਵੇ ਤਾਂ ਜੋ ਲੋਕਾਂ ਨੂੰ ਬਦਲਿਆ ਜਾ ਸਕੇ। ਸੋ ਉਹਨੇ ਬੜਾ ਤਕੜਾ ਮਿਥਿਹਾਸ ਸਿਰਜਿਆ ਵੀ ਲੋਕਾਂ ਨੂੰ ਵਾਰੀਅਰ ਬਣਾਉਣ ਲਈ, ਜਾਂ ਕੋਸ਼ਿਸ਼ ਕੀਤੀ ਏਦਾਂ ਦੀ। ਅਸਲ ਇਤਿਹਾਸ ਉਹਨਾਂ ਕੋਲ ਕੋਈ ਨਹੀਂ ਹੈਗਾ। ਹੁਣ ਏਦਾਂ ਹੀ ਜਿਹੜਾ ਇਹ ਸਾਡੇ ਤੋਂ ਥੋਪਿਆ ਗਿਆ ਸਾਰਾ ਕੁਝ। ਸਾਨੂੰ ਅਸੀਂ ਭਗਤ ਸਿੰਘ ਨੂੰ ਹੁਣ ਕਾਮਰੇਡ ਜਿਹੜੇ ਆ ਉਹਨਾਂ ਨੂੰ ਐਂ ਲੱਗਦਾ ਵੀ ਭਗਤ ਸਿੰਘ ਬਹੁਤ ਵੱਡਾ ਹੀਰੋ ਹੈ। ਬਲਤੇਜ ਪੰਨੂ ਜਿਹੜਾ ਗੰਜਾ ਜਿਹਾ ਪੱਤਰਕਾਰ ਹੈ, ਉਹਨੇ ਲਿਖਿਆ ਵੀ ਜੇ ਕੀ ਨਾਂ ਲਈਦਾ ਭਗਤ ਸਿੰਘ ਅੱਤਵਾਦੀ ਹੈ ਤੇ ਫਿਰ ਜਟਾਣੇ ਵਰਗੇ ਬੰਦੇ ਨਾਇਕ ਕਿੱਦਾਂ ਹੋ ਸਕਦੇ? ਮਤਲਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਫਰਕ ਕੀ ਹੈ। ਜਟਾਣੇ ਹੋਣਾ ਨੇ ਤੇ ਮਤਲਬ ਭਾਈ ਜਟਾਣੇ ਨੇ ਤੇ ਉਸ ਬੰਦੇ ਨੂੰ ਮਾਰਿਆ ਜਿਹੜਾ ਬੰਦਾ ਪ੍ਰੋਬਲਮ ਬਣ ਰਿਹਾ ਸੀ, ਜਿਹੜਾ ਬੰਦਾ ਐਕਚੁਅਲ ਦੇ ਵਿੱਚ ਪਾਰਟੀਸਪੇਟ ਕਰ ਰਿਹਾ ਸੀ ਸਾਰਾ ਕੁਛ। ਇਹ ਤਾਂ ਨਹੀਂ ਹੈਗਾ ਵੀ ਭਾਈ ਜਟਾਣੇ ਨੇ ਉੱਥੇ ਜਿੰਨੇ SYL ਦੇ ਲਾਗੇ ਛਾਗੇ ਤੁਰੇ ਫਿਰਦੇ ਬੰਦੇ ਸਾਰੇ ਚੱਕ ਦਿੱਤੇ, ਚੀਫ ਇੰਜੀਨੀਅਰ ਨੂੰ ਮਾਰਿਆ। ਹੁਣ ਜੇ ਤੇ ਬਲਤੇਜ ਪੰਨੂ ਭਗਤ ਸਿੰਘ ਨੂੰ ਨਾਇਕ ਮੰਨਦਾ ਤੇ ਭਾਈ ਜਟਾਣੇ ਨੂੰ ਨਾਇਕ ਕਿਉਂ ਨਹੀਂ ਮੰਨਦਾ? ਮਤਲਬ ਇਹ ਫਿਰ ਬਲਤੇਜ ਪੰਨੂ ਅੱਜ ਵਾਇਲੈਂਸ ਨੂੰ ਜਿਹੜਾ ਵਾ ਮਾੜਾ ਕਿਉਂ ਕਹਿੰਦਾ? ਫਿਰ ਬਲਤੇਜ ਪੰਨੂ ਇਹ ਕਿਉਂ ਕਹਿੰਦਾ ਵੀ ਹਥਿਆਰ ਮਾੜੇ ਨੇ, ਹਥਿਆਰ ਨਹੀਂ ਹੋਣੇ ਚਾਹੀਦੇ? ਗਨ ਕਲਚਰ ਦੀ ਕਿਉਂ ਉਹਦਾ ਕ੍ਰਿਟਿਸਿਜ਼ਮ ਕਰਦਾ? ਮਤਲਬ ਇੰਨੀ ਪਾਰਸ਼ੈਲਿਟੀ, ਇੰਨੀ ਹਿਪੋਕ੍ਰੇਸੀ ਵੀ ਤੁਸੀਂ ਇੱਕ ਪਾਸੇ ਇੱਕ ਉਸ ਬੰਦੇ ਨੂੰ ਆਪਣਾ ਨਾਇਕ ਮੰਨਦੇ ਹੋ ਜਿਹਨੇ ਵਾਇਲੈਂਸ ਵੀ ਵਰਤੀ ਹੈ ਤੇ ਬੜੀ ਮਤਲਬ ਇਲੌਜੀਕਲ ਤਰੀਕੇ ਦੇ ਨਾਲ ਵਰਤੀ। ਜਿਹਦੇ ਕੋਈ ਤੁੱਕ ਹੀ ਨਹੀਂ ਬਣਦੀ, ਜਿੱਥੇ ਕੋਈ ਤੁੱਕ ਨਹੀਂ ਬਣਦੀ ਉੱਥੇ ਮਤਲਬ ਗੋਲੀਆਂ ਚਲਾ ਦਿੱਤੀਆਂ ਜਾ ਕੇ, ਹੈ ਜਿੱਥੇ ਕੋਈ ਰੌਲਾ ਨਹੀਂ ਉੱਥੇ ਬੰਬ ਸੁੱਟ ਦਿੱਤਾ ਜਾ ਕੇ। ਸੋ ਜਿਹੜੇ ਬੰਦਿਆਂ ਨੇ ਸਪੈਸੀਫਿਕਲੀ ਚੂਜ਼ ਕਰਕੇ ਤੇ ਮਹਾਰਾਜ ਦੇ ਬਚਨ ਤੋਂ ਬਾਅਦ ਵੀ ਜਦੋਂ ਕੋਈ ਹੋਰ ਹੀਲਾ ਵਸੀਲਾ ਨਹੀਂ ਬਚਿਆ ਉਦੋਂ ਵਾਇਲੈਂਸ ਵਰਤੀ, ਉਹਨਾਂ ਨੂੰ ਤੁਸੀਂ ਖਲਨਾਇਕ ਕਹਿੰਦੇ ਜੋ ਤੇ ਭਗਤ ਸਿੰਘ ਨੂੰ ਨਾਇਕ ਕਹਿੰਦੇ। ਹੁਣ ਹਿਪੋਕ੍ਰੇਸੀ ਤੁਹਾਡੇ 'ਚ। ਅਸੀਂ ਤੇ ਭਗਤ ਸਿੰਘ ਨੂੰ ਖਲਨਾਇਕ ਨਹੀਂ ਕਹਿੰਦੇ, ਅਸੀਂ ਇਹ ਕਹਿੰਦੇ ਵੀ ਸਾਡਾ ਨਾਇਕ ਨਹੀਂ ਹੈਗਾ। ਸੋ ਇਹ ਜਿਹੜਾ ਨਾ ਇਹ ਸਟੇਟ ਦੀ ਬਹੁਤ ਵੱਡੀ ਜਿਹੜੀ ਪਾਲਿਸੀ ਹੁੰਦੀ ਹੈ, ਕਿਸੇ ਵੀ ਕੌਮ ਨੂੰ ਇਹ ਜਤਾ ਦੇਣਾ। ਮਤਲਬ ਤੁਸੀਂ ਜਦੋਂ ਕੌਮੀ ਰੂਪ ਦੇ ਵਿੱਚ ਅੱਜ ਜਦੋਂ ਕਿਸੇ ਨੂੰ ਨਾਇਕ ਮੰਨਣਾ ਹੈ, ਕਿਉਂ ਮੰਨਣਾ? ਕਿਉਂਕਿ ਤੁਸੀਂ ਨਾਇਕ ਨੇ ਤੁਹਾਨੂੰ ਇੰਸਪਾਇਰ ਕਰਨਾ ਹੈ, ਤੁਹਾਡੇ ਨੇ ਜਿਹੜਾ ਜੋ ਤੋਂ ਤੁਸੀਂ ਪ੍ਰੇਰਨਾ ਲੈਣੀ ਹੈ। ਹੁਣ ਏਦਾਂ ਨਹੀਂ ਹੋ ਸਕਦਾ ਵੀ ਜਿਹੜੀ ਸਟੇਟ, ਜਿਹੜੀ ਈਵਲ ਸਟੇਟ ਹੈ, ਇੰਡੀਅਨ ਸਟੇਟ, ਇਹਨੂੰ ਬਚਾਉਣ ਲਈ ਜਿਹੜੇ ਲੜ ਰਹੇ ਨੇ, ਪੁਲਿਸ ਹੋ ਗਈ, ਫੌਜ ਹੋ ਗਈ, ਉਹ ਵੀ ਆਪਣਾ ਨਾਇਕ ਭਗਤ ਸਿੰਘ ਨੂੰ ਮੰਨੀ ਜਾਂਦੇ ਹੋਣ ਤੇ ਜਿਹੜੇ ਇਹਦੇ ਖਿਲਾਫ ਲੜਦੇ ਨੇ ਉਹ ਵੀ ਆਪਣਾ ਨਾਇਕ ਭਗਤ ਸਿੰਘ ਨੂੰ ਮੰਨੀ ਜਾਂਦੇ ਹੋਣ। ਇਹ ਤਾਂ ਬੇਵਕੂਫੀ ਹੈ। ਇਹ ਕਾਹਦੀ ਲੜਾਈ ਹੈ? ਸੋ ਇਸ ਕਰਕੇ ਉਹ ਬੇਸ਼ੱਕ ਕਹਿਣ ਉਹ ਸਾਡੇ ਬੱਚਿਆਂ ਨੂੰ ਪੜ੍ਹਾਉਣਗੇ, ਕਿਉਂਕਿ ਸਕੂਲ ਉਹਨਾਂ ਦੇ ਨੇ, ਉਹ ਅਖਬਾਰਾਂ ਉਹਨਾਂ ਦੀਆਂ ਨੇ, TV ਉਹਨਾਂ ਦਾ ਹੈ, ਸਾਰਾ ਕੁਝ ਉਹਨਾਂ ਦੇ, ਉੱਥੇ ਤੇ ਭਗਤ ਸਿੰਘ ਹੀ ਚੱਲੂਗਾ। ਪਰ ਘੱਟੋ ਘੱਟ ਜਿੱਥੇ ਰੈਜ਼ਿਸਟੈਂਸ ਦੀ ਗੱਲ ਹੁੰਦੀ ਹੈ, ਜਿੱਥੇ ਬਗਾਵਤ ਦੀ ਗੱਲ ਚੱਲਦੀ ਹੈ, ਉੱਥੇ ਜਿਹੜਾ ਨਾ ਭਗਤ ਸਿੰਘ ਨਹੀਂ ਹੋਣਾ ਚਾਹੀਦਾ। ਕਿਉਂਕਿ ਭਗਤ ਸਿੰਘ ਬਾਗੀ ਨਹੀਂ ਹੈਗਾ। ਭਗਤ ਸਿੰਘ ਪੰਜਾਬ ਦੇ ਲਈ ਕਦੀ, ਪੰਜਾਬ ਜਿਹੜਾ ਵਾ ਨਾ ਹਿੰਦੁਸਤਾਨ ਦਾ ਬਾਗੀ ਨਹੀਂ ਹੋ ਸਕਦਾ। ਭਗਤ ਸਿੰਘ ਇੰਡੀਆ ਦਾ ਬਾਗੀ ਨਹੀਂ ਹੋ ਸਕਦਾ। ਭਗਤ ਸਿੰਘ ਪੰਜਾਬ ਦਾ ਬਾਗੀ ਹੈਗਾ ਕਿਉਂਕਿ ਉਹਨੇ ਬੋਲੀ ਨਾਲ ਬਗਾਵਤ ਕੀਤੀ ਹੈ, ਉਹਨੇ ਪੰਜਾਬ ਦੀ ਆਇਡੈਂਟੀਟੀ ਨਾਲ ਬਗਾਵਤ ਕੀਤੀ, ਧਰਮ ਨਾਲ ਬਗਾਵਤ ਕੀਤੀ ਹੈ। ਸੋ ਸਾਨੂੰ ਇਹ ਚੀਜ਼ਾਂ ਨੂੰ ਅੰਡਰਸਟੈਂਡ ਕਰਕੇ ਤੇ ਆਪਣੇ ਤੌਰ ਦੇ ਉੱਤੇ ਇਹ ਗੱਲ ਨੂੰ, ਪਹਿਲੀ ਗੱਲ ਤੇ ਆਪਣੇ ਮਨਾਂ ਚੋਂ ਗਿਲਟ ਕੱਢ ਦੇਣੀ ਚਾਹੀਦੀ ਵੀ ਨਹੀਂ ਜੀ। ਕਈ ਬੰਦੇ ਕਹਿਣਗੇ ਠੀਕ ਹੈ ਜੀ, ਉਹਨੂੰ ਵੀ ਮੰਨ ਲਓ, ਨਹੀਂ ਉਹਨੂੰ ਕਿ ਅਸੀਂ ਨਹੀਂ ਮੰਨ ਸਕਦੇ। ਸਾਡੇ ਕੋਲ ਨਾਇਕਾਂ ਦੀ ਕੋਈ ਸਪੇਸ ਥੋੜੀ ਹੈ, ਬੇਸਿਕ ਫਰੇਮ ਜੜਿਆ ਵਾ ਵੀ ਇਹਦੀ ਫੋਟੋ ਵੀ ਲਾ ਦਈਏ ਉੱਥੇ ਖੜ ਕੇ। ਕੰਟਰਾਡਿਕਟਰੀ ਬੰਦਿਆਂ ਨੂੰ ਕਿੱਦਾਂ ਅਸੀਂ ਦੋਵਾਂ ਨੂੰ ਨਾਇਕ ਬਣਾ ਕੇ ਖੜੇ ਕਰ ਦਈਏ? ਫਿਰ ਤੁਸੀਂ ਸ਼ਹੀਦ ਆਜ਼ਮ ਕਹਿੰਦੇ ਜੋ, ਮਤਲਬ ਤੁਸੀਂ ਇਹਨੂੰ ਗੁਰੂ ਅਰਜਨ ਪਾਤਸ਼ਾਹ ਦੇ ਬਰਾਬਰ ਬਿਠਾ ਰਹੇ ਜੋ, ਕਿਹੜੀ ਗੱਲ ਕਰਕੇ? ਸੋ ਇਹ ਅਫੀਸ਼ੀਅਲ ਤੌਰ ਤੇ ਜਦੋਂ ਕੋਈ ਵੀ ਜੇ ਕੋਈ ਭਗਵੰਤ ਮਾਨ ਵਰਗਾ ਜਿਹੜਾ ਬੰਦਾ ਜਿਹੜਾ ਦਿੱਲੀ ਦਾ ਚੱਪਲਾਂ ਚੱਟ ਰਿਹਾ, ਉਹ ਬੰਦਾ ਬੜਾ ਬੁੜਕ ਰਿਹਾ ਵੀ ਭਗਤ ਸਿੰਘ ਨੂੰ ਤੁਸੀਂ ਆ ਕਹਿ ਦਿੱਤਾ। ਉਹਨੂੰ ਕਿਹਾ ਵੀ ਤੂੰ ਕੀ ਆ? ਫਿਰ ਜੇ ਤੇਰੇ ਨਾਇਕ ਏਦਾਂ ਦੇ ਆ ਜਿਹੜੇ ਦਿੱਲੀ ਦੇ ਉਪਾਸ਼ਕ ਰਹੇ ਹੋਣ, ਉਹੋ ਜਿਹਾ ਤੂੰ ਆ ਦਿੱਲੀ ਦੇ ਚੱਪਲ ਚੱਟਣ ਵਾਲਾ, ਸਾਨੂੰ ਕੀ ਦੱਸ ਰਿਹਾ ਤੂੰ? ਸੋ ਸਾਡੇ ਤੇ ਉਹ ਨਾਇਕ ਹੈ ਜਿਹੜਾ ਨੇ ਸੱਚ ਬੋਲਿਆ। ਸੰਤ ਕਰਤਾਰ ਸਿੰਘ ਭਿੰਡਰਾਲਿਆਂ ਨੇ ਦਿੱਲੀ ਕਾਨਫਰੰਸ ਦੇ ਵਿੱਚ ਜਦੋਂ ਇੰਦਰਾ ਗਾਂਧੀ ਦੇ ਆਉਣ ਤੇ ਲੋਕ ਖੜੇ ਹੋ ਗਏ ਸੀ ਗੁਰੂ ਸਾਹਿਬ ਦੀ ਹਜ਼ੂਰੀ 'ਚ, ਉਦੋਂ ਸੱਚ ਬੋਲਿਆ ਸੀ ਇੰਦਰਾ ਗਾਂਧੀ ਦੇ ਮੂੰਹ ਦੇ ਉੱਤੇ ਵੀ ਇੱਥੇ ਜਿਹੜੇ ਉਹਨੇ ਕਿਹਾ ਸੀ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਬਿਰਾਜਮਾਨ ਅਤੇ ਕੋਈ ਦੁਖੀ ਦਾ ਕੋਈ ਬੰਦਾ ਆਉਂਦਾ ਤੁਸੀਂ ਉੱਠ ਕੇ ਖੜੇ ਹੋ ਜਾਂਦੇ ਜੋ। ਇਹ ਅਸੀਂ ਉਹਨਾਂ ਨੂੰ ਆਪਣਾ ਨਾਇਕ ਮੰਨਦੇ ਹਾਂ। ਅਸੀਂ ਉਹਨਾਂ ਨੂੰ ਨਾਇਕ ਨਹੀਂ ਮੰਨਦੇ ਵੀ ਜਿਹੜੇ ਰਾਘਵ ਚੱਡੇ ਤੇ ਕੇਜਰੀਵਾਲ ਦੇ ਚਪਲੀ ਚੱਟ ਹੋਣ ਤੇ ਉਹ ਸਾਨੂੰ ਦੱਸਣ ਵੀ ਭਗਤ ਸਿੰਘ ਚੰਗਾ ਕਿ ਮਾੜਾ। ਉਹਨੂੰ ਕਿਹਾ ਵੀ ਭਗਤ ਸਿੰਘ ਹੋਊਗਾ, ਮਤਲਬ ਪਹਿਲੀ ਗੱਲ ਤੇ ਕਿਸੇ ਬੰਦੇ ਦਾ ਕੋਈ ਬਹੁਤ ਵੱਡਾ ਆਈਡੀਆ ਵੀ ਹੋਵੇ ਨਾ,
ਕਿਸੇ ਕੋਲ ਸੰਘਰਸ਼ ਦਾ, ਕਿਸੇ ਨੇ ਬਹੁਤ ਵੱਡੀ ਕੋਈ ਆਈਡੀਆ ਨੂੰ ਜਨਰੇਟ ਕੀਤਾ ਹੋਵੇ, ਕਿਸੇ ਨੇ ਬਹੁਤ ਵੱਡੀ ਕੋਈ ਕੁਰਬਾਨੀ ਕੀਤੀ ਹੋਵੇ, ਉਹਦੇ ਲਈ ਅਸੀਂ ਡਿਬੇਟ ਵੀ ਕਰਦੇ ਚੰਗੀ ਲੱਗੀ ਵੀ ਹਾਂ ਵੀ ਭਗਤ ਸਿੰਘ ਜਿਹੜਾ ਸੀ ਉਹ ਬਹੁਤ ਵੱਡਾ ਕਾਰਨਾਮਾ ਕਰ ਗਿਆ ਤੇ ਸਾਨੂੰ ਅੱਜ ਲੋੜ ਹੈ ਵੀ ਅਸੀਂ ਡਿਬੇਟ ਕਰੀਏ ਵੀ ਭਗਤ ਸਿੰਘ ਨੂੰ ਅਸੀਂ ਅਪਣਾਉਣਾ ਹੈ ਕਿ ਨਹੀਂ ਅਪਣਾਉਣਾ। ਯਾਰ ਮਤਲਬ ਦੁਖੀ ਦਾ ਕੰਮ ਨਹੀਂ ਕੀਤਾ ਤੇ ਆਪਾਂ ਐਵੇਂ ਮਤਲਬ ਸਿਰ ਤੇ ਚੱਕੀ ਫਿਰਦੇ ਮੇਰਾ ਗੱਲ। ਹਾਂਜੀ, ਇੱਕ ਭੈਣ ਜੀ ਦਾ ਬਹੁਤ ਵਧੀਆ ਸਵਾਲ ਸੀ ਕਿ ਜਿਵੇਂ ਲੈਫਟ ਸਾਡੇ ਤੇ ਪ੍ਰੋਪੇਗੈਂਡਾ ਕਰਕੇ ਆਪਣੇ ਨਾਇਕ ਥੋਪਣਾ ਚਾਹੁੰਦਾ ਵਾ, ਆਪਾਂ ਵੀ ਸਿੱਖ ਸਟੂਡੈਂਟ ਯੂਨੀਅਨ ਨੂੰ ਜੇ ਸ਼ਹੀਦਾਂ ਸਿੰਘਾਂ ਨੂੰ ਮਤਲਬ ਕਹਿ ਕੇ ਤੇ ਆਪਣਾ ਸ਼ਹੀਦਾਂ ਸਿੰਘਾਂ ਯੂਨੀਵਰਸਿਟੀ ਲੈਵਲ ਤੇ ਉਹਨਾਂ ਦੀ ਗੱਲ ਕੀਤੀ ਜਾਵੇ, ਫੋਰ ਐਗਜ਼ਾਮਪਲ ਸ਼ਹੀਦ ਭਾਈ ਅਮਰੀਕ ਸਿੰਘ ਜੀ, ਤੇ ਉਹਨਾਂ ਨੂੰ ਨੋਰਮਲਾਈਜ਼ ਕਰਨ 'ਚ ਬਹੁਤ ਸੌਖ ਹੋਵੇਗੀ ਯੂਨੀਵਰਸਿਟੀ ਲੈਵਲ ਤੇ। ਨਹੀਂ ਦੇਖੋ, ਜਿਹੜੇ ਤੇ ਰਜਿਸਟਰ ਵਾਲੀਆਂ ਧਿਰਾਂ ਹੈਗੀਆਂ ਨੇ, ਹੁਣ ਪੰਜਾਬ ਦਾ ਜਿਹੜਾ ਹਿੰਦੂ ਹੈ ਉਹ ਕਦੇ ਨਾਇਕ ਨਹੀਂ ਮੰਨੂਗਾ ਸ਼ਹੀਦ ਭਾਈ ਅਮਰੀਕ ਸਿੰਘ ਨੂੰ। ਰਿਐਲਿਟੀ ਤੇ ਇਹ ਵੀ ਹੈ। ਯੂਨੀਵਰਸਿਟੀਆਂ ਸਟੇਟ ਦੀ ਐਸਟੈਬਲਿਸ਼ਮੈਂਟ ਹੁੰਦੀਆਂ ਨੇ, ਮਤਲਬ ਬੇਸ਼ੱਕ ਉੱਥੇ ਹੁਣ ਕਬਜ਼ਾ ਕੋਈ ਕੱਲ ਨੂੰ ਹੋਰ ਕਰ ਸਿੱਖ ਕਬਜ਼ਾ ਕਰ ਲੈਣ ਤੇ ਉਹ ਉੱਥੇ ਹੋ ਸਕਦਾ ਵੀ ਅਫੀਸ਼ੀਅਲੀ ਵੀ ਨਾਇਕ ਬਣ ਜਾਣ ਭਾਈ ਅਮਰੀਕ ਸਿੰਘ ਹੋਣੀ। ਰੌਲਾ ਆਇਆ ਵੀ ਜਿਹੜੀਆਂ ਇਹ ਸਪੇਸਿਸ ਆ ਨਾ ਯੂਨੀਵਰਸਿਟੀਆਂ ਦੂਜੀਆਂ ਤੀਜੀਆਂ, ਇੱਥੇ ਸਰਫੇਸ ਦੇ ਥੱਲੇ ਤੇ ਹੁਣ ਇੱਥੇ ਗਾਂਧੀ ਨੂੰ ਕੋਈ ਨਾਇਕ ਨਹੀਂ ਮੰਨਦਾ। ਇਹ ਤੁਹਾਨੂੰ ਪਤਾ ਹੀ ਹੋਣਾ ਵੀ ਗਾਂਧੀ ਨੂੰ ਬਹੁਤ ਘੱਟ ਬੰਦੇ ਨਾਇਕ ਮੰਨਦੇ ਆ, ਚਾਹੇ ਅਫੀਸ਼ੀਅਲੀ ਉਹਨੂੰ ਮਾੜਾ ਕਹਿਣ ਤੇ ਕੇਸ ਵੀ ਪੈ ਜਾਂਦੇ, ਲੋਕਾਂ ਦੇ ਗਲ ਪਏ ਵੀ ਆ ਕਈਆਂ ਦੇ। ਪਰ ਰਿਐਲਿਟੀ ਤੇ ਇਹ ਆ ਵੀ ਸਾਡੇ ਲੋਕਾਂ ਦੀ ਜਿਹੜੀ ਕਨਫਿਊਜ਼ਨ ਆ ਉਹ ਪ੍ਰੋਬਲਮ ਬਣਦੀ ਹੈ। ਕਨਫਿਊਜ਼ਨ ਇਹ ਆ ਵੀ ਉਹ ਭਗਤ ਸਿੰਘ ਨੂੰ ਤੇ ਸੰਤਾਂ ਨੂੰ ਆਪਣਾ ਨਾਇਕ ਮੰਨੀ ਜਾਂਦੇ ਨੇ, ਮਤਲਬ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਵੀ ਦੋ ਵੱਖ ਦਿਸ਼ਾਵਾਂ ਨੂੰ ਤੁਰੇ ਹੋਏ ਲੋਕਾਂ ਨੂੰ ਆਪਣਾ ਨਾਇਕ ਮੰਨਣ ਨਾਲ ਤੁਸੀਂ ਦੋਵਾਂ ਬੇੜੀਆਂ 'ਚ ਸਵਾਰ ਹੋਗੇ, ਦੋਵਾਂ ਬੇੜੀਆਂ ਸਵਾਰ ਹੋਣ ਵਾਲੇ ਬੰਦਿਆਂ ਦਾ ਕੀ ਅਸਰ ਹੁੰਦਾ, ਡੁੱਬ ਜਾਂਦੇ ਨੇ। ਸੋ ਜਦੋਂ ਤੁਹਾਡੀ ਲੜਾਈ ਜਿਹੜੀ ਹੈ ਉਹ ਤੁਹਾਨੂੰ ਕਲੀਅਰ ਹੋ ਗਈ ਵੀ ਹਿੰਦੁਸਤਾਨ ਸਾਨੂੰ ਗੁਲਾਮ ਕਰਨਾ ਚਾਹੁੰਦਾ ਤੇ ਅਸੀਂ ਗੁਲਾਮੀ ਤੋਂ ਆਜ਼ਾਦ ਹੋਣਾ ਹੈ, ਫਿਰ ਤੁਹਾਨੂੰ ਇਹ ਜਿਹੜੀ ਮਾਨਸਿਕ ਗੁਲਾਮੀ ਹੈ ਨਾ, ਵੀ ਜਿਹੜਾ ਗਿਲਟ ਆਈ ਜਾਂਦੀ ਹੈ ਵੀ ਭਗਤ ਸਿੰਘ ਨੂੰ ਰੱਖਣਾ ਹੀ ਰੱਖਣਾ ਕਿ ਛੱਡਣਾ ਛੱਡਣਾ, ਇਹ ਗਿਲਟ ਨੇ ਤੁਹਾਨੂੰ ਮਰਾਉਣਾ ਹੀ ਮਰਾਉਣਾ ਹੈ। ਇਹਨੇ ਦੋਵਾਂ ਬੇੜੀਆਂ ਸਵਾਰ ਕਰਾਉਣਾ ਤੁਹਾਨੂੰ, ਇਹਦਾ ਕੋਈ ਹੋਰ ਅਰਥ ਹੀ ਨਹੀਂ ਹੈਗਾ। ਇਹਦਾ ਇਹ ਗੱਲ ਤੁਹਾਨੂੰ ਕੀ ਦੇ ਰਹੀ ਹੈ? ਮਤਲਬ ਅੱਜ ਭਗਤ ਸਿੰਘ ਨੂੰ ਨਾਇਕ ਬਣ ਕੇ ਮੰਨ ਕੇ ਪੰਜਾਬ ਦੀ ਕਿਹੜੀ ਮੁਸ਼ਕਿਲ ਹੱਲ ਹੋ ਰਹੀ? ਕੋਈ ਵੀ ਨਹੀਂ ਹੱਲ ਹੋ ਸਕਦੀ, ਕਿਉਂਕਿ ਉਹਨੇ ਇਹਦੇ ਉਲਟ ਸੰਘਰਸ਼ ਕੀਤਾ, ਇਹਦੇ ਹੱਕ 'ਚ ਨਹੀਂ ਕੀਤਾ। ਆਪਾਂ ਇਹ ਸਮਝ, ਚਲੋ ਆਪਾਂ ਕਿਸੇ ਵੇਲੇ ਉਹਨੂੰ ਬੈਨੀਫਿਟ ਆਫ ਡਾਊਟ ਦੇ ਸਕਦੇ ਵੀ ਉਹ ਨਿਆਣਾ ਸੀ, ਉਹਨੂੰ ਪਤਾ ਨਹੀਂ ਲੱਗਾ, ਪਰ ਫਿਰ ਜੇ ਉਹ ਨਿਆਣਾ ਸੀ, ਉਹਨੂੰ ਪਤਾ ਨਹੀਂ ਲੱਗਾ ਤੇ ਇਸ ਕਰਕੇ ਥੋੜੀ ਵੀ ਮਤਲਬ ਉਹਨੂੰ ਆਪਣਾ ਸਿਰ ਤੇ ਬਿਠਾ ਲੈਣਾ ਵੀ ਉਹਨੂੰ ਫਾਂਸੀ ਦੇ ਦਿੱਤੀ ਹਕੂਮਤ ਨੇ। ਸਿੱਖਾਂ ਨੂੰ 93% ਸਿੱਖਾਂ ਨੂੰ ਫਾਂਸੀ ਹੋਈਆਂ ਉਸ ਮੌਕੇ ਦੇ ਉੱਤੇ। ਕਿੰਨੇ ਤੁਹਾਨੂੰ ਯਾਦ ਹੈ? ਬਾਕੀ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਨਾਲ 8 ਬੰਦਿਆਂ ਨੂੰ 7 ਨੂੰ ਫਾਂਸੀ ਹੋਈ ਹੈ। ਕਿੰਨੇ ਲੋਕ ਯਾਦ ਨੇ ਸਾਨੂੰ? ਬੱਬਰਾਂ ਨੂੰ ਫਾਂਸੀ ਹੋਈ ਹੈ, ਕਿੰਨੇ ਲੋਕ ਯਾਦ ਨੇ ਸਾਨੂੰ? ਸੋ ਜੇ ਫਾਂਸੀ ਵਾਲਾ ਵੀ ਚੁਣਨਾ ਹੈ ਤੇ ਉਹ ਚੁਣੀ ਹੈ ਨਾ ਘੱਟੋ ਘੱਟ ਜਿਹਨੇ ਕੀਤਾ ਹੋਵੇ ਕੁਛ। ਇਹ ਗਿਲਟ ਸਾਡੇ ਤੇ ਗਲ ਉਨਾ ਚਿਰ ਪਈ ਰਹੂਗੀ। ਯੂਨੀਵਰਸਿਟੀਆਂ ਦੇ ਵਿੱਚ ਹੋ ਸਕਦਾ ਹੈ, ਠੀਕ ਹੈ, ਮੈਨੂੰ ਲੱਗਦਾ ਵੀ ਸਾਨੂੰ ਕਰਨੀ ਚਾਹੀਦੀ ਹੈ ਕੋਸ਼ਿਸ਼, ਘੱਟੋ ਘੱਟ ਜਿਹੜੀ ਐਸਟੈਬਲਿਸ਼ਮੈਂਟ ਜਿਹੜੀ ਹੁੰਦੀ ਹੈ, ਜਿਵੇਂ ਇੱਕ ਲੈਕਚਰ ਹੈ, ਲੈਕਚਰ ਤੇ ਡਿਸਕਸ਼ਨ ਨਹੀਂ ਹੋਊਗੀ ਮੋਸਟ ਪ੍ਰੋਬੇਬਲੀ, ਕਿਉਂਕਿ ਇੰਡੀਆ ਦਾ ਸਿਸਟਮ ਕੋਈ ਇੱਦਾਂ ਦਾ ਨਹੀਂ ਹੈਗਾ ਵੀ ਉਹ ਅਲਾਉ ਕਰੇ ਕ੍ਰਿਟਿਸਿਜ਼ਮ ਨੂੰ। ਪਰ ਜਿਹੜੀ ਲੈਕਚਰਸ ਤੋਂ ਬਾਹਰ ਗਰਾਊਂਡ 'ਚ ਬੈਠਿਆਂ ਦੀ ਜਿਹੜੀ ਕਨਵਰਸੇਸ਼ਨ ਹੈ ਨੌਜਵਾਨਾਂ ਦੀ, ਉਹਦੇ 'ਚ ਤੇ ਘੱਟੋ ਘੱਟ ਉਹਦਾ ਕ੍ਰਿਟਿਸਿਜ਼ਮ ਹੋਣਾ ਚਾਹੀਦਾ ਨਾ ਵੀ ਇਹ ਕੀ ਗੱਲ, ਇਹ ਕੀਤਾ ਕੀ ਜਾ ਰਿਹਾ। ਤੁਸੀਂ ਇੱਕ ਸੋਚੋ ਵੀ ਤੁਸੀਂ ਇੱਕ ਯੂਜ਼ਲੈਸ ਬੰਦੇ ਨੂੰ, ਮਤਲਬ ਮਾੜਾ ਨਾ ਵੀ ਕਹੋ, ਪਰ ਯੂਜ਼ਲੈਸ ਦਾ ਅਰਥ ਹੈ ਵੀ ਸਾਡੇ ਕਿਸੇ ਕੰਮ ਦਾ ਨਹੀਂ, ਉਹਨੂੰ ਲਿਆ ਕੇ ਸਾਡੇ ਸ਼ਹੀਦਾਂ ਦੇ ਬਰਾਬਰ ਖੜਾ ਕਰਦੇ ਜੋ, ਤੇ ਪ੍ਰੋਬਲਮ ਹੀ ਹੈ। ਤੇ ਨਾਇਕ ਵੀ ਨਾਇਕ, ਦੇਖੋ ਕਈਆਂ ਨੂੰ ਲੱਗੂਗਾ ਵੀ ਯਾਰ ਫਰਕ ਕੀ ਪੈਂਦਾ? ਫਰਕ ਇਹ ਪੈਂਦਾ ਹੈ ਜਦੋਂ ਕੋਈ ਨਾਇਕ ਤੁਹਾਡੇ ਕੋਲ ਆਉਂਦਾ, ਪੇਸ਼ ਕੀਤਾ ਜਾਂਦਾ ਤੁਹਾਡੇ ਅੱਗੇ ਬਣਾ ਕੇ, ਕਿਸੇ ਨੂੰ ਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ, ਉਹ ਸਿਰਫ ਇਸ ਕਰਕੇ ਨਹੀਂ ਪੇਸ਼ ਕੀਤਾ ਜਾਂਦਾ ਵੀ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਜੇ ਇਹਦਾ ਕੋਈ ਫਰਕ ਨਾ ਪਵੇ ਤੇ ਸਰਕਾਰਾਂ ਕਿਉਂ ਭਗਤ ਸਿੰਘ ਨੂੰ ਪ੍ਰਮੋਟ ਕਰਦੀਆਂ ਫਿਰਨ? ਜੇ ਕੋਈ ਫਰਕ ਹੀ ਨਾ ਪੈਂਦਾ ਹੋਵੇ। ਫਰਕ ਪੈਂਦਾ ਜਦੋਂ ਤੁਸੀਂ ਨਾਇਕ ਗਲਤ ਚੁਣ ਲੈਂਦੇ ਹੋ। ਸਹੀ ਤੁਹਾਡਾ ਸੰਘਰਸ਼ ਕਦੇ ਵੀ ਸਹੀ ਨਹੀਂ ਹੋ ਸਕਦਾ, ਤੁਸੀਂ ਕਦੇ ਵੀ ਸਹੀ ਸੰਘਰਸ਼ ਨਹੀਂ ਲੜ ਸਕਦੇ। ਅਸੀਂ ਗਾਂਧੀ ਨੂੰ ਤਾਈਓ ਨਾਇਕ ਨਹੀਂ ਨਾ ਮੰਨਿਆ ਵੀ ਗਾਂਧੀ ਅਹਿੰਸਾ 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 ਦੀ ਗੱਲ ਕਰੀ ਜਾਂਦਾ। ਅਹਿੰਸਾ ਤੇ ਛਿੱਤਰ ਖਾਣ ਨੂੰ ਕਹਿੰਦੇ, ਤੇ ਗੁਰੂ ਸਾਹਿਬ ਦਾ ਬਚਨ ਹੈ ਵੀ ਜਿੱਥੇ ਗੱਲਾਂ ਬਾਕੀ ਸਾਰੀ ਹਿੱਲੇ ਵਸੀਲੇ ਮੁੱਕੇ, ਉੱਥੇ ਹਥਿਆਰ ਚੁੱਕਣਾ ਜਿਹੜਾ ਧਰਮ ਹੈ ਬੰਦੇ ਦਾ, ਇਕੱਲਾ ਜਾਇਜ਼ ਨਹੀਂ, ਉਹ ਧਰਮ ਵੀ ਹੈ, ਧਾਰਮਿਕ ਜ਼ਰੂਰਤ ਵੀ ਹੈ ਸਿੱਖਾਂ ਦੀ, ਧਾਰਮਿਕ ਫਰਜ਼ ਹੈ ਸਿੱਖਾਂ ਦਾ। ਹੁਣ ਗਾਂਧੀ ਉਹਦੇ ਖਿਲਾਫ ਖੜਾ ਹੈ। ਹੁਣ ਕੁਛ ਬੰਦੇ ਹਥਿਆਰ ਤੇ ਹਥਿਆਰਾਂ ਦੇ ਹੱਕ 'ਚ ਤੇ ਜਹਾਦ ਵੀ ਹੋਏ ਆ, ਜਿਹੜੇ ਇਸਲਾਮਿਕ ਜਹਾਦ ਆ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਬਹੁਤ ਕਤਲੇਆਮ ਕੀਤਾ, ਉਹ ਵੀ ਹਥਿਆਰਾਂ ਦੇ ਹੱਕ 'ਚ ਪੱਖ 'ਚ ਹੀ ਸਾਰੇ। ਕ੍ਰਿਸਚਨਾਂ ਨੇ ਵੀ ਹਥਿਆਰਾਂ ਨਾਲ ਬਹੁਤ ਬੰਦੇ ਮਾਰੇ ਆ। ਹੁਣ ਆਪਾਂ ਉਹਨਾਂ ਬੰਦੇ ਨੂੰ ਆਪਣਾ ਨਾਇਕ ਕਿਉਂ ਨਹੀਂ ਬਣਾਉਂਦੇ? ਕਿਉਂਕਿ ਹਥਿਆਰ ਕਿੱਥੇ ਚੁੱਕਣਾ ਹੈ, ਕਿਉਂ ਚੁੱਕਣਾ ਹੈ ਤੇ ਉਹਦੀ ਵਰਤੋਂ ਕਿਵੇਂ ਕਰਨੀ ਹੈ, ਇਹ ਆਈਡੀਆ ਸਿੱਖੀ ਦਾ ਯੂਨੀਕ ਆਈਡੀਆ।
ਭਗਤ ਸਿੰਘ ਇਸ ਆਈਡੀ ਤੇ ਨਹੀਂ ਚੱਲਿਆ, ਫਿਰ ਉਹ ਸਾਡਾ ਨਾਇਕ ਕਿਵੇਂ ਬਣ ਸਕਦਾ? ਕੋਈ ਇੱਕ ਕ੍ਰਾਈਟੇਰੀਆ ਤੇ ਮਿਲਦਾ ਹੋਵੇ ਨਾ। ਆਪਾਂ KPS ਗਿੱਲ ਨੇ ਵੀ ਹਥਿਆਰ ਚੱਕੇ ਸੀ, ਉਹਨੇ ਇਨੋਸੈਂਟ ਲੋਕਾਂ ਨੂੰ ਮਾਰਿਆ, ਆਪਾਂ ਉਹਨੂੰ ਆਪਣਾ ਨਾਇਕ ਨਹੀਂ ਮੰਨਦੇ ਇਸ ਕਰਕੇ, ਸਿਰਫ ਇਸ ਕਰਕੇ ਨਾਇਕ ਮੰਨ ਲਈਏ ਵੀ ਉਹਨੇ ਹਥਿਆਰ ਚੱਕੇ ਸੀ। ਸੋ ਸਾਡੇ ਕੋਲ ਇੱਕ ਕ੍ਰਾਈਟੇਰੀਆ ਹੈ ਵੀ ਹਥਿਆਰ ਕਦੋਂ ਚੁੱਕਣਾ, ਕਿਵੇਂ ਚੁੱਕਣਾ, ਕਿਹਦੇ ਖਿਲਾਫ ਚੁੱਕਣਾ, ਕਿਵੇਂ ਉਹਦੀ ਵਰਤੋਂ ਕਰਨੀ ਹੈ। ਹਥਿਆਰ ਜੰਗ ਦੇ ਵਿੱਚ ਕਿਵੇਂ ਸਿੱਖ ਨੇ ਸ਼ਾਂਤ ਰਹਿਣਾ ਤੇ ਕਿਵੇਂ ਉਹਨੇ ਜਿਹੜਾ ਜ਼ੁਲਮ ਕਰਨ ਵਾਲੇ ਬੰਦੇ ਨੂੰ ਸੋਧਣਾ। ਸੋਧ ਦਾ ਅਰਥ ਹੀ ਇਹ ਹੈ ਨਾ ਵੀ ਤੁਸੀਂ ਠੀਕ ਕਰਨਾ। ਸੋਧਣ ਦਾ ਅਰਥ ਹੁੰਦਾ ਵੀ ਠੀਕ ਕਰਨਾ। ਹੁਣ ਜਦੋਂ ਠੀਕ, ਜਿਵੇਂ ਅਦਾਲਤ ਕਲੇਮ ਕਰਦੀ ਹੈ, ਅਦਾਲਤ ਜਦੋਂ ਕਿਸੇ ਬੰਦੇ ਨੂੰ ਫਾਂਸੀ ਦਿੰਦੀ ਹੈ, ਉਹ ਇਹ ਕਲੇਮ ਕਰਦੀ ਵੀ ਅਸੀਂ ਸੁਸਾਇਟੀ ਨੂੰ ਠੀਕ ਕਰ ਰਹੇ ਹਾਂ ਜਾਂ ਠੀਕ ਰੱਖ ਰਹੇ ਹਾਂ, ਕਿਉਂਕਿ ਇਹ ਬੰਦਾ ਸੁਸਾਇਟੀ 'ਚ ਰਹਿਣ ਦੇ ਕਾਬਿਲ ਨਹੀਂ, ਸੋ ਅਸੀਂ ਸਾਨੂੰ ਇਹਨੂੰ ਮਾਰ ਕੇ ਅਸੀਂ ਲੱਖਾਂ ਲੋਕਾਂ ਨੂੰ ਬਚਾ ਰਹੇ ਹਾਂ। ਸੋਧੇ ਦਾ ਅਰਥ ਇਹ ਹੈ ਕਿ ਇੱਕ ਬੰਦਾ ਜਿਹੜਾ ਪਾਪੀ ਹੈ, ਜ਼ਾਲਮ ਹੈ, ਜਿਹਨੇ ਪਾਪ ਕੀਤਾ, ਇੰਨਾ ਪਾਪ ਕੀਤਾ, ਉਹਨੂੰ ਖਤਮ ਕਰਕੇ ਅਸੀਂ ਲੱਖਾਂ ਲੋਕਾਂ ਨੂੰ ਬਚਾ ਰਹੇ ਹਾਂ। ਬੇਅੰਤੇ ਦਾ ਸੌਦਾ, ਵੈਦਿਆ ਦਾ ਸੌਦਾ, ਹੋਰ ਬੰਦੇ ਦੇ ਸੌਦੇ ਜਿਹੜੇ ਲੱਗੇ ਸੀ, ਉਹ ਸਾਰੇ ਇਸੇ ਸਿਧਾਂਤ ਦੇ ਉੱਤੇ ਲੱਗੇ। ਮਤਲਬ ਜੇ ਫਰਜ਼ ਕਰੋ ਸਿੱਖਾਂ ਦਾ ਰਾਜ ਆ ਜਾਂਦਾ ਤੇ ਸਟੇਟ ਸਟੈਬਲਿਸ਼ ਹੁੰਦੀ, ਤੇ ਅਸੀਂ ਫਿਰ ਹੋ ਸਕਦਾ ਲੀਗਲ ਤਰੀਕੇ ਦੇ ਨਾਲ, ਜਿਹੜਾ ਲੀਗਲ ਅਦਾਲਤੀ ਤਰੀਕੇ ਦੇ ਨਾਲ ਉਹਨਾਂ ਬੰਦੇ ਨੂੰ ਸਜ਼ਾਵਾਂ ਦਿੰਦੇ, ਪਰ ਸਾਡੇ ਕੋਲ ਸਿਸਟਮ ਨਹੀਂ ਸੀ ਹੈਗਾ। ਸੋ ਅਸੀਂ ਉਹ ਤਰੀਕਾ ਅਪਣਾਇਆ ਜਿਹੜਾ ਸਾਡੇ ਕੋਲ ਹੈਗਾ ਸੀ, ਅਸੀਂ ਫਿਰ ਵੀ ਜ਼ਾਲਮਾਂ ਨੂੰ ਸੋਧਿਆ। ਹੁਣ ਇਹ ਸਾਰਾ ਕੁਝ ਇਹ ਕੋਈ ਇੱਕ ਕ੍ਰਾਈਟੇਰੀਆ ਤੇ ਹੋਵੇ ਜਿੱਥੇ ਭਗਤ ਸਿੰਘ ਫਿੱਟ ਬਹਿੰਦਾ ਹੋਵੇ, ਠੀਕ ਹੈ, ਅਸੀਂ ਉਹਨੂੰ ਅਕੋਮੋਡੇਟ ਕਰੀਏ, ਅਸੀਂ ਉਹਨੂੰ ਅਕੋਮੋਡੇਟ ਕਰਕੇ ਸੈਲੀਬ੍ਰੇਟ ਵੀ ਕਰੀਏ। ਸੈਲੀਬ੍ਰੇਟ ਕਰਕੇ ਜੇ ਉਹਨੇ ਸਾਡੇ ਪੈਰਾਂ ਦੇ ਸੰਗਲ ਬਣਨਾ ਹੈ, ਜੇ ਭਗਤ ਸਿੰਘ ਅੱਜ ਦਾ ਕਾਮਰੇਡ ਜਿਹੜਾ ਪੰਜਾਬ ਦਾ, ਕਿਉਂ ਯੂਜ਼ਲੈਸ ਹੈ? ਲੈਫਟ ਵੈਸੇ ਤੇ ਰੈਵੋਲੂਸ਼ਨਰੀ ਹੋਣ ਦਾ ਕਲੇਮ ਕਰਦਾ ਹੈ, ਲੈਫਟ ਵੀ ਅਸੀਂ ਬੜੇ ਰੈਵੋਲੂਸ਼ਨਰੀ ਹਾਂ ਜੀ, ਪਰ ਉਹ ਯੂਜ਼ਲੈਸ ਕਿਉਂ? ਪੰਜਾਬ ਦਾ ਕਾਮਰੇਡ ਕਿਉਂ ਨਹੀਂ? ਪੰਜਾਬ ਦੇ ਕਾਮਰੇਡ ਦੀ ਕੁੱਤੇ ਜਿੰਨੀ ਕਦਰ ਨਹੀਂ ਹੈਗੀ। ਨਾ ਉਹ ਕਿਸੇ ਹਕੂਮਤ ਦੇ ਖਿਲਾਫ ਲੜਿਆ, ਨਾ ਲੜ ਸਕਦਾ। ਉਹਦਾ ਕਾਰਨ ਇਹ ਹੈ ਵੀ ਭਗਤ ਸਿੰਘ ਨੂੰ ਜੱਫੀ ਪਾਈ ਹੋਈ ਕਾਮਰੇਡ ਨੇ। ਹੁਣ ਜਿਹੜੇ ਕਾਮਰੇਡ ਨੇ, ਜਿਹੜੇ ਭਗਤ ਸਿੰਘ ਨੂੰ ਕਾਮਰੇਡ ਨੇ ਜੱਫੀ ਪਾਈ, ਉਸੇ ਭਗਤ ਸਿੰਘ ਨੂੰ ਮੋਦੀ ਹੋਣੀ ਜੱਫੀ ਪਾ ਕੇ ਬੈਠੇ ਆ। ਸੋ ਇਹਨਾਂ ਲੜਨਾ ਕਿੱਥੋਂ ਆਪਸ ਦੇ ਵਿੱਚ? ਇਹ ਤੇ ਆ ਵੀ ਇੱਕ ਦੂਜੇ ਦੀਆਂ ਵਾਰੀਆਂ ਲੈਣ ਨੂੰ ਇਹ ਕਾਲੇ ਆ। ਮਤਲਬ ਇਹਨਾਂ ਨੂੰ ਇਹ ਨਹੀਂ ਹੈਗਾ ਵੀ ਅਸੀਂ ਲੋਕਾਂ ਨੂੰ ਮੁਕਤ ਕਰਾਉਣਾ ਗੁਲਾਮੀ ਤੋਂ। ਇਹਨਾਂ ਨੂੰ ਇਹ ਵੀ ਲੋਕਾਂ ਦੇ ਉੱਤੇ ਜ਼ੁਲਮ, ਤੇ ਜਿੰਨਾ ਮੇਰੇ ਖਿਆਲ ਨਾਲ ਮਾਰਕਸਿਸਟ ਆਈਡੀਆ ਨੇ ਕੀਤਾ, ਜਿੰਨਾ ਲੈਫਟ ਨੇ ਕੀਤਾ, ਰੂਸ ਦੇ ਵਿੱਚ ਹਜ਼ਾਰਾਂ ਲੋਕ ਭੁੱਖਮਰੀ ਨਾਲ ਮਾਰ ਦਿੱਤੇ, ਹਜ਼ਾਰਾਂ ਕਿਸਾਨ ਕਤਲ ਕਰ ਦਿੱਤੇ ਕਿਉਂਕਿ ਜ਼ਮੀਨਾਂ ਦੇ ਮਾਲਕ ਸੀ। ਕੈਨਬਲਿਜ਼ਮ ਜਿਹੜਾ ਸੀ ਉੱਥੇ ਇੱਕ ਭੁੱਖ ਦਾ ਜ਼ਰੀਆ ਬਣ ਗਿਆ, ਵੀ ਭੁੱਖ ਜਿਹੜੀ ਸੀ, ਲੋਕ ਨਿਆਣੇ ਵੱਢ ਕੇ ਖਾਣਾ ਸ਼ੁਰੂ ਕਰਤਾ। ਇਹੋ ਜਿਹੀ ਮੇਰੇ ਖਿਆਲ ਨਾਲ ਤਰਾਸਦੀ ਦੁਨੀਆ 'ਚ ਬਹੁਤ ਘੱਟ ਥਾਵਾਂ ਤੇ ਆਈ ਹੈ, ਜਿਹੜੀ ਲੈਫਟ ਦੇ ਰਾਜ 'ਚ ਆਈ ਹੈ। ਹਜ਼ਾਰਾਂ ਪੰਛੀ ਮਾਰ ਦਿੱਤੇ, ਇਹੋ ਜਿਹੀ ਫਸਲਾਂ ਕਹਿੰਦੇ ਮਾਓ ਜਿੱਤਿੰਗ ਨੇ। ਹਜ਼ਾਰਾਂ ਲੋਕ ਜਿਹੜਾ ਚਾਈਨਾ ਜਿਹੜਾ ਰੈਵੋਲੂਸ਼ਨ ਕਹਿੰਦੇ ਉਹ ਆਇਆ, ਉਹਦੇ 'ਚ ਲੈਫਟ ਦਾ ਉਹਦੇ 'ਚ ਮਾਰੇ ਗਏ, ਸੌਰੀ ਮਿਲੀਅਨਸ ਆਫ ਲੋਕ ਜਿਹੜੇ ਮਾਰੇ ਗਏ। ਸੋ ਉਹਨੇ ਲੋਕ ਕੰਬਾਈਨ ਹਿਸਟਰੀ 'ਚ ਨਹੀਂ ਮਾਰੇ ਗਏ ਹੋਣੇ ਜਿੰਨੇ ਲੈਫਟ ਦੇ ਇਕੱਲੇ ਰਾਜਾਂ 'ਚ ਮਾਰੇ ਗਏ ਜਿੱਥੇ ਜਿੱਥੇ ਲੈਫਟ ਆਇਆ। ਸੋ ਲੈਫਟ ਦਾ ਅਰਥ ਤੇ ਇਹ ਨਹੀਂ ਹੈਗਾ ਵੀ ਲੋਕਾਂ ਨੂੰ ਪੀੜਾ ਚੋਂ ਕੱਢਣਾ। ਉਹਦਾ ਅਰਥ ਉਹ ਹੀ ਬੜਾ ਸਿੰਪਲ ਜਿਹਾ ਅਰਥ ਹੈ ਵੀ ਚਰਚ ਕਿਉਂ ਜ਼ੁਲਮ ਕਰੇ, ਅਸੀਂ ਕਰਾਂਗੇ, ਅਸੀਂ ਚਰਚ ਨੂੰ ਵੀ ਵੱਧ ਕੇ ਕਰਾਂਗੇ। ਸੋ ਉਹਨਾਂ ਕੋਲ ਇੱਕੋ ਆਈਡੀਆ ਸੀ ਵੀ ਚਰਚ ਧਰਮ ਹੈ ਤੇ ਧਰਮ ਦੇ ਖਿਲਾਫ ਅਸੀਂ ਇੱਕ ਐਸਟੈਬਲਿਸ਼ਮੈਂਟ ਖੜੀ ਕਰ ਦਿਆਂਗੇ। ਇਹ ਦੋਵਾਂ ਧਿਰਾਂ ਦੀ ਪਾਵਰ ਦੀ ਲੜਾਈ ਹੈ। ਇਹਦੇ 'ਚ ਬੰਦਾ ਮਰਦਾ ਹੀ ਮਰਦਾ, ਇਹਦੇ 'ਚ ਇਨਸਾਨੀਅਤ ਵੀ ਮਰਦੀ, ਸਾਰਾ ਕੁਝ ਹੀ ਮਰਦਾ। ਇਹ ਦੋ ਧਿਰਾਂ ਨੇ, ਹਨਾ। ਸੋ ਇਹ ਇੱਕ ਪਾਸੇ ਭਗਤ ਸਿੰਘ ਖੜ ਜੇ, ਇੱਕ ਪਾਸੇ ਮੋਦੀ ਖੜ ਜੇ, ਸਾਡੇ ਲਈ ਫਰਕ ਕੀ ਪੈ ਰਿਹਾ? ਇਹ ਅਸੀਂ ਗੱਲ ਵੇਖੀ। ਅਸੀਂ ਇਹ ਨਾ ਵੇਖੀਏ ਵੀ ਕੁਰਬਾਨੀ ਕਿੰਨੇ, ਕੁਰਬਾਨੀ ਤੇ ਦੇਖੋ ਜੀ ਕੋਈ ਵੀ ਦਿੰਦਾ ਹੈ, ਕੁਰਬਾਨੀ ਤੇ ਹਰ ਕੋਈ ਦਿੰਦਾ। ਇੱਧਰੋਂ ਪਾਕਿਸਤਾਨ ਤੇ ਇੰਡੀਆ ਦੀ ਜੰਗ ਹੁੰਦੀ ਹੈ, ਉਧਰਲੇ ਜਿਹੜੇ ਬੰਦੇ ਮਾਰੇ ਜਾਂਦੇ ਉਹਨੂੰ ਉਹ ਸ਼ਹੀਦ ਕਹਿੰਦੇ ਆ, ਇੱਧਰਲੇ ਮਾਰੇ ਜਾਂਦੇ ਇਹਨਾਂ ਨੂੰ ਇਹ ਸ਼ਹੀਦ ਕਹਿੰਦੇ ਆ। ਸੋ ਮਾਰੇ ਤੇ ਜਾ ਰਹੇ ਆ ਦੋਵੇਂ ਪਾਸੇ, ਬੰਦੇ ਲੜਕੇ ਹੀ ਮਰ ਰਹੇ ਆ। ਚੀਨ ਦੇ ਬੰਦੇ ਜਦੋਂ ਮਾਰੇ ਜਾਂਦੇ, ਚੀਨ ਵਾਲੇ ਉਹਨਾਂ ਨੂੰ ਸ਼ਹੀਦ ਕਹਿੰਦੇ ਹੋਣਗੇ। ਸੋ ਮਰ ਜਾਣਾ ਜਾਂ ਜਾਨ ਦੇ ਦੇਣੀ, ਹਊਤੀ ਦੇ ਦੇਣੀ ਨਿਰੀ, ਉਹ ਕੋਈ ਏਡਾ ਵੱਡਾ ਰੌਲਾ ਨਹੀਂ ਹੈਗਾ। ਉਹ ਦਿੱਤੀ ਜਾ ਰਹੀ ਹੈ। ਸ਼ਹਾਦਤ ਦੇ ਅਰਥ ਬੜੇ ਡਿਫਰੈਂਟ ਹੈ। ਸ਼ਹੀਦ ਆਜਮ ਕਹਿ ਦੇਣਾ ਕਿਸੇ ਨੂੰ, ਆਜਮ ਕਾਹਦਾ ਜੀ? ਆਜਮ ਤੇ ਛੱਡੋ, ਵੀ ਮਤਲਬ ਤੁਸੀਂ ਫਿਰ ਕੋਈ ਨਵਾਂ ਕ੍ਰਾਈਟੇਰੀਆ ਸ਼ੁਰੂ ਕੀਤਾ ਲੱਗਦਾ ਵੀ ਜਿਹਦੇ 'ਚ ਭਗਤ ਸਿੰਘ ਨੂੰ ਸ਼ਹੀਦ ਆਜਮ ਕਿਹਾ ਜਾ ਰਿਹਾ, ਕਿਉਂਕਿ ਉਹਦੇ ਕੋਲ ਹੈ ਕੀ ਐਸਾ ਜਿਹੜਾ ਉਹਨੇ ਆਗਾਜ਼ ਕੀਤਾ ਕਿਸੇ ਗੱਲ ਦਾ। ਮਤਲਬ ਜਿਹੜਾ ਕੋਈ ਤੇ ਇੱਕ ਗੱਲ ਐਸੀ ਆਪਾਂ ਨੂੰ ਲੱਭਣੀ ਪਊਗੀ ਜਿਹਦੇ 'ਚ ਜਿੱਦਾਂ ਕਹਿੰਦੇ ਨਾ ਸ਼ਹੀਦਾਂ ਦੇ ਸਰਤਾਜ ਗੁਰੂ ਸਾਹਿਬ ਨੂੰ ਕਿਹਾ, ਆਪਾਂ ਉਹਦਾ ਸਿਧਾਂਤ ਦਿੱਤਾ ਹੈ ਨਾ। ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲਾ ਉਹਨਾਂ ਨੇ ਕਿਹਾ ਵੀ ਪਹਿਲਾ ਜਿੰਨੇ ਲੋਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਹਨਾ, ਉਹਨੇ ਕਰਕੇ ਦਿਖਾਇਆ ਸਾਰਾ ਕੁਝ, ਤਾਂ ਕਰਕੇ ਉਹਨੂੰ ਕਿਹਾ ਜਾਂਦਾ ਹੈ ਪਹਿਲਾ ਬਾਦਸ਼ਾਹ ਸਿੱਖ ਰਾਜ ਦਾ। ਹੁਣ ਭਗਤ ਸਿੰਘ ਨੂੰ ਆਜ਼ਮ ਉਹਦੇ ਨਾਲ ਤੇ ਜੋੜਤਾ। ਸਾਨੂੰ ਇਹਦਾ ਬਹੁਤ ਵੱਡੇ ਪੱਧਰ ਤੇ ਕ੍ਰਿਟਿਸਿਜ਼ਮ ਕਰਨਾ ਚਾਹੀਦਾ ਹੈ ਵੀ ਇਹ ਕਿਉਂ ਕੀਤਾ ਬਾਈ ਤੁਸੀਂ? ਮਤਲਬ ਇਹ ਤੋਂ ਪਹਿਲਾਂ ਕੋਈ ਸ਼ਹੀਦ ਨਹੀਂ ਹੋਇਆ, ਵੀ ਇਹ ਤੋਂ ਪਹਿਲਾਂ ਕਈ ਸ਼ਹੀਦ ਹੋਏ ਆ, ਤੋਂ ਬਾਅਦ ਕਈ ਹੋਏ ਆ ਜਿਹੜੇ ਬਹੁਤ ਵੱਡੇ ਸਿਧਾਂਤਾਂ ਲਈ ਲੜੇ ਆ, ਜਿਨ੍ਹਾਂ ਨੇ ਦੁਨੀਆ ਦੀਆਂ ਬੜੀਆਂ ਵੱਡੀਆਂ ਮੁਸ਼ਕਲਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਖਿਲਾਫ ਜੰਗ ਲੜੀ ਹੈ। ਤੇ ਇਸ ਬੰਦੇ ਨੂੰ ਤੁਸੀਂ ਸ਼ਹੀਦਾਂ ਦਾ ਜਿਹੜਾ ਸ਼ਹੀਦ ਆਜਮ ਕਹਿ ਰਹੇ, ਜਿਹੜੇ ਬੰਦੇ ਨੇ ਡੱਕਾ ਭੰਨ ਕੇ ਦੌਰਾ ਨਹੀਂ ਕੀਤਾ।
ਜਿਹੜੀ ਆਪਾਂ, ਮੈਂ ਨਹੀਂ ਕਹਿੰਦਾ ਵੀ ਕੋਈ ਕਹਿਣਗੇ ਵੀ ਤੁਸੀਂ ਕੀ ਕੀਤਾ, ਮੈਂ ਹੀ ਕਹਿੰਦੇ ਵੀ ਸਾਡੇ ਤੋਂ ਸਕਦਾ ਨੇ ਵੱਧ ਕੀਤਾ ਹੋਵੇ, ਪਰ ਆਪਾਂ ਭਗਤ ਸਿੰਘ ਦਾ ਕੰਪੈਰੀਜ਼ਨ ਮੇਰੇ ਨਾਲ ਜਾਂ ਕਿਸੇ ਹੋਰ ਬੰਦੇ ਨਾਲ ਨਹੀਂ ਕਰ ਰਹੇ। ਅਸੀਂ ਉਹਨੂੰ ਸ਼ਹੀਦ ਆਜ਼ਮ ਕਹਿਣ ਦੀ ਜਿੱਦ ਕਰ ਰਹੇ ਹਾਂ। ਇੱਥੇ ਜਿਹੜੇ ਬੰਦੇ ਸਟੇਟ ਕਰ ਰਹੀ ਹੈ ਜਿੱਦ ਵੀ ਸ਼ਹੀਦ ਆਜ਼ਮ ਕਹਿਣਾ, ਹੁਣ ਜਦੋਂ ਸ਼ਹੀਦ ਆਜ਼ਮ ਕਹੋਗੇ ਤੇ ਫਿਰ ਤੇ ਸ਼ਹੀਦਾਂ ਦੀ ਲੈਣ ਲੱਗੂਗੀ, ਉਹਦੇ ਚ ਚੂਜ਼ ਕੀਤਾ ਜਾਊਗਾ ਵੀ ਕਿਹੜਾ ਉੱਚਾ ਕਿਹੜਾ ਨੀਵਾਂ। ਤੇ ਫਿਰ ਤੇ ਭਗਤ ਸਿੰਘ ਮੈਨੂੰ ਲਾਸਟ ਨੰਬਰ ਤੇ ਬਣਾਊ। ਜੇ ਇਹੋ ਜਿਹੀ ਕੋਈ ਇਹਨਾਂ ਨੇ ਕਰਨਾ ਕੰਪੈਰੀਜ਼ਨ, ਫਿਰ ਤੇ ਉਹ ਲਾਸਟ ਨੰਬਰ ਤੇ ਆਊਗਾ। ਸੋ ਸਾਡਾ ਨਾਇਕ ਕੌਣ ਹੈ? ਸਾਡਾ ਨਾਇਕ ਉਹ ਹੈ ਜਿਹੜਾ ਦਿੱਲੀ ਨੂੰ ਆਪਣਾ ਦੁਸ਼ਮਣ ਮੰਨਦਾ ਹੈ। ਸਾਡਾ ਨਾਇਕ ਉਹ ਹੋ ਸਕਦਾ ਜਿਹੜਾ ਪੰਜਾਬੀ ਬੋਲੀ ਨੂੰ ਸਿਰਫ ਬੋਲੀ ਮੰਨਦਾ ਪੰਜਾਬ ਦੀ। ਕਈ ਲੋਕ ਕਹਿੰਦੇ ਹਿੰਦੀ ਥੱਲੇ ਲਿਖ ਦਿਓ, ਮੈਂ ਕਹਿੰਦਾ ਹਿੰਦੀ ਹੋਣੀ ਨਹੀਂ ਚਾਹੀਦੀ ਪੰਜਾਬ ਦੇ ਵਿੱਚ। ਹਿੰਦੀ ਦਾ ਕੰਮ ਕੀ ਹੈ ਪੰਜਾਬ ਦੇ ਵਿੱਚ? ਥੱਲੇ ਲਿਖਣਾ ਉੱਤੇ ਲਿਖਣਾ ਤੇ ਗੱਲ ਹੀ ਬਾਈ ਦੀ ਹੈ। ਹਿੰਦੀ ਦਾ ਕੰਮ ਕੀ ਹੈ ਪੰਜਾਬ ਦੇ ਵਿੱਚ? ਸੋ ਜਿਹੜਾ ਬੰਦਾ ਇਸ ਗੱਲ ਦੀ ਗੱਲ ਕਰਦਾ ਉਹ ਸਾਡਾ ਨਾਇਕ ਹੈ। ਜਿਹੜਾ ਬੰਦਾ ਇਹ ਗੱਲ ਕਹਿੰਦਾ ਵੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਕਿਸੇ ਹੋਰ ਨੂੰ ਨਹੀਂ ਮਿਲਣੀ ਚਾਹੀਦੀ, ਉਹ ਸਾਡਾ ਨਾਇਕ ਹੈ। ਜਿਹੜਾ ਬੰਦਾ ਇਹ ਕਹਿੰਦਾ ਵੀ ਪੰਜਾਬ ਜਿਹੜਾ ਵਾ ਉਹ ਹਿੰਦੁਸਤਾਨ ਦੀ ਬਸਤੀਵਾਦੀ ਜਿਹੜੀ ਰਾਜ ਚੋਂ ਆਜ਼ਾਦ ਹੋਣਾ ਚਾਹੀਦਾ, ਉਹ ਸਾਡਾ ਨਾਇਕ ਹੈ। ਜਿਹੜਾ ਬੰਦਾ ਕਹਿੰਦਾ ਵੀ ਸਿੱਖਾਂ ਨੂੰ ਸਿੱਖ ਬਣ ਕੇ ਵਿਚਰਨਾ ਚਾਹੀਦਾ, ਸਿੱਖਾਂ ਦੀ ਆਇਡੈਂਟੀਟੀ ਦੇ ਉੱਤੇ ਕੋਈ ਇੱਕ ਕਿਸਮ ਦਾ ਕੁਐਸਚਨ ਨਹੀਂ ਹੋਣਾ ਚਾਹੀਦਾ, ਉਹ ਸਾਡਾ ਨਾਇਕ ਹੈ। ਨਾ ਕਿ ਉਹ ਬੰਦਾ ਸਾਡਾ ਨਾਇਕ ਹੋ ਸਕਦਾ ਜਿੰਨੇ ਸਾਰੇ ਮਸਲਿਆਂ ਦੇ ਉੱਤੇ ਸਾਡੀ ਉਲਟ ਸਟੈਂਡ ਲਿਆ ਹੋਵੇ। ਸੋ ਆਪਾਂ ਜਿਹੜਾ ਨਾ ਅੱਜ ਜੇ ਭਗਤ ਸਿੰਘ ਹੁੰਦਾ ਤੇ ਉਹਨੇ ਕੀ ਕਹਿਣਾ ਜੀ? ਉਹਨੇ ਕਹਿਣਾ ਪਾਣੀ ਤੇ ਸਾਰਿਆਂ ਨੂੰ ਸਾਂਝਾ ਹੈ ਜੀ, ਦੇ ਦਿਓ ਪਾਣੀ ਉਹਨਾਂ ਨੂੰ। ਬੋਲੀ ਸਗੋਂ ਤੇ ਹਿੰਦੀ ਬੋਲੀ ਅਪਣਾ ਲਓ, ਤੇ ਹਿੰਦੀ ਕਿਉਂਕਿ ਜ਼ਿਆਦਾ ਲੋਕ ਬੋਲਦੇ ਆ ਤਾਂ ਤੁਹਾਡੀ ਜਿਹੜੀ ਸੌਖ ਹੋ ਜਾਊਗੀ। 100 ਤਰਕ ਦੇਣ ਵਾਲੇ ਦਿੰਦੇ ਆ ਨਾ, ਮਤਲਬ ਗੁਰਦਾਸ ਮਾਨ ਵਰਗੇ ਬੰਦੇ। ਸੋ ਇਹ ਜਿਹੜਾ ਨਾ ਅੱਜ ਭਗਤ ਸਿੰਘ ਨੂੰ ਤੁਸੀਂ ਲਿਆ ਕੇ ਪੇਸ਼ ਕਰੋ ਇੱਥੇ ਮੌਕੇ ਦੇ ਉੱਤੇ, ਉਹਨੂੰ ਇਮੈਜਿਨ ਕਰੋ ਕਿ ਅੱਜ ਭਗਤ ਸਿੰਘ ਜਿਹੜਾ ਸਾਡੀ ਪ੍ਰੋਬਲਮ ਹੈ, ਜਿਹੜੀ ਗੁਲਾਮੀ ਨਾਲ ਅਸੀਂ ਜੂਝ ਰਹੇ ਹਾਂ, 2.5-3 ਲੱਖ ਨੌਜਵਾਨ ਨੂੰ ਅਸੀਂ ਸ਼ਹੀਦ ਕਰਾ ਲਿਆ, ਧੀਆਂ ਭੈਣਾਂ ਦੀ ਬੇਪਤੀ ਕਰਾ, ਉਹਦੇ ਤੇ ਭਗਤ ਸਿੰਘ ਦੀ ਅਪਰੋਚ ਕੀ ਹੁੰਦੀ? ਉਹਦੇ ਤੇ ਭਗਤ ਸਿੰਘ ਨੇ ਇਹ ਥੋੜ੍ਹੀ ਕਹਿਣਾ ਵੀ ਸਿੱਖਾਂ ਨਾਲ ਬੜਾ ਜ਼ੁਲਮ ਹੋਇਆ ਜੀ, ਹੁਣ ਸਿੱਖਾਂ ਨੂੰ ਆਪਣੀ ਲੜਾਈ। ਉਹਨੇ ਕਹਿਣਾ ਵੀ ਤੁਹਾਡੇ ਤੇ ਜ਼ੁਲਮ ਤਾਂ ਹੋਇਆ ਵੀ ਤੁਸੀਂ ਪੰਗੇ ਲੈਂਦੇ ਸੀ ਜੀ, ਤੁਸੀਂ ਸਿੱਖੀ ਨਹੀਂ ਕਰਨ ਹਟੇ, ਤਾਂ ਤੁਹਾਡੇ ਤੇ ਜ਼ੁਲਮ ਹੋਇਆ। ਉਹਦੀ ਅਪਰੋਚ ਇਹ ਹੋਣੀ, ਕਿਉਂਕਿ ਉਹ ਜਿਹੜੀ ਗੱਲ ਲਈ ਲੜਨਾ ਚਾਹੁੰਦਾ ਸੀ, ਉਹ ਉਸੇ ਗੱਲ ਲਈ ਉਸੇ ਗੱਲ ਦੇ ਖਿਲਾਫ ਸਾਡੇ ਤੇ ਜ਼ੁਲਮ ਹੋਇਆ। ਉਹ ਉਸ ਢਾਂਚੇ ਨੂੰ ਜੇ ਭਗਤ ਸਿੰਘ ਜਿਉਂਦਾ ਰਹਿੰਦਾ ਤੇ ਉਹਨੇ ਨਹਿਰੂ ਬਣਨਾ ਸੀ। ਉਹਨੇ ਕੀ ਬਣਨਾ? ਉਹਨੇ ਇੱਕ ਇਹੋ ਜਿਹਾ ਲੀਡਰ ਬਣਨਾ ਹੈ ਜਿਹਨੇ ਜਰਾਇਮ ਪੇਸ਼ਾ ਕੌਮ ਕਹਿਣਾ ਸਿੱਖਾਂ ਨੂੰ, ਕਿਉਂਕਿ ਉਹਨੂੰ ਐ ਲੱਗਦਾ ਸੀ ਵੀ ਜ਼ੁਲਮ ਉਹਨਾਂ ਤੇ। ਜਦੋਂ ਉਹਨੇ ਬੰਦੇ ਮਾਰ ਦਿੱਤੇ ਨਾ, ਜੇਲ੍ਹ 'ਚ ਚਲ ਗਿਆ, ਉਹ ਕਹਿੰਦਾ ਕਿਤਾਬਾਂ ਹੀ ਮਤਲਬ ਅਸਲ ਰੈਵੋਲਿਊਸ਼ਨ ਹੈ। ਫਿਰ ਤੂੰ ਕਿਤਾਬਾਂ ਕਿਉਂ ਨਹੀਂ ਫੜੀਆਂ? ਤੂੰ ਦੇ ਹਥਿਆਰ ਚੱਕੀ ਫਿਰਦਾ ਰਿਹਾ। ਮਤਲਬ ਉਹ ਲੋਕਾਂ ਨੂੰ ਕਹਿੰਦਾ ਹਥਿਆਰ ਨਾ ਚੱਕੋ। ਹੁਣ ਭਾਵ ਉਹ ਇਹੋ ਕੰਮ ਕਹਿੰਦੇ ਨੇ 47 ਤੋਂ ਪਹਿਲਾਂ। ਉਹ ਕਹਿੰਦੇ ਸਿੱਖਾਂ ਨੂੰ ਵੀ ਹਥਿਆਰ ਚੱਕੋ। ਲਾਲੇ ਹੋਣੀ ਜਿਹੜੇ ਆਪਣੇ ਗਾਂਧੀ ਤੇ ਨਹਿਰੂ, ਤਾਂਹੀ ਤੇ ਮਤਲਬ ਹਥਿਆਰ ਚੱਕਣ ਨੂੰ ਬਣੇ ਜੋ। ਤੇ ਜਦੋਂ 47 ਲੰਘੀ ਹੈ ਤੇ ਫਿਰ ਹਥਿਆਰਾਂ ਨਾਲ ਨੂੰ ਕਹਿੰਦਾ ਤੁਸੀਂ ਜਰਾਇਮ ਪੇਸ਼ਾ ਕੌਮ ਜੋ। ਸਾਡਾ ਤੇ ਕਲੀਅਰ ਹੈ ਵੀ ਨਾਇਕ ਨੂੰ ਸਾਡਾ ਤੇ ਕੋਈ ਨਹੀਂ। ਜਿਹੜੀਆਂ ਇਹ ਕਰਤੂਤਾਂ ਕਰ ਰਹੇ ਨੇ, ਇਹਨਾਂ ਸਾਡਾ ਉਹਨੂੰ ਖਲਨਾਇਕ ਬਣਾ ਦੇਣਾ। ਅਸੀਂ ਚਾਹੁੰਦੇ ਨੇ ਵੀ ਉਹਨੂੰ ਖਲਨਾਇਕ ਕਹੀਏ, ਕਿਉਂਕਿ ਸਾਡੇ ਲਈ ਐਗਜ਼ਿਸਟੈਂਸ ਨਹੀਂ ਹੈਗੀ ਉਹਦੀ ਕੋਈ। ਸਾਡੇ ਤੇ ਥੋਪਿਆ ਗਿਆ, ਸਾਡੀਆਂ ਟੈਕਸਟ ਬੁੱਕਾਂ 'ਚ ਵਾੜਿਆ ਗਿਆ, ਅਸੀਂ ਉਹਨੂੰ ਇਗਨੋਰ ਕਰਨਾ ਚਾਹੁੰਦੇ ਹਾਂ। ਪਰ ਜੇ ਤੁਸੀਂ ਸਾਨੂੰ ਸੱਚ ਬੋਲਣ ਦੇ ਉੱਤੇ ਇਹ ਕਹੋਗੇ ਵੀ ਦੇਖੋ ਜੀ ਤੁਹਾਡੇ ਜਿਹੜੇ ਸੁੱਤੇ ਹੋਏ MLA ਅੱਜ ਕੁੰਭ ਕਰਨ ਦੀ ਨੀਂਦ, ਉਹ ਵੀ ਉੱਠ ਕੇ ਬੋਲਣਗੇ ਵੀ ਭਾਈ ਮਾਨ ਮਾਫੀ ਮੰਗੇ। ਮਾਨ ਮੂੰਹ ਤੇ ਕੋਈ ਮਾਫੀ ਨਹੀਂ ਮੰਗਦਾ। ਤੁਸੀਂ ਕੀ ਕਰੋਗੇ? ਬੰਦੇ ਨੂੰ ਅੰਦਰ ਦਬਾ ਦੋਗੇ, ਹੋਰ ਕੀ ਕਰ ਲਓਗੇ? ਨਾਲੇ ਮਤਲਬ ਮਾਫੀ ਕਾਹਦੀ ਮੰਗੀਏ? ਮਾਫੀ ਤੇ ਹੁਣ ਤਾਂ ਮੰਗੀਏ ਵੀ ਜਿਹੜਾ ਜੇ ਕਿਸੇ ਨੇ ਕੋਈ ਝੂਠ ਬੋਲਿਆ ਹੋਵੇ। ਜੇ ਅਸੀਂ ਇਹ ਕਹਿੰਦੇ ਹਾਂ ਭਗਤ ਸਿੰਘ ਨੇ ਗੁਰਮੁਖੀ ਬੋਲੀ ਦਾ ਵਿਰੋਧ ਕੀਤਾ, ਲਿਪੀ ਦਾ, ਤੇ ਜੇ ਨਹੀਂ ਕੀਤਾ ਤਾਂ ਦੱਸ ਦਿਓ। ਜੇ ਅਸੀਂ ਕਹਿੰਦੇ ਭਗਤ ਸਿੰਘ ਵਨ ਆਇਡੈਂਟੀਟੀ, ਜਿਹੜੀ ਵਨ ਨੇਸ਼ਨ ਵਨ ਆਇਡੈਂਟੀਟੀ ਦਾ ਸਮਰਥਕ ਰਿਹਾ, ਤੇ ਜੇ ਨਹੀਂ ਹੈਗਾ ਤਾਂ ਦੱਸ ਦਿਓ। ਤੇ ਜੇ ਹੈਗਾ ਹੈ ਤੇ ਫਿਰ ਤੁਹਾਨੂੰ ਇਤਰਾਜ਼ ਕੀ ਹੈ ਸਾਡੇ ਕ੍ਰਿਟਿਸਿਜ਼ਮ ਤੋਂ? ਤੁਸੀਂ ਵੀ ਸਾਡਾ ਕਰੀ ਜਾਓ। ਤੁਸੀਂ ਸਾਨੂੰ ਕਹੀ ਜਾਓ ਵੀ ਜਿਹੜੇ ਸਿੱਖ ਲੜਾਕੂ ਆ ਉਹ ਸਿੱਖਾਂ ਦੇ ਰਾਜ ਦੀ ਗੱਲ ਕਰਦੇ ਸੀ ਜੀ। ਅਸੀਂ ਇਹ ਗੱਲ ਦੇ ਵਿੱਚ ਕੋਈ ਨਹੀਂ ਤੁਹਾਡਾ ਵਿਰੋਧ ਕਰਦੇ। ਸੱਚ ਬੋਲੋ, ਸਾਨੂੰ ਸਾਡੇ ਗਾੜੀ ਬੋਲੀ ਜਾਓ, ਅਸੀਂ ਸੱਚ ਬੋਲਦੇ ਹਾਂ, ਤੁਸੀਂ ਵੀ ਬੋਲੀ ਜਾਓ। ਪਰ ਜੇ ਤੁਸੀਂ ਸਾਨੂੰ ਸੱਚ ਬੋਲਣ ਦੇ ਉੱਤੇ ਕਹੋਗੇ ਵੀ ਤੁਸੀਂ ਮਾਫੀ ਮੰਗੋ, ਇਹ ਕੋਈ ਮਤਲਬ ਲਾਲੇ ਥੋੜ੍ਹੀ ਹੈ ਵੀ ਜਾਂ ਕੋਈ ਮਤਲਬ ਅਸੀਂ ਕੋਈ ਬ੍ਰਾਹਮਣ ਆ, ਕੋਈ ਹਿੰਦੂ ਆ ਵੀ ਉੱਠ ਕੇ ਦੂਜੇ ਦਿਨ ਮਾਫੀ ਮੰਗਣ ਤੁਰ ਪਈਏ ਕਿਸੇ ਨਾ ਕਿਸੇ ਕੋ। ਠੀਕ ਹੈ, ਏਦਾਂ ਤੇ ਫਿਰ ਸਾਡੀ ਮੈਨੂੰ ਲੱਗਦਾ ਵੀ ਮਾਫੀਆਂ ਦਾ ਇਤਿਹਾਸ ਹੀ ਸਾਡਾ ਹੋਣਾ ਇਹ ਮੁਗਲ ਕਾਲ ਵੇਲੇ। ਉਦੋਂ ਵੀ ਉਹ ਵੀ ਇਹੋ ਕਹਿੰਦੇ ਹੋਣਗੇ ਮਾਫੀ ਮੰਗ ਲਓ, ਅਸੀਂ ਤੁਹਾਨੂੰ ਛੱਡ ਦਿੰਦੇ ਹਾਂ। ਸੋ ਇਸ ਕਰਕੇ ਇਹ ਚੰਗਾ ਵਾ ਵੀ ਚੰਮ ਸਾਰਿਆਂ ਦਾ ਬਚਿਆ ਰਵੇ, ਭਗਤ ਸਿੰਘ ਦਾ ਵੀ ਬਚਿਆ ਰਵੇ। ਅਸੀਂ ਨਹੀਂ ਚਾਹੁੰਦੇ ਵੀ ਉਹ ਜਿਹੜਾ ਬੰਦਾ ਇੱਥੋਂ ਤੁਰ ਗਿਆ ਸੰਸਾਰ ਤੋਂ, ਉਹਦੀ ਮਿੱਟੀ ਪਲੀਤ ਹੋਵੇ। ਪਰ ਇਹ ਕਰਾਊਗਾ ਕੌਣ? ਇਹ ਉਹ ਲੋਕ ਕਰਾਉਣਗੇ ਜਿਹੜੇ ਬੰਦੇ ਝੂਠੇ ਕਿਸਮ ਦੇ ਇਨਕਲਾਬੀ ਬਣੇ ਆ ਤੇ ਜਿਹਨਾਂ ਨੂੰ ਲੱਗਦਾ ਭਗਤ ਸਿੰਘ ਨੂੰ ਦੀ ਇਮੇਜ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਸੋਚੋ ਵੀ ਸੁਖਬੀਰ ਬਾਦਲ ਵਰਗੇ ਨਖਿੱਧ ਬੰਦੇ ਜਿਹੜੇ ਆ, ਉਹ ਵੀ ਭਗਤ ਸਿੰਘ ਨੂੰ ਡਿਫੈਂਡ ਕਰ ਰਹੇ। ਚੋਰ ਅਚੱਕੇ ਵੀ ਭਗਤ ਸਿੰਘ ਨੂੰ ਡਿਫੈਂਡ ਕਰ ਰਹੇ। ਮਤਲਬ ਇਹਦਾ ਮਤਲਬ ਇਹ ਹੈ ਵੀ ਭਗਤ ਸਿੰਘ ਕੋਈ ਦੁੱਧ ਦਾ ਤੋਤਾ ਨਹੀਂ ਹੈਗਾ।
ਉਹ ਇੱਕ ਟੂਲ ਹੈ ਜਿਹਨੂੰ ਵਰਤਦੇ ਨੇ ਲੋਕ ਮੌਕੇ ਦੇ ਉੱਤੇ। ਸੋ ਆਪਾਂ ਉਹ ਟੂਲ ਨਹੀਂ ਬਣਨਾ, ਨਾ ਜਿਹੜਾ ਵਾ ਉਹਨੂੰ ਐਪਰੀਸ਼ੀਏਟ ਕਰਨਾ। ਹਾਂਜੀ, ਜੇ ਕੋਈ ਹੋਰ ਕਿਸੇ ਨੇ ਗੱਲਬਾਤ ਕਰਨੀ ਆ, ਸਵਾਲ ਹੈ ਤੇ ਉਹ ਦੱਸ ਦਿਓ, ਆਪਾਂ ਉੱਤੇ ਗੱਲ ਕਰਾਂਗੇ। ਹਾਂਜੀ ਵੀਰ ਜੀ, ਇੱਕ ਹੋਰ ਸਵਾਲ ਸੀ, ਜਿਹੜਾ ਖਾਲਿਸਤਾਨ ਵਰਡ ਬੈਨ ਕਰ ਦਿੱਤਾ ਗਿਆ ਪਾਰਲੀਮੈਂਟ ਦੇ ਵਿੱਚ, ਉਸ ਨੂੰ ਲੈ ਕੇ। ਨਹੀਂ, ਕਿੰਨੇ ਕੀਤਾ ਬੈਨ? ਹਾਂਜੀ, ਇਹ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਇਹ ਤਾਂ 2 ਦਿਨ ਪਹਿਲੇ ਆਈ ਹੈ ਇਹਨਾਂ ਦੀ, ਹਜੇ ਉਹ ਕਨਫਿਊਜ਼ਨ ਜਿਹਾ ਬਿਆਨ ਆ ਉਹਦੇ ਚ ਨਾ, ਕਾਫੀ ਵਰਡ ਜਿਹੜੇ ਆ 18 ਜੂਨ ਤੋਂ ਜਿਹੜਾ ਹੋ ਰਿਹਾ ਪਾਰਲੀਮੈਂਟ ਦੇ ਵਿੱਚ ਮੌਨਸੂਨ ਸੈਸ਼ਨ, ਉਹਦੇ ਚ ਇੱਕ ਵਰਡਸ ਦੀ ਲਿਸਟ ਭੇਜੀ ਗਈ ਆ, ਹਨਾ ਵੀ ਸ਼ਾਇਦ ਕੋਈ ਖੂਨ ਦਾ ਪਸੀਨਾ ਕਹਿੰਦੇ ਆਪਾਂ ਕਿਸਾਨ, ਉਹ ਨਹੀਂ ਕਹਿਣਾ, ਉਹਦੇ ਚ ਵਰਡ ਖਾਲਿਸਤਾਨੀ ਵੀ ਆਇਆ ਵਾ, ਹਨਾ। ਤੇ ਉਹ 2 ਦਿਨ ਪਹਿਲੇ ਦੀ ਨਿਊਜ਼ ਆਈ ਆ, ਵੀ ਹਜੇ ਵੈਸੇ ਇੱਕ ਹਿਸਾਬ ਨਾਲ ਕਨਫਰਮੇਸ਼ਨ ਤੇ ਉਹਦੀ ਹੈਗੀ ਆ, ਪਰ ਉਹ ਦੋਨੇ ਤਰ੍ਹਾਂ ਦੀ ਨਿਊਜ਼ ਦਿੱਤੀ ਗਈ ਆ। ਇੱਕ ਪਾਸੇ ਲਿਸਟ ਦਿੱਤੀ ਗਈ ਆ ਵੀ ਬੈਨ ਕਰ ਦਿੱਤੇ ਗਏ, ਦੂਜੇ ਪਾਸੇ ਕਹਿੰਦੇ ਤੇ ਡਿਸਕਸ਼ਨ ਚੱਲਦੀ ਪਈ ਆ। 18 ਤਰੀਕ ਜਿਹੜਾ ਪਾਰਲੀਮੈਂਟ ਸੈਸ਼ਨ ਹੋਣਾ, ਉਹਦੇ ਵਿੱਚ ਨਹੀਂ ਬੋਲੇ ਜਾ ਸਕਦੇ ਸ਼ਬਦ ਖਾਲਿਸਤਾਨੀ, ਵਿੱਚ ਉਹਦੇ ਚ ਲਿਖਿਆ ਹੋਇਆ ਨਾਲ। ਨਹੀਂ, ਉਹ ਤੇ ਫਿਰ ਠੀਕ ਹੈ ਨਾ, ਉਹ ਜਦੋਂ ਉਹਨਾਂ ਦਾ ਰਾਜ ਆ ਤਾਂ ਉਹਨਾਂ ਨੇ ਬੈਨ ਕਰਨਾ ਹੀ ਹੈ। ਉਹ ਸਾਨੂੰ ਹੈਰਾਨੀ ਹੋਣੀ ਨਹੀਂ ਚਾਹੀਦੀ ਇਹ ਗੱਲ ਦੇ ਉੱਤੇ, ਕਿਉਂਕਿ ਸਾਡੇ ਲੋਕ ਵੀ ਬੜਾ ਰੌਲਾ ਪਾਉਂਦੇ, ਸੰਵਿਧਾਨ ਏਦਾਂ, ਸੰਵਿਧਾਨ ਓਦਾਂ। ਤੇ ਸੰਵਿਧਾਨ ਦੀ ਔਕਾਤ ਇਹ ਆ ਵੀ ਜਿਹੜੀ ਤੇਰੇ ਪਾਵਰ ਚ ਹੁੰਦੀ ਹੈ ਸੰਵਿਧਾਨ, ਉਹਦੇ ਕੋਠੇ ਦੀ ਕੰਜਰੀ ਬਣ ਜਾਂਦਾ ਹੈ, ਉਹਦੇ ਕਹਿਣ ਤੇ ਨੱਚਦਾ ਹੈ। ਹੁਣ ਸੰਵਿਧਾਨ ਕਹਿੰਦਾ ਵੀ ਖਾਲਿਸਤਾਨੀ ਹੋਣਾ ਕੋਈ ਗੁਨਾਹ ਵਾਲੀ ਗੱਲ ਨਹੀਂ, ਪਰ ਸਾਡੇ ਬੰਦੇ ਨੂੰ ਕਿਤਾਬਾਂ ਰੱਖਣ ਦੀ ਉਮਰ ਕੈਦ ਹੁੰਦੀ ਉਸੇ ਸੰਵਿਧਾਨ ਦੀ ਦੇਖ ਰੇਖ ਦੇ ਵਿੱਚ। ਸੋ ਅਸੀਂ ਤੇ ਮਤਲਬ ਉਹਦੀ ਗੱਲ ਕਰੋ ਵੀ ਸਾਨੂੰ ਕੋਈ ਪਰਵਾਹ ਨਹੀਂ ਹੈਗੀ, ਬੈਨ ਕਰ ਦੇਣਗੇ ਠੀਕ ਹੈ, ਉਹ ਸਾਰਾ ਕੁਝ ਹੀ ਬੈਨ ਕਰ ਸਕਦੇ। ਉਹ ਸਾਡਾ ਇਕੱਲਾ ਪਾਰਲੀਮੈਂਟ ਛੱਡੋ, ਸਾਡਾ ਦੇਸ਼ ਚ ਰਹਿਣਾ ਵੀ ਬੈਨ ਕਰ ਸਕਦੇ, ਕਿਉਂਕਿ ਉਹ ਪਾਵਰ ਚ ਨੇ ਅੱਜ ਦੀ ਡੇਟ ਦੇ ਵਿੱਚ। ਇਹੋ ਸਾਡੀ ਲੜਾਈ ਹੈ ਐਸਟੈਬਲਿਸ਼ਮੈਂਟ ਦੇ ਖਿਲਾਫ। ਇਸੇ ਕਰਕੇ ਤੇ ਸਾਡੀ ਮਤਲਬ ਭਗਤ ਸਿੰਘ ਵਾਲਾ ਵੀ ਮਸਲਾ ਤਾਂ ਹੀ ਉੱਠਿਆ ਨਾ, ਵੀ ਉਹਨਾਂ ਭਗਤ ਸਿੰਘ ਨੂੰ ਥੋੜ੍ਹੀ ਕਿਤੇ ਪਾਰਲੀਮੈਂਟ ਚ ਬੈਨ ਕਰਨਾ ਹੈ। ਉਹਨਾਂ ਬੈਨ ਕਿਹਨੂੰ ਕਰਨਾ ਜਿਹਦੇ ਤੋਂ ਸਟੇਟ ਨੂੰ ਖਤਰਾ ਹੈ। ਭਗਤ ਸਿੰਘ ਤੇ ਸਟੇਟ ਦਾ ਬੀਬਾ ਪੁੱਤ ਹੈ ਅੱਜ ਦੀ ਡੇਟ ਦੇ ਵਿੱਚ। ਉਹ ਬੈਨ ਕਰਨਗੇ ਖਾਲਿਸਤਾਨੀ ਲੋਕਾਂ ਨੂੰ, ਜਿਹੜੇ ਅਸਲ ਚ ਇੰਡੀਆ ਦੇ ਇਸ ਜ਼ਾਲਮ ਰਾਜ ਨੂੰ ਚੈਲੰਜ ਕਰ ਰਹੇ ਨੇ। ਜਿਹੜੇ ਚੈਲੰਜ ਨਹੀਂ ਕਰ ਰਹੇ, ਜਿਹੜੇ ਸਗੋਂ ਫੇਵਰ ਚ ਨੇ, ਜਿਹੜੇ ਉਹਨਾਂ ਨੂੰ ਉਹਨਾਂ ਦਾ ਘਰ ਪੂਰਦੇ ਨੇ, ਉਹਨਾਂ ਬੰਦਿਆਂ ਨੂੰ ਤੇ ਐਪਰੀਸ਼ੀਏਟ ਕਰਕੇ ਤੇ ਅੱਗੇ ਲੈ ਕੇ ਆਉਣਗੇ। ਹਾਂਜੀ, ਇੱਕ ਵੀਰ ਦਾ ਸਵਾਲ ਹੈ ਵੀ ਜਿੱਦਾਂ ਕਾਮਰੇਡ ਭਗਤ ਨੂੰ ਯੂਨੀਵਰਸਿਟੀ ਦੇ ਵਿੱਚ ਇੱਕ ਬ੍ਰਾਂਡ ਐਸਟੈਬਲਿਸ਼ ਕਰਕੇ ਆਪਣਾ ਨੈਰੇਟਿਵ ਸੈੱਟ ਕਰਦੇ ਨੇ, ਤੇ ਉਸ ਨੂੰ ਦੂਜੇ ਸਟੂਡੈਂਟ ਯੂਨੀਵਰਸਿਟੀ 'ਚ ਕਿੱਦਾਂ ਕਾਊਂਟਰ ਕਰ ਸਕਦੇ ਨੇ? ਨਹੀਂ, ਉਹਨਾਂ ਨੂੰ ਪੁੱਛੋ ਸਿਰਫ ਵੀ ਭਗਤ ਸਿੰਘ ਨੇ ਕੀਤਾ ਕੀ ਹੈ, ਵੀ ਸਾਨੂੰ ਇੱਕ ਤੇ ਕੋਈ ਕਾਰਨਾਮਾ ਦੱਸੋ। ਪਹਿਲੀ ਗੱਲ ਤੇ ਜਦੋਂ ਪੰਜਾਬ ਦੀ ਕਿਸੇ ਯੂਨੀਵਰਸਿਟੀ ਦੀ ਗੱਲ ਕਰਦੇ ਆ, ਤੇ ਜੇ ਤੇ ਉਹ ਕਾਮਰੇਡ ਨੇ, ਉਹਨਾਂ ਨੂੰ ਪੁੱਛੋ ਵੀ ਭਗਤ ਸਿੰਘ ਜਿਹੜਾ ਹੈ, ਕੀ ਪੰਜਾਬ ਦੀ ਜਿਹੜੀ ਅੱਜ ਦੀ ਮੁਸ਼ਕਲ ਹੈ, ਇਹਦੇ ਚ ਭਗਤ ਸਿੰਘ ਦੀ ਕੀ ਅਪਰੋਚ ਹੋ ਸਕਦੀ ਹੈ। ਵਨ ਨੇਸ਼ਨ ਵਨ ਲੈਂਗੁਏਜ ਦਾ ਤੇ ਆਈਡੀਆ ਉਹਦਾ ਹੈਗਾ, ਉਹਨੇ ਉਹਨੂੰ ਪ੍ਰਮੋਟ ਕੀਤਾ, ਗੁਰਮੁਖੀ ਬੋਲੀ ਦਾ ਵਿਰੋਧ ਕੀਤਾ। ਸੋ ਕਾਮਰੇਡਾਂ ਦਾ ਦੋਗਲਾਪਣ ਹੀ ਹੈ। ਜਿਹੜੇ ਬੰਦੇ ਨਾਲ ਦੀ ਨਾਲ ਭਗਤ ਸਿੰਘ ਨੂੰ ਨਾਇਕ ਮੰਨਦੇ ਨੇ, ਕਈ ਵਾਰ ਕਹੀ ਜਾਂਦੇ ਪੰਜਾਬੀ ਬੋਲੀ ਦੇ ਵੀ ਅਸੀਂ ਬੜੇ ਰਾਖੇ ਹਾਂ, ਬਣਦੇ ਕਈ ਕਾਮਰੇਡ ਪੰਜਾਬੀ ਬੋਲੀ ਦੇ ਰਾਖੇ ਵੀ ਬਣਦੇ ਆਪਣੇ ਆਪ ਦੇ ਵਿੱਚ। ਸੋ ਇਹ ਤੇ ਉਹਨਾਂ ਨੂੰ ਚੈਲੰਜ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਵੀ ਭਗਤ ਸਿੰਘ ਜਿਹੜਾ ਵਾ ਉਹ ਫੋਰਸਫੁਲੀ ਸਾਡੇ ਉੱਤੇ ਨਾਇਕ ਬਣਾ ਕੇ ਪੇਸ਼ ਕੀਤਾ ਗਿਆ, ਕਿਉਂਕਿ ਉਹ ਇੰਡੀਆ ਨੂੰ ਸੂਟ ਕਰਦਾ। ਉਹ ਤੋਂ ਵੱਡੇ ਕਾਰਨਾਮੇ ਕਰਨ ਵਾਲੇ ਲੋਕ ਹੈਗੇ ਨੇ, ਉਹ ਤੋਂ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਲੋਕ ਹੈਗੇ ਨੇ, ਉਹ ਤੋਂ ਵੱਡੇ ਆਈਡੀਆ ਜਿਹੜੇ ਜਨਰੇਟ ਕਰਨ ਵਾਲੇ ਲੋਕ ਹੈਗੇ ਸੀ, ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ, ਉਹਨਾਂ ਨੂੰ ਕਿਉਂ ਨਹੀਂ ਨਾਇਕ ਬਣਾਇਆ ਗਿਆ? ਉਹਨਾਂ ਨੂੰ ਇਗਨੋਰ ਕੀਤਾ ਗਿਆ, ਬਲਕਿ ਸਪਰੈਸ ਕੀਤਾ ਗਿਆ ਉਹਨਾਂ ਦੀ ਆਇਡੈਂਟੀਟੀ ਨੂੰ। ਸੋ ਭਗਤ ਸਿੰਘ ਕੋਈ ਨੈਚੁਰਲੀ ਵਾਪਰਿਆ ਫਨੋਮਨਾ ਨਹੀਂ ਹੈਗਾ। ਤੁਸੀਂ 47 ਤੋਂ ਬਾਅਦ 48, 49, 50 ਇਸ ਦੌਰ ਦੇ 40 ਤੋਂ 50 ਦੇ ਵਿੱਚ ਦੌਰ ਦੇ ਬਜ਼ੁਰਗਾਂ ਨੂੰ ਪੁੱਛ ਲਓ, ਜੇ ਕੋਈ ਜੀਂਦਾ ਵੀ ਤੈਨੂੰ ਭਗਤ ਸਿੰਘ ਦਾ ਪਤਾ, ਉਹਨੇ ਕਹਿਣਾ ਮੈਨੂੰ ਨਹੀਂ ਪਤਾ ਕੌਣ ਹੈ ਉਹ। ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਇਹ ਆ ਵੀ ਉਹ ਐਕਸਪੋਜ਼ ਨਹੀਂ ਸੀ ਹੈਗੇ ਯੂਨੀਵਰਸਿਟੀਆਂ ਦੇ ਨਤੀਜਿਆਂ ਨੂੰ। ਉਹ ਸਾਡੇ ਸਕੂਲਾਂ ਦੇ ਕਿਤਾਬਾਂ ਦੇ ਵਿੱਚ ਜਦੋਂ ਐਤਵਾਰ ਨੂੰ ਫਿਲਮ ਆਉਂਦੀ ਹੁੰਦੀ, ਸ਼ਹੀਦ ਆਜ਼ਮ ਭਗਤ ਸਿੰਘ ਜੀ, ਅਜੇ ਭਗਤ ਸਿੰਘ ਬਣਦਾ ਹੈ ਹਨਾ। ਸੋ ਉਹਨਾਂ ਨੇ ਮਤਲਬ ਇਹ ਉਹਨੂੰ ਥੋਪਿਆ ਸਾਡੇ ਉੱਤੇ। ਟੀਵੀ, ਜਿਹੜੇ ਟੀਵੀ ਨੇ ਸਾਡੇ ਉੱਤੇ ਜਿਸ ਟੀਵੀ ਨੇ ਸਿੱਖਾਂ ਨੂੰ ਜੋਕਰ ਬਣਾ ਕੇ ਪੇਸ਼ ਕੀਤਾ, ਉਸੇ ਟੀਵੀ ਨੇ ਭਗਤ ਸਿੰਘ ਨੂੰ ਸਾਡੇ ਤੇ ਥੋਪਿਆ। ਸੋ ਇਹ ਕੀ ਮਤਲਬ, ਸਟੇਟ ਇੱਕ ਪਾਸੇ ਸਿੱਖਾਂ ਨੂੰ ਜੋਕਰ ਬਣਾ ਕੇ ਪੇਸ਼ ਕਰੀ, ਇੱਕ ਪਾਸੇ ਭਗਤ ਸਿੰਘ ਨੂੰ ਮਤਲਬ ਹੀਰੋ ਬਣਾ ਕੇ ਪੇਸ਼ ਕਰੀ। ਇਹਦਾ ਅਰਥ ਕੀ ਹੈ? ਇਹਦਾ ਅਰਥ ਇਹੋ ਹੀ ਆ ਵੀ ਉਹਨਾਂ ਨੇ ਸਿੱਖਾਂ ਨੂੰ ਸਿੱਧਾ ਮੈਸੇਜ ਦਿੱਤਾ ਵੀ ਤੁਸੀਂ ਇੰਡੀਅਨ ਆਇਡੈਂਟੀਟੀ ਨੂੰ ਸਵੀਕਾਰ ਕਰੋ, ਨਹੀਂ ਤੇ ਤੁਹਾਡਾ ਹੋਰ ਕੋਈ ਰਾਹ ਨਹੀਂ ਹੈਗਾ ਇਸ ਸਿਸਟਮ ਦੇ ਵਿੱਚ। ਸੋ ਇਹ ਜਿਹੜਾ ਨਾ ਪਿਛਲੇ ਜਿਹੇ ਕਿਸੇ ਕਾਮਰੇਡ ਨੇ ਮੰਗ ਕੀਤੀ ਵੀ ਜਿੱਥੇ ਭਗਤ ਸਿੰਘ ਨੇ ਕੇਸ ਕਤਲ ਕਰਾਏ, ਉਹ ਕੋਠੇ ਨੂੰ ਬਚਾਇਆ ਜਾਵੇ ਜੀ। ਮਤਲਬ ਏਡੀ ਕੁਰਬਾਨੀ ਕੀਤੀ ਜਿੱਥੇ ਭਗਤ ਸਿੰਘ ਨੇ ਵੀ ਆਪਣੇ ਕੇਸ ਕਤਲ ਕਰਾਏ ਹੋਣ, ਉਹ ਕਹਿੰਦੇ ਵੀ ਉਹਨੂੰ ਉਸ ਜਗ੍ਹਾ ਨੂੰ ਇਤਿਹਾਸਕ ਕਰਕੇ ਬਚਾਇਆ ਜਾਵੇ। ਸੋ ਇੱਕ ਹੋਰ ਵੀ ਮੁਸ਼ਕਿਲ ਹੈਗੀ ਵੀ ਕਾਮਰੇਡ ਜਿਹੜੇ ਆ ਉਹ ਲੈਕ ਕਰਦੇ ਆ ਜਦੋਂ ਸ਼ਹੀਦਾਂ ਦੀ ਗੱਲ ਆਉਂਦੀ। ਸ਼ਹੀਦ ਹੈ ਨਹੀਂ ਉਹਨਾਂ ਕੋਲ ਕੋਈ, ਉਹਨਾਂ ਦਾ ਸਿਧਾਂਤ ਹੀ ਹੈ ਨਹੀਂ ਸ਼ਹੀਦ ਹੋਣ ਵਾਲਾ। ਸੋ ਉਹ ਇੱਕ ਬੰਦਾ ਜਿਹਨੂੰ ਸਟੇਟ ਨੇ ਫੜ ਕੇ ਫਾਂਸੀ ਦੇ ਦਿੱਤੀ ਹੋਵੇ, ਜਿਹੜੀ ਮੌਜੂਦਾ ਸਟੇਟ ਆ,
ਉਹ ਉਹਨਾਂ ਨੂੰ ਜਿੱਦਾਂ ਸਿਨੇਮੇ ਵਾਲੇ ਬੰਦੇ ਮਾਰੇ ਗਏ ਸੀ ਤੇ ਉਹਨੂੰ ਸ਼ਹੀਦ ਲਾਣਤਾ, ਪਾਸ਼ ਮੋਟਰ ਤੇ ਮਾਰਿਆ ਗਿਆ ਉਹਨੂੰ ਸ਼ਹੀਦ ਲਾਣਤਾ ਹਨਾ। ਉਹਨਾਂ ਨੂੰ ਫਿਰ ਉਹਨਾਂ ਕੋਲ ਤੇ ਐਕਚੁਅਲੀ ਪ੍ਰੋਬਲਮ ਹੈ ਉਹਨਾਂ ਦੀ, ਉਹਨਾਂ ਕੋਲ ਸ਼ਹੀਦਾਂ ਦੀ ਘਾਟ ਬੜੀ ਆ ਤੇ ਉਹਨਾਂ ਜਦੋਂ ਕਿਸੇ ਵੀ ਧਿਰ ਨੇ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੈ ਉਹਨਾਂ ਨੇ ਆਪਣੇ ਨਾਇਕ ਤੇ ਪੈਦਾ ਕਰਨੇ ਹੀ ਆ ਨਾ। ਸੋ ਇੱਕ ਤੇ ਉਹ ਭਗਤ ਸਿੰਘ ਜਿਹੜਾ ਭੁੱਲਿਆ ਵਿਸਰਿਆ ਸੀ ਉਹਨੂੰ ਇਹਨਾਂ ਨੇ ਚੱਕ ਕੇ ਪ੍ਰਮੋਟ ਤਾਂ ਕੀਤਾ, ਇੱਕ ਤੇ ਇੰਡੀਅਨ ਸਟੇਟ ਨੂੰ ਸੂਟ ਕਰਦਾ ਸੀ, ਦੂਜਾ ਇਹ ਸੀ ਵੀ ਉਹ ਕਾਮਰੇਡਾਂ ਨੂੰ ਬੜਾ ਸੂਟ ਕੀਤਾ, ਬੜਾ ਉਹਨੂੰ ਕਾਮਰੇਡਾਂ ਨੂੰ ਘਿਓ ਵਾਂਗੂ ਲੱਗਾ ਤੇ ਉਹਨੂੰ ਸਿੱਖਾਂ ਨੇ ਸਿਰਫ ਇਸ ਕਰਕੇ ਬਣਾ ਲਿਆ ਵੀ ਸਿੱਖ ਨੌਜਵਾਨ ਸੀ ਇੱਕ ਮੌਕੇ ਦੇ ਉੱਤੇ, ਤੇ ਬਹੁਤੀਆਂ ਗੱਲਾਂ ਤੇ ਬਾਹਰ ਹੀ ਨਹੀਂ ਆਈਆਂ ਨਾ, ਬਹੁਤੀਆਂ ਗੱਲਾਂ ਆਮ ਬੋਲਚਾਲੀ ਦਾ ਬੋਲੀ ਦਾ ਹਿੱਸਾ ਨਹੀਂ ਬਣੀਆਂ। ਨਹੀਂ ਤੇ ਜਦੋਂ ਭਗਤ ਸਿੰਘ ਜਿਹੜਾ ਸੀ ਉਦੋਂ ਹੀ ਡਿਸਕ੍ਰੈਡਿਟ ਹੋਣਾ ਚਾਹੀਦਾ ਸੀ ਜਦੋਂ ਪੰਜਾਬੀ ਸੂਬੇ ਦੀ ਮੂਵਮੈਂਟ ਚੱਲੀ ਹੈ, ਕਿਉਂਕਿ ਪੰਜਾਬੀ ਸੂਬੇ ਦੀ ਮੂਵਮੈਂਟ ਦੇ ਵਿੱਚ ਭਗਤ ਸਿੰਘ ਖਲਨਾਇਕ ਸੀ ਨਾ ਕਿ ਨਾਇਕ ਸੀ, ਕਿਉਂਕਿ ਉਹ ਪੰਜਾਬ ਦੀ ਵੱਖਰੀ ਆਇਡੈਂਟੀਟੀ ਦੇ ਖਿਲਾਫ ਖੜਾ ਹੁੰਦਾ ਤਾਂ ਉਦੋਂ ਹੀ ਉਹਨੂੰ ਡਿਸਕ੍ਰੈਡਿਟ ਹੋਣਾ ਚਾਹੀਦਾ ਸੀ, ਜਦੋਂ ਮਤਲਬ ਉਹਨੂੰ ਸ਼ਹੀਦੀ ਦਰਜਾ ਦੂਜਾ ਉਦੋਂ ਉਹਦਾ ਖੋਇਆ ਜਾਣਾ ਚਾਹੀਦਾ। ਪਰ ਚਲੋ ਦੇਰ ਆਏ ਦੁਰਸਤ ਆਏ, ਕੰਮ ਹੋਣਾ ਚਾਹੀਦਾ। ਜਿੰਨਾ ਚਿਰ ਇਹ ਕੋਡ ਸਾਡੇ ਕੋਲੋਂ ਰਸਤੇ ਨਹੀਂ ਨਾ ਉਹਨਾਂ ਚਿਰ ਸਾਡੀ ਲੜਾਈ ਨਹੀਂ ਸਿੱਧੀ ਹੋਣੀ। ਅਸੀਂ ਬਹੁਤ ਕੁਛ ਐਸਾ ਆਪਣੇ ਨਾਲ ਬੰਨੀ ਫਿਰਦੇ ਹਾਂ ਜਿਹੜਾ ਸਾਨੂੰ ਵੀ ਪਤਾ ਵੀ ਇਹਦਾ ਕੋਈ ਫਾਇਦਾ ਨਹੀਂ। ਹੁਣ ਜੇ ਤੁਸੀਂ ਇੱਕ ਸਰਵਾਈਵਲ ਮੋਡ ਤੇ ਜੋ, ਕਿਸੇ ਸਫ਼ਰ ਤੇ ਜੋ, ਤੁਹਾਨੂੰ ਕੋਈ ਕਵੇ ਵੀ ਆ 50 ਕਿਲੋ ਦਾ ਬੈਗ ਆਪਣੇ ਮੋਢੇ ਤੇ ਰੱਖ ਲਓ, ਤੁਸੀਂ ਪੁੱਛੋਗੇ ਨਾ ਵਿੱਚ ਕੀ ਹੈ, ਮੈਂ ਕਿਉਂ ਚੁੱਕੀ ਫਿਰਾਂ ਇਹਨੂੰ। ਭਗਤ ਸਿੰਘ ਨੂੰ ਕਦੋਂ ਚੁੱਕੀ ਫਿਰਦੇ ਅਸੀਂ 8-10 ਦਹਾਕੇ ਹੋ ਗਏ ਐਵੇਂ ਮੋਢੇ ਨੰਗੀ ਫਿਰਦੇ ਉਹਨੂੰ। ਸੋ ਕੁਐਸਚਨ ਕਰਨਾ ਸਿੱਖੀਏ ਵੀ ਕਿਉਂ ਭਾਈ ਇਹਦਾ ਪੰਜਾਬ ਨੂੰ ਕੀ ਫਾਇਦਾ ਹੈ, ਇਹਦਾ ਸਾਨੂੰ ਕੀ ਫਾਇਦਾ ਹੈ, ਸਾਡੀ ਲੜਾਈ ਦੇ ਨਾਲ ਇਹਦਾ ਕੀ ਸੰਬੰਧ ਹੈ। ਜੇ ਨਹੀਂ ਹੈਗਾ ਤੇ ਭਾਵੇਂ ਉਹ ਸਟੇਟ ਨੂੰ ਕਿੰਨਾ ਵੀ ਸੋਹਣਾ ਲੱਗਦਾ ਹੋਵੇ, ਉਹ ਕਿੱਡਾ ਵੀ ਸੋਹਣਾ ਤਰੀਕੇ ਨਾਲ ਪ੍ਰੋਜੈਕਟ ਕੀਤਾ ਗਿਆ ਹੋਵੇ, ਕਿਉਂਕਿ ਐਕਚੁਅਲੀ ਸਟੇਟ ਕੋਲ ਰਿਸੋਰਸਿਸ ਵੱਧ ਨੇ, ਉਹ ਬੰਦੇ ਨੂੰ ਵਧੀਆ ਪ੍ਰੋਜੈਕਟ ਕਰ ਸਕਦੀ ਹੈ, ਉਹ ਫਿਲਮਾਂ ਬਣਾ ਸਕਦੀ, ਉਹ ਨਾਇਕ ਘੜ ਸਕਦੀ ਹੈ। ਪਰ ਅਸੀਂ ਉਹਨੂੰ ਨਾਇਕ ਮੰਨਣਾ ਕਿ ਨਹੀਂ ਮੰਨਣਾ ਇਹ ਤੇ ਸਾਡੇ ਹੱਥ 'ਚ ਹੈ। ਸੋ ਅਸੀਂ ਅਨਨੈਸੈਸਰੀ ਬੋਝ ਜਿਹੜਾ ਆਪਣੇ ਮੋਢਿਆਂ ਦੇ ਨਾਲ ਲਈਏ। ਭਗਤ ਸਿੰਘ ਵਰਗੇ ਬੰਦੇ ਜਿਨ੍ਹਾਂ ਨੇ ਕੁਛ ਨਹੀਂ ਕੀਤਾ, ਮਤਲਬ ਸਾਡੇ ਲਈ ਤਾਂ ਕੁਛ ਨਹੀਂ ਕੀਤਾ, ਉਹ ਆਪਣੀ ਨਿੱਜੀ ਉਹਨਾਂ ਨੇ ਸੰਘਰਸ਼ ਲਈ ਕੁਛ ਕੀਤਾ ਹੋਵੇ ਨਾ ਕੀਤਾ ਹੋਵੇ ਸਾਨੂੰ ਉਹ ਨਹੀਂ ਪਤਾ, ਪਰ ਸਾਡੇ ਲਈ ਉਹਨਾਂ ਨੇ ਕੁਛ ਨਹੀਂ ਕੀਤਾ। ਸਾਨੂੰ ਉਹਨੂੰ ਨਾਇਕ ਮੰਨਣ ਦਾ ਬੋਝ ਨਹੀਂ ਏਡਾ ਕੋਈ ਲੈਣਾ ਚਾਹੀਦਾ ਸਿਰ ਦੇ ਉੱਤੇ, ਉਹ ਜਿੰਨਾ ਦਾ ਹੈਗਾ ਉਹ ਮੰਨੀ ਜਾਣ। ਫਿਰ ਹਾਂਜੀ ਵੀ ਜੀ, ਉਹ ਸਵਾਲ ਸੀ ਵੀ ਸਿੱਖ, ਹਾਂਜੀ ਵੀ ਜੀ ਉਹ ਮੈਂ ਕਰਨੀ ਕੋਈ ਗੱਲ ਗਿੱਲ ਭਾਜੀ ਤੁਸੀਂ ਕਰਨਾ ਤੇ ਮੈਂ ਲਾਸਟ 2 ਕੁਐਸਚਨ ਰੱਖ। ਨਹੀਂ ਮੈਂ ਤੇ ਬਸ ਇਹ ਸਵਾਲ ਤੇ ਫਿਰ ਆਪਾਂ ਸਪੇਸ ਵਧਾ ਦਈਏ। ਕੋਈ ਹੈ ਨਹੀਂ ਗਾ, ਇੱਕ ਬਾਰ-ਬਾਰ ਸਵਾਲ ਤੇ ਹੈ ਨਹੀਂ ਕੋਈ, ਮੈਂ ਕਿਹਾ ਇੱਕ ਬਾਰ-ਬਾਰ ਤਾਂ ਰਿਕੁਐਸਟ ਆਉਂਦੀ ਪਿਆਰਾ ਸਿੰਘ ਦੀ ਤਾਂ ਮੈਂ ਪੁੱਛਦਾ ਜੀ, ਲੈਣੀ ਤੇ ਨਹੀਂ ਤੇ ਤੂੰ ਕਰਨਾ ਸਵਾਲ ਹੈਗਾ ਤੇ। ਹਾਂਜੀ ਲੈ ਲਓ, ਇੱਕ ਅੱਧੀ ਅਜੇ ਰਿਕੁਐਸਟ ਲੈਣੀ, ਕਿਸੇ ਸਵਾਲ ਹੀ ਕਰ ਰਹੇ ਕੋਈ ਬੰਦਾ ਉੱਪਰ ਆਣ ਕੇ ਤੇ ਉਹ ਥੱਲੇ ਭੇਜ ਦਿਓ। ਹਾਂਜੀ ਵੀਰ ਜੀ, ਉਹ ਸਵਾਲ ਇਹ ਸੀ ਕਿ ਆਉਂਦੀ ਆ ਜੀ, ਪੁੱਛੋ ਭਾਜੀ। ਮੇਰਾ ਤਾਂ ਇੱਕੋ ਹੀ ਸਵਾਲ ਸੀਗਾ ਜੀ, ਬਹੁਤ ਛੋਟਾ ਜਿਹਾ, ਕਿ ਜੋ ਸਾਡੀ ਸਿੱਖ ਕਮਿਊਨਿਟੀ ਹੈਗੀ ਆ, ਹਾਂਜੀ ਅਸੀਂ ਜੋ ਮਤਲਬ ਅਰਦਾਸ ਕਰਦੇ ਹਾਂ ਤੇ ਅਸੀਂ ਇੱਕ ਸਰਬੱਤ ਦਾ ਭਲਾ ਮੰਗਦੇ ਹਾਂ। ਮੈਂ ਭਗਤ ਸਿੰਘ ਜਾਂ ਦੂਜੀ ਹੋਰ ਕਿਸੇ ਵੀ ਗੱਲ ਤੋਂ ਉਸ ਤੋਂ ਮਤਲਬ ਕਿ ਕੋਈ ਵੀ ਉਹ ਚੀਜ਼ਾਂ ਦਾ ਮਤਲਬ ਕਿ ਆਪਾਂ ਨੂੰ ਹੈ ਨੀ ਗਾ, ਪਰ ਜੋ ਇੱਕ ਰਿਅਲਟੀ ਹੈ ਆਪਣੀ ਕਮਿਊਨਿਟੀ ਦੀ ਕਿ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ। ਹੈਲੋ, ਠੀਕ ਆ ਵੀਰੇ, ਠੀਕ ਆ ਵੀਰੇ, ਠੀਕ ਆ ਗਿਆ ਸਵਾਲ ਤੁਹਾਡਾ, ਤੇ ਸੁਣ ਲਓ ਜਵਾਬ ਆ ਗਿਆ ਸਵਾਲ। ਅਸੀਂ ਜੀ ਸਰਬੱਤ ਦਾ ਭਲਾ ਮੰਗਦੇ ਹਾਂ, ਪਰ ਅਸੀਂ ਖੁਦ ਸੋਚ ਕੇ ਦੇਖੀਏ ਭਾਜੀ ਕਿ ਅਸੀਂ ਕੀ ਕਰਦੇ ਹਾਂ ਸਰਬੱਤ ਦੇ ਭਲੇ ਲਈ। ਮੇਰਾ ਸਵਾਲ ਹਰ ਇੱਕ ਬੰਦੇ ਲਈ ਹੈ ਕਿ ਅਸੀਂ ਸਰਬੱਤ ਦੇ ਭਲੇ ਲਈ ਕੀ ਕਰਦੇ ਹਾਂ। ਸਾਡੀ ਪਹਿਲ ਕੀ ਹੁੰਦੀ ਹੈ ਕਿ ਅਸੀਂ ਆਪਣੇ ਪਰਿਵਾਰ ਨੂੰ ਪਹਿਲ ਦਿੰਦੇ ਹਾਂ। ਕਿ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਨੂੰ ਪਹਿਲ ਦਿੱਤੀ ਸੀਗੀ। ਗੁਰੂ ਗੋਬਿੰਦ ਸਿੰਘ ਜੀ ਸੀਗੇ, ਜਦੋਂ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਦੋਂ ਮੰਨ ਲਓ ਕਿ ਆਪਣੇ ਉੱਤੇ ਸੰਕਟ ਪਿਆ ਸੀਗਾ, ਉਹਨਾਂ ਨੇ ਆਪਦੇ ਬੱਚਿਆਂ ਨੂੰ ਵਾਰਿਆ। ਹੈਲੋ, ਹਾਂਜੀ ਕੋਈ ਸਿਗਨਲ 'ਚ ਪ੍ਰੋਬਲਮ ਆ ਰਹੀ, ਮੈਨੂੰ ਸੁਣ ਰਹੀ ਆਵਾਜ਼ ਤੁਹਾਡਾ ਸਵਾਲ ਤੇ ਤਾਂ ਸਮਝ ਆ ਗਿਆ ਵੀ ਇਹਨਾਂ ਨੇ ਕਿਹੜੇ ਪਾਸੇ ਨੂੰ ਜਾਣਾ ਹੈ, ਤੇ ਮੈਂ ਉਹ ਗੱਲ ਕਰ ਦਿੰਦਾ। ਦੇਖੋ, ਜੇ ਸਰਬੱਤ ਦਾ ਭਲਾ ਮੰਗਦੇ ਜੋ, ਤੇ ਜੇ ਕੱਲ ਨੂੰ ਕੋਈ ਕਵੇ ਵੀ ਆਪਣੀਆਂ ਧੀਆਂ ਭੈਣਾਂ ਦਾਨ ਕਰ ਦਿਓ ਤੇ ਕਰਨ ਤੁਰ ਪਿਓ, ਕਿਉਂਕਿ ਸਰਬੱਤ ਦਾ ਭਲਾ ਮੰਗਦੇ ਹੋ ਤੁਸੀਂ। ਬੇਵਕੂਫਾਂ ਵਾਲੀ ਗੱਲ ਕਰਨ ਤੋਂ ਪਹਿਲਾਂ ਕੁਛ ਸੋਚਿਆ ਕਰੋ ਮਾੜਾ ਮੋਟਾ। ਸਰਬੱਤ ਦਾ ਭਲਾ ਮੰਗਣ ਦੇ ਵਿੱਚ, ਸਰਬੱਤ ਦਾ ਭਲਾ ਕਰਨ ਦੇ ਵਿੱਚ ਆਪਣਾ ਵੀ ਭਲਾ ਹੁੰਦਾ। ਸੋ ਜਿਹੜੀ ਕੌਮ ਆਪ ਬੇਵਕੂਫਾਂ ਕੋਈ ਛਿੱਤਰ ਖਾ ਰਹੀ ਹੋਵੇ
ਉਹ ਕਵੇ ਵੀ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ, ਤਾਂ ਕਰਕੇ ਜਿਹੜੇ ਨਾਇਕ ਸਾਡੇ ਤੇ ਥੋਪੇ ਜਾਂਦੇ ਉਹਨੂੰ ਸਵੀਕਾਰ ਕਰ ਲਿਓ। ਅਸੀਂ ਕੀ ਕਰ ਰਹੇ ਹਾਂ? ਸਭ ਤੋਂ ਵੱਡਾ ਸਵਾਲ ਇਹ ਕੀਤਾ ਜਾਂਦਾ ਵੀ ਅਸੀਂ ਕੀ ਕਰ ਰਹੇ ਹਾਂ? ਅਸੀਂ ਉਹੀ ਕਰ ਰਹੇ ਹਾਂ ਜੋ ਸਾਨੂੰ ਕਰਨਾ ਚਾਹੀਦਾ। ਅਸੀਂ ਜਿਹੜਾ ਝੂਠਾ ਪ੍ਰੋਪੇਗੈਂਡਾ, ਝੂਠੇ ਨਾਇਕ ਸਾਡੇ ਤੇ ਥੋਪੇ ਜਾ ਰਹੇ ਆ, ਉਹਨਾਂ ਨੂੰ ਅਸੀਂ ਡਿਸਕ੍ਰੈਡਿਟ ਕਰ ਰਹੇ ਹਾਂ। ਅਸੀਂ ਆਜ਼ਾਦੀ ਦੀ ਲੜਾਈ ਜਿਹੜੀ ਆ ਉਹ ਲੜ ਰਹੇ ਹਾਂ। ਹੋਰ ਅਸੀਂ ਕੀ ਕਰੀਏ? ਹੋਰ ਅਸੀਂ ਸਕੂਲ ਕਾਲਜ ਤੇ ਖੋਲ ਨਹੀਂ ਸਕਦੇ, ਕਿਉਂਕਿ ਉਹ ਤੇ ਗੌਰਮੈਂਟਾਂ ਨੇ ਕਰਨੇ ਹੁੰਦੇ ਆ। ਉਹ ਟੈਕਸ ਤੁਸੀਂ ਗੌਰਮੈਂਟਾਂ ਨੂੰ ਭਰਦੇ ਜੋ। ਹੁਣ ਜਿਹੜੀਆਂ ਗੌਰਮੈਂਟਾਂ ਨੂੰ ਤੁਸੀਂ ਟੈਕਸ ਦਿੰਦੇ ਜੋ, ਉਹ ਗੌਰਮੈਂਟਾਂ ਉਹਨਾਂ ਟੈਕਸ ਦੀ ਵਰਤੋਂ ਕਰਕੇ, ਉਹਨਾਂ ਪੈਸਿਆਂ ਦੀ ਵਰਤੋਂ ਕਰਕੇ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਵੀ ਕਰਦੀ ਹੈ। ਫੌਜਾਂ ਵੀ ਸਾਡੇ ਤੇ ਚੜ੍ਹਦੀ ਹੈ, ਸਾਰਾ ਕੁਝ ਹੁੰਦਾ। ਫਿਰ ਵੀ ਸਵਾਲ ਤੁਸੀਂ ਸਾਨੂੰ ਕਰਨਾ ਵੀ ਅਸੀਂ ਕੀ ਕਰ ਰਹੇ ਹਾਂ। ਮਤਲਬ ਇਹ ਐਡੀ ਬੇਵਕੂਫੀ ਹੈ ਵੀ ਮੁਗਲ ਕਾਲ ਦੇ ਵਿੱਚ ਕੋਈ ਸਿੱਖਾਂ ਨੂੰ ਆਣ ਕੇ ਸਵਾਲ ਕਰੇ ਵੀ ਤੁਸੀਂ ਕੀ ਕਰ ਰਹੇ ਜੋ ਲੋਕਾਂ ਦੀ ਭਲਾਈ ਵਾਸਤੇ। ਮਤਲਬ ਅਸੀਂ ਸਰਵਾਈਵਲ ਲਈ ਲੜੀਏ, ਲੋਕਾਂ ਦਾ ਭਲਾ, ਜਿੰਨਾ ਕੁ ਸਾਡੇ ਕੋਲ ਹੁੰਦਾ ਅਸੀਂ ਕਰ ਰਹੇ ਹਾਂ। ਮਤਲਬ ਜਿੰਨਾ ਕੁ ਸਾਨੂੰ ਮਿਨੀਮਮ ਲੱਗਦਾ ਵੀ ਜ਼ਰੂਰੀ, ਉਹਨਾਂ ਅਸੀਂ ਕਰੀ ਜਾ ਰਹੇ ਹਾਂ। ਪਰ ਜੇ ਕੋਈ ਬੇਵਕੂਫਾਂ ਨੂੰ ਇਹ ਸਾਨੂੰ ਸਵਾਲ ਕਰੇ ਆ ਕੇ ਵੀ ਭਾਈ ਅਸੀਂ ਹੋਰ ਕੀ ਕਰੀਏ, ਹੋਰ ਅਸੀਂ ਕੁਛ ਨਹੀਂ ਕਰ ਸਕਦੇ। ਹਾਲ ਦੀ ਘੜੀ ਤੇ ਸਾਡੀ ਲੜਾਈ ਆਪਣੀ ਹੋਂਦ ਬਚਾਉਣ ਦੀ ਹੈ, ਤੇ ਸਾਨੂੰ ਆਪਣੇ ਸਾਰੇ ਰਿਸੋਰਸਿਸ ਇਸ ਪਾਸੇ ਲਾਉਣੇ ਚਾਹੀਦੇ ਆ, ਨਾ ਕਿ ਅਸੀਂ ਮਤਲਬ ਮੂਰਖਾਂ ਵਾਂਗੂ ਜਿੱਧਰ ਨੂੰ ਸਾਨੂੰ ਕੋਈ ਕਵੇ ਵੀ ਉਧਰ ਨੂੰ ਤੁਰ ਪਈਏ ਤੇ ਇਹ ਗੱਲਾਂ ਹੀ ਨਾ ਕਰੀਏ। ਤਾਂ ਪਹਿਲੀ ਗੱਲ ਤੇ ਇੱਥੇ ਸਵਾਲ ਰਿਲੇਵੈਂਟ ਨਹੀਂ ਸੀ ਹੈਗਾ ਅਸੀਂ ਕੀ ਕਰ ਰਹੇ ਹਾਂ, ਕਿਉਂਕਿ ਅਸੀਂ ਸਾਨੂੰ ਕਰਨ ਕੀ ਦਿੱਤਾ ਜਾ ਰਿਹਾ। ਸਵਾਲ ਇਹ ਹੋਣਾ ਚਾਹੀਦਾ ਕਿ ਸਾਨੂੰ ਆਜ਼ਾਦੀ ਹੈਗੀ ਹੈ ਕੁਛ ਕਰਨ ਦੀ? ਸਿਰਫ ਸਾਨੂੰ ਸੇਵਾਦਾਰ, ਚਾਕਰ, ਨੌਕਰ ਬਣਨ ਦੀ ਆਜ਼ਾਦੀ ਹੈ? ਕਿ ਸਾਨੂੰ ਜਿੱਦਾਂ ਇੱਕ ਬਰਾਬਰ ਦੀ ਧਿਰ ਬਣ ਕੇ ਵਿਚਰਨ ਦੀ ਆਜ਼ਾਦੀ ਹੈਗੀ ਹੈ? ਕਿ ਸਾਨੂੰ ਬਰਾਬਰ ਦੇ ਸ਼ਹਿਰੀ ਹੋਣ ਦੀ ਇਜਾਜ਼ਤ ਹੈਗੀ ਹੈ? ਕਿ ਸਾਡਾ ਧਰਮ ਨੂੰ, ਸਾਡੇ ਸ਼ਹੀਦਾਂ ਨੂੰ, ਸਾਡੇ ਨਾਇਕਾਂ ਨੂੰ ਬਰਾਬਰ ਸਤਿਕਾਰ ਮਿਲਦਾ? ਕੀ ਸਾਡੇ ਪਾਣੀਆਂ ਦੇ ਉੱਤੇ ਸਾਡਾ ਬਰਾਬਰ ਅਧਿਕਾਰ ਹੈਗਾ? ਕੀ ਸਾਡੇ ਇਤਿਹਾਸ ਨੂੰ ਬਰਾਬਰ ਤੌਰ ਤੇ ਸੱਚੇ ਰੂਪ ਦੇ ਵਿੱਚ ਸਾਡੀਆਂ ਕਿਤਾਬਾਂ 'ਚ ਪਾਇਆ ਜਾਂਦਾ? ਸੋ ਜੇ ਸਾਨੂੰ ਕੁਛ ਕਰਨ ਦੀ ਇਜਾਜ਼ਤ ਹੈ ਨਹੀਂ ਆ, ਤੇ ਸਵਾਲ ਤੇ ਜਾ ਕੇ ਹਕੂਮਤ ਨੂੰ ਕਰੋ ਵੀ ਤੁਸੀਂ ਕੀ ਕਰ ਰਹੇ ਜੋ ਸਿੱਖਾਂ ਦੇ ਨਾਲ। ਇਹ ਸਵਾਲ ਜਿਹੜਾ ਵਾ ਵੈਸੇ ਵੀ ਇੱਕ ਮਤਲਬ ਘਰ 'ਚ ਕੋਈ ਬੜਾ ਮਾਹੌਲ ਖਰਾਬ ਹੋਵੇ, ਇੱਕ ਤੁਸੀਂ ਕਿਸੇ ਘਰ 'ਚ ਜਾਓ, ਉੱਥੇ ਘਰ ਦੇ ਵਿੱਚ ਬਹੁਤ ਕੁਛ ਮਾਹੌਲ ਖਰਾਬ ਹੋਵੇ, ਹਨਾ, ਉੱਥੇ ਕੋਈ ਮਾੜਾ ਕੰਮ ਹੋ ਰਿਹਾ ਹੋਵੇ, ਤਾਂ ਤੁਸੀਂ ਘਰ ਦੇ ਨੌਕਰ ਨੂੰ ਤਾਂ ਨਹੀਂ ਪੁੱਛੋਗੇ ਵੀ ਤੁਸੀਂ ਇੱਥੇ ਕੀ ਕਰ ਰਹੇ ਜੋ? ਤੁਸੀਂ ਮਾਲਕ ਨੂੰ ਜਾ ਕੇ ਸਵਾਲ ਕਰੋਗੇ ਨਾ। ਸਵਾਲ ਮਾਲਕਾਂ ਨੂੰ ਕਰੋ ਜਾ ਕੇ। ਇਹ ਜਿਹੜੇ ਮਤਲਬ ਇਹ ਇੱਥੇ ਇਸ ਮੁਲਕ ਦੇ ਵਿੱਚ ਜਿਹੜੇ ਰਾਜ ਕਰਨ ਵਾਲੀ ਧਿਰ ਹੈ, ਉਹਨੂੰ ਸਵਾਲ ਕਰੋ ਵੀ ਤੁਸੀਂ ਕੀ ਕਰ ਰਹੇ ਜੋ। ਫਿਰ ਆਣ ਕੇ ਸਾਨੂੰ ਸਵਾਲ ਕਰਿਓ। ਅਸੀਂ ਇੱਥੇ ਗੁਲਾਮੀ ਦੀ ਜ਼ਿੰਦਗੀ ਜੀਣ ਦੇ ਬਾਵਜੂਦ ਬਹੁਤ ਕੁਛ ਕਰਦੇ ਹਾਂ, ਪਰ ਸਾਨੂੰ ਇਤਰਾਜ਼ ਇਸ ਗੱਲ ਦਾ ਹੈ ਵੀ ਜਿਨ੍ਹਾਂ ਨੂੰ ਤੁਸੀਂ ਅਰਬਾਂ ਖਰਬਾਂ ਮਤਲਬ ਟੈਕਸ ਦਿੰਦੇ ਜੋ, ਜਿਨ੍ਹਾਂ ਨੂੰ ਤੁਸੀਂ ਮਤਲਬ ਪਤਾ ਨਹੀਂ ਕੀ ਕੁਛ ਦੇਈ ਜਾਂਦੇ ਜੋ, ਉਹਨਾਂ ਨੂੰ ਤੁਸੀਂ ਸਵਾਲ ਨਹੀਂ ਕਰਦੇ। ਇਹਦੇ ਦੀ ਇੱਕ ਪ੍ਰਾਈਮ ਐਗਜ਼ਾਮਪਲ ਇਹ ਹੈ ਵੀ ਬਹੁਤ ਐਕਟਿਵਿਸਟ ਉੱਠ ਕੇ ਕਹਿਣਗੇ ਵੀ ਗੋਲਕ 'ਚ ਪੈਸਾ ਨਾ ਪਾਓ ਜੀ, ਗੋਲਕ ਦੇ ਪੈਸੇ ਦੀ ਦੁਰਵਰਤੋਂ ਹੁੰਦੀ ਹੈ। ਵੀ ਗੋਲਕ ਦੇ ਵਿੱਚ ਪੈਸਾ ਪਾਇਆ ਤੇ ਉਹ ਗਲਤ ਥਾਵਾਂ 'ਚ ਚਲ ਜਾਂਦਾ ਹੈ, ਗਲਤ ਲੋਕ ਵਰਤਦੇ ਨੇ। ਇਹਨਾਂ 'ਚ ਕੋਈ ਬੰਦਾ ਉੱਠ ਕੇ ਜ਼ਰੂਰਤ ਕਰ ਸਕਦਾ ਹੈਗਾ ਵੀ ਟੈਕਸ ਨਾ ਦਿਓ ਜੀ, ਟੈਕਸ ਦੇ ਪੈਸੇ ਦੁਰਵਰਤੋਂ ਹੁੰਦੀ? ਕਿਉਂਕਿ ਟੈਕਸ ਦੇਣਾ ਲੀਗਲ ਰਿਕੁਆਇਰਮੈਂਟ ਹੈ। ਜੇ ਤੁਸੀਂ ਟੈਕਸ ਨਹੀਂ ਦਿੰਦੇ ਤਾਂ ਤੁਹਾਨੂੰ ਫੜ ਕੇ ਅੰਦਰ ਦਿੰਦੇ ਨੇ। ਗੋਲਕ 'ਚ ਪੈਸਾ ਨਾ ਪਾਉਣ ਕਰਕੇ ਤੁਹਾਨੂੰ ਕੋਈ ਫੜਦਾ ਨਹੀਂ। ਉੱਥੇ ਤੁਹਾਡਾ ਸਵਾਲ ਹੈਗਾ ਵੀ ਅਸੀਂ ਗੋਲਕ ਦੀ ਦੁਰਵਰਤੋਂ ਰੋਕਣੀ ਹੈ, ਜਿਹੜੀ ਸਾਡੇ ਕੰਟਰੋਲ 'ਚ ਨਹੀਂ, ਕਿਉਂਕਿ ਉਹ ਵੀ ਅਕਸਰ ਉਹਨਾਂ ਲੋਕਾਂ ਦੇ ਕੰਟਰੋਲ 'ਚ ਜਿਹਨਾਂ ਨੂੰ ਤੁਸੀਂ ਟੈਕਸ ਦਿੰਦੇ ਜੋ। ਪਰ ਫਿਰ ਵੀ ਸਵਾਲ ਤੁਸੀਂ ਇਹ ਨਹੀਂ ਕਰਦੇ। ਸੋ ਬੇਸਿਕਲੀ ਪਹਿਲਾਂ ਤੇ ਆਪਣਾ ਮਾਈਂਡ ਸੈਟ ਕਲੀਅਰ ਕਰੋ ਵੀ ਤੁਸੀਂ ਸਵਾਲ ਕਰਨਾ ਕਿਹਨੂੰ ਹੈ। ਤੁਸੀਂ ਵਿਕਟਮ ਨੂੰ ਸਵਾਲ ਕਰਨਾ ਹੈ ਕਿ ਤੁਸੀਂ ਕਲਪ੍ਰਿਟ ਨੂੰ ਸਵਾਲ ਕਰਨਾ ਹੈ? ਜੇ ਤੇ ਕਲਪ੍ਰਿਟ ਨੂੰ ਸਵਾਲ ਕਰਨਾ ਹੈ, ਤੁਸੀਂ ਜ਼ਾਲਮ ਨੂੰ ਸਵਾਲ ਕਰਨਾ ਹੈ, ਫਿਰ ਤੁਹਾਡਾ ਸਵਾਲ ਹਕੂਮਤ ਨੂੰ ਹੋਵੇ ਤੇ ਚੰਗੀ ਗੱਲ ਹੈ। ਜੇ ਤੁਸੀਂ ਜ਼ੁਲਮ ਸਹਿਣ ਵਾਲੇ ਨੂੰ ਸਵਾਲ ਕਰਨਾ ਤੇ ਫਿਰ ਮੈਨੂੰ ਲੱਗਦਾ ਤੁਸੀਂ ਆਪਣੇ ਦਿਮਾਗ ਦਾ ਕਿਤੋਂ ਇਲਾਜ ਕਰਾਓ ਜਾ ਕੇ। ਇਹ ਇੱਥੇ ਕੋਈ ਆਪਾਂ ਇਹ ਸਭਾ ਨਹੀਂ ਖੋਲੀ ਹੋਈ ਵੀ ਆਪਾਂ ਇੱਥੇ ਆਣ ਕੇ ਸਰਬੱਤ ਤੇ ਭਲੇ ਦੇ ਆਈਡੀਏ ਦੀ ਗੱਲ ਕਰੀਏ। ਉਹ ਸਾਨੂੰ ਪਤਾ ਹੈ ਸਰਬੱਤ ਦਾ ਭਲਾ ਕੀ ਹੁੰਦਾ, ਸਾਡਾ ਰਾਜ ਸੀ, ਅਸੀਂ ਕੀਤਾ ਸਰਬੱਤ ਦਾ ਭਲਾ, ਹੁਣ ਵੀ ਕਰਦੇ ਹਾਂ ਜਿੰਨੇ ਕਿ ਸਾਡੇ ਪਹੁੰਚ ਹੈਗੀ ਹੈ। ਪਰ ਇੱਥੇ ਮੈਨੂੰ ਲੱਗਦਾ ਵੀ ਜਿੱਥੇ ਅਸੀਂ ਗੱਲ ਕਰ ਰਹੇ ਹਾਂ ਸਾਡੇ ਤੇ ਨਾਇਕ ਥੋਪੇ ਜਾ ਰਹੇ ਆ, ਸਾਡੇ ਤੇ ਗੁਲਾਮੀ ਗਹਿਰੀ ਹੋ ਰਹੀ ਹੈ, ਸਾਡੇ ਤੇ ਜ਼ੁਲਮ ਹੋ ਰਿਹਾ, ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਹੋਈ ਤੇ ਹੋ ਰਹੀ ਹੈ, ਸਾਡੇ ਨੌਜਵਾਨਾਂ ਨੂੰ ਨਸ਼ਿਆਂ ਨਾਲ ਤਬਾਹ ਕੀਤਾ ਜਾ ਰਿਹਾ, ਸਾਡਾ ਪਾਣੀ ਲੁੱਟਿਆ ਜਾ ਰਿਹਾ, ਸਾਡੀ ਬੋਲੀ ਖਤਮ ਕੀਤੀ ਜਾ ਰਹੀ ਹੈ। ਉੱਥੇ ਆਣ ਕੇ ਇਹ ਸਵਾਲ ਵੀ ਅਸੀਂ ਕੀ ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ, ਅਸੀਂ ਕੀ ਕਰ ਰਹੇ ਹਾਂ? ਹੁਣ ਕੱਲ ਨੂੰ ਕੋਈ ਲੌਜਿਕ ਦੇ ਕੇ ਕਵੇ ਵੀ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਹੋ, ਪਾਣੀ ਵੀ ਦੇ ਦਿਓ ਆਪਣਾ। ਬੇਵਕੂਫਾਨਾ ਸਵਾਲ ਤੇ ਕਿਤੇ ਵੀ ਪੈਦਾ ਹੋ ਸਕਦੇ ਆ। ਸੋ ਇਹ ਜਿਹੜੀ ਸਿੱਖ ਦੀ ਵਿਵੇਕ ਬੁੱਧੀ ਉਹਦੇ 'ਚ ਪਤਾ ਵੀ ਸਰਬੱਤ ਦਾ ਭਲਾ ਕੀ ਹੁੰਦਾ ਹੈ। ਤੁਸੀਂ ਘਰ ਦੇ ਮਾਲਕ ਹੋਵੋ ਤੇ ਘਰ ਦੇ ਮਾਲਕ ਹੋ ਕੇ ਕਿਸੇ ਨੂੰ ਕੁਛ ਦੇ ਦਿਓ, ਕੋਈ ਸੇਵਾ ਕਰ ਦਿਓ, ਤੇ ਉਹ ਤੁਹਾਡਾ ਸਰਬੱਤ ਦਾ ਭਲਾ ਗਿਣਿਆ ਜਾ ਸਕਦਾ। ਜੇ ਤੁਸੀਂ ਨੌਕਰ ਹੋ ਤੇ ਤੁਹਾਡੀ ਮਜਬੂਰੀ ਉਹ ਕੰਮ ਕਰਨਾ ਪਏ, ਤੁਸੀਂ ਇਹ ਥੋੜ੍ਹੀ ਮੈਂ ਬੜੀ ਸੇਵਾ ਕਰ ਰਿਹਾ ਜੀ। ਉਹ ਤੁਹਾਡੇ ਕੋਲ ਕਰਾਈ ਜਾ ਰਹੀ ਹੈ, ਨਾ ਕਰਕੇ ਵੇਖੋ ਦਿਹਾੜੀ ਤੁਹਾਡੇ ਚੰਮ ਨਾ ਦੇੜ ਦੇਣਗੇ ਅਗਲੇ। ਸੋ ਸਰਬੱਤ ਦਾ ਭਲਾ ਬਹੁਤੀ ਥਾਵਾਂ ਤੇ ਸਿੱਖਾਂ ਨੂੰ ਕਰਾਇਆ ਜਾ ਰਿਹਾ ਧੱਕੇ ਦੇ ਨਾਲ। ਅੱਜ ਦੀ ਡੇਟ 'ਚ ਸਿੱਖ ਕੋਈ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਦੀ ਕੋਈ ਮੋਰਲ ਰਿਕੁਆਇਰਮੈਂਟ ਹੈ ਵੀ ਉਹ ਕਰਨ ਹੀ ਕਰਨ।
ਫਿਰ ਵੀ ਕਰ ਰਹੇ। ਕਈ ਥਾਵਾਂ ਤੇ ਸਿੱਖ ਵੈਲੀਡੇਸ਼ਨ ਲਈ ਕਰੀ ਜਾ ਰਹੇ ਆ ਵੀ ਮਾਲਕ ਸਾਨੂੰ ਚੰਗਾ ਕਹਿ ਦੇਣ। ਉਹ ਬੜੇ ਸਰਬੱਤ ਦੇ ਭਲੇ ਨੂੰ ਤੁਰੇ ਫਿਰਦੇ ਵੀ ਸਰਬੱਤ ਦਾ ਭਲਾ ਕਰਨਾ, ਆਪ ਭਾਵੇਂ ਘਰ 'ਚ ਨੰਗੇ ਤੁਰੇ ਫਿਰਦੇ ਹੋਣ। ਸੋ ਇਹੋ ਜਿਹੇ ਸਵਾਲ ਮੇਰੇ ਖਿਆਲ ਦੇ ਨਾਲ ਸਾਨੂੰ ਇਗਨੋਰ ਕਰਨੇ ਚਾਹੀਦੇ ਆ। ਸੈਂਸਿਟਿਵ ਟਾਈਮ ਹੈ, ਇਹ ਸਵਾਲ ਗੁਲਾਮਾਂ ਦੇ ਹੋਣੇ ਨਹੀਂ ਚਾਹੀਦੇ ਵੀ ਅਸੀਂ ਕੀ ਕਰ ਰਹੇ ਹਾਂ। ਸਵਾਲ ਇਹ ਹੋਣਾ ਚਾਹੀਦਾ ਵੀ ਹਿੰਦੁਸਤਾਨ ਦੀ ਹਕੂਮਤ ਸਾਡੇ ਨਾਲ ਕੀ ਕਰ ਰਹੀ ਹੈ। ਹਾਂਜੀ ਵੀਰ ਜੀ, ਇੱਕ ਆਖਰੀ ਸਵਾਲ ਆਪਾਂ ਲੈ ਲਈਏ ਜਾਂਦੇ ਜਾਂਦੇ ਵੀ ਸਿੱਖ ਨਾਇਕਾਂ ਨੂੰ ਪ੍ਰਮੋਟ ਕਰਨ ਲਈ ਤੁਹਾਡੇ ਵੱਲੋਂ ਕੋਈ ਜਵਾਨੀ ਨੂੰ ਸੰਦੇਸ਼। ਹਾਂਜੀ ਗਿੱਲ ਭਾਈ, ਆਵਾਜ਼ ਆ ਰਹੀ ਮੇਰੀ? ਹਾਂਜੀ, ਮੈਨੂੰ ਮੇਰਾ ਮਿਊਟ ਸੀ ਮਾਈਕ। ਜੇ ਤਾਂ ਦੇਖੋ ਜਵਾਨੀ ਜਿਹੜੀ ਆ ਉਹ ਬਗਾਵਤ ਦੇ ਰਾਹ 'ਤੇ ਤੁਰਨਾ ਚਾਹੁੰਦੀ ਹੈ, ਜੇ ਜਵਾਨੀ ਪੰਜਾਬ ਦੇ ਹੱਕਾਂ ਲਈ ਲੜਨਾ ਚਾਹੁੰਦੀ ਹੈ, ਜੇ ਜਵਾਨੀ ਹਿੰਦੁਸਤਾਨ ਦੇ ਜ਼ੁਲਮ ਦੇ ਖਿਲਾਫ ਲੜਨਾ ਚਾਹੁੰਦੀ ਹੈ, ਲੜਨ ਦੀ ਇੱਛੁਕ ਹੈ, ਫਿਰ ਤੇ ਮੇਰੇ ਖਿਆਲ ਦੇ ਨਾਲ ਨਾਇਕ ਆਪਣੇ ਆਪ ਉਹਨਾਂ ਨੂੰ ਪਤਾ ਕਿਹੜੇ ਚੁਣੇ ਜਾ ਸਕਦੇ ਆ। ਜੇ ਤੇ ਢਾਂਚੇ ਨੂੰ ਇਸ ਨੂੰ ਢਾਂਚੇ ਨੂੰ ਖਤਮ ਕਰਕੇ ਨਵਾਂ ਢਾਂਚਾ ਖੜਾ ਕਰਨਾ ਹੈ, ਜਿੱਥੇ ਸਾਡਾ ਧਰਮ ਸੁਰੱਖਿਅਤ ਹੋਵੇ, ਜਿੱਥੇ ਸਾਡੀ ਬੋਲੀ, ਸਾਡੇ ਰਿਸੋਰਸਸ, ਸਾਡੇ ਸੰਸਾਧਨ, ਸਾਡੀ ਕੁਦਰਤੀ ਜਿਹੜਾ ਪੌਣ ਪਾਣੀ ਹੈ, ਸਾਡੇ ਨੌਜਵਾਨੀ ਹੈ, ਜਿਹੜਾ ਸਾਡਾ ਮਤਲਬ ਪੱਤ ਹੈ, ਇੱਜ਼ਤ ਹੈ, ਧਰਮ, ਸਾਰਾ ਕੁਝ ਸੁਰੱਖਿਅਤ ਹੋਵੇ, ਫਿਰ ਤੇ ਇਸ ਢਾਂਚੇ ਨੂੰ ਤਬਾਹ ਕਰਕੇ ਨਵਾਂ ਢਾਂਚਾ ਖੜਾ ਕਰਨਾ ਪਊਗਾ। ਉਸ ਜਿਹੜਾ ਢਾਂਚੇ, ਨਵੇਂ ਢਾਂਚੇ ਲਈ ਜਿਹੜੇ ਨਾਇਕ ਆ ਉਹ ਤਾਂ ਸਾਨੂੰ ਪਤਾ ਕਿਹੜੇ ਆ। ਜੇ ਇਸੇ ਢਾਂਚਾ ਜਿਹੜਾ ਬ੍ਰਾਹਮਣ ਦਾ ਢਾਂਚਾ, ਜਿਹੜਾ ਉਹਨੇ ਸਾਡੇ ਮਤਲਬ ਸਿਰ ਦੇ ਉੱਤੇ ਖੜਾ ਕੀਤਾ ਤੇ ਜਿਹੜਾ ਉਹਨੇ ਮਤਲਬ ਸਾਡੇ ਤੇ ਜ਼ੁਲਮ ਕਰਨ ਲਈ ਖੜਾ ਕੀਤਾ, ਘੱਟ ਗਿਣਤੀਆਂ ਨੂੰ ਮਾਰਨ ਲਈ ਖੜਾ ਕੀਤਾ, ਜੇ ਉਹਨੂੰ ਰਿਪੇਅਰ ਕਰਨਾ ਤੇ ਬ੍ਰਾਹਮਣ ਨੂੰ ਫਾਇਦਾ ਪਹੁੰਚਾਉਣਾ ਤੇ ਫਿਰ ਤੁਸੀਂ ਭਗਤ ਸਿੰਘ ਨੂੰ ਆਪਣਾ ਨਾਇਕ ਮੰਨ ਲਓ। ਸੋ ਜਵਾਨੀ ਨੂੰ ਤੇ ਮੇਰੇ ਖਿਆਲ ਦੇ ਨਾਲ ਜਦੋਂ ਸੰਘਰਸ਼ ਦੇ ਰਾਹ ਤੇ ਤੁਰਨ ਵਾਲੇ ਜਿਹੜੀ ਜਵਾਨੀ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹਦੀ ਫੋਟੋ ਫੜਿਆ ਤੁਹਾਨੂੰ ਸਜ਼ਾ ਹੁੰਦੀ ਹੈ, ਕਿਹਦੀ ਫੋਟੋ ਲਾਉਣ ਦੇ ਹੁਕਮ ਹੁੰਦੇ ਤੇ ਕਿਹਦੀ ਲਾਉਣ ਦੇ ਹੁਕਮ ਹੁੰਦੇ ਆ। ਨਾਇਕ ਆਪੇ ਚੁਣ ਲਓ। ਜੇ ਤੇ ਸਰਕਾਰਾਂ ਤੁਹਾਡੇ ਪੱਖ 'ਚ ਨੇ ਤੇ ਫਿਰ ਤੇ ਸਰਕਾਰਾਂ ਕਹਿਣਗੀਆਂ ਵੀ ਭਿੰਡਰਾਂਵਾਲੇ ਦੀ ਫੋਟੋ ਲਾ ਲਓ, ਤੇ ਜੇ ਤੇ ਸਰਕਾਰਾਂ ਤੁਹਾਡੇ ਖਿਲਾਫ ਨੇ ਫਿਰ ਉਹ ਕਹਿਣਗੀਆਂ ਭਗਤ ਸਿੰਘ ਦੀ ਲਾ ਲਓ, ਕਿਉਂਕਿ ਉਹਨਾਂ ਨੂੰ ਪਤਾ ਹੈ ਭਗਤ ਸਿੰਘ ਤੁਹਾਨੂੰ ਖੱਸੀ ਕਰੂਗਾ ਤੇ ਭਿੰਡਰਾਂਵਾਲਾ ਤੁਹਾਨੂੰ ਜੁਝਾਰੂ ਬਣਾਊਗਾ। ਸੋ ਇਹ ਫਰਕ ਇੰਨਾ ਕੁ ਹੈ, ਇੱਕ ਬੰਦਾ ਤੁਹਾਨੂੰ ਖੱਸੀ ਕਰ ਦੂਗਾ ਜਿਹੜਾ ਤੁਸੀਂ ਕੁਛ ਨਹੀਂ ਕਰ ਸਕਦੇ ਉਸ ਤੋਂ ਬਾਅਦ 'ਚ, ਇੱਕ ਤੁਹਾਨੂੰ ਜੁਝਾਰੂ ਬਣਾਊਗਾ ਜਿਸ ਤੋਂ ਬਾਅਦ ਤੁਸੀਂ ਤੁਹਾਡਾ ਚੈਨ ਨਾਲ ਬਹਿਣਾ ਔਖਾ ਹੋ ਜਾਊਗਾ, ਕਿਉਂਕਿ ਤੁਹਾਨੂੰ ਚੈਨ ਉਹਨਾਂ ਚਿਰ ਤੇ ਆ ਨਹੀਂ ਸਕਦਾ ਜਿੰਨਾ ਚਿਰ ਤੁਹਾਡੀ ਕੌਮ ਗੁਲਾਮ ਹੈ, ਤੁਹਾਡਾ ਧਰਮ ਰੱਖਿਆ ਤਾਂ ਜਿੰਨਾ ਚਿਰ ਤੁਹਾਡੇ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਉਹਨਾਂ ਚਿਰ ਚੈਨ ਕਾਹਦਾ। ਜੇ ਚੈਨ ਤੁਹਾਨੂੰ ਬੇਚੈਨ ਸਿਰਫ ਭਿੰਡਰਾਂਵਾਲਾ ਸੰਤ ਹੀ ਕਰ ਸਕਦਾ, ਜਾਂ ਉਹਦੇ ਰਾਹ ਤੇ ਤੁਰੇ ਹੋਏ ਨਾਇਕ ਕਰ ਸਕਦੇ ਨੇ। ਤੁਹਾਨੂੰ ਬੇਚੈਨ, ਤੁਹਾਨੂੰ ਭਗਤ ਸਿੰਘ ਬੜਾ ਚੈਨ ਦਿੰਦਾ। ਭਗਤ ਸਿੰਘ ਦਾ ਜੀ ਦੇਖੋ ਜੀ, ਜਦੋਂ ਕਿਸੇ ਵੀ ਦੁਖੀ ਦਾ ਕੋਈ ਰੈਵੋਲਿਊਸ਼ਨ ਲਿਆਉਣਾ ਹੋਵੇ, ਜਿਹਨੇ ਇਸ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਹੋਵੇ, ਚਾਹੇ ਉਹ ਅੰਨਾ ਹਜ਼ਾਰੇ ਸੀ ਜਾਂ ਦੂਜੇ ਸੀ, ਉਹਨਾਂ ਨੇ ਭਗਤ ਸਿੰਘ ਨੂੰ ਅੱਗੇ ਰੱਖਿਆ। ਕਿਉਂ? ਕਿਉਂਕਿ ਜਿੱਦਣ ਬ੍ਰਾਹਮਣ ਨੂੰ ਲੋੜ ਪਈ ਇਸ ਢਾਂਚੇ ਨੂੰ ਬਚਾਉਣ ਦੀ, ਇਹਨੂੰ ਫੋਰ ਐਗਜ਼ਾਮਪਲ ਤੁਸੀਂ ਸੋਚੋ ਵੀ ਇੱਕ ਘਰ ਹੈ ਜਿਹਦੇ ਤੁਸੀਂ ਗੁਲਾਮ ਜੋ ਤੇ ਘਰ ਦਾ ਮਾਲਕ ਬ੍ਰਾਹਮਣ ਹੈ। ਬ੍ਰਾਹਮਣ ਨੂੰ ਜਦੋਂ ਲੋੜ ਪੈਂਦੀ ਹੈ ਇਸ ਘਰ ਨੂੰ ਬਚਾਉਣ ਲਈ ਤੇ ਬਚਾਉਣਾ, ਉਹਨੇ ਤੁਹਾਨੂੰ ਭਗਤ ਸਿੰਘ ਦੀ ਫੋਟੋ ਫੜਾਉਣੀ ਹੈ। ਤੁਸੀਂ ਕਹਿਣਾ ਵੀ ਦੇਖੋ ਭਗਤ ਸਿੰਘ ਨੇ ਘਰ ਬਣਾਇਆ ਸੀ, ਭਾਵੇਂ ਸਾਡੇ ਤੇ ਇੱਥੇ ਜ਼ੁਲਮ ਹੋ ਰਿਹਾ, ਭਾਵੇਂ ਸਾਨੂੰ ਛਿੱਤਰ ਪੈ ਰਹੇ ਨੇ, ਭਾਵੇਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋ ਰਹੀ ਹੈ, ਭਾਵੇਂ ਸਾਡੇ ਇਸ਼ਟ ਦੀ ਬੇਪਤੀ ਹੋ ਰਹੀ ਹੈ, ਬੇਅਦਬੀ ਹੋ ਰਹੀ ਹੈ, ਅਸੀਂ ਇਸ ਘਰ ਨੂੰ ਬਚਾਉਣਾ ਹੈ। ਇਹ ਸਾਡਾ ਨੈਤਿਕ ਫਰਜ਼ ਹੈ, ਕਿਉਂਕਿ ਭਗਤ ਸਿੰਘ ਨੇ ਇਹ ਘਰ ਨੂੰ ਬਣਾਇਆ ਸੀ। ਉਹ 'ਚ ਅਸੀਂ ਇਹ ਸੁਪਨਾ ਪਾਲਣਾ ਵੀ ਕਿਸੇ ਦਿਨ ਅਸੀਂ ਇਸ ਬੰਦੇ ਦੀ ਥਾਂ ਤੇ ਪਾਵਾਂਗੇ, ਕਿਉਂਕਿ ਭਗਤ ਸਿੰਘ ਦੇ ਸੁਪਨਿਆਂ ਦਾ ਇਹ ਘਰ ਹੈ। ਪਰ ਰਿਐਲਿਟੀ ਹੈ ਵੀ ਉਸ ਘਰ ਦਾ ਢਾਂਚਾ ਇਸ ਤਰੀਕੇ ਨਾਲ ਬਣਿਆ ਵੀ ਤੁਸੀਂ ਨੌਕਰੀ ਰਹੋਗੇ, ਜਿਹੜਾ ਬੰਦਾ ਮਾਲਕ ਹੈ ਉਹ ਮਾਲਕ ਹੀ ਰਹੂਗਾ। ਹੁਣ ਦੂਜਾ ਨਾਇਕ ਤੁਹਾਡਾ ਇਹ ਆ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਵੀ ਇਹ ਘਰ ਨੂੰ ਤਬਾਹ ਕਰੋ ਤੇ ਆਪਣਾ ਨਵੇਂ ਘਰ ਦੀ ਨੀਂਹ ਸਿਰਜ ਕੇ, ਜਿਹੜੀ ਨੀਂਹ ਉਹਨਾਂ ਰੱਖਤੀ ਹੈ 84 ਦੇ ਵਿੱਚ, ਉਹਦੇ ਤੇ ਆਪਣਾ ਮਹਿਲ ਖੜਾ ਕਰੋ। ਜਿਹੜੇ ਮਹਿਲ ਨੂੰ ਤੁਸੀਂ ਆਪ ਬਣਾਓਗੇ ਉਹਦੇ ਤੇ ਤੁਹਾਨੂੰ ਕੋਈ ਕੱਢ ਨਹੀਂ ਸਕਦਾ। ਸੋ ਇਹ ਦੋ ਜਿਹੜਾ ਨਾਇਕਾਂ ਦੇ ਭੇੜ ਹੁੰਦੇ ਆ ਨਾ, ਉਹਦੇ ਵਿੱਚ ਤੁਹਾਡੇ ਲੜਾਈ ਦੇ ਦਾ ਇੱਕ ਰਾਹ, ਨਤੀਜਾ, ਸਿੱਟੇ, ਸਾਰਾ ਕੁਝ ਤੈਅ ਹੋ ਜਾਂਦਾ। ਸੋ ਜੇ ਤੇ ਖੱਸੀਆਂ ਨੂੰ ਛੱਤਰ ਖਾਣੇ ਨੇ ਰੋਜ਼ ਦਿਹਾੜੀ, ਜੇ ਤੇ ਮਤਲਬ ਰੋਜ਼ ਦਿਹਾੜੀ ਕੁੱਟ ਵੀ ਖਾਣੀ ਹੈ ਤੇ ਕੁੱਟ ਖਾ ਕੇ ਵੀ ਕਹੀ ਜਾਣਾ ਵੀ ਜੇ ਧਰਨਾ ਲਗਾਉਣਾ ਹਮਾਰਾ ਫਰਜ਼ ਹੈ, ਫਲਾਣਾ ਕੰਮ ਕਰਨਾ ਸਾਡਾ ਫਰਜ਼ ਹੈ, ਦੂਜਾ ਕੰਮ ਕਰਨਾ ਸਾਡਾ ਫਰਜ਼ ਹੈ, ਸਾਡੇ ਕੋਲ ਆਹ ਰਾਈਟ ਹੈ, ਸਾਡੇ ਕੋਲ ਉਹ ਰਾਈਟ ਹੈ, ਫਿਰ ਤਾਂ ਤੁਸੀਂ ਮੰਨੋ ਭਗਤ ਸਿੰਘ ਨੂੰ ਆਪਣਾ ਨਾਇਕ, ਤੇ ਫਿਰ ਤੋਂ ਤੁਹਾਨੂੰ ਸੂਟ ਵੀ ਕਰੂਗਾ। ਜੇ ਤੁਸੀਂ ਹਕੂਮਤ ਦੀ ਅੱਖ ਪਾ ਕੇ ਦੇਖਣਾ, ਜੇ ਤੁਸੀਂ ਹਕੂਮਤ ਦੇ ਅੱਖ 'ਚ ਅੱਖ ਪਾ ਕੇ ਇਹ ਗੱਲ ਕਹਿਣੀ ਹੈ ਵੀ ਭਾਈ ਇਹ ਹਿਸਾਬ ਹੋਊਗਾ ਜਿਹੜਾ ਕੁਛ ਤੁਸੀਂ ਸਾਡੇ ਨਾਲ ਕੀਤਾ, ਇਹ ਏਦਾਂ ਅਜਾਈ ਨਹੀਂ ਜਾਂਦਾ, ਫਿਰ ਤੁਹਾਨੂੰ ਪਤਾ ਹੈ ਕਿਹਨੂੰ ਨਾਇਕ ਚੁਣਨਾ। ਫਿਰ ਜਿਹੜੇ ਬੰਦੇ ਨੇ ਕੀਤੀ ਹੈ ਕੰਮ ਉਹਨੂੰ ਹੀ ਚੁਣੋਗੇ ਨਾ। ਜੇ ਤੇ ਜਿਹੜਾ ਸੰਤ ਭਿੰਡਰਾਂਵਾਲਿਆਂ ਨੇ, ਹੁਣ ਅਸੀਂ ਮੌਜੂਦਾ ਹਕੂਮਤ ਦੇ ਗੁਲਾਮ ਆ, ਅਸੀਂ ਗੋਰਿਆਂ ਦੇ ਤੇ ਗੁਲਾਮ ਨਹੀਂ ਹੈਗੇ ਅੱਜ ਦੀ ਡੇਟ ਦੇ ਵਿੱਚ, ਮੌਜੂਦਾ ਹਕੂਮਤ ਦੇ ਗੁਲਾਮ ਆ। ਤੇ ਜਿਹੜੇ ਬੰਦੇ ਨੇ ਮੌਜੂਦਾ ਹਕੂਮਤ
ਕਿੰਨੇ ਜੇ ਇੱਕ ਸਿੰਪਲ ਫਾਰਮੂਲਾ ਹੈ, ਮੌਜੂਦਾ ਹਕੂਮਤ ਜਿਹੜੀ ਉਹ ਭਗਤ ਸਿੰਘ ਨੂੰ ਆਪਣਾ ਨਾਇਕ ਮੰਨਦੀ ਹੈ, ਠੀਕ ਹੈ। ਹੁਣ ਜਦੋਂ ਭਗਤ ਸਿੰਘ ਜਦੋਂ ਲੜਿਆ ਉਦੋਂ ਗੋਰੇ ਰਾਜ ਸੀ, ਜਦੋਂ ਰਾਜ ਗੋਰਿਆਂ ਕੋਲ ਆ ਕੇ ਹਿੰਦੂ ਕੋਲ ਆ ਗਿਆ, ਭਗਤ ਸਿੰਘ ਨੂੰ ਉਹਨਾਂ ਨਾਇਕ ਬਣਾ ਲਿਆ। ਹੁਣ ਜਦੋਂ ਹਿੰਦੂਆਂ ਨੇ ਸਾਡੇ ਤੇ ਜ਼ੁਲਮ ਕੀਤਾ, ਹਿੰਦੂ ਰਾਜ ਨੇ ਸਾਡੇ ਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਹੈ, ਉਹਦੇ ਜ਼ੁਲਮ ਦੇ ਖਿਲਾਫ ਉੱਠ ਕੇ ਸੰਤ ਭਿੰਡਰਾਂਵਾਲਿਆਂ ਨੇ ਸਾਨੂੰ ਲੜਨਾ ਸਿਖਾਇਆ। ਸੋ ਭਗਤ ਸਿੰਘ ਤੇ ਸਾਡੀਆਂ ਪੈਰਾਂ 'ਚ ਬੇੜੀਆਂ ਬਣੂਗਾ, ਸਾਡੇ ਹੱਥਾਂ 'ਚ ਹੱਥ ਕੜੀਆਂ ਲਾਊਗਾ, ਕਾਨੂੰਨ ਦੀਆਂ ਹੱਥ ਕੜੀਆਂ, ਦੂਜੀਆਂ ਹੱਥ ਕੜੀਆਂ, ਸੰਵਿਧਾਨ ਦੀਆਂ ਹੱਥ ਕੜੀਆਂ, ਕਈ ਤਰ੍ਹਾਂ ਦੀਆਂ ਬੇੜੀਆਂ ਸਾਡੇ ਪੈਰਾਂ 'ਚ ਬਣੂਗਾ। ਸਾਨੂੰ ਬੇੜੀਆਂ ਤੋਂ ਮੁਕਤ ਕਰਕੇ ਲੜਨ ਲਈ ਇੱਕੋ ਬੰਦਾ ਪ੍ਰੇਰਿਤ ਕਰ ਸਕਦਾ, ਉਹ ਸੰਤ ਭਿੰਡਰਾਂਵਾਲੇ ਆ। ਸਾਨੂੰ ਇਹੋ ਜਿਹੇ ਮਤਲਬ ਪਹਿਲੀ ਗੱਲ ਤੇ ਨਾਇਕ ਵੀ ਕੋਈ ਚੱਜ ਦਾ ਹੋਵੇ, ਜਿਹਨੂੰ ਕੋਈ ਜੇ ਫਰਜ਼ ਕਰੋ ਕਿਸੇ ਨੂੰ ਮਜਬੂਰੀ 'ਚ ਵੀ ਕਹਿਣਾ ਪਵੇ ਵੀ ਬੰਦਾ ਬੜਾ ਤਕੜਾ, ਦੁਸ਼ਮਣਾਂ ਨੂੰ ਵੀ ਕਹਿਣਾ ਪੈ ਜਾਂਦਾ। ਕਈ ਵੇਲੇ ਆਪਾਂ ਦੁਸ਼ਮਣ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਵੀ ਠੀਕ ਆ, ਬੜਾ ਸੂਰਮਾ ਸੀ, ਬੇਸ਼ੱਕ ਸਾਡਾ ਦੁਸ਼ਮਣ ਹੈ ਪਰ ਬੜਾ ਸੂਰਮਾ ਸੀ। ਜਿਵੇਂ ਗੁਰੂ ਸਾਹਿਬ ਦੀਆਂ ਜੰਗਾਂ ਵੇਲੇ ਉਹਨਾਂ ਨੇ ਪੈਂਦੇ ਖਾਨ ਨੂੰ ਜਦੋਂ ਸੋਧਿਆ ਵੀ ਹੈ, ਉਹ ਆਪਣਾ ਉਹਨਾਂ ਨੂੰ ਹੱਥੀਂ ਪਾਲਿਆ ਸੀ, ਹੱਥੀਂ ਸੋਧਿਆ, ਤੇ ਫਿਰ ਵੀ ਉਹਨਾਂ ਨੇ ਦੀ ਸਿਫਤ ਵੀ ਕੀਤੀ ਵੀ ਬੜਾ ਤਗੜਾ ਸੂਰਮਾ ਸੀ। ਕਰਨੀ ਪੈ ਜਾਂਦੀ ਸਿਫਤ ਜਦੋਂ ਕੋਈ ਦੁਸ਼ਮਣ ਵੀ ਤੁਹਾਡਾ ਬੜਾ ਤਗੜਾ ਹੋਵੇ, ਐਥੀਕਲ ਹੋਵੇ, ਘੱਟੋ ਘੱਟ ਉਸ ਲੈਵਲ ਦਾ ਤੇ ਬੰਦਾ ਹੋਵੇ ਜਿਹਦੀ ਸਿਫਤ ਕਰਨ ਨੂੰ ਜੀ ਕਰੇ ਬੰਦੇ ਦਾ। ਬੇਸ਼ੱਕ ਸਾਡੇ ਵਿਚਾਰ ਨਾ ਮਿਲਦੇ ਹੋਣ, ਸਾਡਾ ਸਿਧਾਂਤ ਨਾ ਮਿਲਦਾ ਹੋਵੇ, ਪਰ ਉਹਦੀ ਸਿਫਤ ਕਰਨ ਨੂੰ ਜੀ ਕਰੇ, ਏਦਾਂ ਦਾ ਬੰਦਾ ਹੋਵੇ। ਭਗਤ ਸਿੰਘ ਉਸ ਕੈਟਾਗਰੀ 'ਚ ਵੀ ਨਹੀਂ ਆਉਂਦਾ। ਸੋ ਅਸੀਂ ਆਪਣਾ ਨਾਇਕ ਉਹਨੂੰ ਮੰਨੀਏ ਜਿਹੜਾ ਸਾਡਾ ਨਾਇਕ ਹੈਗਾ, ਜਿਹਨੇ ਸਾਡੇ ਲਈ ਆਪਣਾ ਲਹੂ ਡੋਲਿਆ। ਅਸੀਂ ਉਹਨੂੰ ਆਪਣਾ ਨਾਇਕ ਨਹੀਂ ਮੰਨ ਸਕਦੇ ਜਿਹਨੇ ਇਸ ਢਾਂਚਾ ਖੜਾ ਕਰਨ ਦਾ ਸੁਪਨਾ ਲਿਆ ਸੀ, ਜਿਸ ਢਾਂਚੇ ਦੇ ਅੰਦਰ ਸਾਡੀਆਂ ਬੇਪਤੀਆਂ ਹੋਈਆਂ ਨੇ। ਅਸੀਂ ਉਹਨੂੰ ਆਪਣਾ ਨਾਇਕ ਕਦੇ ਨਹੀਂ ਮੰਨਦੇ। ਮੰਨਾਂਗੇ ਤੇ ਉਹੀ ਗੱਲ ਹੈ, ਫਿਰ ਨੌਕਰ ਦੀ ਬਿਰਤੀ ਜਿਹੜੀ ਹੈ, ਉਹ ਇੱਕ ਅੰਗਰੇਜ਼ੀ ਦੀ ਕਹਾਵਤ ਹੈ, beggars can't be choosers। ਤੁਸੀਂ ਜਦੋਂ ਭਗਤ ਸਿੰਘ ਦੀ ਫੋਟੋ ਪੜ੍ਹਦੇ ਹੋ, ਤੁਸੀਂ ਮੰਗਤੇ ਜੋ, ਉਦੋਂ ਤੁਸੀਂ ਹਕੂਮਤ ਦੇ ਮੰਗਤੇ ਜੋ, ਫਿਰ ਤੁਸੀਂ ਹਕੂਮਤ ਜੋ ਤੁਹਾਨੂੰ ਖਰਾਤ ਪਾਉਂਦੀ ਤੁਹਾਨੂੰ ਲੈਣੀ ਪੈਂਦੀ ਹੈ। ਜਦੋਂ ਤੁਸੀਂ ਸੰਤ ਭਿੰਡਰਾਂਵਾਲੇ ਦੀ ਤਸਵੀਰ ਰੱਖਦੇ ਜੋ, ਜਦੋਂ ਤੁਸੀਂ ਸਿੱਖ ਸ਼ਹੀਦਾਂ ਦੀ ਤਸਵੀਰ ਰੱਖਦੇ ਜੋ, ਫਿਰ ਤੁਸੀਂ ਮੰਗਤੇ ਨਹੀਂ ਪਏ, ਤੁਸੀਂ ਰਾਜੇ ਜੋ। ਠੀਕ ਹੈ, ਰਾਜੇ ਵੀ ਕਿਸੇ ਵੇਲੇ ਰਾਜਗੱਦੀ ਤੇ ਬਹਿਣ ਦੀ ਲੜਾਈ ਕਰਦੇ ਆ, ਫਿਰ ਸਾਡੇ ਸਿਧਾਂਤ ਹੈ ਜਾਂ ਰਾਜ ਕਰੇ ਜਾਂ ਨਹੀਂ ਲੜ ਮਰੇ ਹੈ, ਦੋ ਸਿਧਾਂਤ ਹੈ ਸਾਡੇ ਕੋਲ, ਜਾਂ ਸਿੱਖ ਬਾਦਸ਼ਾਹ ਜਾਂ ਬਾਗੀ ਹੈ। ਹੁਣ ਜਿਹੜਾ ਬਾਦਸ਼ਾਹ ਤੇ ਬਗਾਵਤ ਵਾਲੀ, ਜੇ ਅੱਜ ਅਸੀਂ ਬਾਦਸ਼ਾਹ ਨਹੀਂ ਹੈਗੇ ਤੇ ਫਿਰ ਬਾਗੀ ਬਣੀ ਹੈ ਨਾ। ਫਿਰ ਜੇ ਬਾਦਸ਼ਾਹ ਨਹੀਂ ਹੈਗੇ ਤੇ ਬਾਗੀ ਵੀ ਨਹੀਂ ਬਣਨਾ ਵਿਚਾਰ ਹੈ। ਜੇ ਭਗਤ ਸਿੰਘ ਲੱਭ ਲਿਆ ਕੋਈ ਤੇ ਫਿਰ ਤਾਂ ਛਿੱਤਰ ਖਾਣੇ ਨੇ ਖਾਈ, ਚਲੋ ਆਪਾਂ ਵੀ ਖਾਵਾਂਗੇ, ਆਪਣੀਆਂ ਆਉਣ ਵਾਲੀਆਂ ਨਸਲਾਂ ਵੀ ਖਾਣਗੀਆਂ। ਇਹ ਸਿਲਸਿਲਾ ਚੱਲਦਾ ਰਹੂਗਾ ਉਹਨਾਂ ਚਿਰ ਜਿੰਨਾ ਚਿਰ ਕੋਈ ਭਿੰਡਰਾਂਵਾਲੇ ਸੰਤਾਂ ਨੂੰ ਆਪਣਾ ਨਾਇਕ ਮੰਨ ਕੇ ਤੇ ਇਸ ਗੁਲਾਮੀ ਦੇ ਸੰਗਲ ਨਹੀਂ ਤੋੜਦਾ, ਉਹਨਾਂ ਚਿਰ ਇਹ ਸਿਲਸਿਲਾ ਚੱਲੀ ਜਾਣਾ। ਸੋ ਨੌਜਵਾਨਾਂ ਨੂੰ ਤੇ ਇਹੋ ਅਪੀਲ ਹੈ, ਗਿਲਟ ਨਾ ਲਓ। ਕੋਈ ਨਹੀਂ, ਭਗਤ ਸਿੰਘ ਬਹੁਤ ਐਸੇ ਨਾਇਕ ਹੈ ਜਿਹਨਾਂ ਨੂੰ ਛੱਡਣ ਲੱਗਿਆ ਤੁਹਾਨੂੰ ਦੁੱਖ ਹੋਣਾ, ਕਿਉਂਕਿ ਉਹ ਸਾਡੇ ਖੂਨ 'ਚ ਉਹਨਾਂ ਨੇ ਪਾ ਦਿੱਤੇ ਹੌਲੀ ਹੌਲੀ, ਕਿਤਾਬਾਂ 'ਚ, ਫਿਲਮਾਂ ਦੇ ਥਰੂ, ਸਾਰੇ ਹਨਾ। ਜਿਵੇਂ ਆਮ ਛੋਟੇ ਹੁੰਦਿਆਂ ਤੁਸੀਂ ਵੇਖਿਆ ਹੋਣਾ ਵੀ ਜਦੋਂ ਫਿਲਮਾਂ ਆਉਂਦੀਆਂ ਨੇ ਸੰਨੀ ਦਿਓਲ ਦੀਆਂ ਬੜੀਆਂ ਨੈਸ਼ਨਲਿਸਟਿਕ ਮੂਵੀਆਂ, ਤੇ ਉਹਦੇ 'ਚ ਸੰਨੀ ਦਿਓਲ ਨੇ ਜਦੋਂ ਇੱਕ ਫਿਲਮ ਸੀ, ਮੈਨੂੰ ਵੀ ਯਾਦ ਹੈ, ਮਾਂ ਤੁਝੇ ਸਲਾਮ ਵੀ, ਕੀ ਨਾਂ ਸੀ ਉਹਦਾ, ਉਹ ਸੰਨੀ ਦਿਓਲ ਨੂੰ ਗੋਲੀਆਂ ਵੱਜਦੀਆਂ, ਤੁਹਾਨੂੰ ਦੁੱਖ ਹੋਣ ਲੱਗ ਪੈਂਦਾ, ਤੁਹਾਨੂੰ ਐਂ ਲੱਗਦਾ ਇੰਡੀਆ ਦਾ ਝੰਡਾ ਝੂਲਣਾ ਚਾਹੀਦਾ। ਉਹ ਹੁੰਦਾ ਹੈ ਤੁਹਾਨੂੰ, ਤੁਹਾਡੀ ਕੰਡੀਸ਼ਨਿੰਗ ਹੋ ਰਹੀ ਹੈ ਮੌਕੇ ਦੇ ਉੱਤੇ, ਤੁਹਾਡਾ ਮੈਂਟਲ ਜੈਨੋਸਾਈਡ ਕੀਤਾ ਜਾ ਰਿਹਾ। ਸੋ ਉਹ ਕਈ ਵਾਰ ਨਾ ਇਹ ਇੱਕ ਫਨੋਮਨਾ ਵਾ ਸਾਈਕੋਲੋਜੀਕਲੀ, ਇਹਦੀ ਇੱਕ ਟਰਮ ਵੀ ਹੈਗੀ ਆ, ਉਹ ਮੈਨੂੰ ਯਾਦ ਨਹੀਂ ਹੁਣ। ਉਹ ਕਹਿੰਦੇ ਵੀ ਜੇ ਫਰਜ਼ ਕਰੋ ਤੁਹਾਨੂੰ ਕੋਈ ਕਿਡਨੈਪ ਕਰ ਲੇ ਤੇ ਉਹ ਕਈ ਵਾਰ ਲੋਕਾਂ ਨੂੰ ਆਪਣੇ ਜਿਹੜਾ ਕਿਡਨੈਪਰ ਹੈ ਜਾਂ ਆਪਣਾ ਅਪਰੈਸਰ ਹੈ ਜਿਹੜਾ ਤੁਹਾਨੂੰ ਤੁਹਾਡੇ ਤੇ ਜ਼ੁਲਮ ਕਰ ਰਿਹਾ, ਉਹਦੇ ਨਾਲ ਵੀ ਸਿੰਪਥੀ ਹੋਣ ਲੱਗ ਪੈਂਦੀ ਹੈ। ਇੱਕ ਐਸਾ ਮੌਕਾ ਆਉਂਦਾ। ਸੋ ਸਾਡੇ ਉਹਨੂੰ ਛੱਡਣ ਨੂੰ ਵੀ ਜਿਹੜੀ ਆ ਇੱਕ ਉਹਨੂੰ ਗਿਲਟ ਆਉਣ ਲੱਗ ਪੈਂਦੀ ਵੀ ਯਾਰ ਫਿਰ ਵੀ ਮੈਨੂੰ ਰੋਟੀ ਦਿੰਦਾ ਹੈ ਹਨਾ, ਮਾਰਦਾ ਕੁੱਟਦਾ, ਚਲੋ ਕੋਈ ਗੱਲ ਨਹੀਂ, ਫਿਰ ਵੀ ਇੱਦਾਂ ਉੱਦਾਂ। ਸੋ ਆਪਾਂ ਉਹ ਗਿਲਟ ਚੋਂ ਨਿਕਲੀਏ ਬਾਹਰ। ਇਹ ਸਾਨੂੰ ਬਚਪਨ ਤੋਂ ਪੈਦਾਇਸ਼ ਤੋਂ ਲੈ ਕੇ ਹੁਣ ਤੱਕ ਜੋ ਸਿਖਾਇਆ ਜਾ ਰਿਹਾ, ਇਹਨੂੰ ਧੋਣਾ ਪੈਣਾ। ਅਸੀਂ ਬਗਾਵਤ ਤੇ ਕਿਣਕੇ ਲੱਭਣੇ ਨੇ ਸਮਾਜ ਦੇ ਵਿੱਚੋਂ, ਉਹ ਸਾਨੂੰ ਦੱਸਣੇ ਨਹੀਂ ਕਿਸੇ ਨੇ ਆਣ ਕੇ। ਕਿਉਂਕਿ ਉਹ ਕਿਉਂ ਨਹੀਂ ਦੱਸਣੇ, ਕਿਉਂਕਿ ਜਿੱਦਣ ਬਗਾਵਤ ਦੇ ਕਿਣਕੇ ਤੁਹਾਡੀਆਂ ਕਿਤਾਬਾਂ 'ਚ ਆ ਗਏ, ਉਦੋਂ ਕਿਤਾਬਾਂ ਨਹੀਂ, ਉਹ ਤੇ ਬਰੂਦ ਬਣ ਜਾਂਦਾ। ਇਸੇ ਕਰਕੇ ਤਾਂ ਤੁਹਾਨੂੰ ਉਹਨਾਂ ਨੂੰ ਰੱਖਣ ਤੇ ਸਜ਼ਾ ਮਿਲਦੀ ਹੈ ਨਾ। ਹੋਰ ਕਿਤਾਬਾਂ ਕੀ ਹੈ? ਕਿਤਾਬ ਤੇ ਉਹ ਵੀ ਹੈਗੀ ਹੈ ਜਿਹੜੀ ਕਿਤਾਬ ਦੀ ਸੰਵਿਧਾਨ ਵਾਲੇ ਦਿਹਾੜੀ ਖੰਡ 'ਚ ਪੂਜਾ ਕਰਦੇ ਨੇ, ਰੋਜ਼ ਦਿਹਾੜੀ ਮੱਥੇ ਟੇਕਦੇ ਨੇ ਉਹਨੂੰ। ਕਿਤਾਬਾਂ ਉਹ ਵੀ ਹੈਗੀਆਂ ਨੇ ਜਿਹੜੀਆਂ RSS ਆਪ ਪੈਸੇ ਦੇ ਕੇ ਲਿਖਾ ਰਿਹਾ, ਜਿਹੜੀ ਸਟੇਟ ਆਪ ਪ੍ਰਮੋਟ ਕਰਦੀ ਹੈ, ਜਿਨ੍ਹਾਂ ਨੂੰ ਲਿਖਣ ਦੇ ਉੱਤੇ ਪਦਮ ਸ਼੍ਰੀ ਦੇ ਅਵਾਰਡ ਮਿਲਦੇ ਨੇ। ਤੇ ਕਿਤਾਬਾਂ ਉਹ ਵੀ ਹੈਗੀਆਂ ਜਿਹੜੀਆਂ ਬੈਨ ਹੁੰਦੀਆਂ, ਜਿਹਨੂੰ ਰੱਖਣ ਤੇ ਸਜ਼ਾ। ਤਸਵੀਰਾਂ ਉਹ ਵੀ ਨੇ ਜਿਹੜੀਆਂ ਹਕੂਮਤਾਂ ਦੇ ਦਫ਼ਤਰਾਂ 'ਚ ਲੱਗਦੀਆਂ ਨੇ, ਜਿਹੜੀਆਂ ਲਾਉਣ ਦੇ ਉਹ ਕਹਿੰਦੇ ਵੀ ਜਿਹਦੇ ਅੱਗੇ ਬਹਿ ਕੇ ਮੁੱਖ ਮੰਤਰੀ ਸਲਾਹ ਦਿੰਦਾ, ਜਿਹਦੇ ਅੱਗੇ ਬਹਿ ਕੇ ਪ੍ਰਧਾਨ ਮੰਤਰੀ ਅਨਾਊਂਸਮੈਂਟਾਂ ਕਰਦਾ, ਤਸਵੀਰਾਂ ਉਹ ਵੀ ਹੈਗੀਆਂ ਨੇ। ਤਸਵੀਰਾਂ ਉਹ ਵੀ ਨੇ ਜਿਹੜੀਆਂ ਤੁਹਾਡੇ ਕੋਲ ਫੜੀਆਂ ਜਾਣ ਤੇ ਤੁਹਾਨੂੰ ਪੁਲਿਸ ਵਾਲੇ ਗੋਲੀ ਮਾਰਨ ਤੱਕ ਜਾਂਦੇ ਨੇ। ਸੋ ਇਸ ਕਰਕੇ ਬਗਾਵਤ ਕਿੱਥੇ, ਜੇ ਤੇ ਤੁਹਾਨੂੰ ਲੱਗਦਾ ਵੀ ਤੁਸੀਂ ਗੁਲਾਮ ਜੋ, ਤੇ ਫਿਰ ਤੇ ਬਗਾਵਤ ਹੀ ਉਹਦਾ ਇੱਕ ਸੋਲਿਊਸ਼ਨ ਹੁੰਦਾ। ਤੇ ਬਗਾਵਤ ਬਾਗੀਆਂ ਨੇ ਬਾਗੀਆਂ ਦੇ ਨਾਲ ਕਿੱਥੇ ਸਾਂਝ ਪਾਉਣੀ ਹੈ?
ਉਹ ਤੇ ਮੈਨੂੰ ਲੱਗਦਾ ਨਹੀਂ ਵੀ ਕੋਈ ਦੁਨੀਆ ਤੇ ਬੰਦਾ ਡਿਫਾਈਨ ਕਰ ਸਕਦਾ। ਉਹ ਲੋੜ ਕਾਰਡ ਦੀ ਮਾਂ ਹੈ, ਤੁਹਾਨੂੰ ਪਤਾ ਹੈ ਤੁਹਾਡੇ ਕਿਹੜੇ ਨਾਇਕ ਨੇ। ਤੁਸੀਂ ਆਪਾਂ ਸਿਰਫ ਕੇਸ ਵੱਟੀ ਹੈ ਨੌਜਵਾਨਾਂ ਨੇ, ਸਾਨੂੰ ਪਤਾ ਵੀ ਭਗਤ ਸਿੰਘ ਸਾਡਾ ਨਾਇਕ ਨਹੀਂ, ਸਾਨੂੰ ਪਤਾ ਉਹ ਸਾਡੇ ਤੇ ਥੋਪਿਆ ਗਿਆ ਸੀ, ਪਰ ਅਸੀਂ ਇੱਕ ਗਿਲਟ ਲਈ ਬੈਠੇ ਹਾਂ ਵੀ ਜਿਹੜਾ ਸਾਡੇ ਓਪਰੈਸਰ ਨੇ, ਸਾਡੇ ਜਿਹੜਾ ਜ਼ਾਲਮ ਹੈ, ਉਹਨੇ ਸਾਡੇ ਤੇ ਜਿਹੜੀ ਮਿਹਨਤ ਕੀਤੀ ਹੈ, ਸਾਡੀ ਮਾਇੰਡ ਨੂੰ ਕੰਡੀਸ਼ਨ ਕਰ ਲਈ ਉਹਨੇ, ਅਸੀਂ ਉਸ ਮਿਹਨਤ ਨੂੰ ਐਪਰੀਸ਼ੀਏਟ ਕਰੀ ਜਾ ਰਹੇ ਹਾਂ। ਅਸੀਂ ਉਸ ਮਿਹਨਤ ਨੂੰ ਨਿਗਲੈਕਟ ਜਾਂ ਉਸ ਮਿਹਨਤ ਨੂੰ ਰਿਜੈਕਟ ਕਰਨ ਦੇ ਵਿੱਚ ਜਿਹੜੀ ਗਿਲਟ ਮਿਲ ਰਹੀ ਹੈ ਸਾਨੂੰ, ਉਹ ਨਹੀਂ ਲੈਣਾ ਚਾਹੁੰਦੇ। ਸੋ ਗਿਲਟ ਜਿਹੜੀ ਹੈ ਨਾ, ਇਹ ਗਿਲਟ ਟ੍ਰਿਪ 'ਚ ਨਹੀਂ ਪੈਣਾ। ਭਗਤ ਸਿੰਘ ਕੁਛ ਨਹੀਂ ਹੈਗਾ, ਉਹਦੇ ਪਿੱਛੇ ਕੋਈ ਗਿਲਟ ਲੈਣ ਦੀ ਲੋੜ ਨਹੀਂ, ਕੋਈ ਕੁਛ ਨਹੀਂ ਹੈਗਾ ਸਾਡੇ ਲਈ ਅਕਾਲ ਪੁਰਖ ਤੋਂ ਲੈਦਾ ਕੋਈ ਕੁਛ ਨਹੀਂ ਹੈਗਾ। ਜਿਹੜੇ ਮਨੁੱਖ ਅਕਾਲ ਪੁਰਖ ਦੇ ਸਿਧਾਂਤ ਦੇ ਉੱਤੇ ਚੱਲ ਕੇ, ਗੁਰੂ ਸਾਹਿਬ ਦੇ ਸਿਧਾਂਤ ਦੇ ਉੱਤੇ ਚੱਲ ਕੇ ਖਾਲਸੇ ਰਾਜ ਦੀ ਗੱਲ ਕਰਦੇ ਨੇ, ਖਾਲਸਾ ਰਾਜ ਹੀ ਸਰਬੱਤ ਦਾ ਭਲਾ ਹੈ। ਹੋਰ ਕੀ ਸਰਬੱਤ ਦਾ ਭਲਾ ਕੌਣ ਕਰੂਗਾ? ਦੁਨੀਆ ਦੇ ਉੱਤੇ ਬੜੇ ਰਾਜ ਹੈ, ਕਿਹਨਾਂ ਨੇ ਕੀਤਾ ਸਰਬੱਤ ਦਾ ਭਲਾ? ਦੱਸੋ। ਖਾਲਸੇ ਰਾਜ ਨੇ ਕੀਤਾ, ਅਸੀਂ ਉਹਦੀ ਗੱਲ ਕਰਦੇ ਹਾਂ। ਜੇ ਕੋਈ ਸਰਬੱਤ ਦੇ ਭਲੇ ਦੀ ਗੱਲ ਕਰਦਾ, ਉਹਨੂੰ ਕਹੇ ਇਹ ਤੋਂ ਵੱਡਾ ਸਰਬੱਤ ਦਾ ਭਲਾ ਕੀ ਹੈ? ਜੇ ਅੱਜ ਸਾਨੂੰ ਤੁਸੀਂ ਕਹਿੰਦੇ ਜੋ ਵੀ ਤੁਸੀਂ ਸਰਬੱਤ ਦਾ ਭਲਾ ਕਰੋ, ਫਿਰ ਸਾਨੂੰ ਰਾਜ ਕਰਨ ਤੋਂ ਕਿਉਂ ਰੋਕਦੇ ਜੋ? ਜੇ ਅਸੀਂ ਅੱਜ ਬਿਨਾਂ ਰਾਜ ਤੋਂ ਸਰਬੱਤ ਦਾ ਭਲਾ ਕਰਨ ਤੁਹਾਨੂੰ ਲੱਗਦਾ ਅਸੀਂ ਕਰ ਸਕਦੇ ਹਾਂ, ਤੇ ਰਾਜ ਕਰਕੇ ਤੇ ਬਹੁਤ ਜ਼ਿਆਦਾ ਕਰਾਂਗੇ। ਸੋ ਇਹ ਜਿਹੜਾ ਡੀਮੋਟੀਵੇਟ ਕਰਨ ਵਾਲੀ ਸਾਨੂੰ ਗੱਲ ਹੈ ਕੋਈ ਵੀ, ਉਹਨੂੰ ਇਗਨੋਰ ਕਰ ਦਿਓ ਹਾਲ ਦੀ ਘੜੀ। ਉਹਨੂੰ ਅਨਨੈਸੈਸਰੀ ਬੋਝ ਤੇ ਬਿਲਕੁਲ ਨਹੀਂ ਚੁੱਕਣਾ ਨਾ। ਕੋਈ ਕਵੇ ਵੀ ਦੇਖੋ ਜੀ, ਭਾਵੇਂ ਹੈ ਭਗਤ ਸਿੰਘ, ਤੁਸੀਂ ਮੰਨੋ ਜਾਂ ਨਾ ਮੰਨੋ, ਕੁਰਬਾਨੀ ਤੋਂ ਉਹਨੂੰ ਕੋਈ ਸਾਡੇ ਲਈ ਕੀਤੀ ਕੁਰਬਾਨੀ। ਸਾਨੂੰ ਇਹ ਸਾਡੇ ਵੱਲੋਂ ਤੇ ਮਤਲਬ ਅਫਰੀਕਾ 'ਚ ਬਹੁਤ ਬੰਦਿਆਂ ਨੇ ਕੁਰਬਾਨੀ ਕੀਤੀ ਹੋ ਸਕਦੀ ਹੈ, ਅਸੀਂ ਹੁਣ ਉਹਨਾਂ ਨੂੰ ਜਾ ਕੇ ਨਾਇਕ ਮੰਨ ਲਈਏ ਸਿਰਫ ਉਹਨੇ ਕੁਰਬਾਨੀ ਕੀਤੀ। ਸਾਡੇ ਨਾਲ ਰੈਲੇਵੈਂਸੀ ਤੇ ਬਣੇ ਕਿਸੇ ਚੀਜ਼ ਦੀ, ਸਾਡੇ ਨਾਲ ਉਹਦੀ ਸੰਘਰਸ਼ ਦੀ ਸਾਂਝ ਤੇ ਹੋਵੇ। ਜਿਹੜੀ ਕੰਧ ਨੂੰ ਅਸੀਂ ਤੋੜਨਾ ਚਾਹੁੰਦੇ ਹਾਂ, ਗੁਲਾਮੀ ਦੀ ਨੂੰ, ਪਿੰਜਰੇ ਨੂੰ, ਉਹ ਵੀ ਉਹਨੂੰ ਤੋੜਨ ਲਈ ਇੱਕ ਇੱਟ ਹੀ ਮਾਰੀ ਹੋਵੇ, ਉਹਨੇ ਇੱਕ ਹੀ ਸੱਟ ਮਾਰੀ ਹੋਵੇ ਕਿਤੇ, ਉਹ ਤੇ ਪਿੰਜਰਾ ਬਣਾਉਂਦਾ ਰਿਹਾ, ਵੈਲਡਿੰਗ ਕਰਦਾ ਰਿਹਾ ਉਹਨੂੰ ਆਣ ਕੇ, ਤੇ ਸਾਨੂੰ ਤੁਸੀਂ ਕਹਿੰਦੇ ਉਹਨੂੰ ਨਾਇਕ ਮੰਨ ਲਈ ਆਪਣਾ। ਇਹ ਕਿੱਦਾਂ ਦੀ ਮਤਲਬ ਗੱਲ ਹੈ ਵੀ ਪਿੰਜਰੇ ਦੇ ਅੰਦਰ ਬੈਠੇ ਗੁਲਾਮ ਲੋਕ ਜਿਹੜੇ ਆ, ਉਹਨਾਂ ਨੂੰ ਇਹ ਕਿਹਾ ਜਾ ਰਿਹਾ ਵੀ ਜਿਹੜਾ ਪਿੰਜਰਾ ਬਣਾਉਣ 'ਚ ਸਹਾਇਕ ਬੰਦਾ ਸੀ, ਉਹਨੂੰ ਆਪਣਾ ਨਾਇਕ ਮੰਨੋ ਤੁਸੀਂ। ਨਹੀਂ, ਸਾਡੇ ਲਈ ਤੇ ਪਿੰਜਰੇ 'ਚ ਪੈਦਾ ਹੋਏ ਜਿਹੜੇ ਆ ਨਾ, ਜਿੰਨਾ ਪਿੰਜਰੇ 'ਚ ਪੈਦਾ ਹੋ ਕੇ ਤੇ ਇਸ ਪਿੰਜਰੇ ਨੂੰ ਪਛਾਣਿਆ ਤੇ ਇਹਨੂੰ ਤੋੜਨ ਦੇ ਯਤਨ ਕੀਤੇ, ਸਾਡੇ ਨਾਇਕ ਉਹ ਨੇ। ਸਾਡਾ ਹੋਰ ਕੋਈ ਦੁੱਖੀ ਤਿੱਖੀ ਬੰਦਾ ਨਾਇਕ ਨਹੀਂ ਹੈਗਾ। ਇਹ ਜੇ ਇਹਨੂੰ ਗੁੱਸਾ ਲੱਗਦਾ ਲੱਗੀ ਜਾਵੇ, ਇਹ 2-4 ਦਿਨ ਗਿਲਟ ਆਉਂਦੀ ਹੁੰਦੀ ਹੈ, ਗਿਲਟ ਤੋਂ ਬਾਅਦ 'ਚ ਫਰੀਡਮ ਹੈ। ਜਿੰਨਾ ਚਿਰ ਗਿਲਟ ਸਾਡੇ ਸਾਹਮਣੇ ਜਿਹੜੀ ਗਿਲਟ ਹੈ ਨਾ, ਇਹ ਬੜੀ ਭੈੜੀ ਚੀਜ਼ ਹੈ। ਜਿੰਨਾ ਚਿਰ ਇਹ ਚੋਂ ਬਾਹਰ ਨਹੀਂ ਆਉਂਦੇ, ਇਸ ਗਿਲਟ ਟ੍ਰਿਪ ਚੋਂ, ਉਹਨਾਂ ਚਿਰ ਤੁਹਾਨੂੰ ਆਜ਼ਾਦੀ ਨਹੀਂ ਮਿਲ ਸਕਦੀ। ਆਜ਼ਾਦੀ ਦੀ ਕਿਹਨੇ ਰੋਕਿਆ ਤੁਹਾਨੂੰ? ਹੁਕੂਮਤ ਨੇ ਥੋੜ੍ਹੀ ਹੁਕੂਮਤ ਕਿਹਨੂੰ ਰੋਕ ਸਕਦੀ ਹੈ? 3 ਕਰੋੜ ਲੋਕ ਨੇ ਪੰਜਾਬ ਦੇ ਵਿੱਚ, 2.25 ਕਰੋੜ ਕਰੀਬ ਸਿੱਖ ਨੇ, ਹਨਾ। 1.5-2 ਲੱਖ ਪੁਲਿਸ ਹੋਊਗੀ ਪੰਜਾਬ ਦੇ ਵਿੱਚ। ਫੌਜ ਕਿੰਨੀ ਹੋਊਗੀ? ਕੁੱਲ ਮਿਲਾ ਕੇ 20 ਲੱਖ ਫੌਜ ਹੈ ਸਾਰੀ ਹਿੰਦੁਸਤਾਨ ਦੀ। ਕੀ ਤੁਹਾਨੂੰ ਉਹ ਸਾਰੇ ਜਣੇ ਰਲ ਕੇ ਰੋਕ ਸਕਦੇ? ਨਹੀਂ। ਤੁਹਾਨੂੰ ਕਿਹਨੇ ਰੋਕਿਆ? ਤੁਹਾਨੂੰ ਤੁਹਾਡੀ ਗਿਲਟ ਨੇ ਰੋਕਿਆ। ਤੁਸੀਂ ਆਪਣੇ ਜ਼ਾਲਮ ਦੇ ਨਾਲ ਇੱਕ ਸਨੇਹ ਪਾਲ ਕੇ ਬੈਠੇ ਆ, ਜਿਹੜਾ ਸਨੇਹ ਤੁਹਾਨੂੰ ਲੱਗਦਾ ਹੈ ਵੀ ਜੇ ਤੁਸੀਂ ਤੋੜੋਗੇ ਤਾਂ ਪਤਾ ਨਹੀਂ ਕੀ ਹੋ ਜਾਣਾ। ਤੁਹਾਨੂੰ ਜੇ ਜ਼ਾਲਮ ਨੇ ਪਾਸਪੋਰਟ ਦੇ ਦਿੱਤਾ ਹੈ, ਜੇ ਤੁਹਾਨੂੰ ਉਹਨੇ ਰਹਿਣ ਨੂੰ ਜਿਹੜਾ ਵਾ ਤੁਹਾਨੂੰ ਜੇਲ੍ਹ 'ਚ ਨਹੀਂ ਸੁੱਟਿਆ, ਤਾਂ ਮਤਲਬ ਇਹ ਨਹੀਂ ਤੁਹਾਡਾ ਫਿਕਰਮੰਦ ਹੈ, ਉਹ ਤੁਹਾਡਾ ਭਲਾ ਚਾਹੁੰਦਾ। ਇਹਦਾ ਅਰਥ ਇਹ ਹੈ ਵੀ ਉਹਨੇ ਇੱਕ ਪੂਰੀ ਦੀ ਪੂਰੀ ਕੌਮ ਨੂੰ ਓਪਨ ਜੇਲ੍ਹ 'ਚ ਤਬਦੀਲ ਕੀਤਾ, ਜਿੱਥੇ ਤੁਹਾਨੂੰ ਹੱਕ ਨਹੀਂ ਮਿਲਦੇ, ਜਿੱਥੇ ਤੁਹਾਨੂੰ ਨੱਕ ਰਗੜ ਕੇ ਮਾੜਾ ਮੋਟਾ ਕੋਈ ਹੱਕ ਮਿਲਦਾ, ਤੁਸੀਂ ਉਹਨੂੰ ਐਪਰੀਸ਼ੀਏਟ ਕਰੋ। ਦੇਖੋ ਜੀ, ਜੇ ਇੱਥੇ ਆਹ ਮਿਲ ਸਕਦਾ, ਵੀ ਮਿਲ ਸਕਦਾ। ਸੋ ਆਪਾਂ ਇਸ ਤੋਂ ਬਾਹਰ ਆਈਏ। ਕੋਈ 100 ਸਾਡੇ ਨੂੰ ਕਵੇ ਵੀ ਨਹੀਂ ਠੀਕ ਹੈ, ਤੁਸੀਂ ਚੰਗਾ ਨਾ ਕਹੋ, ਮਾੜਾ ਵੀ ਨਾ ਕਹੋ, ਉਹਨੂੰ ਕਿ ਠੀਕ ਹੈ, ਮਾੜਾ ਅਸੀਂ ਨਹੀਂ ਕਹਿ ਰਹੇ, ਮਾੜਾ ਘਵਾ ਰਹੇ ਜੋ ਤੁਸੀਂ ਸਾਡੇ ਕੋਲ। ਅਸੀਂ ਨਾਂ ਨਹੀਂ ਲੈਣਾ ਚਾਹੁੰਦੇ ਭਗਤ ਸਿੰਘ ਦਾ, ਗੱਲ ਖਤਮ ਹੈ। ਕੀ ਆ ਸਾਡੇ ਵਾਸਤੇ ਐਗਜ਼ਿਸਟ ਨਹੀਂ ਕਰਦਾ, ਉਹ ਕੁਛ ਕੀਤਾ ਹੋਵੇ ਸਾਨੂੰ ਮਤਲਬ ਨਹੀਂ। ਜੇ ਤੁਸੀਂ ਹੁਣ ਸਾਡੇ ਕਿਸੇ ਬੰਦੇ ਨੂੰ ਸੱਚ ਬੋਲਣ ਦੇ ਉੱਤੇ ਗ੍ਰਿਲ ਕਰਨਾ ਚਾਹੋਗੇ, ਉਹ ਕੋ ਮਾਫੀਆ, ਫਿਰ ਤੇ ਉਹਨੂੰ ਕਹੋ ਵੀ ਤੁਹਾਨੂੰ ਭਗਤ ਸਿੰਘ ਦੀ ਅਸਲੀਅਤ ਦਿਖਾਵਾਂਗੇ। ਫਿਰ ਤੇ ਜਦੋਂ ਤੁਸੀਂ ਮੈਦਾਨ 'ਚ ਆਣ ਕੇ ਨੱਚਣ ਦੀ ਗੱਲ ਕੀਤੀ ਹੈ, ਫਿਰ ਚੰਗੀ ਤਰ੍ਹਾਂ ਨੱਚੋ ਨਾ। ਫਿਰ ਤੁਸੀਂ ਦੱਸੋ ਭਗਤ ਸਿੰਘ ਨੇ ਕੀ ਕੀਤਾ, ਅਸੀਂ ਦੱਸਦੇ ਕੀ ਕੀਤਾ। ਇੰਨੇ ਇੱਕ ਬੇਨਤੀਆਂ। ਬਾਕੀ ਇਹ ਆ ਵੀ ਕੋਈ ਨਹੀਂ, ਜਿਹੜਾ ਵਾ ਗੁਰੂ ਸਾਹਿਬ ਕਿਰਪਾ ਕਰਨ, ਇਹ ਸਾਰਾ ਕੁਝ ਝੜਨਾ ਹੈ। ਇਹ ਸਾਰਾ ਜਿਹੜਾ ਸਾਡੇ ਉੱਤੇ ਥੋਪਿਆ ਗਿਆ ਜੋ ਕੁਛ, ਇਹਨੇ ਹੌਲੀ ਹੌਲੀ ਆਪੇ ਦੀ ਪਾਣ ਲੱਥਣੀ, ਤੇ ਫਿਰ ਸੱਚ ਜਿਹੜਾ ਉਹਨੇ ਪ੍ਰਗਟ ਹੋਣਾ ਹੈ। ਤੇ ਸੱਚ ਜਿਹੜਾ ਮਹਾਰਾਜ ਦਾ ਬਚਨ ਹੈ, ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਕੂੜ ਜਿਹੜਾ ਵਾ ਇਹ ਹਜ਼ਾਰਾਂ ਸਾਲ ਕਿਸੇ ਵੇਲੇ ਇਹਦਾ ਪ੍ਰਭਾਵ ਰਹਿੰਦਾ, ਪਰ ਜਿਹੜਾ ਕੁਦਰਤ ਦਾ ਅਕਾਲ ਪੁਰਖ ਦਾ ਸਿਧਾਂਤ ਹੈ, ਉਹ ਕਹਿੰਦਾ ਵੀ ਓੜਕ ਜਿਹੜਾ ਵਾ ਉਹ ਸੱਚ ਨੇ ਪ੍ਰਗਟ ਹੋਣਾ ਹੈ, ਉਹਨੂੰ ਕੋਈ ਨਹੀਂ ਰੋਕ ਸਕਦਾ। ਸਮਾਂ ਲੱਗ ਸਕਦਾ, ਵੱਧ ਘੱਟ 10, 20, 50, 100 ਸਾਲ ਲੱਗ ਸਕਦੇ ਨੇ, ਪਰ ਸੱਚ ਨੂੰ ਪ੍ਰਗਟ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਸੱਚ ਕੀ ਹੈ, ਝੂਠ ਕੀ ਹੈ, ਇਹ ਤਾਂ ਨਤਾਰਾ ਮਹਾਰਾਜ ਨੇ ਕਰ ਦੇਣਾ। ਇਹ ਉਹੀ ਨਤਾਰਾ ਹੋ ਰਿਹਾ। ਮਹਾਰਾਜ ਜੀ ਬਚਨ ਕਰਾਉਂਦੇ ਨੇ। ਮਹਾਰਾਜ ਜੀ ਇਹ ਝੂਠੀਆਂ ਹਸਤੀਆਂ ਜਿਹੜੀਆਂ ਸਾਡੇ ਤੇ ਬਣਾ ਕੇ ਥੋਪੀਆਂ ਗਈਆਂ ਨੇ, ਜਿਨ੍ਹਾਂ ਨੂੰ ਸਾਨੂੰ ਮਜਬੂਰ ਕੀਤਾ ਗਿਆ, ਸਾਨੂੰ ਬਚਪਨ ਤੋਂ ਲੈ ਕੇ ਹੁਣ ਤੱਕ, ਵੀ ਇਹਨਾਂ ਨੂੰ ਆਪਣੇ ਨਾਇਕ ਮੰਨੋ। ਮਹਾਰਾਜ ਜੀ ਕਿਸੇ ਦੇ ਮੂੰਹ ਇਹ ਫਰਨਾ ਕਟਾਉਂਦੇ ਨੇ ਵੀ ਇਹ ਸਾਡੇ ਨਾਇਕ ਨੂੰ ਕੀ ਨਹੀਂ ਹੈਗੇ।
ਸੋ ਇਹ ਸਹਿ ਸੁਭਾਏ ਹੋਈਆਂ ਗੱਲਾਂ ਜਿਹੜੀਆਂ ਨੇ ਇਹਨਾਂ ਦੇ ਬੜੇ ਵੱਡੇ ਨਤੀਜੇ ਨੇ। ਇਹ ਸਾਡੀ ਆਜ਼ਾਦੀ ਦੀ ਜਿਹੜੀ ਲੜਾਈ ਹੈ ਉਹਦੇ 'ਚ ਜਿਹੜੇ ਮਾਨਸਿਕ ਸੰਗਲ ਉਹਨੂੰ ਤੋੜਨ ਦਾ ਕੰਮ ਕਰਦਾ ਹੈ। ਇਸ ਲੜਾਈ ਦੇ ਵਿੱਚ ਭਗਤ ਸਿੰਘ ਸਾਡੇ ਵੱਲ ਨਹੀਂ, ਭਗਤ ਸਿੰਘ ਲਕੀਰ ਦੇ ਉਲਟੇ ਪਾਸੇ ਸਾਡੇ ਖਿਲਾਫ ਖੜਾ ਹੈ। ਸੋ ਇਹ ਲੜਾਈ ਦੇ ਵਿੱਚ ਸਾਡੇ ਵੱਲ ਕਿਹੜਾ ਖੜਾ ਸੀ ਉਹਨੂੰ ਚੁਣਨਾ। ਗੁਰੂ ਸਾਹਿਬ ਕਿਰਪਾ ਕਰਨ। ਬਾਕੀ ਕਿਸੇ ਫੇਰ ਸਮੇਂ ਆਪਾਂ ਗੱਲਬਾਤ ਕਰਾਂਗੇ। ਤੇ ਹੁਣ ਜੇ ਕੋਈ ਭੁੱਲ ਚੁੱਕ ਹੋਈ ਉਹਦੇ ਲਈ ਖਿਮਾ। ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ